KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 11:11 ਹੋਏ ਨੇ। 24 ਅਪ੍ਰੈਲ ਦਾ ਦਿਨ ਹੈ, ਵਰ੍ਹਾ 2020 ਦਾ ਸ਼ੁੱਕਰਵਾਰ ਹੈ। 11 ਵਿਸਾਖ ਨਾਨਕ ਸੰਮਤ 552 ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦੀ ਲੋਕ ਸੱਥ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਗ ਦੇ ਮਸਲਿਆਂ ਤੇ ਗੱਲਬਾਤ ਹੋਏਗੀ। ਪਹਿਲੇ ਹਿੱਸੇ ਦੇ ਵਿੱਚ ਗੱਲਬਾਤ ਕਰਾਂਗੇ ਪਰਮਿੰਦਰ ਸਿੰਘ ਥਿੰਦ ਦੇ ਨਾਲ। ਅਗਲੇ ਹਿੱਸੇ 'ਚ 12 ਵਜੇ ਤੋਂ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਹੁੰਦੀ ਹੈ, ਜਿਹਦੇ ਵਿੱਚ ਪੰਜਾਬ ਤੋਂ ਇੱਕ ਪੱਤਰਕਾਰ ਸਾਹਿਬ ਨੂੰ ਲੈ ਕੇ ਆਵਾਂਗੇ ਜੇ ਜਾਗਦੇ ਰਹਿ ਗਏ, ਨਹੀਂ ਤਾਂ ਆਥਣੇ ਪੱਤਰਕਾਰ ਸਬਜ਼ ਰੰਗੇ ਹੋ ਕੇ ਸੌਂ ਜਾਂਦੇ ਆ। ਰਾਤ ਨੂੰ 1 ਵੱਜ ਜਾਣਾ, ਉੱਠ ਖੜਿਆ ਤਾਂ ਬਾਈ ਗੱਲ ਕਰਾ ਦਾਂਗੇ ਵੀ ਪੰਜਾਬ ਦੇ ਵਿੱਚ ਕੀ ਹਾਲਤ ਨੇ। ਨਾ ਤਾਂ ਫਿਰ ਆਪਾਂ ਤਾਂ ਕਿਤੇ ਗਏ ਨਹੀਂ, ਸਰੰਗੀ ਵੀ ਕਰਦੀ ਹੈ, ਗੱਜ ਵੀ ਕਰਦਾ, ਤੇ ਜਦ ਹੁਣ ਖੜਕਦੀ ਹੈ 3 ਘੰਟੇ, ਹੁਣ ਜਿਹਦੇ ਮਰਜ਼ੀ ਗੱਲ ਕਰਿਆ ਕਰੋ, ਆਥਣੇ ਸਲਾਮੀਆਂ ਨਾ ਦਿਆ ਕਰੋ। ਹੁਣ 3 ਘੰਟੇ ਜਿਹਦਾ ਜੀ ਕਰਦਾ, ਲਾਈਨਾਂ ਖੁੱਲੀਆਂ ਨੇ, ਕਿਸੇ ਦਾ ਨਾਂ ਨਹੀਂ ਪਤਾ, ਕੋਈ ਬਲੌਕ ਨਹੀਂ ਕੀਤਾ। ਜਿਹਨੂੰ ਕੋਈ ਤੰਗੀ ਤੁਰਸੀ ਹੈ ਇੱਥੇ ਫੋਨ ਕਰੋ। ਹੁਣ ਆਥਣੇ ਜਿਹੜਾ ਮੁੜ ਕੇ ਘੁਮਾ ਕੇ ਸਿਰ ਤੋਂ ਬੇਲਾਂ ਕਰਦੇ ਹੋ, ਸ਼ਗਨ ਦਿੰਦੇ ਹੋ, ਉਹਦਾ ਨਹੀਂ ਫਾਇਦਾ। ਯੁਰਕੇ ਨਾਲ ਗੱਲ ਕਰਨੀ, ਬੰਦਿਆਂ ਦੀ ਜੂਨ 'ਚ ਬੰਦੇ ਜਦ ਪੈਂਦੇ ਨੇ, ਬੰਦਿਆਂ ਨਾਲ ਗੱਲ ਕਰ। 1844 247 1550 ਇਹ ਨੰਬਰ ਹੈ। ਤੇ ਬੈਠੇ ਵੀ ਦੂਰ ਆ, ਸਵਿਚ ਬੋਰਡ ਵੀ ਕੋਲ ਨਹੀਂ, ਨਾ ਨੰਬਰ ਪਤਾ ਤੇ ਨਾ ਕੋਲੋਂ ਕਰ ਸਕਦੇ ਕਿਸੇ ਨੂੰ ਵੀ ਤੂੰ ਆ ਜਾ ਬਾਈ, ਹੁਣ ਤੂੰ ਵੀ ਬੋਲ। ਖੁੱਲੀ ਖੇਡ ਤੇ ਖੁੱਲੀ ਗੱਲ। 184424715550 2 ਤੋਂ ਬਾਅਦ ਕਰਨੀ ਹੈ। 604 729 1224 ਵੀਕਐਂਡ ਤੇ ਕਰਨੀ ਹੈ ਤਾਂ ਵੀ ਇਹੀ ਨੰਬਰ ਹੈ। ਅੱਜ ਦੀ ਲੋਕ ਸੱਥ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ ਦੇ ਨਾਲ ਗੱਲਬਾਤ ਕਰਦੇ ਪੰਜਾਬ ਤੋਂ, ਤੇ 1 ਤੋਂ 2 ਤੱਕ ਜਿਹੜੀ ਗੱਲਬਾਤ ਕਰਨੀ ਅੱਜ ਪੰਜਾਬ ਤੇ ਜੱਦੀ ਪੁਸ਼ਟੀ ਕਰਦੀ ਕਿ ਕਰੋਨਾ ਤੋਂ ਬਾਅਦ ਹੁਣ ਡਿੱਗੇ ਹੋਏ ਲਿਓੜ ਜਿਹੜੇ ਨੇ ਹੁਣ ਲਿਪਾਂਗੇ ਜਾਂ ਫਿਰ ਉਹ ਢਹਿਣਗੇ, ਕੀ ਕਰਾਂਗੇ। ਘਰ ਦੀ ਯਾਦ ਜਿਹੜੀ ਹੈ ਉਸ ਦੀ ਗੱਲਬਾਤ ਆਪਾਂ ਕਰਾਂਗੇ ਕਿ ਪੁਰਾਣੇ ਘਰ ਨੇ ਜਿਹੜੇ ਉਹ ਹੁਣ ਆਪਾਂ ਛੱਡ ਦਿੱਤੇ ਤੇ ਜਾਂ ਆਪਾਂ ਰੱਖਾਂਗੇ ਜਾਂ ਕੁਛ ਫਰਕ ਪਾਇਆ। ਕਿਹੜੀ ਗੱਲ ਨੇ ਫਰਕ ਪਾਇਆ? ਕੀ ਕਰੋਨਾ ਤੋਂ ਬਾਅਦ ਸਾਡੇ ਦਿਮਾਗ ਦੀ ਕੋਈ ਗੱਲ ਇਹ ਕਰੇਗੀ ਵੀ ਆਪਾਂ ਨੂੰ ਪਿੰਡਾਂ ਵਾਲਾ ਜਿਹੜਾ, ਚਾਹੇ ਉਹ ਖੋਲੇ ਨੇ, ਚਾਹੇ 2 ਰੂਮ ਹੈ, ਚਾਹੇ 3 ਰੂਮ ਹੈ, ਕਮਰੇ ਨੇ ਸੱਚ, ਜਾਂ ਚੁਬਾਰਾ ਹੈ, ਉਹ ਰੱਖਣਾ ਹੈ ਕਿ ਜਾਂ ਚੁੱਲ੍ਹਾ ਟੈਕਸ ਮਾਫ ਕਰਾਉਣਾ? ਬਦਲਾਅ ਆਇਆ ਕੁਛ ਕਰੋਨਾ ਤੋਂ ਬਾਅਦ ਕਿ ਜੈਸੇ ਥੇ ਉਸੇ ਹੀ ਤਰੀਕੇ ਨਾਲ ਗੱਲਬਾਤ ਕਰਨੀ। 1844 247 1550 ਔਨ ਏਅਰ ਨੰਬਰ ਹੈ। KRP ਰੇਡੀਓ ਤੇ .com ਤੇ ਸਿੱਧਾ ਪ੍ਰਸਾਰਣ ਚੱਲ ਰਿਹਾ। ਪ੍ਰੋਗਰਾਮ ਰਹਿ ਜੇ ਤਾਂ YouTube ਤੇ ਪਾਇਆ ਹੁੰਦਾ ਹੈ ਲੋਕ ਸੱਥ ਦੇ ਥੱਲੇ। 604 440 64 62 ਦਫ਼ਤਰ ਦਾ ਨੰਬਰ ਹੈ। ਹਰਜੀਤ ਸਿੰਘ ਗਿੱਲ ਦਾ 604 729 1224 ਹੈ ਤੇ ਫੇਸਬੁੱਕ ਦਾ ਪੇਜ ਹਰਜੀਤ ਸਿੰਘ ਗਿੱਲ ਦਾ harjeet.g@krpradio.com ਇਹ ਈਮੇਲ ਹੈ। ਇੱਥੇ ਤੁਸੀਂ ਕੋਈ ਵੀ ਈਮੇਲ, ਕੋਈ ਕਾਗਜ਼ ਪੱਤਰ ਭੇਜਣਾ ਭੇਜ ਸਕਦੇ ਹੋ। ਦੇਸ਼ ਪੰਜਾਬ ਦੇ ਹਿੱਸੇ ਆਈਆਂ ਟੋਭੇ, ਢਾਬ, ਛੱਪੜ, ਦਰਿਆਈਆਂ, ਟਿੱਬੇ, ਜੰਡ, ਕਿੱਕਰ, ਹਰਿਆਈਆਂ, ਖੁੱਲੀਆਂ ਧੁੱਪਾਂ ਤੇ ਪਰਵਾਈਆਂ, ਹੱਠੀਆਂ, ਭੱਠੀਆਂ, ਪੱਤੀਆਂ ਥਾਈਆਂ, ਮਾਸੀਆਂ, ਮਾਸੜ, ਚਾਚੀਆਂ, ਤਾਈਆਂ, ਕੱਚ ਦੀਆਂ ਵੰਗਾਂ, ਨਰਮ ਕਲਾਈਆਂ, ਦਾੜੀਆਂ, ਮੁੱਛਾਂ, ਲੈਣ ਲੜਾਈਆਂ, ਛਿੰਝਾਂ, ਖਾੜੇ, ਘੋਲ, ਘਲਾਈਆਂ, ਬਾਜੀਆਂ ਮੁੱਢ ਤੋਂ ਪੈਂਦੀਆਂ ਆਈਆਂ, ਸੂਈਆਂ, ਤੋਪੇ, ਫੁੱਲ ਕਢਾਈਆਂ, ਚੁੰਨੀਆਂ, ਪੱਗਾਂ, ਸੰਗ ਰੰਗਾਈਆਂ, ਸਿੱਠਣੀ, ਛੰਦ, ਘੋੜੀਆਂ ਗਾਈਆਂ, ਟੱਪੇ, ਢੋਲੇ, ਬੋਲੀਆਂ ਪਾਈਆਂ, ਕਰੀਆਂ ਕਿਸਾਨਾਂ ਜਦ ਵਾਹੀਆਂ, ਸਜਗੇ ਰੱਕੜ, ਪੂਰੀ ਧੀਆਂ ਖਾਈਆਂ, ਕੁਝ ਤਾਂ ਨਾਨਕ ਵਰਗੇ ਰਹੀਆਂ, ਬਾਕੀ ਗੋਬਿੰਦ ਸੰਤ ਸਿਪਾਹੀਆਂ, ਇਹਦੀਆਂ ਉੱਚੋਂ ਉੱਚ ਕਮਾਈਆਂ, ਡੁੱਲੀਆਂ ਧਰਤੀ ਤੇ ਸ਼ਰਦਾਈਆਂ, ਨਰਮੇ ਕਣਕਾਂ ਤੇ ਪਰਤਿਆਈਆਂ, ਖਿਚੜੀ, ਕੱਚੇ ਦੁੱਧ ਮਲਾਈਆਂ, ਗੁੱਲੀਆਂ, ਡੰਡੇ, ਪੂਣ, ਸਲਾਈਆਂ, ਗੜਬੇ, ਛੰਨੇ, ਕੌਲ, ਕੜਾਈਆਂ, ਦੇਗਾ ਰੱਬ ਦੇ ਘਰੇ ਕਰਾਈਆਂ, ਹੱਸਾਂ, ਹਾਰ, ਹਮੇਲ, ਸਲਾਈਆਂ, ਪੱਤ ਪਰਾਂਦੇ ਤੇ ਗਜਰਾਈਆਂ, ਲਚਕ, ਅਣੋਖੀ, ਧੌਣ, ਸਰਾਈਆਂ, ਅੱਖੀਆਂ ਧੁਰ ਤੋਂ ਹੀ ਕਜਲਾਈਆਂ, ਵੰਝਲੀ, ਢੋਲ, ਛੈਣੇ, ਸ਼ਹਿਨਾਈਆਂ, ਸ਼ਾਹਾਂ, ਕੰਗਣਾ, ਗਾਨਾ ਮਾਈਆਂ, ਮਗਦੇ, ਗਿੱਧੇ, ਪੀਂਘਾਂ ਪਾਈਆਂ, ਜਿੰਦਾ, ਰੇਤ, ਮਿੱਟੀ ਦੀਆਂ ਜਾਈਆਂ, ਦੇਸ਼ ਪੰਜਾਬ ਦੇ ਹਿੱਸੇ ਆਈਆਂ ਟੋਭੇ, ਢਾਬ, ਛੱਪੜ, ਦਰਿਆਈਆਂ, ਟੋਭੇ, ਢਾਬ, ਛੱਪੜ, ਦਰਿਆਈਆਂ, ਟਿੱਬੇ, ਜੰਡ, ਕਿੱਕਰ, ਹਰਿਆਈਆਂ, ਖੁੱਲੀਆਂ ਧੁੱਪਾਂ ਤੇ ਪਰਵਾਈਆਂ, ਹੱਠੀਆਂ, ਭੱਠੀਆਂ, ਪੱਤੀਆਂ ਥਾਈਆਂ, ਮਾਸੀਆਂ, ਮਾਸੜ, ਉਹ ਚਾਚੀਆਂ, ਤਾਈਆਂ,
ਇਹ ਦੇਸ਼ ਪੰਜਾਬ ਦੇ ਹਿੱਸੇ ਆਈਆਂ। ਹਰਮਨਜੀਤ ਲਿਖਦਾ ਹੈ ਪੰਜਾਬ ਤੋਂ ਮਿੰਟੂ ਢਾਲੀਵਾਲ ਮੇਰੇ ਨਾਲ ਨੇ, ਬਾਈ ਜੀ ਨੇ ਆਪੇ ਫੋਨ ਕਰ ਲਿਆ, ਪ੍ਰੋਗਰਾਮ ਸੁਣਦੇ ਨੇ, ਕਲਸੀਆਂ ਪਿੰਡ ਹੈ ਰੈਕੋਰਡ ਕੋਲ। ਗੱਲਬਾਤ ਕਰਦੇ ਆ। ਮੈਂ ਕਰਦਾ ਰਿਹਾ ਪਿਛਲੇ 20 ਦਿਨਾਂ 'ਚ, ਕੋਸ਼ਿਸ਼ ਕਰਦਾ ਰਿਹਾ ਜਿਹਦੇ ਨਾਲ ਮੈਂ ਕੋਸ਼ਿਸ਼ ਆਪਣੇ ਵੱਲੋਂ ਕਰਦਾ ਰਿਹਾ ਗੱਲ ਹੋ ਜਾਵੇ। ਜੇ ਮੇਰੀਆਂ ਗੱਲਾਂ ਨਾਲ ਥੋੜਾ ਜਿਹਾ ਮਨ ਖੜ ਜਾਵੇ ਮੈਂ ਖੜਾਉਂਦਾ ਰਿਹਾ। ਕੋਸ਼ਿਸ਼ ਜਿੰਨੀ ਆਪਣੀ ਔਕਾਤ ਹੈ ਉਹਦੇ ਵਿੱਚ ਰਹਿ ਕੇ ਗੱਲ ਕਰਦੇ ਰਹੇ ਆ। ਪਰ ਜਿਹੜਾ ਕੁਛ ਹੁਣ ਸ਼ੁਰੂ ਹੋਇਆ ਇਹਦਾ ਵੀ ਜਵਾਬ ਦੇਵਾਂਗੇ। ਪਤਾ ਲੱਗ ਜਾਂਦਾ ਮੈਨੂੰ ਸਾਰਾ ਕੁਛ, ਕੌਣ ਕੀ ਕਹਿ ਰਿਹਾ। ਕਈ ਵਾਰ ਮਾਈਕ ਖੁੱਲਾ ਹੁੰਦਾ, ਕਹਿ ਤਾਂ ਸਾਰੇ ਜਾਂਦੇ ਆ, ਪਰ ਜਿਹੜੇ ਕਹਿੰਦੇ ਆ ਹਿਸਾਬ ਉਹਨਾਂ ਨੂੰ ਦੇਣਾ ਪੈਣਾ, ਯਾਦ ਰੱਖ ਲਿਓ। ਇਹ ਪਿਛਲੇ 30 ਸਾਲ ਦੀਆਂ ਮੇਰੇ ਕੋਲ ਫਰਦਾਂ ਨੇ ਤੁਹਾਡੀਆਂ, ਜਿੱਦਣ ਖੰਡਾਤੀਆਂ ਤੇ ਘਰਦਿਆਂ ਨੇ ਘਰ ਨਹੀਂ ਵੰਡ ਦੇਣਾ, ਯਾਦ ਰੱਖ ਲਿਓ। ਜਿੰਨਾ ਕੁ ਕਰਦਾ ਨਾ 4 ਫੁੱਟ ਦੇ, ਉਹਦੇ 'ਚ ਰਹਿਣਾ ਚਾਹੀਦਾ ਬੰਦੇ ਨੂੰ। ਮਿੰਟੂ ਢਾਲੀਵਾਲ ਜੀ, ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਮਿੰਟੂ ਢਾਲੀਵਾਲ ਜੀ, ਚਲੋ ਦੁਬਾਰਾ ਕਰ ਲਿਓ। ਸਤਨਾਮ ਸਿੰਘ ਬਿੱਟੂ ਸੀਅਰ ਤੇ ਹੋ। ਸਤਿ ਸ਼੍ਰੀ ਅਕਾਲ ਗੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਮੈਂ ਇੱਕ ਮਿੰਟ ਹੀ ਲੈਣਾ ਸੀਗਾ ਤੁਹਾਡਾ। ਪਹਿਲਾਂ ਤਾਂ ਤੁਹਾਡੀ ਟੀਮ ਦਾ ਧੰਨਵਾਦ ਕਰ ਦਈਏ ਬਹੁਤ ਬਹੁਤ, ਜਿਨ੍ਹਾਂ ਨੇ ਇੰਡੀਆ ਦੇ ਵਿੱਚ ਵੀ ਬਹੁਤ ਸਾਥ ਦਿੱਤਾ। ਜਿੱਦਾਂ ਸਾਡੇ ਬੰਦੇ ਜਿਨ੍ਹਾਂ ਨੂੰ ਨਹੀਂ ਸੀ ਕਿਤੇ ਦਵਾਈ ਮਿਲਦੀ, ਉਹ ਵੀ ਉਹਨਾਂ ਨੇ ਉਹ ਦਵਾਈਆਂ ਪਹੁੰਚਾਈਆਂ। ਤੇ ਰਾਤ ਹੋਵੇ ਦਿਨ ਹੋਵੇ 24 ਘੰਟਿਆਂ 'ਚ ਹਰ ਟਾਈਮ ਉਹਨੇ ਫੋਨ ਚੱਕਿਆ, ਗੱਲਬਾਤ ਕੀਤੀ। ਤੇ ਆਪਣੀ ਇੰਨੀ ਗੱਲਬਾਤ ਨਾਲ ਲੋਕਾਂ ਵਿੱਚ ਵੀ ਅਵੇਅਰਨੈਸ ਬਹੁਤ ਆ ਗਈ ਆ। ਤੇ ਤੁਹਾਡੀ ਟੀਮ ਦਾ ਧੰਨਵਾਦ ਸਾਰਿਆਂ ਦਾ, ਜਿਨ੍ਹਾਂ ਨੇ ਇੰਨਾ ਚੱਕਿਆ। ਤੇ ਉਹ ਜ਼ੋਰ ਪਾਉਣ ਦੇ ਨਾਲ ਸੰਗਤਾਂ ਦੇ ਦੇਖੋ ਫਲਾਈਟਾਂ ਵੀ ਸਿੱਧੀਆਂ ਹੋ ਗਈਆਂ। ਉਹ ਸਭ ਕੁਝ ਸਕਦਾ ਜੇ ਆਪਣੀਆਂ ਨੀਤਾਂ 'ਚ ਫਰਕ ਨਾ ਹੋਵੇ। ਤੇ ਉਹੀ ਦੇਖ ਲਓ ਫਲਾਈਟਾਂ ਆ ਜਿਹੜੀਆਂ ਘੁੰਮ ਘੁਮਾ ਕੇ ਆਉਂਦੀਆਂ ਸੀ, ਪਰ ਆਪਣੇ ਬੰਦੇ ਨੂੰ ਤਾਂ ਹਜੇ ਨਹੀਂ ਮਿਲੀਆਂ। ਸਵੇਰੇ ਈਮੇਲ ਆਈਆਂ, ਪਰ ਜਿਹੜੇ ਸਾਡੇ ਜ਼ਿਆਦਾ ਪੇਸ਼ੈਂਟ ਸੀਗੇ ਉਹਨਾਂ ਨੂੰ ਕਾਫੀਆਂ ਨੂੰ ਅੱਜ ਮਿਲ ਗਈਆਂ, ਜਿੱਦਾਂ ਸਕੈਜੂਅਲ 1 ਤਰੀਕ ਦਾ ਮਿਲਿਆ ਆ। ਤੇ ਸੰਗਤਾਂ ਬਹੁਤ ਖੁਸ਼ ਆ। ਪਿੱਛੇ ਬਾਰ-ਬਾਰ ਸਾਰੇ ਕਹਿੰਦੇ ਵੀ ਤੁਹਾਡਾ ਧੰਨਵਾਦ ਕਰਦੇ ਹੋ ਸਾਰੀ ਟੀਮ ਦਾ। ਤੇ ਚਲੋ ਗਾਂ ਦੀ ਨੰਬਰ ਆ ਜਾਊਗਾ ਜਾਂ ਉਦੋਂ ਗਾਂ ਦੀ ਜਾ ਜਾਊਗਾ। ਕਾਫੀ 20-25 ਬੰਦੇ ਆਪਣੇ ਸੀਗੇ ਜਿੱਦਾਂ ਜਿਹੜੇ ਜ਼ਿਆਦਾ ਪੇਸ਼ੈਂਟ ਸੀਗੇ, ਉਹ ਉਹਨਾਂ ਨੂੰ ਕੱਲ੍ਹ ਦੀਆਂ ਮਿਲ ਗਈਆਂ ਆ। ਤੇ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਮੇਰੇ ਵੱਲੋਂ, ਨਹੀਂ ਸਾਰੀ ਸੰਗਤ ਵੱਲੋਂ। ਹਾਂਜੀ, ਇੰਡੀਆ ਤੋਂ ਬਾਰ-ਬਾਰ ਕਾਲਾਂ ਆਈ ਜਾਂਦੀਆਂ, ਉੱਥੇ ਬਹੁਤ ਤੁਸੀਂ ਬਹੁਤ ਅਵੇਅਰਨੈਸ ਲੈਂਦੀ, ਤੁਸੀਂ ਪੋਲੀਟੀਸ਼ੀਅਨਾਂ ਨੂੰ ਵੀ ਚਕੰਨੇ ਕਰਤਾ। ਇਹ ਤੁਹਾਡੀ ਸਿਰਫ ਇਸ ਸਟੇਸ਼ਨ ਤੇ ਗੱਲਾਂ ਬਾਤਾਂ ਹੋਈਆਂ, ਇਹ ਗੱਲਾਂ ਨੇ ਤੁਹਾਡੀਆਂ ਨੇ ਆਟੋਮਾ ਤੱਕ ਡੋਰਾ ਖੜਕਾਤੀਆਂ। ਵੈਰੀ ਵੈਰੀ ਧੰਨਵਾਦ, ਥੈਂਕ ਯੂ। ਧੰਨਵਾਦ ਜੀ। ਜਦ ਨਾ ਜਿੰਨੇ ਵੀ ਉੱਥੇ 5 ਨੇ, 50 ਨੇ, 100 ਨੇ ਜਿਨ੍ਹਾਂ ਨੂੰ ਸਰਵ ਕੀਤਾ, ਜਦ ਆਹ ਲੋਕਡਾਊਨ ਖੁੱਲ ਗਿਆ ਨਾ, ਫਿਰ ਕਿਸੇ ਇਕੱਠੇ ਹੋਇਓ ਜਗ੍ਹਾ ਤੇ ਕਿਤੇ ਵੀ ਤੁਸੀਂ ਕਹੋਗੇ ਕੋਈ ਬੈਂਕਟ ਹਾਲ 'ਚ ਖਰਚਾ ਮੈਂ ਕਰੂੰਗਾ, ਤੇ ਫਿਰ ਜਿਹੜੇ ਟੌਂਕਰਦੇ ਆ ਨਾ ਹੱਥ ਨੇ, ਇਹਨਾਂ ਨੂੰ ਕਹਾਂਗੇ ਵੀ ਆ ਜਾਓ ਹੁਣ, ਆਪ ਪੁੱਛ ਲਓ ਬੈਠੇ ਨੇ ਵੀ ਇਹਨਾਂ ਲਈ ਕੀ ਕੀਤਾ। ਠੀਕ ਹੈ, ਉਹ ਚੀਜ਼ ਨਹੀਂ ਹੋ ਸਕੀ, ਕੁਛ ਗਲਤੀ ਰਹਿ ਗਈ ਹੋਊਗੀ। ਜੇ ਗਲਤੀ ਵੀ ਨਹੀਂ ਤਾਂ ਉਹਦੇ 'ਚ ਸਰਕਾਰਾਂ ਨੇ ਜਿਹੜਾ ਕੁਛ ਕੀਤਾ ਹੈ ਉਹ ਜਾਂ ਤਾਂ ਦੱਸਣ ਖੁੱਲ੍ਹ ਕੇ ਵੀ ਅਸੀਂ ਆਹ ਗੱਲੋਂ ਜਿਹੜੀਆਂ ਲੌਜਿਸਟਿਕਸ ਦੀਆਂ ਗੱਲਾਂ ਕਰਦੇ ਨੇ ਨਾ, ਬਈ ਨਾਦਰ ਪਟੇਲ ਨੇ ਜਿਹੜਾ ਦੱਸ ਕੇ ਗਏ ਟਿਮੋਪਲ, ਸਾਡੇ ਕੋਲ ਐਂਡਰਿਊ ਸਮਿਥ ਦੀ ਜਿਹੜਾ ਲਾਇਆ ਸੀ ਸਾਡੇ ਨਾਲ, ਉਹਦੀ ਈਮੇਲ ਆ ਵੀ ਅਸੀਂ ਜਿਹੜਾ ਗਰਾਊਂਡ ਆਪਰੇਸ਼ਨ ਦੀ ਸਾਡੀ ਜ਼ਿੰਮੇਵਾਰੀ ਨਹੀਂ, ਉਹਨੇ ਸਾਨੂੰ ਪਹਿਲਾਂ ਲਿਖਿਆ ਸੀ। ਇਹ ਬਹਾਨਾ ਗਲਤ ਹੈ ਜਿਹੜਾ ਉਹ ਬਹਾਨਾ ਲਾ ਰਹੇ ਨੇ, ਪਰ ਅਸੀਂ ਸਾਰਾ ਗਰਾਊਂਡ ਆਪਰੇਸ਼ਨ ਦੀ ਜ਼ਿੰਮੇਵਾਰੀ ਵੀ ਲਈ ਸੀ। ਇੱਕ ਨਿਊਟਨ ਉਹਨਾਂ ਦੇ ਨਾਂ ਦਾ ਬੜਾ ਰੌਲਾ ਪਾਇਆ ਹੋਇਆ। ਕੋਈ ਪੰਜਾਬ ਦੇ ਚੰਡੀਗੜ੍ਹ 'ਚ ਰਹਿੰਦਾ ਬੰਦਾ 10-15 ਸਾਲ 20 ਸਾਲ ਕਿ ਉਹਨੂੰ ਜਾਣਦਾ ਹੋਵੇ, ਪਤਾ ਕਰ ਲਿਓ ਵੀ ਉਹ ਬੰਦੇ ਦਾ ਨਾਂ ਕੀ ਸੀ। ਉਹਦੀ ਵੈਬਸਾਈਟ ਬਣੀ ਆ 10 ਵਰ੍ਹੇ ਪਹਿਲਾਂ ਦੀ, ਉਹਦੇ ਵੇਖ ਲਿਓ ਉਹਦਾ ਨਾਂ ਕੀ ਲਿਖਿਆ। ਬੇਥਵੀਆ ਮਾਰਨ ਦਾ ਫਾਇਦਾ ਨਹੀਂ ਹੁੰਦਾ ਕੋਈ ਗੱਲ। ਜਿਹੜੇ ਆਪਣੇ ਆਪ ਨੂੰ ਨਾ ਕਈ ਕਾਨੂੰਨ ਤੇ ਅਨੁਸ਼ਾਸਨ ਤੇ ਚੱਲਣ ਵਾਲੇ ਕਹਿੰਦੇ ਆ, ਜਾਂ ਦੋ ਬੰਦੇ ਜਦ ਬਹਿ ਕੇ ਜਿਹੜੇ ਮਰਦ ਕਹਾਉਂਦੇ ਆਪਸ ਵਿੱਚ ਗੱਲ ਕਰ ਲੈਂਦੇ ਆ, ਉਹਦੇ ਬਾਅਦ ਪਿੱਠਾਂ ਤੇ ਨਹੀਂ ਮਾਰੀ ਦੀਆਂ ਹੁੰਦੀਆਂ, ਗੱਲ ਤੇ ਖੜ ਜਾਈਦਾ ਹੁੰਦਾ, ਕਿਤੇ ਬੰਦਿਆਂ ਤੇ ਖੜਦੇ ਹੁੰਦੇ। ਜਿਹੜੀਆਂ ਬਾਹਾਂ ਜਿਹੀਆਂ ਚੜ੍ਹਦੀਆਂ ਨਾ ਮੁੜ ਕੇ ਸਾਰੀਆਂ ਨੂੰ ਚੜਾਉਣੀਆਂ ਆਉਂਦੀਆਂ, ਪਰ ਚੰਗਾ ਨਹੀਂ ਲੱਗਣਾ। ਹੁਣ 50-50 ਸਾਲਾਂ ਦੇ ਹੋਏ ਆ,
ਇੱਕ ਦੂਜੇ ਦੀਆਂ ਲਾਉਂਦੇ ਫਿਰਾਂਗੇ, ਜਵਾਕ ਬਰਾਬਰ ਦੇ ਹੋਏ ਨੇ, ਚੰਗਾ ਨਹੀਂ ਲੱਗਣਾ, ਰਹਿਣ ਦਿਓ। ਮੈਂ ਮੁੜ ਮੁੜ ਕੇ ਸਾਰਿਆਂ ਨੂੰ ਕਹਿਣਾ, ਕਈ ਨਾਲ ਦੇ ਪੜ੍ਹਦੇ ਟੌਂਕਰ ਦੇ ਹੱਥ ਨੇ, ਜਿਨ੍ਹਾਂ ਦੇ ਕੋਲ ਢਿੱਡ ਖੁੱਲਿਆ ਹੋਵੇ ਉਹਨਾਂ ਦੇ ਉੱਪਰ ਗੱਲਾਂ ਨਹੀਂ ਕਰੀਦੀਆਂ। 2 ਮਿੰਟ ਨਹੀਂ ਝੱਲਣੇ, 2 ਮਿੰਟ। ਮੈਂ ਹੁਣ ਫੇਰ ਕਹਿਣਾ, ਜਦ ਸਰਦਾ ਨਿਕਲਣੀਆਂ ਨੇ ਜਵਾਕਾਂ ਨੇ ਘਰੇ ਨਹੀਂ ਬਣਨ ਦੇਣਾ। ਹੁਣ ਮੈਂ ਫੇਰ ਬੇਨਤੀ ਕਰਦਾ, ਟਿਕ ਜਾਓ। ਹੁਣ ਆਪਾਂ 30-20 ਦੇ ਨਹੀਂ ਹੈ, ਹੁਣ 50 ਦੇ ਆ। ਘਰੇ ਨੂੰਹਾਂ ਆਉਣ ਵਾਲੀਆਂ ਨੇ, ਧੀਆਂ ਜਾਣ ਵਾਲੀਆਂ ਨੇ। ਰਵਿੰਦਰ ਸਿੰਘ ਹੋਣੀ ਮੇਰੇ ਨਾਲ ਨੇ ਤੇ ਉਹਨਾਂ ਨਾਲ ਮੈਂ ਗੱਲਬਾਤ ਕਰਾਂਗਾ। ਤੇ ਆਉਣ ਵਾਲੇ ਸਮੇਂ ਦੇ ਵਿੱਚ 12 ਵਜੇ ਮੈਂ ਮਿੰਟੂ ਉਹਨਾਂ ਨੇ ਫੋਨ ਕੀਤਾ, ਪਤਾ ਨਹੀਂ ਕਿਹੜੀ ਗੱਲੋਂ ਫੋਨ ਕੱਟਿਆ ਗਿਆ, ਪਰ ਪੱਤਰਕਾਰ ਜੀ ਨੂੰ ਮੈਂ ਸੁਨੇਹਾ ਭੇਜਿਆ ਤੇ ਜਾਗਦੇ ਜੇ ਰਹੇ ਅੱਧੇ ਘੰਟਾ। ਫਿਰ ਪੰਜਾਬ ਦੇ ਹਾਲਤ ਆ ਗੱਲ ਸਤਵੰਤ ਸਿੰਘ ਹੋਣੀ ਕਰਕੇ ਗਏ ਨੇ। ਤੇ ਤੁਸੀਂ ਇੱਕ ਵੀ ਵੇਖ ਲਿਓ, ਕੋਈ ਪੁਰਾਣਾ ਕਾਲਰ ਨਹੀਂ ਆਉਂਦਾ ਤੇ ਨਾ ਹੀ ਗੁਰੂ ਕਿਰਪਾ ਦੇ ਨਾਲ ਮੇਰੇ ਕੋਲ ਕੋਈ ਲਾਈਨ ਆ ਜਿਹੜੀ ਅਸੀਂ ਮਿਲਾ ਲਾਂਗੇ। ਕਈ ਵਾਰ ਆਪਣੇ ਕੋਲੋਂ ਮਿਲਾ ਕੇ ਨਾ ਨੰਬਰ ਜਿਹਾ ਪੜ੍ਹ ਕੇ ਫਿਰ ਬੜਾ ਵਧੀਆ ਲੱਗਦਾ ਵੀ ਹਾਂ ਜੀ ਦੇਖੋ ਜੀ ਫੋਨ ਕਰ ਰਹੇ ਨੇ ਲੋਕ, ਗੱਲਾਂ ਆਪਣੀਆਂ ਕਰਾਉਣੀਆਂ। ਇਹ ਨਹੀਂ ਹੈ, 5 ਵਰੇ ਹੋ ਗਏ ਸਾਨੂੰ, ਅਸੀਂ ਘਰੇ ਬੈਠੇ, ਨਾ ਮੈਨੂੰ ਨੰਬਰ ਦਾ ਪਤਾ ਲੱਗਦਾ ਵੀ ਕੌਣ ਬੋਲਦਾ, ਨਾ ਹੀ ਅਸੀਂ ਫੋਨ ਕਰ ਸਕਦੇ ਕੋਲੋਂ। ਤਾਂ ਹੀ ਕਹੀਦਾ ਵੀ ਜੇ ਕੋਈ ਭਾਈ ਕਮੀ ਪੇਸ਼ੀ ਆ 2 ਵਜੇ ਤੋਂ ਬਾਅਦ ਫੋਨ ਕਰ ਲਿਓ, ਮੈਂ ਤੁਹਾਨੂੰ ਦੱਸ ਦੂੰ ਜੇ ਕੋਈ ਮਨ ਦੇ ਵਿੱਚ। ਤੋਂ 12 ਵਜੇ ਇਸ ਤੇ ਗੱਲਬਾਤ ਕਰਾਂਗੇ। ਤੇ ਮੈਂ ਤਾਂ ਹੁਣ ਆਪਣੀ ਟੀਮ ਨੂੰ ਵੀ ਕਿਹਾ, ਕਿਉਂਕਿ ਮੇਨ ਉਹਦਾ ਕਰਤਾ ਧਰਤਨ ਨਿਊਟਨ ਸੀ, ਮੈਂ ਉਹਨੂੰ ਕਿਹਾ ਵੀ ਜਨਤਕ ਕਰ ਦਿਓ ਪੇਪਰ ਜਿਹੜੇ ਨੇ 12-15 ਦਿਨਾਂ ਦੇ। ਜੇ ਇਹਨਾਂ ਨੇ ਸ਼ਰਮ ਲਾਈ ਆ ਸਰਕਾਰਾਂ ਦੇ ਉੱਪਰ ਬੈਠ ਕੇ, ਹਾਈ ਕਮਿਸ਼ਨਰ ਨੇ ਜਾਂ ਗਲੋਬਲ ਅਫੇਅਰ ਨੇ, ਇਹ ਗੱਲਾਂ ਕਰਕੇ ਝੂਠ ਬੋਲਦੇ ਨੇ। ਤੁਹਾਡੇ ਕੋਲ 40-50 ਈਮੇਲਾਂ ਨੇ, ਮੈਨੂੰ ਵੀ CC ਹੋਈਆਂ ਨੇ, ਮੈਂ ਜਨਤਕ ਕਰ ਦੇਣਾ, ਨਹੀਂ ਮੈਨੂੰ ਅਥੋਰਾਈਜ਼ ਕਰੋ। ਮੈਂ ਫਿਰ ਵੀ ਉਹ ਕੋਈ ਚੱਕਰ 'ਚ ਨਹੀਂ ਪੈਣਾ ਚਾਹੁੰਦਾ, ਕਿਉਂਕਿ CC ਵਾਲਾ ਬੰਦਾ ਉਸ ਨੂੰ ਨਹੀਂ ਕਰ ਸਕਦਾ। ਜਿਹੜਾ ਰਿਸੀਵ ਕਰਦਾ, ਜਿਹੜਾ ਭੇਜਦਾ, ਉਹਦੇ ਕੋਲ ਹੱਕ ਹੁੰਦੇ। ਜੇ ਮੈਨੂੰ ਆਈਆਂ ਹੁੰਦੀਆਂ ਹੁਣ ਮੈਂ ਪਾ ਦੇਣੀਆਂ ਸੀ ਸਾਰੀਆਂ। ਸਿੰਘ ਸਾਹਿਬ ਤੁਹਾਡਾ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਮੇਰੇ ਵੱਲੋਂ ਸਤਿਕਾਰ ਭਰੀ, ਪਿਆਰ ਭਰੀ ਸਤਿ ਸ੍ਰੀ ਅਕਾਲ ਬਾਈ ਜੀ। ਸਭ ਤੋਂ ਪਹਿਲਾ ਸਵਾਲ ਜੀ, ਨਵਾਂ ਕੀ ਇੰਡਸਟਰੀ 'ਚ ਹੋਇਆ COVID-19 ਤੋਂ ਬਾਅਦ? COVID-19 ਤੋਂ ਬਾਅਦ ਜੀ ਇੱਕ ਤਾਂ ਜੀ ਕਿਸ਼ਤਾਂ ਦਾ ਬਹੁਤ ਰੌਲਾ ਸੀਗਾ, ਹਮੇਸ਼ਾ ਇਹਦਾ ਬਚਾਵ 'ਚ ਹੀ ਬਚਾਵ ਹੈ। ਇੱਕ ਤਾਂ ਵੀ ਜਿਹੜੀਆਂ ਕਿਸ਼ਤਾਂ ਸੀਗੀਆਂ ਉਹ ਹੁਣ ਉਹਨਾਂ ਨੇ ਕਾਫੀ ਰਾਹਤ ਕਰਤੀ ਹੈ ਜੀ। ਕਾਫੀ ਕੰਪਨੀਆਂ 90 ਦਿਨਾਂ ਵਾਸਤੇ ਜੇ ਕਿਸ਼ਤਾਂ ਆਪਾਂ ਅੱਗੇ ਕਰ ਸਕਦੇ ਹਾਂ। ਜੇ ਕਿਸੇ ਨੇ ਕਿਤੋਂ ਵੀ ਤੁਸੀਂ ਪਾਲਿਸੀ ਲਈ ਆਪਦੀ ਕੰਪਨੀ ਨੂੰ, ਤੁਸੀਂ ਸਿੱਧਾ ਫੋਨ ਕਰ ਸਕਦੇ ਹੋ ਤੇ ਉਹਨਾਂ ਨੂੰ ਕਿਸ਼ਤਾਂ ਜਿਹੜੇ ਵੀ ਸੁਣਨ ਵਾਲੇ ਨੇ ਆਪਦੀਆਂ ਕਿਸ਼ਤਾਂ ਅੱਗੇ ਕਰਵਾ ਸਕਦੇ ਨੇ ਜੀ। ਇੱਕ ਤਾਂ ਇਹ ਹੈ, ਨਾਲ ਦੀ ਨਾਲ ਹੀ ਨਵਾਂ ਇਹ ਹੋਇਆ ਜੀ, ਹੁਣ ਪਹਿਲਾਂ ਹਮੇਸ਼ਾ ਹੀ ਆਪਾਂ ਵਰਕ ਪਰਮਿਟ ਤੇ ਸਟੂਡੈਂਟ ਦੀ ਗੱਲ ਕਰਦੇ ਹਾਂ ਜੀ। ਜਿਹੜੇ ਵੀ ਆਏ ਹੋਏ ਕੰਪਨੀਆਂ ਨੇ ਉਹਨਾਂ ਦਾ ਹੁਣ ਸਟੈਂਡਰਡ ਇਹ ਕਰਤਾ ਜੀ, ਹੁਣ ਜਿਹੜੇ ਵੀ ਭਾਵੇਂ 6 ਮਹੀਨਿਆਂ 'ਚ ਆਏ, 3 ਮਹੀਨਿਆਂ 'ਚ ਆਏ, 5 ਲੱਖ ਦੀ ਇੰਸ਼ੋਰੈਂਸ ਤੱਕ ਲੈ ਸਕਦੇ ਨੇ ਜੇ ਉਹਨਾਂ ਦੀ ਉਮਰ 50 ਸਾਲ ਤੋਂ ਥੱਲੇ ਹੈ ਜੀ। ਕੋਈ ਉਹਨਾਂ ਦਾ ਡਾਕਟਰੀ ਨਹੀਂ ਹੈਗੀ ਜੀ, ਸਿਰਫ ਫੋਨ ਇੰਟਰਵਿਊ ਹੈ ਜੀ। ਜੇ ਸਿਹਤ ਠੀਕ ਹੈ ਤਾਂ ਉਹਨਾਂ ਦੀ ਵੀ ਇੰਸ਼ੋਰੈਂਸ ਹੁਣ ਹੋ ਜੂਗੀ ਜੀ। ਹੁਣ ਇਹ ਵੀ ਜਿਹੜਾ ਇੱਕ ਜਗ੍ਹਾ ਕਾਫੀ ਸੀਗਾ, ਕਿਉਂਕਿ ਜਿਹੜੇ ਆਏ ਸੀ ਪਰਿਵਾਰ ਨਾਲ ਵੀ ਆਏ ਸੀ, ਸੋਚਦੇ ਸੀ ਵੀ ਇੰਸ਼ੋਰੈਂਸ ਲੈ ਨਹੀਂ ਸਕਦੇ, ਹੁਣ ਉਹ ਵੀ ਇੰਸ਼ੋਰੈਂਸ ਲੈ ਸਕਦੇ ਨੇ। 2 ਮਿਲੀਅਨ ਤੱਕ ਕਰਤੀ ਜੀ। ਕੋਈ ਵੀ ਬਲੱਡ ਵਰਕ ਨਹੀਂ ਹੈਗਾ ਜਿਹੜਾ ਹੁਣ ਇਨਸਾਨ 50 ਸਾਲ ਤੋਂ ਥੱਲੇ ਜੀ 2 ਮਿਲੀਅਨ ਤੱਕ ਆਪਦੀ ਇੰਸ਼ੋਰੈਂਸ ਲੈ ਸਕਦਾ, ਬਗੈਰ ਡਾਕਟਰੀ ਤੋਂ, ਬਗੈਰ ਯੂਰਿਨ, ਬਗੈਰ ਬਲੱਡ ਵਰਕ ਤੋਂ, ਫੋਨ ਇੰਟਰਵਿਊ ਦੇ ਨਾਲ ਹੀ। ਇੱਕ ਆਹ ਹੋ ਗਿਆ ਜੀ। ਨਾਲ ਦੀ ਨਾਲ ਹੀ ਆਪਾਂ ਇੱਕ ਇਹ ਵੀ ਗੱਲ ਕਰ ਦਈਏ ਜੀ, ਕਿਉਂਕਿ ਹੁਣ ਐਡਵਾਈਜ਼ਰ ਕੋਲੇ ਕਾਫੀ ਹੱਕ ਹਕੂਕ ਮਿਲ ਗਏ ਨੇ, ਕਿਉਂਕਿ ਜਦੋਂ ਇਹ ਆਨਲਾਈਨ ਹੈ ਸਾਰਾ ਕੁਛ ਹੀ, ਜਦੋਂ ਐਡਵਾਈਜ਼ਰ ਦੇ ਨਾਲ ਬੈਠੇ ਪੰਜਾਬੀ ਸਟਾਈਲ ਨਾਲ ਹੋਵੇ, ਸਾਰੇ ਆਂਸਰ ਆਪਾਂ ਕੁਐਸਚਨ ਦੇ ਨੋ ਹੀ ਕਰੀ ਜਾਈਏ, ਭਾਵੇਂ ਸਿਹਤ ਠੀਕ ਨਾ ਹੋਵੇ ਜਾਂ ਕੋਈ ਕਹਿ ਦਿੰਦਾ ਵੀ ਕੋਈ ਗੱਲ ਨਹੀਂ ਗੱਲ ਬਣ ਜਾਊਗੀ ਆਪਾਂ ਕਰ ਦਈਏ। ਉਹੀ ਟੈਕਸ ਆਊਗਾ ਜੀ। ਹੁਣ ਤਾਂ ਪੈਸੇ ਲੈਣ ਸਾਰੇ ਲਈ ਜਾਂਦੇ ਨੇ, ਪਰ ਜਦੋਂ ਪੰਗਾ ਉਦੋਂ ਹੀ ਪੈਣਾ ਜੇ ਕੱਲ੍ਹ ਨੂੰ ਕੋਈ ਕਲੇਮ ਆਉਂਦਾ ਆ। ਇਸੇ ਕਰਕੇ ਵੀ ਕੋਈ ਵੀ ਜਿਹੜੇ ਆਪਦੇ ਜਵਾਬ ਨੇ ਪੂਰੇ ਤੁਸੀਂ ਸੋਚ ਸਮਝ ਕੇ ਸਹੀ, ਜਾਂ ਤੁਹਾਡਾ ਟੈਲੀਫੋਨ ਇੰਟਰਵਿਊ ਹੁੰਦਾ, ਸਾਰਾ ਕੁਝ ਦੱਸੋ, ਡਿਕਲੇਅਰ ਕਰੋ। ਜੇ ਕੋਈ ਰਹਿ ਗਿਆ ਬਿਲਕੁਲ ਉਹ ਤੁਸੀਂ ਦੱਸ ਸਕਦੇ ਹੋ, ਬਾਅਦ 'ਚ ਵੀ ਭੇਜ ਸਕਦੇ ਹੋ। ਇਹ ਚੀਜ਼ਾਂ ਦਾ ਵੀ ਨਵਾਂ ਚੱਲ ਰਿਹਾ। ਨਵਾਂ ਇੱਕ ਇਹ ਵੀ ਹੈ ਜੀ, ਹੁਣ ਆਪਣੇ ਕੋਲ ਆਇਆ ਵੀ ਤੁਸੀਂ ਆਪਦੀਆਂ ਪਾਲਿਸੀਜ਼ ਕਈ ਕੰਪਨੀਆਂ ਨੇ ਅਲਾਓ ਕਰਤਾ ਜੀ, ਤੁਸੀਂ ਕ੍ਰੈਡਿਟ ਕਾਰਡ ਦੇ ਨਾਲ ਆਪਦੀ ਮੰਥਲੀ ਪੇਮੈਂਟ ਵੀ ਪੇ ਕਰ ਸਕਦੇ ਹੋ। ਸਾਲ ਦਾ ਤਾਂ ਸੀਗਾ ਜੀ, ਪਰ ਹੁਣ ਮੰਥਲੀ ਪੇਮੈਂਟ ਦੀ ਵੀ ਆਪਸ਼ਨ ਆਪਣੇ ਕੋਲ ਇੱਦਾਂ ਦੀ ਕੰਪਨੀਜ਼ ਹੈਗੀਆਂ, ਤੁਸੀਂ ਆਪਦੀਆਂ ਮੰਥਲੀ ਜਿਹੜੀਆਂ ਆਪਦੀ ਲਾਈਫ ਇੰਸ਼ੋਰੈਂਸ ਦੀਆਂ ਪਾਲਿਸੀਜ਼ ਨੇ ਉਹ ਵੀ ਤੁਸੀਂ ਪੇ ਕਰ ਸਕਦੇ ਹੋ।
ਅੱਛਾ ਜੀ, RRSP ਦੇ ਵਿੱਚ ਹੁਣ ਘਾਟਾ ਪੈਣਾ ਉਹਦਾ ਕੀ ਹੈ? ਹਾਂਜੀ, ਹਮੇਸ਼ਾ ਹੀ ਆਪਾਂ ਕਹਿੰਦੇ ਵੀ ਹਰੇਕ ਦੀ ਜਿਹੜਾ ਵੀ ਕੋਈ ਚੀਜ਼ ਕਰਦਾ ਹੈ, ਕੋਈ ਬਿਜ਼ਨਸ ਲੈਂਦਾ ਜਾਂ ਕੋਈ ਵੀ ਇਨਵੈਸਟਮੈਂਟ ਕਰਦਾ ਆਪਦੀ ਪਹੁੰਚ ਦੇ ਨਾਲ, ਆਪਦੀ ਸੋਚ ਦੇ ਨਾਲ, ਕਿਉਂਕਿ ਜਦੋਂ ਵੀ ਆਪਾਂ ਕੋਈ ਚੀਜ਼ ਲੈਂਦੇ ਹਾਂ ਸਾਨੂੰ ਇਹੀ ਹੁੰਦਾ ਵੀ ਸਾਡੇ ਉਸ ਚੀਜ਼ 'ਚ ਮੁਨਾਫਾ ਹੋਵੇ। ਅਸੀਂ RRSP 'ਚ ਵੀ ਮਨੀ ਲੈਂਦੇ ਹਾਂ, ਸਾਨੂੰ ਇਹ ਪਤਾ ਵੀ ਸਾਡਾ ਮੁਨਾਫਾ ਹੋਵੇ। ਹਰੇਕ ਦਾ ਆਪਦਾ ਐਪੀਟਾਈਟ ਹੈ। ਕੋਈ ਕਹਿੰਦਾ ਵੀ ਡਬਲ ਹੋ ਜਾਣ, ਕੋਈ ਕਹਿੰਦਾ ਵੀ ਕੋਈ ਗੱਲ ਨਹੀਂ ਉੱਡ ਗਏ ਤਾਂ ਕੋਈ ਗੱਲ ਨਹੀਂ। ਹਰੇਕ ਦਾ ਆਪਦਾ ਪਰ ਹਾਂ ਇਹ ਹੈ ਵੀ ਆਪਦੇ ਜਿਹਨੇ ਵੀ ਮਨੀ ਸੇਵ ਕੀਤੀ ਹੋਈ ਹੈ, ਜਿਹੜੀ ਵੀ ਬੈਂਕਾਂ 'ਚ ਆਪਦੀ RRSP ਪਈ, ਕਿਤੇ ਵੀ ਪਈ ਹੈ, ਤੁਸੀਂ ਉਹਨਾਂ ਦੇ ਆਪਦੀ ਪੁੱਛ ਪੜਤਾਲ ਕਰੋ ਵਾਕਿਆ ਹੀ ਹੁਣ ਕੀ ਹੋ ਰਿਹਾ। ਉਹਨਾਂ ਨੂੰ ਕਦੀ ਫੋਨ ਆਇਆ ਐਡਵਾਈਜ਼ਰ ਦਾ ਵੀ ਕਿੱਥੇ ਮਨੀ ਕਿੱਦਾਂ ਲੱਗੀ ਹੋਈ ਸੀ, ਕਿੱਦਾਂ ਆ। ਜੇ ਹੁਣ ਜਿਹਨਾਂ ਦੇ ਰਿਟਾਇਰ ਹੋਣ ਵਾਲੇ ਨੇ ਉਹਨਾਂ ਨੂੰ ਪਤਾ ਵੀ ਇਹ ਹੁਣ ਮਨੀ ਦੀ ਲੋੜ ਪੈਣੀ ਹੈ, ਉਹਦੇ ਮਨੀ ਜੇ ਹੁਣ ਰਹਿ ਗਈ ਲੱਖ ਪਾਇਆ ਸੀ ਤੇ ਹੁਣ ਜੇ 40,000 ਹੀ ਰਹਿ ਗਿਆ ਜਾਂ 60,000 ਰਹਿ ਗਿਆ ਤੇ ਹੁਣ ਉਹਦਾ ਹੀਲਾ ਕੀ ਹੋਊਗਾ। ਇਸੇ ਕਰਕੇ ਹਮੇਸ਼ਾ ਹੀ ਕਹਿੰਦੇ ਆਪਣੇ ਕੋਲ ਗਰੰਟੀ ਵਾਲੀਆਂ ਚੀਜ਼ਾਂ ਨੇ, ਕਿਉਂਕਿ ਜੇ ਗਰੰਟੀ ਲੈਣੀ ਹੈ ਤੇ ਉਹਦਾ ਓਬਵੀਅਸਲੀ ਹਰੇਕ ਚੀਜ਼ ਇੱਦਾਂ ਦੀ ਅਵੇਲੇਬਲ ਹੈਗੀਆਂ। ਆਪਾਂ ਸਾਡੇ ਕੋਲ ਇੱਦਾਂ ਦੀ ਆਪਸ਼ਨ ਹੈਗੀ, ਤੁਸੀਂ ਗਰੰਟੀ ਕੋਈ RRSP ਹੈਗੀ ਹੈ, ਤੁਹਾਨੂੰ ਪਤਾ ਵੀ ਜੇ ਲੱਖ ਪਾਇਆ ਤੇ ਭਾਵੇਂ 40 ਰਹਿ ਗਿਆ ਉਹ ਲੱਖ ਮਿਲਣਾ ਹੀ ਮਿਲਣਾ। ਮੈਚੁਰਿਟੀ ਤੇ ਜਾਂ ਡੈਥ ਹੋ ਜਾਂਦੀ ਹੈ ਜਾਂ ਉਹ ਉੱਦਾਂ ਦੀ ਆਪਸ਼ਨ ਹੈ। ਰਿਸਕ ਜ਼ਿਆਦਾ ਲੈਣਾ, ਰਿਸਕ ਆਪਸ਼ਨ ਉਸੇ ਹਿਸਾਬ ਨਾਲ ਵੀ ਬਿਲਕੁਲ ਆਪਦੀਆਂ ਤੁਸੀਂ ਜਿੰਨੀਆਂ ਵੀ ਇਨਵੈਸਟਮੈਂਟ ਕੀਤੀਆਂ ਹੋਈਆਂ ਨੇ RRSP ਤੋਂ ਬਗੈਰ ਵੀ ਨੇ ਜਿਹੜੀਆਂ, ਉਹ ਆਪਦੀਆਂ ਉਸ 'ਤੇ ਪੁੱਛ ਪੜਤਾਲ ਕਰੋ। ਜੇ ਕੋਈ ਕੁਐਸਚਨ ਹੈ ਤਾਂ ਉਸ ਚੀਜ਼ ਬਾਰੇ ਪੁੱਛ ਸਕਦੇ ਹੋ। ਤੁਸੀਂ ਆਪਦੀ ਮਨੀ ਬਾਹਰ ਪਾਰਕ ਵੀ ਕਰ ਸਕਦੇ ਹੋ, ਕਿਉਂਕਿ ਇਹ ਐਡਵਾਈਜ਼ਰ ਦੀ ਜੋਬ ਹੈ ਔਨ ਟਾਪ ਆਫ ਰਹਿਣਾ। ਬਾਕੀ ਹਰੇਕ ਦੀ ਆਪਦੀ ਜ਼ਰੂਰਤ ਦੇ ਹਿਸਾਬ ਨਾਲ ਕੋਈ ਅਗਰ ਝਟਕਾ ਸਹਿ ਸਕਦਾ, ਕੋਈ ਗੱਲ ਨਹੀਂ ਕਹਿੰਦਾ ਵੀ 40,000 ਡੁੱਬ ਗਿਆ ਤਾਂ ਕੋਈ ਗੱਲ ਨਹੀਂ, ਆ ਜਾਊਗਾ ਤਾਂ ਆ ਜਾਊਗਾ, ਨਹੀਂ ਤਾਂ ਉਹ ਉਹਨਾਂ ਵਾਸਤੇ ਵਧੀਆ। ਹਾਂ, ਸਾਡੇ ਕੋਲ ਇੱਦਾਂ ਦੇ ਪਲਾਨ ਨਹੀਂ ਹੈਗੇ ਜਿਹੜੇ ਰਾਤੋਂ ਰਾਤ ਡਬਲ ਹੋ ਜਾਣਗੇ, ਪਰ ਹਾਂ ਇੱਦਾਂ ਦੀ ਆਪਸ਼ਨ ਹੈਗੀ ਆਪਾਂ ਨੂੰ। ਜੇ ਆਪਾਂ ਸੇਫ ਰਹਿਣਾ ਚਾਹੁੰਦੇ ਹਾਂ, ਜਿਹੜਾ ਹੈਗਾ ਪ੍ਰਿੰਸੀਪਲ ਉਹ ਨਾ ਜਾਵੇ, ਉਹ ਆਪਣੇ ਕੋਲ ਆਪਸ਼ਨ ਹੈਗੀ ਜੀ। ਸੋ ਇਹ ਕਿਉਂਕਿ ਬੜਾ ਅਨਸਰਟਨ ਟਾਈਮ ਆ ਜੀ, ਬਹੁਤ ਕੁਝ ਇਸ ਨੇ ਚੇਂਜ ਕਰਨਾ ਹੈ ਤੇ ਟਰੱਕਰਸ ਨੇ ਜਿਹੜੇ ਉਹ ਅਮਰੀਕਾ ਵਾਲੇ ਪਾਸੇ ਨੂੰ ਜਾਂਦੇ ਨੇ, ਉਹ ਇਸ ਕਰੋਨਾ ਦੇ ਵਿੱਚ ਕਵਰੇਜ ਹੈ ਉਹਨਾਂ ਦੀ, ਜਿਹੜੀਆਂ ਵੀ ਤੁਸੀਂ ਉਹਨਾਂ ਨੇ ਕਿਉਂਕਿ ਕਰੋਨਿਕ ਡਿਜ਼ੀਜ਼ ਦੇ ਵਿੱਚ ਇਸ ਨੂੰ ਹਲੇ ਪਾਇਆ ਨਹੀਂ ਹੋਣਾ ਤੇ ਦੂਜੇ ਬੰਦੇ ਜਿਹੜੀ ਡਿਸੇਬਿਲਿਟੀ ਆ ਉਹ 'ਚ ਫਿੱਟ ਨਹੀਂ ਆਉਂਦਾ, ਟਰੈਵਲ 'ਚ ਨਹੀਂ ਫਿੱਟ ਆਉਂਦਾ, ਕੀ ਸਲਾਹ ਜੀ ਉਹਨਾਂ ਨੂੰ? ਹਾਂਜੀ, ਜਿਹੜੇ ਵੀ ਟਰੱਕਰ ਵੀਰ ਜਾਂਦੇ ਨੇ US ਨੂੰ, ਉੱਥੇ ਉਹਨਾਂ ਦੀ ਟਰੈਵਲ ਇੰਸ਼ੋਰੈਂਸ ਜਿਹੜੀਆਂ ਪਹਿਲਾਂ ਲਈਆਂ ਹੁੰਦੀਆਂ, ਜਿਹੜੇ ਡੇਲੀ ਅਪ ਡਾਊਨ ਕਰਦੇ ਨੇ, ਉਹਨਾਂ ਦੀ ਹੁਣ ਇਹ ਕੋਵਿਡ ਦੀ ਕਵਰੇਜ ਨਹੀਂ ਹੈਗੀ ਜੀ। ਹਾਂ, ਇਸ ਕਰਕੇ ਆਪਦੇ ਬਿਲਕੁਲ ਉਹ ਖਿਆਲ ਰੱਖਣ। ਟਰੈਵਲ ਇੰਸ਼ੋਰੈਂਸ ਹਾਲੇ ਵੀ ਲੈ ਸਕਦੇ ਨੇ, ਕਿਉਂਕਿ ਇਹ ਵੀ ਜੇ ਉੱਥੇ ਸਿਰਫ ਬਾਕੀ ਚੀਜ਼ਾਂ ਦੀ ਕਵਰੇਜ ਹੈਗੀ ਹੈ, ਕੋਵਿਡ ਦੀ ਕਵਰੇਜ ਨਹੀਂ ਹੈਗੀ। ਜੇ ਜਾਂਦੇ ਨੇ ਤਾਂ ਜਾਂ ਸੱਟ ਵੱਜ ਜਾਂਦੀ ਹੈ ਜਾਂ ਹੋਰ ਕੋਈ ਸਿਕਨੈਸ ਦੀ ਕੋਵਿਡ ਛੱਡ ਕੇ ਉਹ ਕਵਰੇਜ ਹੈਗੀ, ਕੋਵਿਡ ਦੀ ਕਵਰੇਜ ਨਹੀਂ ਹੈਗੀ। ਜਿਹੜੀ ਟਰੈਵਲ ਇੰਸ਼ੋਰੈਂਸ ਉਹ ਤੁਹਾਡੇ ਸਾਰੇ ਐਕਸਪੈਂਸ ਕਵਰ ਕਰਦੇ ਜੀ। ਜੇ ਤੁਸੀਂ ਅਮਰੀਕਾ ਜਾਂਦੇ ਹੋ, ਸਿੱਖ ਹੋ ਗਏ ਜਾਂ ਕਿਸੇ ਹਸਪਤਾਲ ਜਾਂਦੇ ਹੋ, ਜਿੰਨੇ ਵੀ ਖਰਚੇ ਨੇ, ਜੇ ਐਕਸੀਡੈਂਟ ਹੋ ਜਾਂਦਾ, ਜਿੰਨਾ ਵੀ ਖਰਚਾ ਹਸਪਤਾਲ ਰਹਿਣ ਦਾ, ਉਹ ਟਰੈਵਲ ਇੰਸ਼ੋਰੈਂਸ ਪੇ ਕਰਦੀ ਹੈ। ਜਿਹੜੀ ਡਿਸੇਬਿਲਿਟੀ ਹੈ ਜੀ, ਉਹ ਤੁਹਾਡਾ ਪੇ ਚੈੱਕ ਪ੍ਰੋਟੈਕਟ ਕਰਦੀ ਹੈ। ਜੇ ਤੁਸੀਂ ਸਿੱਕ ਹੋ ਜਾਂਦੇ ਹੋ, ਉਹਦੇ ਵਿੱਚ ਤੁਹਾਡੀ ਕੋਵਿਡ ਦੀ ਕਵਰੇਜ ਕਵਰ ਹੋ ਸਕਦੀ ਹੈ। ਜੇ ਤੁਸੀਂ ਡਿਸੇਬਿਲਿਟੀ ਸਿਕਨੈਸ ਵਾਲੀ ਲਈ ਹੋਈ ਹੈ, ਜਿੰਨੇ ਵੀ ਤੁਸੀਂ ਅਮਾਊਂਟ ਦੀ ਲਈ ਹੋਈ ਹੈ, ਜੇ ਸਿਕਨੈਸ ਹੋ ਜਾਂਦੀ ਉਹਦੇ ਕਰਕੇ ਅਨਏਬਲ ਟੂ ਵਰਕ ਹੋ, ਉਹ ਡਿਪੈਂਡ ਕਰਦਾ ਤੁਹਾਡੀ ਸਿਚੁਏਸ਼ਨ ਦੇ ਹਿਸਾਬ ਨਾਲ ਤੁਸੀਂ ਕਿੱਦਾਂ ਦੀ ਡਿਸੇਬਿਲਿਟੀ ਲਈ ਹੋਈ ਹੈ, ਉਹਦੇ ਵਿੱਚ ਤੁਹਾਡੀ ਕਵਰੇਜ ਹੈਗੀ ਹੈ ਜੀ। ਤੇ ਬਿਲਕੁਲ ਇਹ ਵੀ ਜਿੰਨੇ ਵੀ ਟਰੱਕਰ ਜਾਂ ਕੋਈ ਵੀ ਹੋਰ ਜਿਹੜਿਆਂ ਨੇ ਹੈਗੀ ਜਿਹਨੇ ਪਾਲਿਸੀ ਲਈ ਹੋਈ ਹੈ, ਆਪਦੇ ਹਿਸਾਬ ਨਾਲ ਜਾਂ ਕੋਈ ਵੀ ਕੁਐਸਚਨ ਅਗਰ ਸਾਨੂੰ ਫੋਨ ਤੇ ਬਾਅਦ ਚ ਵਾਰਤਾਲਾਪ ਕਰਕੇ ਪੁੱਛ ਸਕਦੇ ਜੀ। ਅੱਛਾ ਜੀ, ਤੇ ਇਸ ਦੇ ਨਾਲ ਹੀ ਅੱਜ ਕੱਲ ਹੁਣ ਲੋਕਾਂ ਦੀਆਂ ਕਿਹੜੀਆਂ ਗੱਲਾਂ ਕਰਕੇ ਫੋਨ ਆਉਂਦਾ? ਹਾਂਜੀ, ਸਾਰਿਆਂ ਨਾਲੋਂ ਪਹਿਲਾਂ ਤਾਂ ਇਹੀ ਹੈ ਜੀ, ਜਦੋਂ ਵੀ ਕੋਈ ਇੱਦਾਂ ਦੀ ਚੀਜ਼ ਹੁੰਦੀ ਤਾਂ ਹਰੇਕ ਬੰਦਾ, ਕਿਉਂਕਿ ਹਰੇਕ ਕੋਲੇ ਟਾਈਮ ਹੈਗਾ ਹੁਣ ਬਹਿ ਕੇ ਪਰਿਵਾਰਾਂ 'ਚ ਘਰੇ, ਕਿਉਂਕਿ ਹਰੇਕ ਕੋਲੇ ਪਹਿਲਾਂ ਤਾਂ ਹਰੇਕ ਨੂੰ ਖੜਾ ਕੇ ਤਾਂ ਬੁਲਾਉਣਾ ਪੈਂਦਾ ਸੀ, ਸਤਿ ਸ੍ਰੀ ਅਕਾਲ। ਹੁਣ ਬੰਦਾ ਕੋਈ ਖੜਦਾ ਨਹੀਂ, ਹੁਣ ਆਪਦੇ ਕੋਲ ਟਾਈਮ ਹੈਗਾ, ਆਪਦੇ ਤੇ ਬੰਦਾ ਸੋਚ ਸਕਦਾ, ਆਪਦੇ ਐਕਸਪੈਂਸਿਸ ਸੋਚਦਾ, ਜਦੋਂ ਪਤਾ ਵੀ ਹੁਣ ਅਗਲੇ ਮਹੀਨੇ ਇਹ ਖਰਚੇ ਆਉਣੇ ਤੇ ਕੀ ਹੋਊਗਾ। ਸਾਰਿਆਂ ਨਾਲੋਂ ਪਹਿਲਾਂ ਹਰੇਕ ਬੰਦਾ ਪੁੱਛ ਰਿਹਾ ਸਾਡੀ ਕੋਵਿਡ ਨਾਲ ਜੇ ਡੈਥ ਹੋ ਜਾਂਦੀ ਸਾਡੀ ਕਵਰੇਜ ਹੋਊਗੀ ਕਿ ਨਹੀਂ ਹੋਊਗੀ। ਬਿਲਕੁਲ, ਜੇ ਕਿਸੇ ਨੇ ਲਾਈਫ ਇੰਸ਼ੋਰੈਂਸ ਲਈ ਹੋਈ ਆ, ਕੋਵਿਡ ਕਰਕੇ ਕਿਸੇ ਦੀ ਵੀ ਜੇ ਡੈਥ ਹੁੰਦੀ ਉਹਨਾਂ ਦੀ ਕਵਰੇਜ ਹੈਗੀ ਹੈ, ਚਿੰਤਾ ਦੀ ਲੋੜ ਨਹੀਂ। ਹਰੇਕ ਬੰਦਾ ਇਹ ਸੋਚਦਾ ਵੀ ਕੋਵਿਡ ਕਰਕੇ ਡੈਥ ਸਾਡੀ ਕਵਰੇਜ ਨਹੀਂ ਹੋਣੀ, ਬਿਲਕੁਲ ਕਵਰੇਜ ਹੈਗੀ ਹੈ ਜੀ। ਨਾਲੇ ਹਰੇਕ ਬੰਦਾ ਸੋਚਦਾ ਵੀ, ਇਹ ਵੀ ਸੋਚਦਾ ਵੀ ਜੇ ਲੇ ਆਫ ਹੋ ਜਾਈਏ ਤਾਂ ਸਾਨੂੰ
ਪੈਸੇ ਜਿਹੜੇ ਨੇ ਡਿਸੇਬਿਲਿਟੀ ਦੇ ਮਿਲਣ ਲੱਗ ਜਾਣਗੇ। ਨਹੀਂ, ਜਾਂ ਤੁਹਾਡੀਆਂ ਮੋੜਗੇ ਦੀਆਂ ਕਿਸ਼ਤਾਂ, ਜੇ ਤੁਸੀਂ ਲੇ ਆਫ ਹੋ ਗਏ ਤੁਹਾਡੀਆਂ ਕਿਸ਼ਤਾਂ ਚੱਕ ਲੈਣਗੇ। ਨਹੀਂ, ਇੱਦਾਂ ਦੀ ਕੋਈ ਇੰਸ਼ੋਰੈਂਸ ਦਾ ਪਲਾਨ ਨਹੀਂ ਹੈਗਾ। ਜਿਹੜੀਆਂ ਤੁਹਾਡੀਆਂ ਕੋਈ ਵੀ ਕਿਸ਼ਤਾਂ ਹੈਗੀਆਂ ਨੇ ਜਾਂ ਤੁਸੀਂ ਲੇ ਆਫ ਹੋ ਜਾਂਦੇ ਹੋ, ਤੁਹਾਡੀ ਲੇ ਆਫ ਤੇ ਡਿਸੇਬਿਲਿਟੀ ਨਹੀਂ ਮਿਲਦੀ। ਡਿਸੇਬਿਲਿਟੀ ਮਿਲਦੀ ਹੈ ਤੁਸੀਂ ਅਨੇਬਲ ਟੂ ਵਰਕ ਹੋ ਜੀ। ਇੱਕ ਆਹ ਬਹੁਤ ਕੁਐਸਚਨ ਆ ਰਿਹਾ। ਨਾਲ ਦੀ ਨਾਲ ਇੱਕ ਹੋਰ ਕੁਐਸਚਨ ਆ ਰਿਹਾ ਵੀ ਸਾਡੇ ਕੋਈ ਇੱਕ ਤੋਂ ਜ਼ਿਆਦਾ ਲਾਈਫ ਇੰਸ਼ੋਰੈਂਸ ਪਾਲਿਸੀ ਨੇ ਤੇ ਫਿਰ ਸਾਨੂੰ ਦੋਵੇਂ ਪਾਸੋਂ ਪੈਸੇ ਮਿਲਣਗੇ ਕਿਸੇ ਨੂੰ ਕੁਛ ਹੋ ਜਾਂਦਾ। ਬਿਲਕੁਲ ਲਾਈਫ ਇੰਸ਼ੋਰੈਂਸ ਪਾਲਿਸੀਆਂ ਤੁਹਾਡੀਆਂ 2 ਜਾਂ 3 ਕਰਵਾਈਆਂ ਹੋਈਆਂ, ਤੁਸੀਂ ਆਪਦੇ ਹਿਸਾਬ ਨਾਲ ਵੀ ਜੇ ਕੁਛ ਹੁੰਦਾ ਹੈ ਤਾਂ ਬਿਲਕੁਲ ਸਾਰੀਆਂ ਪਾਲਿਸੀਆਂ ਵੱਲੋਂ ਪੈਸੇ ਮਿਲਣਗੇ। ਇੱਕ ਹੋਰ ਨਾਲ ਆਉਂਦਾ ਵੀ ਹੁਣ ਕਿਉਂਕਿ ਹਰੇਕ ਬੰਦਾ ਪਹਿਲਾਂ ਐਡਵਾਈਜ਼ਰ ਬਣਦਾ, ਕਈ ਹੁਣ ਹੋਰ ਵੀ ਨਾਲ ਕੰਮ ਕਰੀ ਜਾਂਦੇ ਨੇ ਵਿੱਚ, ਹੁਣ ਐਡਵਾਈਜ਼ਰ ਕਹਿੰਦੇ ਨਹੀਂ ਲੱਭਦਾ। ਜਦੋਂ ਹੁਣ ਇੱਕ ਤਾਂ ਜਾਂ ਫੋਨ ਨਹੀਂ ਚੱਕਦੇ ਸਾਨੂੰ, ਇਹ ਹੋ ਗਿਆ ਵੀ ਜਾਂ ਤਾਂ ਹੁਣ ਮਾਰਕੀਟ ਜਦੋਂ ਕਰੈਸ਼ ਹੁੰਦੀ ਹੈ ਜਿਨ੍ਹਾਂ ਦੀ ਮਨੀ ਲਾਈ ਹੋਈ ਹੈ, ਜਾਂ ਕਹਿੰਦੇ ਚੱਕਦੇ ਨਹੀਂ ਜਾਂ ਕੰਮ ਛੱਡ ਕੇ ਚਲੇ ਗਏ, ਕਿਉਂਕਿ ਹਰੇਕ ਬੰਦਾ ਹੁੰਦਾ ਨਾਲ 3-4 ਕੰਮ ਹੋਰ ਕਰੀ ਜਾਂਦਾ, ਨਾਲੇ ਇੰਸ਼ੋਰੈਂਸ ਦਾ ਵੀ ਕਰੀ ਜਾਂਦਾ। ਹੁਣ ਉਹ ਕਹਿੰਦੇ ਵੀ ਜਾਂ ਤਾਂ ਬੰਦੇ ਕੰਮ ਛੱਡ ਕੇ ਜਾਂ ਫੋਨ ਨਹੀਂ ਚੱਕਦੇ। ਇੱਕ ਆਹ ਬਹੁਤ ਫੋਨ ਆ ਰਹੇ ਨੇ। ਇੱਕ ਲੋਕੀ ਆਪਦੇ ਐਡਰੈਸ ਤੇ ਬੈਨੀਫਿਸ਼ਰੀ ਬਹੁਤ ਚੇਂਜ ਕਰਵਾ ਰਹੇ ਨੇ, ਕਿਉਂਕਿ ਹੁਣ ਉਹੀ ਸਮੇਂ ਦੇ ਨਾਲ ਨਾਲ ਇਹ ਵੀ ਜਦੋਂ ਹਰੇਕ ਬੰਦਾ ਆਪਦੀਆਂ ਕਾਪੀਆਂ ਖੋਲ੍ਹਦਾ ਮਾੜਾ ਮੋਟਾ ਕਹਿੰਦਾ ਚਲੋ ਦੇਖ ਹੀ ਲਈਏ ਮਿੱਟੀ ਝਾੜ ਕੇ, ਜਾਂ ਲੱਭਦੀਆਂ ਨਹੀਂ ਜਾਂ ਬੰਦੇ ਕਹਿੰਦੇ ਨਵੀਂ ਔਡਰ ਕਰ ਦਈਏ। ਹੁਣ ਆਹ ਕੰਮ ਇੱਕ ਚੀਜ਼ ਬਹੁਤ ਜ਼ਿਆਦਾ ਹੋ ਰਿਹਾ ਜੀ। ਲੋਕੀ ਆਪਦੇ ਆਪ ਨੂੰ, ਬਹੁਤ ਵਧੀਆ ਗੱਲ ਹੈ, ਆਪਾਂ ਜਦੋਂ ਵੀ ਮੰਚ ਤੇ ਗੱਲ ਕਰਦੇ ਹਾਂ ਤੇ ਮੈਸੇਜ ਪਹੁੰਚਦਾ ਤੇ ਲੋਕੀ ਉਸ ਚੀਜ਼ ਨੂੰ ਪਹਿਲਾਂ ਆਪਾਂ ਜੇ ਗੱਲ ਕਰਦੇ ਹਾਂ ਉਸ ਤੇ ਅਮਲ ਕਰਦੇ ਨੇ ਤੇ ਬਹੁਤ ਵਧੀਆ ਲੱਗਦਾ ਜੀ। ਵਪਾਰਕ ਸੰਦੇਸ਼ਾਂ ਤੋਂ ਬਾਅਦ ਗੱਲ ਕਰਦੇ ਹਾਂ ਜੀ ਹੁਣੇ ਸਾਹਿਬ ਅੜੀਕਿਓ ਜੀ। ਰਵਿੰਦਰ ਸਿੰਘ ਥਿੰਦ ਮੇਰੇ ਨਾਲ ਨੇ। 6048287213 thinkinsurance.ca ਤੇ ਗੱਲਬਾਤ ਚੱਲ ਰਹੀ ਹੈ। ਸਵਾਲ ਜਿਹੜੇ ਨੇ ਤੁਹਾਡੇ ਉਹ ਉਹਨਾਂ ਤੋਂ ਪੁੱਛੀਦੇ ਨੇ 2 ਹਫ਼ਤੇ ਬਾਅਦ, ਜਿਹੜੇ ਤੁਹਾਡੇ ਮਨ 'ਚ ਹੋਣ। ਤੇ ਜਿਹੜੀ ਮੌਰਗੇਜ ਪ੍ਰੋਟੈਕਸ਼ਨ ਹੈ ਜੀ, ਹੁਣ ਉਸ ਦਾ ਇੱਕ ਬੜਾ ਰੇੜਕਾ ਪਿਆ ਹੋਇਆ। ਪੇਮੈਂਟ ਜਿਹੜੀਆਂ ਡਿਫਰ ਹੋ ਰਹੀਆਂ ਨੇ ਤੇ ਉਹ ਜਿਹੜੀ ਮੌਰਗੇਜ ਪ੍ਰੋਟੈਕਸ਼ਨ ਬੈਂਕ ਦੀ ਹੈ ਉਹਦੇ ਤੋਂ ਲੋਕ ਇੰਸ਼ੋਰੈਂਸ ਜਿਹੜੀ ਬੈਂਕ ਤੋਂ ਨਹੀਂ ਕਰਾਉਂਦੇ ਤੇ ਕੰਪਨੀਆਂ ਤੋਂ ਕਰਾਉਂਦੇ, ਜਿਹਦੀ ਅਕਸਰ ਤੁਸੀਂ ਇਹ ਗੱਲ ਕਹਿੰਦੇ, ਉਹਦਾ ਫਰਕ ਕੀ ਹੈ? ਹਾਂਜੀ ਬਾਈ ਜੀ, ਜਿਹੜੀ ਮੇਨ ਚੀਜ਼ ਆਪਾਂ ਹਮੇਸ਼ਾ ਹੀ ਆਪਣੇ ਦਿਮਾਗ 'ਚ ਹੈ ਵੀ ਬੈਂਕ ਹੀ ਸੇਫ ਆ, ਬੈਂਕ ਹੀ ਵਧੀਆ ਆ, ਬੈਂਕ ਕੋਲ ਹੀ ਸਾਰਾ ਕੁਝ ਵਧੀਆ ਆ। ਤੇ ਆਪਾਂ ਇਸ ਚੀਜ਼ ਬਾਰੇ ਜਿੰਨੀ ਗੱਲ ਕਰ ਲਈ ਉਨੀ ਥੋੜ੍ਹੀ ਜਿਹੀ ਜਾਗਰੂਕਤਾ ਕ੍ਰੀਏਟ ਕਰਨ ਵਾਸਤੇ ਉੱਥੋਂ ਤੁਹਾਨੂੰ ਚੀਜ਼ ਮਹਿੰਗੀ ਮਿਲਦੀ ਹੈ ਜੀ। ਨਾ ਉਹਨਾਂ ਕੋਲ ਇੰਸ਼ੋਰੈਂਸ ਦਾ ਮੋਸਟਲੀ ਕੋਈ ਜਿਹੜੇ ਵੀ ਹੈਗੇ ਉਹਨਾਂ ਕੋਲ ਲਾਇਸੈਂਸ ਨਹੀਂ ਹੈਗਾ। ਜਿਹੜਾ ਵੀ ਉਹ ਕ੍ਰੈਡਿਟ ਪ੍ਰੋਟੈਕਸ਼ਨ ਭੇਜਦੇ ਜੀ ਉਹ ਮਹਿੰਗੀ ਹੈ। 101% ਇੱਕ ਚੀਜ਼ ਦੀ ਗਰੰਟੀ ਹੈ ਜੀ। ਇੱਕ ਤਾਂ ਉਹ ਨਾਲ ਦੀ ਨਾਲ ਜਿਹੜੀ ਸਾਨੂੰ ਉਹ ਤਾਂ ਆਪਾਂ ਇਸ ਬਾਰੇ ਬਹੁਤ ਗੱਲ ਕਰ ਲਈ ਜੀ। ਲਾਈਫ ਇੰਸ਼ੋਰੈਂਸ ਜਿਹੜੀ ਤੁਹਾਡੀ ਹੈਗੀ ਹੈ ਸਾਰਾ ਕੁਛ ਹੀ ਤੁਸੀਂ ਇੱਕ ਛੱਤ ਥੱਲੇ ਕਵਰ ਕਰ ਲਿਆ। ਬੈਂਕ ਕੋਲੇ ਹੈ ਤੁਹਾਡਾ ਪ੍ਰਿੰਸੀਪਲ ਘਟੀ ਜਾਂਦਾ, ਤੁਹਾਡੀ ਕਿਸ਼ਤ ਵਧੀ ਜਾਂਦੀ ਹੈ। ਤੇ ਕਿਸ਼ਤ ਨਹੀਂ ਵੀ ਵੱਧਦੀ ਫਿਰ ਵੀ ਤੁਹਾਡਾ ਜੇ ਮਹਿੰਗਾ ਹੈਗਾ ਤੁਹਾਨੂੰ ਚੀਜ਼ ਮਹਿੰਗੀ ਮਿਲਦੀ ਹੈ ਜੀ। ਅੱਜ ਤੋਂ ਕੱਲ੍ਹ ਤੋਂ ਦੂਜੇ ਬੈਂਕ ਕੋਲੇ ਚਲੇ ਗਏ, ਉਸ ਤੋਂ ਬਾਅਦ ਫਿਰ ਤੁਹਾਡੀ ਏਜ ਚੇਂਜ ਹੋ ਗਈ, ਉਸ ਤੋਂ ਬਾਅਦ ਤੁਹਾਡੀ ਕਿਸ਼ਤ ਫਿਰ ਵੱਧ ਗਈ, ਜਾਂ ਇਨ ਕੇਸ ਤੁਹਾਡੀ ਸਿਹਤ ਖਰਾਬ ਹੋ ਗਈ ਤੁਹਾਨੂੰ ਚੀਜ਼ ਮਿਲਣੀ ਨਹੀਂ। ਨਾ ਹੀ ਤੁਸੀਂ ਪਰਮਾਨੈਂਟ ਇੰਸ਼ੋਰੈਂਸ ਲੈ ਸਕਦੇ ਹੋ ਜੀ। ਜਿਹੜੀ ਤੁਹਾਡੀ ਕ੍ਰੈਡਿਟ ਪ੍ਰੋਟੈਕਸ਼ਨ ਉਹ ਟਾਈਮ ਤੱਕ ਹੀ ਜਦੋਂ ਤੱਕ ਮੋਰਗੇਜ ਹੈਗੀ ਹੈ। ਤੁਸੀਂ ਆਪ ਦੀ ਇੰਸ਼ੋਰੈਂਸ ਲੈਣੀ, ਤੁਸੀਂ ਪਰਮਾਨੈਂਟ ਲੈਣੀ, ਪੈਸੇ ਜੋੜਨ ਵਾਲੀ ਲੈਣੀ ਹੈ। ਸੇਮ ਚੀਜ਼ ਜੇ ਕ੍ਰਿਟੀਕਲ ਇਲਨੈਸ ਜੇ ਉੱਥੋਂ ਲੈਂਦੇ ਹੋ ਤੁਸੀਂ, ਜਿਹੜੀ ਮੋਰਗੇਜ ਪ੍ਰੋਟੈਕਸ਼ਨ ਵਾਲੀ ਸਿਰਫ 4 ਬਿਮਾਰੀਆਂ ਹੀ ਕਵਰ ਕਰਦੀ ਹੈ। ਜਿਹੜੀ ਤੁਹਾਡੀ ਆਪ ਦੀ ਤੁਸੀਂ ਜੇ ਕ੍ਰਿਟੀਕਲ ਇਲਨੈਸ ਲੈਂਦੇ ਹੋ ਇੰਸ਼ੋਰੈਂਸ ਕੰਪਨੀ ਤੋਂ, ਉੱਥੋਂ ਤੁਹਾਡੀਆਂ 25 ਬਿਮਾਰੀਆਂ, 8 ਬਿਮਾਰੀਆਂ, 4 ਬਿਮਾਰੀਆਂ ਤੁਸੀਂ ਆਪਦੀ ਲੋੜ ਦੇ ਮੁਤਾਬਕ ਲੈ ਸਕਦੇ ਹੋ। ਜਿਹੜੀ ਸਾਰਿਆਂ ਨੂੰ ਵੱਡੀ ਗੱਲ ਜਿਹੜੀ ਹੈਗੀ ਹੈ ਡਿਸੇਬਿਲਿਟੀ ਦੀ, ਜਿਹੜੀ ਵਿੱਚੇ ਹੀ ਆਪਸ਼ਨ ਪਾ ਦਿੰਦੇ ਨੇ। ਇੱਕ ਤਾਂ ਵੀ ਇਹ ਵੀ ਡਿਸੇਬਿਲਿਟੀ ਵੀ ਵਿੱਚੇ ਕਵਰ ਹੈ, ਤੁਹਾਡੀ ਮੋਰਗੇਜ ਦੀਆਂ ਕਿਸ਼ਤਾਂ ਵਿੱਚੇ ਕਵਰ ਹੈ। ਹੁਣ ਇਹ ਦੇਖੋ ਜੀ ਸਾਰਿਆਂ ਨਾਲੋਂ ਵੱਡਾ ਇਸ 'ਚ ਗ੍ਰੇ ਏਰੀਆ ਇਹ ਹੈ, ਹਰੇਕ ਬੰਦਾ ਕਿਸੇ ਦੀ, ਹੁਣ ਕੋਈ ਬੰਦਾ ਕੋਈ ਮਾਈਨਿੰਗ 'ਚ ਕੰਮ ਕਰਦਾ ਹੈ, ਇੱਕ ਬੰਦਾ ਆਫਿਸ 'ਚ ਬੈਠਾ ਹੈ, ਉਹ ਸਾਰਿਆਂ ਦਾ ਰੇਟ ਇੱਕੋ ਤਰੀਕੇ। ਡਿਸੇਬਿਲਿਟੀ ਤੁਹਾਨੂੰ ਲੱਗਦੀ ਉਹਦੀ ਕਿਸ਼ਤ ਹੁੰਦੀ ਜਿੱਦਾਂ ਨਾਲ ਤੁਹਾਡਾ ਪ੍ਰੋਫੈਸ਼ਨ ਹੈ, ਪ੍ਰੋਫੈਸ਼ਨ ਦੇ ਹਿਸਾਬ ਨਾਲ ਉਹਦਾ ਰੇਟ ਹੁੰਦਾ ਹੈ। ਉੱਥੇ ਸਾਰਿਆਂ ਦਾ ਪ੍ਰੋਫੈਸ਼ਨ ਹੀ ਸੇਮ ਹੈ ਜੀ। ਜੇ ਹੁਣ ਤੁਸੀਂ ਆਫਿਸ 'ਚ ਬੈਠੇ ਹੋ ਤੁਹਾਡਾ ਰਿਸਕ ਘੱਟ ਹੈ, ਜਾਂ ਤੁਸੀਂ ਟਰੱਕ ਚਲਾਉਂਦੇ ਹੋ ਤੁਹਾਡਾ ਰਿਸਕ ਘੱਟ ਆ, ਤੇ ਉਹ ਆਪਾਂ ਪੈਸੇ ਵੱਧ ਕਿਉਂ ਦਈਏ? ਸਾਨੂੰ ਪਤਾ ਵੀ ਅਸੀਂ ਕੋਈ ਇੱਦਾਂ ਰਿਸਕੀ ਬਿਜ਼ਨਸ ਨਹੀਂ ਕਰਦੇ ਤੇ ਸਾਨੂੰ ਉਸ ਚੀਜ਼ ਦੇ ਪੈਸੇ ਅਸੀਂ ਬਚਾ ਸਕਦੇ ਹਾਂ। ਜਿਹੜੀਆਂ ਤਿੰਨਾਂ ਹੀ ਚੀਜ਼ਾਂ ਆਪਾਂ ਲਾਉਂਦੇ ਹਾਂ, ਡਿਸੇਬਿਲਿਟੀ ਜਾਂ ਕ੍ਰਿਟੀਕਲ ਜਾਂ ਲਾਈਫ, ਹੁਣ ਹਰੇਕ ਚੋਂ ਜੇ 10 ਜੇ ਤੁਹਾਡੇ
किस्त घट गई, एक परिवार की दो जे हसबैंड वाइफ ने किस्तां लईआं $60 भी घट गए, हरेक महीने से सोचो किन्ने पेमेंट तुहाडी बच गई जी। नाल दी नाल जिहड़ी डिसेबिलिटी है, जे तुसीं आपदी पर्सनल लैंदे हो वो तुसीं आपदा चूज कर सकदे हो, तुहाडी किस्त कदों शुरू होवे, 0 दिनां तो इंजरी दी या 14 दिनां तो या 30 दिनां तो, उत्थे है जी तुहाडे 90 दिनां तो जे तुहाडी शुरू हुंदी है। ਜਿਹੜਾ ਤੁਹਾਡਾ ਟਾਈਮ ਹੈ ਸਿਰਫ 2 ਸਾਲ ਦਾ ਹੈ, ਤੁਸੀਂ ਆਪਦਾ ਟਾਈਮ ਨਹੀਂ ਵਧਾ ਸਕਦੇ, ਚੇਂਜਸ ਨਹੀਂ ਕਰ ਸਕਦੇ। ਇਸ ਕਰਕੇ ਇੱਕ ਤਾਂ ਚੀਜ਼ ਮਹਿੰਗੀ ਹੈ ਤੇ ਇੱਕ ਤੁਹਾਨੂੰ ਤੁਸੀਂ ਜਿਹੜਾ ਪ੍ਰੋਡਕਟ ਹੈ ਉਹ ਸੁਪੀਰੀਅਰ ਨਹੀਂ ਹੈਗਾ, ਤੁਸੀਂ ਇਨਫੀਰੀਅਰ ਪ੍ਰੋਡਕਟ ਲੈ ਰਹੇ ਹੋ। ਇਸ ਕਰਕੇ ਇਹ ਆਪਾਂ ਹਮੇਸ਼ਾ ਜਿੰਨੀ ਗੱਲ ਕੀਤੀ ਜਾਵੇ ਬੈਂਕਾਂ ਕੋਲੇ ਚੀਜ਼ ਇਹ ਮਹਿੰਗੀ ਮੋਰਗੇਜ ਪ੍ਰੋਟੈਕਸ਼ਨ। ਇੱਕ ਇਹ ਵੀ ਨਾਲ ਗੱਲ ਹੈ ਵੀ ਜੇ ਤੁਹਾਨੂੰ ਕੋਈ ਧੱਕਾ ਕਰਦਾ ਵੀ ਜੇ ਬੈਂਕ ਦੇ ਕੋਲੇ ਮੋਰਗੇਜ ਕਹੀ ਹੈ ਨਾਲੇ ਤੁਹਾਨੂੰ ਲੈਣੀ ਪੈਣੀ ਹੈ ਚੀਜ਼, ਇਹ ਬਿਲਕੁਲ गलत है। कोई कहता बिल्कुल कोई फोर्स नहीं कर सकता इंश्योरेंस वास्ते या इंश्योरेंस प्रोडक्ट वास्ते, कोई भी फाइनेंशियल प्रोडक्ट वास्ते एक चीज़ लैनी तो नाल दूजी चीज़ भी लैनी पऊगी, ये बिल्कुल गलत है। तुसीं उन्हां नूं कह सकदे हो असीं आपदी चीज़ बाहरों लवांगे, सानूं लोड़ मुताबिक सस्ती मिलदी है, तुसीं आपदी उत्थों ही प्राइस ले लो, बाहर भी प्लेजर आपदी चैक करके कि फिर तां हरेक बंदे नूं इह हुंदा भी अपने पुछ पड़ताल करके नॉलेज होवे फिर तां ही चीज़ स्वाद आउंदा फिर उस चीज़ ते जी। इस चीज़ ते फिर तुसीं पहरा दिंदे तो वधिया भी लगदा जी। ते क्योंकि जद लाइफ इंश्योरेंस दे नाल है तो वो भी लाइफ इंश्योरेंस है, बैंक वाले मॉर्गेज इंश्योरेंस करके बेचदे, तुसीं लाइफ इंश्योरेंस करके कहने हो तो वो लोग फिर लाइफ इंश्योरेंस तो डरन लग जाते जी, मौत बहुत औखी गल ये है। अच्छा, जिहड़े विजिटर आ गए कनेडा दे विच उन्हां दी कवरेज कोविड-19 तो पहलां दी है, महामारी ਦੇ ਥੱਲੇ ਦੀ ਬਹੁਤ ਕੁਝ ਲੰਘ ਰਿਹਾ ਕਿ ਜੀ ਇਹ ਤਾਂ ਇਸ ਕਰਕੇ ਹੋ ਗਿਆ। ਦੁਨੀਆ ਦੀਆਂ ਵੱਡੀਆਂ ਆਰਥਿਕਤਾ ਨੇ ਜਿਹੜੀਆਂ ਹਿੱਲੀਆਂ ਸੀ ਉਹਨਾਂ ਨੇ ਸਾਰਾ ਕੁਝ ਹੁਣ ਇਹਦੇ ਕੋਵਿਡ-19 ਦੇ ਝੋਲੇ ਪਾ ਦੇਣਾ। ਉਹਨਾਂ ਦੀ ਕਵਰੇਜ ਹੋ ਜਾਏਗੀ ਜਿਹੜੀ ਪਹਿਲਾਂ ਨਾਰਮਲ ਬਿਮਾਰੀਆਂ ਤੋਂ ਆ, ਇਹ ਕਵਰ ਹੋ ਜਾਏਗਾ ਉਹਦੇ 'ਚ? ਹਾਂਜੀ, ਜਿੱਦਾਂ ਤੁਸੀਂ ਪਹਿਲੀ ਜਦੋਂ ਹਾਸੇ ਵਾਲੀ ਥੋੜ੍ਹੀ ਮੈਂ ਕਿਹਾ ਗੱਲ ਕਰ ਲਈ, ਹੁਣ ਨਾਲ ਸਾਰਾ ਕੁਛ ਤਾਂ ਆਪਾਂ ਟੈਂਸ ਆ। ਬਿਲਕੁਲ ਲਾਈਫ ਇੰਸ਼ੋਰੈਂਸ ਵਾਲੇ ਬੰਦੇ ਤੋਂ ਜਿੱਦਾਂ ਬੰਦੇ ਭੱਜਦੇ ਨੇ ਜਾਂ ਉਹਨਾਂ ਨੇ ਫੋਨ ਕਰਕੇ ਇੰਨੇ ਤੰਗ ਕਰਾਏ ਹੋਏ ਨੇ ਜੀ। ਹੁਣ ਇਹ ਵੀ ਇੰਸ਼ੋਰੈਂਸ ਦਾ ਨਾਂ ਸੁਣ ਕੇ ਬੰਦਾ ਕਹਿੰਦਾ ਯਾਰ ਆਹੀ ਠੀਕ ਹੈ, ਮੋੜ ਕੇ ਜਾ ਰਹੀ ਹੈ, ਲਾਈਫ ਵਾਲੀ ਨਾ ਕਰਾਈਏ ਜੀ। ਪਰ ਮੈਂ ਇਹ ਚੀਜ਼ ਨੂੰ ਥੋੜ੍ਹਾ ਜਿਹਾ ਇਹ ਸਮਝਾ ਦਿਆਂ ਵੀ ਜਿਹੜੀ ਇੰਸ਼ੋਰੈਂਸ ਹੈ ਇੱਕ ਬੰਦੇ ਦੇ ਨਾਂ ਜਿਹੜਾ ਲੋਨ ਆ ਬੰਦਾ ਤਾਂ ਹੀ ਆਪਦੀ ਉਹ ਮੋਰਗੇਜ ਇੰਸ਼ੋਰੈਂਸ ਕਰਾਉਂਦਾ ਵੀ ਜਿੰਨੀਆਂ ਸਾਡਾ ਜੋ ਲੈਣਾ ਦੇਣਾ ਸਾਰਾ ਕੁਛ ਕਵਰ ਹੋ ਜਾਵੇ, ਤਾਂ ਉਹਨੂੰ ਆਪਾਂ ਮੋਰਗੇਜ ਇੰਸ਼ੋਰੈਂਸ ਕਹਿ ਦਿੰਦੇ ਹਾਂ। ਜਿਹੜੀ ਲਾਈਫ ਇੰਸ਼ੋਰੈਂਸ ਆ ਉਹਨੂੰ ਭਾਵੇਂ ਤੁਸੀਂ ਮੋਰਗੇਜ ਇੰਸ਼ੋਰੈਂਸ ਕਹਿ ਦਿਓ, ਭਾਵੇਂ ਤੁਸੀਂ ਉਹਨੂੰ ਲਾਈਫ ਇੰਸ਼ੋਰੈਂਸ ਕਹਿ ਦਿਓ, ਗੱਲ ਹੈ ਵੀ ਉਹ ਇੱਕ ਇਨਸਾਨ ਦਾ ਜੋ ਲੈਣਾ ਦੇਣਾ ਆ ਉਹਨੇ ਆਪਦਾ ਕਵਰ ਕਰ ਲਿਆ, ਨਾਲੇ ਆਪਦਾ ਬੈਨੀਫਿਸ਼ਰੀ ਚੂਜ਼ ਕਰ ਲਿਆ ਵੀ ਜੇ ਮੈਨੂੰ ਕੁਛ ਹੁੰਦਾ ਆ ਤਾਂ ਇਹਨੂੰ ਪੈਸੇ ਜਾਣ ਤੇ ਜੋ ਕੁਛ ਲੈਣ ਦੇਣ ਆ ਸਾਰਾ ਕੁਛ ਆਪਦਾ ਠੀਕ ਹੋ ਜਾਵੇ। ਇਸ ਕਰਕੇ ਉਹਨੂੰ ਭਾਵੇਂ ਫੈਮਿਲੀ ਇੰਸ਼ੋਰੈਂਸ ਕਹਿ ਦਿਓ, ਕਿਉਂਕਿ ਬੱਚਿਆਂ ਦੇ ਖਾਤਰ ਵੀ ਆਪਾਂ ਪ੍ਰੋਟੈਕਟ ਕਰ ਰਹੇ ਹਾਂ, ਉਹਦੀ ਕਵਰੇਜ ਦੇ ਵਿੱਚ ਹੋਣੀ ਨਹੀਂ, ਉਹ ਇੱਕ ਸਭ ਕੁਛ ਥੱਲੇ ਆ ਗਿਆ ਜੀ। ਹੁਣ ਜੀ ਨੈਕਸਟ ਆਪਾਂ ਜਾਂਦੇ ਹਾਂ ਜੀ, ਉਹਦੇ ਬਾਅਦ ਤੁਸੀਂ ਹੁਣ ਗੱਲ ਕੀਤੀ ਜਿੰਨੇ ਵੀ ਵਿਜ਼ਟਰ ਆਏ ਹੋਏ ਨੇ, ਵਿਜ਼ਟਰ ਟੂ ਕੈਨੇਡਾ, ਕਈ ਕੰਪਨੀਆਂ ਨੇ ਜੀ ਪਹਿਲਾਂ ਜਿੱਦਾਂ ਬੰਦੇ ਯੂ ਮਾਰਦੇ ਆਪਾਂ ਪਹਿਲਾਂ ਵੀ ਗੱਲ ਕਰੀ, ਕੰਪਨੀਆਂ ਨੇ ਵੀ ਬਹੁਤ ਯੂ ਮਾਰਿਆ ਜੀ ਵੀ ਜੇ ਹੁਣ ਤੁਸੀਂ ਕੋਵਿਡ ਦੀ ਕਵਰੇਜ ਅਸੀਂ ਨਹੀਂ ਕਰਨੀ, ਜਿਹੜੇ ਵੀ ਨਿਊ ਕਮਰ ਆ ਰਹੇ ਨੇ, ਵਿਜ਼ਟਰ ਆ ਰਹੇ ਨੇ ਜਾਂ ਜਿਹੜੇ ਇੱਥੇ ਰਹਿ ਰਹੇ ਨੇ ਉਹਨਾਂ ਦੀ ਅਸੀਂ ਕੋਵਿਡ ਦੀ ਕਵਰੇਜ ਨਹੀਂ ਕਰਨੀ, ਫਿਰ ਉਹਨਾਂ ਨੇ ਸ਼ੁਰੂ ਕਰਤੀ ਜੀ। ਹੁਣ ਕਈ ਕੰਪਨੀਆਂ ਨੇ ਬਿਲਕੁਲ ਹੁਣ 24 ਤਰੀਕ ਤੋਂ ਅੱਜ ਸੀਗਾ ਜਿਹੜਾ GMX ਇੱਕ ਕੰਪਨੀ ਹੈ ਜਿਨ੍ਹਾਂ ਨੇ ਬਿਲਕੁਲ ਨਾ ਕਰਤੀ ਵੀ ਉਹ ਕਹਿੰਦੇ ਵੀ ਜਿੰਨੀ ਵੀ ਹੁਣ ਜਿਹੜੀ ਟਰੈਵਲ ਇੰਸ਼ੋਰੈਂਸ ਹੈਗੀ ਅਸੀਂ ਕੋਵਿਡ ਦਾ ਉਹਦੇ 'ਚ ਕਵਰੇਜ ਨਹੀਂ ਦੇਣੀ ਬਿਲਕੁਲ। ਜੇ ਕਿਸੇ ਨੂੰ ਕੋਵਿਡ ਹੋ ਜਾਂਦਾ, ਹਾਂ ਜੇ ਕਿਸੇ ਨੇ GMX ਦੀ ਇੰਸ਼ੋਰੈਂਸ ਲਈ ਹੋਈ ਹੈ, ਕਿਸੇ ਐਡਵਾਈਜ਼ਰ ਨੇ ਉਹਨੂੰ ਅਪਰੋਚ ਨਹੀਂ ਕੀਤਾ ਹੁਣ ਤੱਕ, ਹੁਣ ਤੁਸੀਂ ਸਾਨੂੰ ਫੋਨ ਕਰਕੇ ਤੇ ਉਸ ਚੀਜ਼ ਨੂੰ ਆਪਦੀ ਆਪਸ਼ਨ ਹੋਰ ਤੁਸੀਂ ਕੋਵਿਡ ਦੀ ਜਿਹੜੀ ਕਵਰੇਜ ਤੁਸੀਂ ਆਪਦੀ ਉਹ ਕਰਾ ਸਕਦੇ ਹੋ ਜੀ। ਬਿਲਕੁਲ ਕਈ ਕੰਪਨੀਆਂ ਹਾਲੇ ਵੀ ਕਵਰ ਕਰ ਰਹੀਆਂ ਨੇ, ਜਿਹੜੇ ਵੀ ਇੱਥੇ ਵਰਕ ਪਰਮਿਟ ਤੇ ਸਟੂਡੈਂਟ ਜਾਂ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਆਏ ਹੋਏ ਸੀ ਹਾਲੇ ਇੱਥੇ ਐਕਸਟੈਂਸ਼ਨ ਚਾਹੁੰਦੇ ਨੇ, ਬਿਲਕੁਲ ਉਹਨਾਂ ਦੀ ਕਵਰੇਜ ਲੋੜ ਮੁਤਾਬਕ ਹਾਲੇ ਵੀ ਹੋ ਸਕਦੇ ਨੇ, ਆਪਣੇ ਕੋਲ ਆਪਸ਼ਨਸ ਹੈਗੀਆਂ ਜੀ ਹਾਲੇ ਵੀ। ਪਰ ਕਈ ਕੰਪਨੀਆਂ ਨੇ ਨਾ ਕਰਨੀ ਸ਼ੁਰੂ ਕਰਤੀ ਜੀ, ਬਿਲਕੁਲ ਚੀਜ਼ ਲੈਣ ਤੋਂ ਪਹਿਲਾਂ ਪੁੱਛ ਲੈਣ ਜੀ ਉਹਦੀ ਕਵਰੇਜ ਹੈਗੀ ਕਿ ਨਹੀਂ ਹੈਗੀ। ਤੇ ਕੁਝ ਹੋਰ ਅਖੀਰ ਦੇ ਵਿੱਚ? ਜੀ ਅਖੀਰ ਦੇ ਤਾਂ ਇਹੀ ਹੈ ਜੀ, ਟਾਈਮ ਅਨਸਰਟਨ ਹੈਗਾ ਜੀ, ਪਰ ਜਿਹੜੀਆਂ ਆਪਣੀਆਂ ਪਰਿਵਾਰਕ ਜਿਹੜੀਆਂ ਜ਼ਰੂਰਤਾਂ ਨੇ ਉਹ ਸਟਿਲ ਐਗਜ਼ਿਸਟ ਕਰ ਰਹੀਆਂ ਨੇ। ਆਪਾਂ ਹੁਣ ਸਭ ਔਖੇ ਹੋ ਕੇ ਔਖੇ ਸਮੇਂ 'ਚ ਜਿਹੜਾ ਹੁਣ ਵੀ ਕੰਮ ਵੀ ਕਰ ਰਹੇ ਨੇ, ਕਈ ਉਹਨਾਂ ਦਾ ਸਲੂਟ ਹੈ ਜਿਹੜੇ ਹੁਣ ਅਸੈਂਸ਼ੀਅਲ ਸਰਵਿਸ ਕੰਮ ਵੀ ਕਰ ਰਹੇ ਨੇ, ਜਿਹੜੇ ਸੋਸ਼ਲ ਡਿਸਟੈਂਸ ਵੀ ਰੱਖ ਰਹੇ ਨੇ, ਉਹਨਾਂ ਦਾ ਵੀ ਧੰਨਵਾਦ। ਸਾਰਾ ਕੁਛ ਉਸੇ ਹਿਸਾਬ ਨਾਲ, ਪਰ ਜੋ ਹੁਣ ਲਾਈਫ ਤਾਂ ਚੱਲੀ ਜਾਣੀ ਹੈ, ਇਹਨਾਂ ਨੂੰ ਕਰੋਪੀ ਥੋੜ੍ਹੇ ਟਾਈਮ ਵਾਸਤੇ ਹੈਗੀ ਹੈ, ਆਪਾਂ ਉਹਨੂੰ ਆਰਾਮ ਨਾਲ ਬਿਲਕੁਲ ਪੈਨਿਕ ਨਾ ਹੋਈਏ, ਸਾਰਾ ਕੁਝ ਠੀਕ ਹੋ ਜਾਊਗਾ ਜੀ। ਇਹੀ ਇੰਸ਼ੋਰੈਂਸ ਦਾ ਜੀ ਲੋੜ ਆ
ਸਾਡੇ ਕੋਲ ਸਾਰੀਆਂ ਆਪਸ਼ਨਸ ਨੇ, ਸਾਰੀਆਂ ਕੰਪਨੀ ਨੇ। ਅਸੀਂ ਹਮੇਸ਼ਾ ਹੀ ਕਲਾਇੰਟ ਦੀ ਜਿਹੜੀ ਜ਼ਰੂਰਤ ਹੈ ਉਹ ਪਹਿਲਾਂ ਪਹਿਲ ਰੱਖਦੇ ਹਾਂ। ਬਿਲਕੁਲ ਇਹ ਨਹੀਂ ਵੀ ਜੇ ਸਾਡੇ ਕੋਲ ਇੱਕੋ ਹੀ ਕੰਪਨੀ ਹੈ ਤੇ ਉਹੀ ਕੰਪਨੀ ਡੀਲ ਕਰਦੇ ਹਾਂ, ਕਿਉਂਕਿ ਸਾਡੇ ਕੋਲ ਹਰੇਕ ਕੰਪਨੀ ਦੇ ਆਪਸ਼ਨ। ਕੋਈ ਵਧੀਆ ਪ੍ਰੋਡਕਟ ਆਉਂਦਾ ਤਾਂ ਹਮੇਸ਼ਾ ਅਸੀਂ ਆ ਕੇ ਇਸ ਮੰਚ ਤੋਂ ਜਾਂ ਜਿੱਥੇ ਵੀ ਜਾਂਦੇ ਹਾਂ ਇਹੀ ਦੱਸਦੇ ਹਾਂ ਵੀ ਜੇ ਕਲਾਇੰਟ ਨੂੰ ਆਪਣੀ ਕਮਿਊਨਿਟੀ ਨੂੰ ਕੋਈ ਫਾਇਦਾ ਹੋ ਸਕਦਾ ਉਸ ਚੀਜ਼ ਦਾ ਫਾਇਦਾ ਚੱਕ ਲੈਣ। ਹੁਣ ਆਹੀ ਟਾਈਮ ਇੱਦਾਂ ਦਾ ਔਖੇ ਟਾਈਮ ਹੈਗਾ, ਸੇਵਿੰਗ ਵਾਲਾ ਟਾਈਮ ਹੈ। ਆਪਾਂ ਕਿਸ਼ਤਾਂ ਵੀ ਅੱਗੇ ਕਰ ਸਕਦੇ ਹਾਂ। ਜੇ ਕੋਈ ਇਨਵੈਸਟਮੈਂਟ ਦੀ ਚੀਜ਼ ਹੈਗੀ ਹੈ ਉਸ ਚੀਜ਼ ਤੇ ਵੀ ਆਪਾਂ ਕਰ ਸਕਦੇ ਹਾਂ। ਬਿਲਕੁਲ ਤੁਹਾਡੀਆਂ ਲੋੜ ਦੇ ਮੁਤਾਬਿਕ ਕੋਈ ਵੀ ਚੀਜ਼ ਹੈ, ਕੋਈ ਵੀ ਤੁਹਾਡਾ ਕੁਐਸਚਨ ਹੈ, ਹਮੇਸ਼ਾ ਹਾਜ਼ਰ ਹਾਂ। BC 'ਚ ਤੁਸੀਂ ਕਿਤੇ ਵੀ ਹੋ। ਹੁਣ ਹੈ ਵੀ ਔਨਲਾਈਨ ਹੀ ਸਾਰਾ ਕੁਛ ਹੋ ਜਾਊਗਾ, ਇਹ ਵੀ ਨਹੀਂ ਤੁਹਾਨੂੰ ਚੱਲ ਕੇ ਆਉਣਾ ਪੈਣਾ ਆਫਿਸ। ਜੇ ਆਫਿਸ ਆਉਣਾ ਵੀ ਤਾਂ ਆਪਾਂ ਪੂਰਾ ਸੈਟਅਪ ਕੀਤਾ ਹੋਇਆ ਜੀ, 6 ਫੁੱਟ ਦੇ ਡਿਸਟੈਂਸ ਤੇ ਆਪਦੇ ਹਿਸਾਬ ਨਾਲ ਬਹਿ ਕੇ ਤੇ ਆਪਾਂ ਗੱਲਬਾਤ ਕਰ ਸਕਦੇ ਹਾਂ ਜੀ। BC 'ਚ ਅਲਬਰਟਾ 'ਚ ਕਿਤੇ ਵੀ ਰਮਨਦੀਪ ਸਿੰਘ ਸੋਤਾ ਛੋਟਾ ਵੀਰ ਉੱਥੇ ਹੀ ਸਾਰਾ ਅਲਬਰਟਾ ਸਾਂਭ ਰਿਹਾ ਜੀ। ਤੇ ਕੋਈ ਵੀ ਕੁਐਸਚਨ ਹੈ, ਤੁਹਾਡਾ ਸੁਝਾਅ ਨੈਕਸਟ ਸ਼ੋਅ ਵਾਸਤੇ ਹਮੇਸ਼ਾ ਸਾਨੂੰ ਜਾਂ ਮੈਸੇਜ ਕਰ ਸਕਦੇ ਹਾਂ ਜਾਂ ਸਾਡਾ ਫੇਸਬੁੱਕ ਦਾ ਪੇਜ ਹੈ ਥਿੰਕ ਇੰਸ਼ੋਰੈਂਸ। ਜਾਂ ਇਨਫੋਰਮੇਸ਼ਨ ਨਹੀਂ ਲਿਖੀ, ਫੋਨ ਭੁੱਲ ਗਏ, ਬਸ ਗੂਗਲ 'ਚ ਲਿਖਣਾ ਥਿੰਕ, ਉਸ ਤੋਂ ਬਾਅਦ ਕਿਸ ਕਰਕੇ ਫੋਨ ਕਰਨ ਲੱਗੇ ਸੀ ਇੰਸ਼ੋਰੈਂਸ। ਜੇ ਪਾਉਂਗੇ ਥਿੰਕ ਇੰਸ਼ੋਰੈਂਸ ਸਾਰੀ ਇਨਫੋਰਮੇਸ਼ਨ ਆ ਜਾਊਗੀ ਜੀ। 604 828 7213 ਜਾਂ ਅਲਬਰਟਾ 'ਚ 587 969 7213। ਧੰਨਵਾਦ ਤੁਹਾਡਾ ਗਿੱਲ ਸਾਹਿਬ ਨਾਲੇ ਜਿਹੜਾ ਤੁਸੀਂ ਉਪਰਾਲਾ ਕਰ ਰਹੇ ਸੀ ਪਿਛਲੇ ਦਿਨੋਂ, ਤੇ ਥੈਂਕ ਯੂ ਸੋ ਮਚ ਤੇ ਹੈਵ ਅ ਗੁੱਡ ਵੀਕਐਂਡ। ਥੈਂਕ ਯੂ ਗਿੱਲ ਸਾਹਿਬ। ਧੰਨਵਾਦ ਬਾਈ ਜੀ, ਧੰਨਵਾਦ। ਸ਼ੁਭ ਸ਼ਾਮਾਂ ਤੁਹਾਨੂੰ। 604 828 7213 ਪਰਮਿੰਦਰ ਸਿੰਘ ਹੋਣਾ ਦਾ ਨੰਬਰ ਹੈ। ਪੰਜਾਬ ਤੋਂ ਮਿੰਟੂ ਧਾਲੀਵਾਲ ਮੇਰੇ ਨਾਲ ਨੇ। ਮਿੰਟੂ ਧਾਲੀਵਾਲ ਹੋਣੀ ਤੁਸੀਂ ਸਾਰੇ ਜਾਣਦੇ ਹੋ, ਸਾਡੀਆਂ ਸਟੇਜਾਂ ਤੇ ਮਿੰਟੂ ਧਾਲੀਵਾਲ ਗਾਉਂਦਾ ਰਿਹਾ, ਵਧੀਆ ਗਾਇਕ ਹੈ। ਕਲਸੀਆਂ ਪਿੰਡ ਹੈ ਰਾਏਕੋਟ ਕੋਲ, ਪੰਜਾਬ ਗਿਆ ਹੈ। ਹਰ ਸਾਲ ਠੰਡ ਦੇ ਵਿੱਚ ਜਾਂਦਾ ਹੈ ਤੇ ਇਸ ਵਾਰ ਥੋੜੀ ਜਿਹੀ ਸਟੇ ਲੰਮੀ ਹੋ ਗਈ, ਪਰ ਗੱਲ ਰੇੜਕਾ ਇਸ ਗੱਲ ਦਾ ਪੈਂਦਾ ਹੈ ਕਿ ਹਰ ਰੋਜ਼ ਫੇਸਬੁੱਕ ਤੇ ਮਿੰਟੂ ਲਿਖਦਾ ਵੀ ਸਿਟੀਜ਼ਨ PR। ਉਹ ਕਹਿੰਦੇ ਅਸੀਂ PR ਆ, ਜੇ ਸਾਡੇ ਜਵਾਕ ਸਿਟੀਜ਼ਨ ਨੇ, ਘਰ ਵਾਲੀ ਸਾਡੀ ਸਿਟੀਜ਼ਨ ਆ, ਅਸੀਂ ਕਮਾਈ ਕਰਦੇ ਹਾਂ, ਸਾਡਾ ਕੋਈ ਹੀਲਾ ਨਹੀਂ। ਮਿੰਟੂ ਦੇ ਨਾਲ ਗੱਲਬਾਤ ਕਰਦੇ ਆ। ਧਾਲੀਵਾਲ ਜੀ ਸਵਾਗਤ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਤੇ ਆਪਣੇ ਸਰੋਤਿਆਂ ਨੂੰ ਸਾਰਿਆਂ ਨੂੰ, ਤੇ ਮਹਾਰਾਜ ਕਰੇ ਵੀ ਸਾਰੇ ਠੀਕ ਠਾਕ ਹੋਵੋਗੇ ਤੁਸੀਂ। ਬਾਕੀ ਗੱਲ ਬਿਲਕੁਲ ਤੁਸੀਂ ਵੈਸੇ ਦੱਸ ਹੀ ਦਿੱਤਾ। ਆਪਾਂ ਲਿਖਦੇ ਵੀ ਆਪਾਂ ਬਾਈ ਜੀ ਤਾਈਓ ਆ ਜਦੋਂ ਇੱਥੇ ਬੈਠਿਆਂ ਨੂੰ ਨਾ, ਜਿਵੇਂ ਕਹਿੰਦੇ ਹੁੰਦੇ ਵੀ ਫੀਲ ਹੁੰਦਾ ਯਾਰ ਆਪਾਂ ਨੂੰ। ਸਾਨੂੰ ਇੱਥੋਂ ਹੁਣ ਮੇਰੇ ਇਕੱਲੇ ਪਿੰਡ ਦੇ ਵਿੱਚ ਬਾਈ ਜੀ ਅਸੀਂ ਮੇਰੇ ਸਣੇ 22 ਜਾਣੇ ਆ ਅਸੀਂ, ਜਿਹਦੇ ਵਿੱਚ ਬੱਚੇ ਵੀ ਆ, ਬਜ਼ੁਰਗ ਵੀ ਆ, ਤੇ ਬਾਕੀ ਅਸੀਂ ਕੰਮ ਕਰਨ ਵਾਲੇ ਬੰਦੇ ਆ, ਜਿਹਦੇ ਵਿੱਚੋਂ ਓਲੀਵਰ ਤੋਂ ਵੀ ਫੈਮਿਲੀ ਆਈ ਹੋਈ ਆ। ਉਹਦਾ ਪਿੱਛੇ ਸਾਰਾ ਕਾਰੋਬਾਰ ਉੱਥੇ ਠੱਪ ਪਿਆ ਤੇ ਕੰਮਾਂ ਦੇ ਦਿਨ ਸੀਗੇ ਹੁਣ ਅੱਗੇ। ਬਾਕੀ ਮੈਂ ਇਹੀ ਜਿਹੜੇ ਸਾਡਾ ਭਾਈਚਾਰਾ ਇੱਥੇ ਬੈਠਾ, ਜਿਹੜੇ ਆਪਾਂ ਚੁਣ ਕੇ ਭੇਜੇ ਹੋਏ ਆ, ਮੈਂ ਉਹਨਾਂ ਨੂੰ ਫੇਰ ਇੱਕ ਬੇਨਤੀ ਕਰਦਾ, ਇੱਥੋਂ ਬੈਠਾ ਜਿਹੜੇ ਮੈਸੇਜ ਕਰੀ ਦਿਆ, ਕੋਈ ਸੁਣਵਾਈ ਤਾਂ ਵੈਸੇ ਹੋ ਨਹੀਂ ਰਹੀ। ਇਹ ਪ੍ਰਾਇਓਰਟੀ ਦੀਆਂ ਗੱਲਾਂ ਕਰਨ ਲੱਗ ਜਾਂਦੇ ਆ, ਸਿਟੀਜ਼ਨ ਨੂੰ ਪ੍ਰਾਇਓਰਟੀ ਆ ਹੋਣੀ ਚਾਹੀਦੀ ਆ। ਬਿਲਕੁਲ ਅਸੀਂ ਵੀ, ਸਾਡੇ ਬੱਚੇ ਆ, ਸਾਡੇ ਭਰਾ ਨੇ, ਸਾਡੇ ਬਜ਼ੁਰਗ ਆ। ਪਰ ਬਾਈ ਜੀ ਮੈਂ ਇਹਨਾਂ ਨੂੰ ਇੱਕ ਗੱਲ ਪੁੱਛਣੀ ਚਾਹੁੰਦਾ, ਜਿਹੜੇ ਪ੍ਰਾਇਓਰਟੀ ਦੇ ਵਿੱਚ ਇਹ ਬਜ਼ੁਰਗ ਲੈ ਕੇ ਗਏ ਆ, ਕੀ ਇਹ ਵੀਡੀਓ ਬਣਾ ਕੇ ਭੇਜ ਸਕਦੇ ਹੋ ਜਹਾਜ਼ ਚੋਂ? ਮੈਨੂੰ ਦਿਖਾਇਓ ਕਿੰਨੇ ਬਜ਼ੁਰਗ ਤੇ ਕਿਹੜੇ ਬੱਚੇ ਲੈ ਕੇ ਗਏ ਨੇ। ਇਹ ਪਤਾ ਨਹੀਂ ਕਿਹਨਾਂ ਨੂੰ ਲੈ ਕੇ ਜਾਂਦੇ, ਅਜੇ ਤੱਕ ਸਾਨੂੰ ਤਾਂ ਉਹੀ ਨਹੀਂ ਪਤਾ। ਜਿੰਨੇ ਬਜ਼ੁਰਗ ਬਾਈ ਜੀ ਇੱਥੇ ਆਏ ਨੇ, ਪਹਿਲੀ ਗੱਲ ਤਾਂ ਇਹ ਰਸਤੇ ਕੋਈ ਜਾਣਾ ਹੀ ਨਹੀਂ ਚਾਹੁੰਦਾ। ਕਿਉਂਕਿ ਉਹਨਾਂ ਦੀਆਂ ਪੈਨਸ਼ਨਾਂ ਨੇ ਜਿਹੜੀਆਂ ਉਹ ਐਕਸਟੈਂਡ ਹੋ ਗਈਆਂ ਨੇ। ਉਹ ਕਹਿੰਦੇ ਨਹੀਂ ਅਸੀਂ ਤਾਂ ਪੁੱਤ ਜਦੋਂ ਚੱਲੂਗਾ ਸਿੱਧੇ ਲੋਟ ਉਦੋਂ ਜਾਵਾਂਗੇ। 100 ਚੋਂ ਬਾਈ ਜੀ 1 ਜਾਂ 2 ਬਜ਼ੁਰਗ ਨੇ ਜਿਨ੍ਹਾਂ ਦੀਆਂ ਗੱਲਾਂ ਕਰਦੇ ਆ ਲਿਜਾਣ ਵਾਲਿਆਂ ਦੀਆਂ, ਉਹ ਹੈ ਹੀ ਨਹੀਂ। ਫੇਰ ਆ ਗਈ ਗੱਲ, ਦੂਸਰੀ ਗੱਲ ਆ ਜਿਵੇਂ ਸਾਡੀ ਏਅਰ ਕੈਨੇਡਾ ਖੜਾਈ ਖੜੇ ਨੇ, ਅਸੀਂ ਕਿੰਨੀ ਪੰਜਾਬੀਆਂ ਤੋਂ, ਪਹਿਲੀ ਗੱਲ ਤਾਂ ਪੰਜਾਬੀਆਂ ਤੋਂ ਬਣੀ, ਚਲੋ ਡਿਫਰੈਂਟ ਸਟੋਰੀ ਆ। ਦੂਜੀ ਗੱਲ 75% ਗਵਰਨਮੈਂਟ ਜਿਹੜੀ ਉਹਨਾਂ ਨੂੰ ਦੇ ਰਹੀ ਆ, ਕਿ ਉਹ ਮੈਂ ਇੱਕ PR ਦਾ ਮੇਰਾ ਉਹ 'ਚ ਪੈਸਾ ਹੈ ਨਹੀਂ ਜਿਹੜਾ ਉਹਨਾਂ ਨੂੰ ਦੇ ਰਿਹਾ 75% ਉਹਨਾਂ ਨੂੰ ਕਵਰ ਕਰਨ ਨੂੰ। ਅੱਛਾ ਪਹਿਲਾਂ ਉਹਨਾਂ ਨੇ ਇਹ ਕਹਿ ਕੇ ਬੰਦ ਕਰੀ ਵੀ ਦਿੱਲੀ ਏਅਰਪੋਰਟ ਬਣਦਾ, ਅਸੀਂ ਬੰਦ ਕਰਤੀਆਂ, ਠੀਕ ਆ, ਇਹ ਰੀਜ਼ਨੇਬਲ ਉਹਨਾਂ ਦਾ ਬਣਦਾ ਸੀ ਵੀ ਹਾਂ ਠੀਕ ਆ। ਪਰ ਹੁਣ ਤਾਂ ਮਾੜਾ ਜਿਹਾ ਹੋਲਡ ਕਰਿਓ, ਮਾੜਾ ਜਿਹਾ ਮਿੰਟੂ ਹੋਲਡ ਕਰਿਓ, ਇੱਕ ID ਚਲਾਉਣੀ ਆ, ਹੋਲਡ ਕਰਿਓ। ਹਾਂਜੀ ਵੀਰ ਜੀ ਕੰਟੀਨਿਊ ਕਰੋ। ਹਾਂਜੀ ਮੈਂ ਉਹੀ ਏਅਰ ਕੈਨੇਡਾ ਦੇ ਜਹਾਜ਼ਾਂ ਦੀ ਆਪਾਂ ਗੱਲ ਕਰ ਰਿਹਾ ਸੀ। ਮੈਂ ਵੀ ਠੀਕ ਆ ਪਹਿਲਾਂ ਨਹੀਂ ਚੱਲੇ, ਪਰ ਹੁਣ ਤੁਹਾਡੀ ਕਿਰਪਾ ਨਾਲ, ਨਿਊਟਨ ਸਿੱਧੂ ਦੀ ਕਿਰਪਾ ਨਾਲ, ਕਿਉਂਕਿ ਅਸੀਂ ਇੱਥੇ ਬੈਠੇ ਹਾਂ ਬਾਈ ਜੀ, ਅਸੀਂ ਇਹਨਾਂ ਗੱਲਾਂ ਨਾਲ ਵੱਧ ਜੁੜਨਾ, ਕਿਉਂਕਿ ਅਸੀਂ ਆਪਦੇ ਬੱਚਿਆਂ ਕੋਲੇ ਆਉਣਾ। ਸਾਨੂੰ ਪਲ ਪਲ ਅਸੀਂ ਜੋ ਇੱਥੇ ਹੋ ਰਿਹਾ, ਸ਼ਾਇਦ ਇੱਥੇ ਦੇ ਲੋਕਾਂ ਨਾਲ ਅਸੀਂ ਵੱਧ ਕਰੀਬ ਰਹਿੰਦੇ ਹਾਂ ਹਰ ਗੱਲ ਦੇ। ਜਿਉਂਦਾ ਰਹੇ ਬਾਈ ਨਿਊਟਨ ਸਿੱਧੂ। ਜਿੰਨੀ ਵਾਰੀ ਮੈਸੇਜ ਕਰਿਆ ਯਾਰ ਬੰਦੇ ਨੇ, ਐਵੇਂ ਕਹੀਏ ਜਾਣੀ ਵੈਲਕਮ ਹੀ ਕੀਤਾ, ਕੋਈ ਏਦਾਂ ਦੀ ਗੱਲ ਨਹੀਂ। ਚਲੋ ਉਹ ਠੀਕ ਆ, ਜੋ ਨਹੀਂ ਸਿਰੇ ਚੜਿਆ, ਜਿਨ੍ਹਾਂ ਨੇ ਨਹੀਂ ਚੜਨ ਦਿੱਤਾ ਉਹਨਾਂ ਦੀ ਵੀ ਮਿਹਰਬਾਨੀ, ਪਰ ਰਾਹ ਤਾਂ ਖੁੱਲਿਆ ਨਾ ਐਟਲੀਸਟ। ਹੁਣ ਏਅਰ ਕੈਨੇਡਾ ਕਿਉਂ ਘਰੇ ਖੜਾ ਕੇ ਰੱਖੀ ਹੋਈ ਆ? ਕੀ ਗੱਲ ਆ, ਵੀਕ ਦੇ ਵਿੱਚ 4-5 ਫਲਾਈਟਾਂ ਲਿਜਾ ਕੇ ਕਿੰਨੇ ਕੁ ਬੰਦਿਆਂ ਬਾਈ ਜੀ ਅਸੀਂ ਇੱਥੇ
ਕੋਈ ਵਾਲੇ ਨਹੀਂ ਐਡੇ। ਜਿਹੜੇ ਕੈਨੇਡਾ ਤੋਂ ਕੋਈ ਬੰਦਾ ਪੰਜਾਬ ਚ ਆਉਂਦਾ ਬਾਈ ਜੀ 1 ਮਹੀਨੇ ਲਈ ਮਸਾਂ ਆਉਂਦਾ। ਹੁਣ ਤੁਸੀਂ ਆਪ ਹੀ ਦੇਖ ਲਓ ਵੀ ਮਹੀਨਾ ਤਾਂ ਬੰਦ ਹੋਏ ਨੂੰ ਹੋ ਗਿਆ। ਇੰਨੀ ਦੂਰ ਤੱਕ ਤਾਂ ਬਾਈ ਜੀ ਟਿਕਟਾਂ ਹੀ ਨਹੀਂ ਹੁੰਦੀਆਂ ਬੰਦਿਆਂ ਕੋਲੇ। ਇਹਨਾਂ ਤੋਂ ਹਜੇ ਤੱਕ ਬੰਦੇ ਨਹੀਂ ਲਿਜਾਏ ਗਏ। ਉੱਥੇ 70,000 ਜੋ 80,000 ਇੰਨਾ ਚਿਰ ਕਿਹੜਾ ਬੰਦਾ ਆਉਂਦਾ ਮੈਨੂੰ ਦੱਸੋ ਤਾਂ। ਜੇ ਰੈਗੂਲਰ ਫਲਾਈਟਾਂ ਚੱਲ ਜਾਣਾ ਬਾਈ ਜੀ ਕਦੋਂ ਨੂੰ ਬੰਦੇ ਆਉਣ ਮੁੜੇ ਆਉਣੇ ਵੀ। ਇਹਨਾਂ ਤੋਂ ਹਜੇ ਤੱਕ ਲਿਜਾਏ ਨਹੀਂ ਜਾ ਰਹੇ। ਪਤਾ ਨਹੀਂ ਕੀ ਰੀਜ਼ਨ ਆ, ਕੀ ਗੱਲ ਆ, ਕੀ ਬਾਤ ਆ। ਬਾਕੀ ਗੱਲ ਪੀਆਰ ਵਾਲੀ ਬਾਈ ਜੀ ਗੱਲ ਵੀ ਪੀਆਰ ਦਾ ਐਡਾ ਵਕਵਾ ਕਿਉਂ ਪਾਇਆ ਹੋਇਆ। ਚਲ ਉਹ ਵੀ ਛੱਡੋ। ਇੱਥੇ ਤਾਂ ਸਿਟੀਜ਼ਨ ਜੀ ਬੱਚੇ ਸਾਡੇ ਮੁੰਡਾ ਪਿੰਡ ਪੱਪਾ ਉਹਦੀਆਂ ਬੱਚੀਆਂ ਨੇ ਇੱਥੇ ਨਾਲ ਆਈਆਂ ਉੱਥੋਂ ਦੀਆਂ ਸਿਟੀਜ਼ਨ। ਮੇਰਾ ਬੱਚਾ ਇੱਥੇ 3.5 ਸਾਲ ਦਾ ਨਾਲ ਮੇਰੀ ਬੱਚੀ ਆ ਉਹ ਵੀ ਬੋਰਨ ਕੈਨੇਡੀਅਨ ਆ। ਮੇਰਾ ਬੇਟਾ ਤੇ 3.5 ਸਾਲ ਦਾ ਬੇਟਾ ਤੇ 10 ਸਾਲ ਦੀ ਬੱਚੀ ਆ। ਘਰੇ ਇਕੱਲੀ ਵਾਈਫ ਆ। ਹੁਣ ਮੈਨੂੰ ਦੱਸੋ ਇਹਨਾਂ ਦੇ ਜਿਹੜੇ ਭਾਈ ਸਾਹਿਬ ਬੈਠੇ ਨੇ ਜਿਹੜੇ ਸਾਡੀ ਸਰਕਾਰ ਦੇ ਦਰਬਾਰੇ ਵੀ ਕਰੋਨਾ ਵਾਇਰਸ ਦੇ ਵਿੱਚ ਜਦੋਂ ਕਿਤੋਂ ਗਰੋਸਰੀ ਲੈਣ ਜਾਂਦੀ ਆ ਮੇਰੇ ਦੋਨੇ ਬੱਚਿਆਂ ਨੂੰ ਨਾਲ ਲੈ ਕੇ ਜਾਂਦੀ ਆ ਲਾਈਨ 'ਚ ਖੜਨ ਲਈ। ਇਹ ਕਿਸੇ ਨੂੰ ਗੱਲਾਂ ਯਾਦ ਨੇ ਇੱਥੇ ਬੈਠੇ। ਪਰ ਮੈਂ ਮੇਰੇ ਦਿਲ ਦੀ ਤਮੰਨਾ ਬਾਈ ਜੀ ਤੇ ਮੈਂ ਆਪਣੇ ਪੰਜਾਬੀ ਭਾਈਚਾਰੇ ਨੂੰ ਇੱਕ ਗੱਲ ਕਹਿਣੀ ਚਾਹੁੰਦਾ। ਵਾਕਿਆ ਹੀ ਇਹ ਇਕੱਲੀ ਹਰਜੀਤ ਗਿੱਲ ਦੇ ਰੇਡੀਓ ਸਟੇਸ਼ਨ ਦੀ ਗੱਲ ਨਹੀਂ। ਮੈਂ ਜਿੱਥੇ ਮਰਜ਼ੀ ਕਰਾ ਲੈਣ। ਆਪਾਂ ਅੱਜ ਜੋ ਆਪਣੇ ਨਾਲ ਹੋਇਆ ਹੁਣ ਸਾਡੇ ਨਾਲ ਇੱਥੇ ਬੈਠਿਆ ਨਾ ਹੋਇਆ। ਆਪਾਂ ਬਾਈ ਜੀ ਸੈਕੰਡ ਕੈਨੇਡੀਅਨ ਆ। ਇਹ ਕੋਈ ਕਹੇ ਕੋਈ ਮੰਨੇ ਕੋਈ ਨਾ ਮੰਨੇ ਪਰ ਜਿੱਦਣੇ ਬਾਈ ਰਹਿਣਾ ਤਾਂ ਅਸੀਂ ਇੱਥੇ ਵੀ ਹੈ ਨਹੀਂ। ਆਵਾਂਗੇ ਕਿਸੇ ਦਿਨ ਕੋਈ ਗੱਲ ਨਹੀਂ। ਪਰ ਮੈਂ ਕੋਸ਼ਿਸ਼ ਕਰੂੰਗਾ ਮੈਂ ਆਪਦੇ ਬੰਨਿਓ ਜੇ ਲੋਕ 4 ਜੁੜਨਗੇ ਮੈਂ ਪਟੀਸ਼ਨ ਦਾਇਰ ਕਰਵਾਊਂਗਾ ਜਿੱਥੇ ਤੱਕ ਮੇਰਾ ਜ਼ੋਰ ਚੱਲਿਆ ਵੀ ਜਿਹੜੇ ਬੰਦਿਆਂ ਨੇ ਸਾਡੇ ਨਾਲ ਐ ਕਰੀ ਉਹ ਅਸਤੀਫਾ ਦੇਣ। ਸਾਨੂੰ ਇਹੋ ਜਿਹੇ ਬੰਦਿਆਂ ਦੀ ਲੋੜ ਨਹੀਂ ਬਾਈ ਜੀ। ਬਹੁਤ ਦੁਖੀ ਇੱਥੇ ਬੱਚਿਆਂ ਨੂੰ ਯਾਰ ਉਹ ਜਿਹਾ ਫੂਡ ਨਹੀਂ ਮਿਲਦਾ। ਥੈਂਕ ਯੂ ਤੁਹਾਡਾ ਬਾਈ ਜੀ। ਹੁਣ ਜਿਹੜੀ ਮਿੰਟੂ ਹੁਣ ਮੈਨੂੰ ਇਹ ਦੱਸਿਓ ਚਲੋ ਇਹ ਤਾਂ ਗੱਲ ਹੈ। ਹੁਣ ਜਿਹੜੀ ਬੱਚੇ ਨੇ ਛੋਟੇ ਹੁਣ ਕੀ ਇਮੀਡੀਏਟ ਜਿਹੜੀ ਗਰਮੀ ਕਿੰਨੀ ਕਾ ਜਵਾਕਾਂ ਦੀ ਤੰਗੀ ਕੀ ਹੈ ਹੁਣ ਇਹ ਮੈਨੂੰ ਨਹੀਂ ਲੱਗਦਾ ਮਈ ਦੇ ਪਹਿਲੇ ਹਫ਼ਤੇ ਖੁੱਲੂ। ਫਿਰ ਪੀਆਰ ਜਿਹੜੇ ਨੇ ਜਿਵੇਂ ਕਹਿੰਦੇ ਨੇ ਸਿਟੀਜ਼ਨ ਨਾਲ ਪੀਆਰ ਆ ਸਕਦਾ। ਤੁਸੀਂ ਕੋਸ਼ਿਸ਼ ਕਰੋ ਜਿਹੜੀਆਂ 7-8 ਫਲਾਈਟਾਂ ਅੰਮ੍ਰਿਤਸਰ ਤੋਂ ਸ਼ੁਰੂ ਹੋਣੀਆਂ ਉਹਦੇ ਲਈ ਰਜਿਸਟਰਡ ਕਰੋ। ਕੀਤਾ ਉਹਦੇ ਲਈ ਬਾਈ ਜੀ ਬਾਈ ਜੀ ਅਸੀਂ ਕਰਿਆ ਹੋਇਆ ਸਾਰਾ ਕੁਛ। ਅਸੀਂ ਕੰਟੈਕਟ ਵੀ ਕਰ ਰਹੇ ਹਾਂ ਅਫਸਰ MLA ਸਾਹਿਬ ਨੂੰ ਤੇ ਸਾਰਾ ਕੁਛ ਕਰ ਰਹੇ ਹਾਂ। ਹਾਂ ਲੈ ਕੇ ਜਾਵਾਂਗੇ ਹਜੇ ਤੱਕ ਤਾਂ ਇਸ ਨੇ ਆਇਆ। ਬਾਕੀ ਤੁਸੀਂ ਜਿਹੜਾ ਕੁਐਸਚਨ ਪੁੱਛਿਆ ਹੁਣ ਸਾਡੇ ਜਿਵੇਂ ਸਾਡੇ ਪਿੰਡ ਤੁਹਾਨੂੰ ਦੱਸਿਆ ਸੀ 3-4 ਫੈਮਲੀਆਂ ਆਈਆਂ। ਮੇਰੇ ਬੱਚੇ ਸਿਰਫ ਉੱਧਰ ਆ ਬਾਕੀ ਸਾਰਿਆਂ ਦੇ ਬੱਚੇ ਨਾਲ ਆ। ਨਾ ਤਾਂ ਬਾਈ ਜੀ ਇੱਥੋਂ ਫੂਡ ਮਿਲਦਾ ਬੱਚਿਆਂ ਵਾਲਾ ਆਪਣੇ ਵਾਲਾ। ਇੱਥੋਂ ਸਾਰਾ ਕੁਛ ਲੋਕਡਾਊਨ ਆ। ਗਰਮੀ ਇੱਥੇ ਲੋਹੜੇ ਦੀ ਹਨਾ। AC ਵੀ ਹੈਗੇ ਆ ਬਟ ਸਭ ਕੁਝ ਠੀਕ ਆ। ਬਟ ਬੱਚੇ ਕਰਨ ਕੀ ਸਿਰ ਵੱਢ ਉਹ ਉਦੋਂ ਕਹਿੰਦੇ ਆ ਵੀ ਆਪਾਂ ਕੈਨੇਡੀਅਨ ਹੀ ਆ ਯਾਰ। ਉਹ ਸਾਨੂੰ ਹੀ ਪੁੱਛੀ ਜਾਂਦੇ ਆਪਾਂ ਹੈ ਕੈਨੇਡੀਅਨ ਹੀ। ਸ਼ਰਮ ਆਉਂਦੀ ਆ ਬਾਈ ਜੀ। ਐਡਾ ਵੱਡਾ ਕੰਟਰੀ ਆ ਤੇ ਜਦੋਂ ਕਿਤੇ ਗੱਲ ਚੱਲਦੀ ਆ ਮੈਂ ਲਬਨਾਨ 'ਚ ਰਹਿ ਕੇ ਆਇਆ ਸੀ ਬਾਈ ਜੀ। ਇਸੇ ਕੈਨੇਡਾ ਨੇ ਆਪਦੇ ਚਿੱਟੇ ਕੈਨੇਡੀਅਨ ਉੱਥੋਂ ਕੱਢੇ 2006 'ਚ ਤੇ ਸਾਨੂੰ ਸ਼ਿਪ ਦੇ ਵਿੱਚ ਸਾਡੇ ਆਪਣੇ ਮਨਮੋਹਨ ਸਿੰਘ ਜੀ ਲੈ ਕੇ ਆਇਆ ਸੀ। ਉਦੋਂ ਕਿਵੇਂ ਜਹਾਜ਼ ਆ ਗਏ ਸੀ। ਇਹ ਬਾਈ ਜੀ ਸਾਡੇ ਤਾਂ ਗਿਲੇ ਆ ਰੁੱਸੇ ਆ ਤੰਗੀ ਆ ਬਾਈ ਜੀ। ਤੰਗੀ ਹੈ ਕਿਉਂ ਨਹੀਂ। ਬੱਚਿਆਂ ਦੀ ਵੱਧ ਤੰਗੀ ਆ। ਚਲ ਆਪਾਂ ਤਾਂ ਇੱਥੇ ਜੰਮੇ ਜਾਏ ਆ ਕੋਈ ਗੱਲ ਨਹੀਂ। ਕਿਤੇ ਮੋਟਰ ਤੇ ਜਾ ਕੇ ਬਹਿ ਜਾਂਦੇ ਆ ਕਿਤੇ 4 ਭਾਈ ਕਿਤੇ ਬਾਹਰ ਘੁੱਟ ਬਹਿ ਲਈਦਾ। ਬੱਚੇ ਕਿੱਥੇ ਜਾਣ ਕਿਹੜੀ ਪਾਰਕ ਹੈ ਤੇ ਕਿਹੜਾ ਫੂਡ ਆ। ਕੋਈ ਠੰਡਾ ਨਹੀਂ ਮਿਲਦਾ ਕੋਈ ਜੂਸ ਨਹੀਂ ਮਿਲਦਾ ਬਾਈ ਜੀ। ਜਿੰਨਾ ਵੀ ਸਾਡੇ ਬੱਚੇ 1 ਮਿੰਟ ਨਹੀਂ ਸਾਰਦੇ। ਤੁਹਾਨੂੰ ਪਤਾ ਇਹ ਗੱਲ। ਬਿਲਕੁਲ ਠੀਕ ਹੈ ਬਿਲਕੁਲ ਠੀਕ। ਇਹ ਗੱਲ ਇਹੀ ਦੁੱਖ ਇਹ ਆ ਮਿੰਟੂ ਤੁਸੀਂ ਇੱਥੇ ਪ੍ਰੋਗਰਾਮ ਸੁਣ ਕੇ ਪੈਂਦੇ ਹੋ। ਦੇਖੋ ਅਸੀਂ ਕੋਸ਼ਿਸ਼ ਕੀਤੀ 17 ਦਿਨ ਕਿਸੇ ਤੋਂ ਕੋਈ ਕਮਿਸ਼ਨ ਨਹੀਂ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ। ਜਿਨ੍ਹਾਂ ਨੇ ਪੈਸੇ ਦਿੱਤੇ ਡਾਲਰ ਦਿੱਤੇ ਸਭ ਦੇ ਮੋੜ ਦਿੱਤੇ ਆ। ਕੋਈ ਇਹਦੇ ਵਿੱਚ ਮੈਂ ਹੁਣ ਇੱਕ ਬੰਦਾ ਕਹਿ ਹੀ ਸਕਦਾ ਹੁਣ ਜਿਹੜਾ ਜਿਹਨੇ ਕੋਈ ਦੋਸ਼ ਲਾਉਣਾ ਉਹਨੂੰ ਮੈਂ ਰੋਕ ਨਹੀਂ ਸਕਦਾ। ਪਰ ਇੱਕ ਦਿਨ ਵੀ ਕੋਈ ਰਾਜਨੀਤੀ ਨੇ ਗੱਲ ਕੀਤੀ ਕੋਈ ਕੁਛ ਨਹੀਂ। ਨੰਬਰ 2 ਵਿਰੋਧ ਤਾਂ ਉਹ ਕਰਦੇ ਜਿਹੜੇ ਇੱਥੇ ਰੇਸ਼ਮੀ ਕੰਬਲਾਂ 'ਚ ਸੌਂਦੇ ਆ ਰਾਤ ਨੂੰ। ਵਿਰੋਧ ਤਾਂ ਵੀ ਉਹ ਕਰਦਾ ਵਿਰੋਧ ਤਾਂ ਕਰਾਉਂਦੇ ਵੀ ਉਹ ਆ ਜਿਹੜੇ ਇੱਥੇ ਬੈਠੇ ਆ। ਪੰਜਾਬ ਤੋਂ ਆਇਆ ਬੰਦਾ ਕੋਈ ਮੈਂ ਜਦ ਤੁਸੀਂ ਆ ਗਏ ਕੋਸ਼ਿਸ਼ ਕਰਕੇ ਰੇਡੀਓ ਤੇ ਇਕੱਠ ਕਰਨਾ ਜਿੰਨੇ ਬੰਦੇ ਇਕੱਠੇ ਹੋਣੇ ਤੇ ਉਹਨਾਂ ਤੋਂ ਕਹਾਇਓ ਵੀ ਕਿਸੇ ਕੋਈ ਬੰਦਾ ਸਾਡੇ ਖਿਲਾਫ ਬੋਲ ਕੇ ਦੱਸ। ਗੱਲ ਤਾਂ ਇਹ ਆ ਇੱਥੇ ਬੈਠੇ ਵਾਲਿਆਂ ਨੂੰ ਨਾ ਇਹਨਾਂ ਨੇ ਜਾਣਾ ਨਾ ਇਹਨਾਂ ਨੇ ਆਉਣਾ। ਚੁੱਲ੍ਹੇ ਟੈਕਸ ਇਹਨਾਂ ਦੇ ਮਾਫ ਹੋਏ ਹੋਏ ਨੇ ਪਿੱਛੋਂ ਉਹਨਾਂ ਤੋਂ ਸੁਣ ਲਓ ਬਈ ਆਹ ਹੋ ਗਿਆ। ਗੱਲ ਜਿਹੜਾ ਬੰਦਾ ਮੁਸ਼ਕਲ 'ਚ ਉਹਨੂੰ ਪੁੱਛੋ ਵੀ ਸਾਡੇ ਇੱਕ ਸ਼ਬਦ ਹੀ ਲਿਖਿਆ ਹੋਇਆ 7000 ਬੰਦੇ ਦੇ ਫੋਨ ਆਨਸਰ ਕਰਨੇ ਬਹੁਤ ਵੱਡੀ ਗੱਲ ਹੈ। ਜਿਹੜੇ ਡੈਜ਼ਿਗਨੇਟਡ ਸੀ ਜਿਨ੍ਹਾਂ ਕੋਲ 3-3 ਸਟਾਫ ਰੱਖਿਆ ਦਫ਼ਤਰਾਂ 'ਚ ਉਹਨਾਂ ਤੋਂ ਨਹੀਂ ਫੋਨ ਚੱਕ ਹੋਏ। ਅਸੀਂ ਦਿਨ ਰਾਤ 18 ਦਿਨ ਚੱਕਦੇ ਰਹੇ ਹਾਂ ਫੋਨ ਤੇ ਉਹਦੀ ਵੀ ਹਾਲੇ ਤੱਕ ਕਲੀਅਰ ਨਹੀਂ ਕੀਤੀ ਵੀ ਸਾਨੂੰ ਇਹਨਾਂ ਨੇ ਜਵਾਬ ਦਿੱਤਾ। ਕੋਈ ਸਾਨੂੰ ਲੈਟਰ ਨਹੀਂ ਇਹਨਾਂ ਦਾ ਜਿਹੜਾ ਕੌਂਸੂਲੇਟ ਨੇ ਇੰਡੀਅਨ ਹਾਈ ਕਮਿਸ਼ਨ ਨੂੰ ਦਿੱਤਾ ਕਿਉਂਕਿ ਜਿਹੜੀ ਈਮੇਲ ਵਗੈਰਾ ਸਾਰੀ ਨਹੀਂ ਕਰਦੇ ਸੀ। ਜਿਹੜਾ ਕੁਛ ਦੱਸਦੇ ਸੀ ਪ੍ਰੋਗਰਾਮ 'ਚ ਆ ਕੇ ਮੈਂ ਕਨਵੇ ਕਰਦਾ ਸੀ। ਮੇਰਾ ਜਿਹੜਾ ਰੋਲ ਸੀ ਉਹ ਇੰਨਾ ਹੀ ਸੀ
ਪਰ ਉਹਦੀ ਵਿਰੋਧਤਾ ਕਿਉਂਕਿ ਮੈਂ ਇੱਕ ਇਲੈਕਸ਼ਨ ਲੜੀ ਆ, ਮੁੜ ਮੁੜ ਕੇ ਉੱਥੇ ਲਿਆ ਕੇ ਜਿਹੜੇ ਖੜਾਉਂਦੇ ਰਹੇ ਨਾਲ ਦਾ ਸਾਰਾ ਭਾਈਚਾਰਾ। ਕਈ ਕਹਿੰਦੇ ਕਰੜੇ ਬੋਲਨੇ, ਹੁਣ ਮੈਂ ਹੱਥ 'ਚ ਡੋਲੂ ਮੋਢੇ ਤੇ ਪਰਨਾ ਮਿੱਤੇ ਤਾਂ ਰੱਖ ਨਹੀਂ ਹੁੰਦਾ। ਤੁਹਾਡੇ ਕਿਸਮਤ 'ਚ ਆ ਇਹ, ਤੁਸੀਂ ਮੂਹਰੇ ਪੈਰਾਂ ਭਾਰ ਬਹਿ ਜਾਂਦੇ ਹੋ, ਅਗਲੇ ਦੇ ਸੱਤ ਤਾਂ ਬਹਿ ਨਹੀਂ ਹੁੰਦਾ। ਮੈਂ ਤਾਂ ਜਿਹੜੀ ਗੱਲ ਸਹੀ ਕਰਨੀ ਆ ਉਹੀ ਹੈ। ਸ਼ਬਦ ਕਰੜੇ ਹੋਣ, ਸ਼ਬਦ ਰੇਡੀਓ ਦੇ ਮਰਿਆਦਾ 'ਚ ਹੋਣ। ਤੁਹਾਡੀ ਮਰਿਆਦਾ ਮੈਨੂੰ ਪਤਾ ਤੇ ਤੁਹਾਡੀ ਔਕਾਤ ਵੀ ਮੈਨੂੰ ਪਤਾ, ਜਿਹੜੀ ਤੁਹਾਡੀ ਮਰਿਆਦਾ ਤੁਹਾਡੀ ਔਕਾਤ ਦੋਨੇ ਪਤਾ ਮੈਨੂੰ। ਸੋ ਇਹ ਜਿਹੜੀ ਇੱਥੇ ਵਿਰੋਧਤਾ ਹੋਈ ਹੈ ਉਹ ਵਿਰੋਧ ਦੀਆਂ ਨਿੱਜੀ ਸੌੜੇ ਹਿੱਤਾਂ ਕਰਕੇ ਹੋਈ ਹੈ। ਕਿਸੇ ਨੇ ਉਸ ਮੂਹਰੇ ਇਲੈਕਸ਼ਨ ਲੜਨੀ ਹੈ, ਕਿਸੇ ਨੇ ਕਿਸੇ ਦੇ ਕਹੇ ਤੇ ਟੂਟੀ ਘੁਮਾਤੀ, ਉਹ ਲੱਗੇ ਰਹੇ। ਪਰ ਜਿਹੜਾ ਇੱਥੇ ਬੈਠਾ ਬੰਦਾ ਹੈ ਉਹ ਸਾਨੂੰ ਮਾੜਾ ਨਹੀਂ ਕਹਿੰਦਾ, ਉਹ ਸਾਨੂੰ ਪਤਾ ਉਹ ਸਾਨੂੰ ਕੀ ਕਹਿੰਦਾ। ਅਖੀਰ 'ਚ ਕੀ ਕਹਿਣਾ ਚਾਹੁੰਦੇ ਮਿੰਟੂ? ਬਸ ਬਾਈ ਜੀ ਜਿਉਂਦੇ ਬਾਜਰਾ, ਥੈਂਕ ਯੂ। ਕੋਈ ਗੱਲ ਨਹੀਂ, ਬਸ ਜੋ ਹੋ ਰਿਹਾ ਪਤਾ। ਮੈਂ ਬਸ ਸਾਡੇ ਆਪਣੇ ਸਰੋਤਿਆਂ ਨੂੰ ਜਿੰਨੇ ਕੁ ਆਪਣੇ ਪ੍ਰੋਗਰਾਮ ਸੁਣਦੇ ਆ, ਜਿੰਨੇ ਮੇਰੀ ਆਵਾਜ਼ ਸੁਣਦੇ ਆ, ਇੱਕ ਗੱਲ ਜ਼ਰੂਰ ਇਹ ਗੱਲ ਤੇ ਨਾ ਕਹੋ ਵੀ ਚੱਲ ਜੀ ਤੇ ਪਈ ਆ ਯਾਰ ਹੋਊ, ਅਸੀਂ ਤਾਂ ਆਪਦਾ ਟਰੱਕ ਲਈ ਫਿਰਦੇ ਆ, ਅਸੀਂ ਤਾਂ ਆਪਦਾ ਕੰਮ ਕਰਦੇ ਆ, ਆਪਾਂ ਕੀ ਲੈਣਾ ਦੇਣਾ, ਹਨਾ। ਇਹ ਨਾ ਸੋਚਿਓ ਇਹ ਪਤਾ ਨਹੀਂ ਕੀ ਦੇਣਾ ਦੇਣਾ, ਅੱਗੇ ਆਪਣੇ ਬੱਚਿਆਂ ਲਈ ਕੁਛ ਆਪਾਂ ਵਧੀਆ ਕਰੀਏ। ਜੇ ਇੰਨੀ ਆਪਣਾ ਯੋਗਦਾਨ ਆ ਨਾ ਇਹਦੇ ਵਿੱਚ, ਆਪਣਾ ਇੰਡਸਟਰੀ ਚਲਾਉਣ 'ਚ, ਸਰਕਾਰ ਨੂੰ ਸਾਰਾ ਕੁਝ ਕਰਨ ਦੇ ਵਿੱਚ, ਤੇ ਉੱਥੇ ਆਪਣਾ ਕੋਈ ਇੱਜ਼ਤ ਵਾਲਾ ਪਾਸਾ ਵੀ ਆਪਾਂ ਨਾਲ ਰੱਖੀਏ। ਧੰਨਵਾਦ ਜੀ। ਧੰਨਵਾਦ। ਖਿਆਲ ਰੱਖੋ ਆਪਣਾ ਤੇ ਚੜ੍ਹਦੀ ਕਲਾ 'ਚ ਰਹੋ। ਕੋਈ ਗੱਲ ਨਹੀਂ, ਬਣ ਜਾਣਾ ਹੀਲਾ ਕੋਈ ਨਾ ਕੋਈ। ਅੱਜ ਨਹੀਂ, ਹੋਰ 2 ਹਫ਼ਤੇ ਨੇ। ਹਾਂ, ਥੈਂਕ ਯੂ। ਸਤਿ ਸ਼੍ਰੀ ਅਕਾਲ। ਵਪਾਰਕ ਸੰਦੇਸ਼ਾਂ ਤੋਂ ਬਾਅਦ ਤੋਂ ਗੱਲਬਾਤ ਕਰਾਂਗੇ। ਕੋਸ਼ਿਸ਼ ਕਰਦੇ ਹਾਂ ਬਾਈ ਜੀ ਬਰਾੜ ਭਗਤਾ ਭਾਈ ਕੇ, ਉਹ ਵੀ ਇੱਥੋਂ ਗਏ ਹੋਏ ਨੇ, ਭਗਤੇ ਪਿੰਡ 'ਚ ਨੇ। ਗੱਲਬਾਤ ਉਹਨਾਂ ਨਾਲ ਕੋਸ਼ਿਸ਼ ਕਰਦੇ ਹਾਂ, ਜੇ ਜਾਗ ਪਏ ਤਾਂ ਉਹਨਾਂ ਨੂੰ ਪੁੱਛਦੇ ਹਾਂ ਕਿ ਪੰਜਾਬ ਦੇ ਹਾਲਾਤ ਕੀ ਨੇ। NRE ਜਿਹੜੇ ਕੈਨੇਡੀਅਨ ਗਏ ਹੋਏ ਨੇ ਉਹ ਕਿਸ ਤਰ੍ਹਾਂ ਮਹਿਸੂਸ ਕਰਦੇ। ਹੁਣੇ ਆਉਂਦੇ ਹਾਂ ਬਾਸ। ਬਾਈ ਜੀ ਉਹਨਾਂ ਨਾਲ ਕੋਸ਼ਿਸ਼ ਕਰ ਰਹੇ ਹਾਂ। ਬਾਈ ਜੀ ਬਰਾੜ ਹੋਣੀ, ਸੁਖਵਿੰਦਰ ਸਿੰਘ ਬਰਾੜ ਭਗਤਾ ਭਾਈ ਕਾ, ਵਧੀਆ ਲਿਖਦੇ ਨੇ, ਨਾਲ TV ਤੇ ਵੀ ਉਹ ਕੰਮ ਕਰਦੇ ਆ। ਪਿੰਡ ਗਏ ਹੋਏ ਆ, ਉਹ ਉਠਾਇਆ ਤਾਂ ਹੈ ਉਹਨਾਂ ਨੂੰ, ਤੇ ਹੁਣੇ ਗੱਲਬਾਤ ਸ਼ੁਰੂ ਕਰਦੇ ਆ। ਕਾਲਰ ਵੀ ਕੋਸ਼ਿਸ਼ ਕਰ ਰਹੇ ਨੇ। ਖੈਰ ਆਪਾਂ ਇਸ ਤੋਂ ਅੱਗੇ ਚੱਲਾਂਗੇ ਬਾਈ ਜੀ ਬਰਾੜ ਉਹਨਾਂ ਨਾਲ ਗੱਲਬਾਤ ਕਰਕੇ, ਕਿਉਂਕਿ ਇਹ ਗੱਲ ਆਪਾਂ ਬਹੁਤ ਦਿਨਾਂ ਦੀ ਕਰ ਲਈ। ਹੁਣ ਇਹਨੂੰ ਆਪਾਂ ਪਤਲਾ ਕਰਕੇ ਦੁੱਧ ਨੂੰ ਕੁਛ ਫਾਇਦਾ ਨਹੀਂ, ਜਿਹੜਾ ਤੁਹਾਨੂੰ ਸਭ ਪਤਾ ਇਹ ਅਸਲ ਕਹਾਣੀ ਕੀ ਹੋਈ ਹੈ। ਤੇ ਲੋਕਾਂ ਦਾ ਹੀ ਕੰਮ ਹੈ ਇਹ, ਲੋਕ ਆਪੇ ਹੀ ਨਜਿੱਠਣ। ਅਸੀਂ ਗਲਤ ਹੈ ਤਾਂ ਸਾਨੂੰ ਜਿਹੜਾ ਹੈ ਉਹ ਸੋਚ ਲੈਣ। ਤੇ ਜੇ ਸਰਕਾਰ ਗਲਤ ਕਰ ਰਹੀ ਹੈ ਉਹਨਾਂ ਨੂੰ ਪੁੱਛਣ। ਮੇਰੇ ਨਾਲ ਬਾਈ ਜੀ ਬਰਾੜ ਭਗਤਾ ਭਾਈ ਕੇ ਨੇ, ਉਹਨਾਂ ਨਾਲ ਗੱਲਬਾਤ ਕਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਗਿੱਲ ਸਾਹਿਬ, ਸਾਰੇ ਆਪਣੇ ਰੇਡੀਓ ਦੇ ਸਰੋਤਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪੂਰੇ ਕਾਇਮ ਹੋ ਕੇ ਬੋਲਦੇ ਹੋ। 1 ਵੱਜ ਗਿਆ, ਨੀਂਦ ਕੱਢ ਲਈ ਲੱਗਦਾ। ਨੀਂਦ ਤੁਹਾਨੂੰ ਪਤਾ ਜੀ ਵੀ ਲਾਕਡਾਊਨ ਕਰਕੇ ਦਿਨੇ ਸੌਂ ਜਾਈਦਾ ਤੇ ਰਾਤ ਨੂੰ ਫਿਰ ਜਾਗੀਦਾ ਜੀ। ਫਿਰ 2 ਵਜੇ ਤੋਂ ਪਹਿਲਾਂ ਤਾਂ ਨੀਂਦ ਹੀ ਨਹੀਂ ਆਉਂਦੀ। ਅੱਛਾ, ਹੁਣ ਇਹਨੂੰ ਕਿਉਂਕਿ ਤੁਸੀਂ ਲਿਖਦੇ ਹੋ, ਤੁਸੀਂ ਵਾਚਦੇ ਹੋ, ਤੁਸੀਂ ਸਾਰਾ ਕੁਝ ਤੁਹਾਨੂੰ ਪਤਾ ਇੱਥੇ ਕੀ ਕੋਸ਼ਿਸ਼ ਹੋ ਰਹੀ ਹੈ ਕੈਨੇਡੀਅਨ ਸਰਕਾਰ ਦੀ, ਜਾਂ ਅਸੀਂ ਜਿੰਨੀ ਕਿ ਦਿਮਾਣੀ ਜੀ ਕੋਸ਼ਿਸ਼ ਕੀਤੀ। ਅੱਛਾ, ਪਹਿਲਾਂ ਤਾਂ ਇਹ ਦੱਸੋ ਬਈ ਐਜ਼ ਏ ਕੈਨੇਡੀਅਨ, ਐਜ਼ ਏ PR, ਮੈਨੂੰ ਨਹੀਂ ਪਤਾ ਹੁਣ ਸਿਟੀਜ਼ਨ ਹੋ ਤੁਸੀਂ ਜਾਂ PR ਹੋ, ਸੋਚਦੇ ਕੀ ਆ ਬਈ ਕੀ ਪੰਜਾਬ 'ਚ ਬੈਠਾ ਮਨ ਜਿਹੜਾ ਕੈਨੇਡਾ ਤੋਂ ਗਿਆ ਉਹ ਕੀ ਸੋਚ ਰਿਹਾ? ਕਿਉਂਕਿ ਤੁਸੀਂ ਇਹਨੂੰ ਵਧੀਆ ਸ਼ਬਦਾਂ ਦੇ ਵਿੱਚ ਦੱਸ ਸਕਦੇ ਹੋ ਤੇ ਬਿਨਾਂ ਲਾਗ ਡਾਟ ਤੋਂ ਸਿੱਧੀ ਗੱਲ ਕਰ ਸਕਦੇ। ਦੇਖੋ ਜੀ, ਬੜੇ ਆਪਦੇ ਚਾਵਾਂ ਨਾਲ ਤੇ ਮਨਮਰਜ਼ੀ ਨਾਲ ਇੱਥੇ ਪਹੁੰਚੇ ਸੀਗੇ ਆਪਣੇ ਕੈਨੇਡੀਅਨ ਲੋਕ, ਜਿਹੜੇ ਆਪਣੇ ਪੰਜਾਬੀ ਨੇ। ਉਹਨਾਂ ਦੇ ਵਿੱਚ ਹੁਣ ਜਦੋਂ ਇੱਥੇ ਆ ਕੇ ਫਸ ਗਏ ਉਹ ਆਪਣੇ ਆਪ ਨੂੰ ਫਸਿਆ ਮਹਿਸੂਸ ਕਰ ਰਹੇ ਆ। ਕੋਸ਼ਿਸ਼ਾਂ ਕੀਤੀਆਂ ਜਾ ਕੇ। ਹੁਣ ਮੈਂ ਪਹਿਲਾਂ ਗੱਲ ਕਰਾਂ ਇਸ ਵਿਸ਼ੇ ਤੇ, ਕਿਉਂਕਿ ਜਿਨ੍ਹਾਂ ਦੀ ਸਰਕਾਰ ਤੱਕ ਪਹੁੰਚ ਹੈ, ਜਿਨ੍ਹਾਂ ਨੇ ਵੋਟਾਂ ਪਾਈਆਂ, ਉਹ ਹੁਣ ਉਹ ਸਿਆਸੀ ਲੋਕਾਂ ਤੱਕ ਹੀ ਪਹੁੰਚ ਕਰ ਸਕਦੇ ਸੀਗੇ ਜੀ ਬਈ ਅਸੀਂ ਸਾਨੂੰ ਇੱਥੋਂ ਕੱਢੋ ਕਿਸੇ ਨਾ ਕਿਸੇ ਤਰੀਕੇ ਨਾਲ। ਕਿਸੇ MP, ਕਿਸੇ MLA, ਕਿਸੇ ਮੰਤਰੀ ਦੀ ਕੋਈ ਨਹੀਂ ਸੁਣੀ ਗਈ। ਤੇ ਇਹਨਾਂ ਨੇ ਕੋਸ਼ਿਸ਼ਾਂ ਵੀ ਦਿਲੋਂ ਕੋਸ਼ਿਸ਼ਾਂ ਮੈਨੂੰ ਤਾਂ ਲੱਗਦਾ ਕੀਤੀਆਂ ਨਹੀਂ, ਕਿਉਂਕਿ ਜਿਹੜੇ ਕੈਨੇਡੀਅਨ ਆ ਭਾਰਤ 'ਚ ਫਸੇ ਬੈਠੇ ਆ, ਉਹਨਾਂ ਨੂੰ ਕੱਢਣ ਦੇ ਵਿੱਚ ਇਹ ਪੂਰੀ ਤਰ੍ਹਾਂ ਨਾਕਾਮ ਰਹੇ ਨੇ।
ਪੈਕੇਜ ਤਾਂ ਗਵਰਨਮੈਂਟ ਬਹੁਤ ਵੱਡੇ ਵੱਡੇ ਉਹਨਾਂ ਨੇ ਦੇਤੇ ਆ। ਕੈਨੇਡੀਅਨ ਗਵਰਨਮੈਂਟ ਨੇ ਇੱਥੇ ਬੈਠਿਆਂ ਨੂੰ ਤਾਂ ਕੈਨੇਡਾ 'ਚ ਬੈਠਿਆਂ ਦਾ ਪੈਕੇਜ ਬਹੁਤ ਦੇਤੇ ਆ, ਤੇ ਉਹਨਾਂ ਨੂੰ ਕੈਨੇਡੀਅਨ ਸਰਕਾਰ ਨੂੰ ਸਾਡੇ ਨੁਮਾਇੰਦੇ ਜਿਹੜੇ MLA ਆ ਜਾਂ MP ਨੇ ਉਹ ਇਹਨਾਂ ਤੇ ਇੰਨਾ ਦਬਾਅ ਨਹੀਂ ਪਾ ਸਕੇ ਵੀ ਤੁਸੀਂ ਇੰਨੇ ਪੈਕੇਜ ਤਾਂ ਦਿੰਦੇ ਆ ਤੇ ਵੀ ਉਹਨਾਂ ਨੂੰ ਵੀ ਆਪਾਂ ਕੱਢ ਕੇ ਲਿਆਈਏ। ਹੁਣ ਤੁਸੀਂ ਦੇਖੋ ਬਈ 8-8 ਜਹਾਜ਼ਾਂ ਦੇ ਇਹਨਾਂ ਨੇ ਲਾਰੇ ਲਾਏ ਆ। ਮੀਡੀਆ 'ਚ ਆ ਕੇ ਲੋਕਾਂ ਨੇ, ਨੁਮਾਇੰਦਿਆਂ ਨੇ ਜਿਹੜੇ ਕਹਿੰਦੇ ਸੀ ਅਸੀਂ 8 ਜਹਾਜ਼ ਤਿਆਰ ਕਰ ਲਏ, ਅਸੀਂ 10 ਤਿਆਰ ਕਰ ਲਏ, ਇੱਕ ਵੀ ਜਹਾਜ਼ ਨਹੀਂ ਆਇਆ। ਉਹ ਪਤਾ ਨਹੀਂ ਪੈਂਚਰ ਹੋ ਗਏ ਆ ਜਾਂ ਉਹਨਾਂ ਦੀ RC ਹੈ ਨਹੀਂ ਸੀ ਜਾਂ ਉਹਨਾਂ ਦੇ ਕਾਗਜ਼ ਹੈ ਨਹੀਂ ਸੀ, ਉਹ ਇੱਥੇ ਪਹੁੰਚ ਹੀ ਨਹੀਂ ਸਕੇ। ਜਿਸ ਕਰਕੇ ਉਹ ਗੱਲਾਂ ਵਿੱਚ ਹੀ ਕਹੀ ਗਏ ਆ। ਸਮਝ ਨਹੀਂ ਆਉਂਦੀ ਕਿ ਇੱਕ ਤਾਂ ਕੈਨੇਡੀਅਨ ਲੋਕ ਭਾਰਤ 'ਚ ਬੁਰੀ ਤਰ੍ਹਾਂ ਫਸੇ ਹੋਏ ਆ, ਦੂਜੇ ਉਹਨਾਂ ਨੂੰ ਇਹ ਗੁੰਮਰਾਹ ਕਰੀ ਜਾ ਰਹੇ ਨੇ। ਬਰਾੜ ਸਾਹਿਬ, ਅੰਮ੍ਰਿਤਸਰ ਤੋਂ ਫਲਾਈਟਾਂ ਆਈਆਂ ਤਾਂ ਹੈ ਨੇ, ਉਹਨਾਂ ਦੇ ਵਿੱਚ ਲੋਕ ਆ ਨਹੀਂ ਰਹੇ? ਫਿਰ ਆ ਰਹੇ ਆ ਜੀ ਫਲਾਈਟਾਂ। ਉਹ ਕਿਹੜੇ ਤਰੀਕੇ ਨਾਲ ਆਏ ਆ? ਕੈਨੇਡੀਅਨ ਗਵਰਨਮੈਂਟ ਲੈ ਕੇ ਆਈ ਆ। ਉਹ ਆਪ ਦੇ ਵਿੱਚ ਕਿਸੇ ਦਾ ਉਹਦੇ ਵਿੱਚ ਕੋਈ ਰੋਲ ਅਦਾ ਨਹੀਂ। ਕਤਰ ਏਅਰਲਾਈਨ ਦੇ ਜਹਾਜ਼ ਨੇ ਜਿਹੜੇ ਕਿ ਦੋਹਾ ਉਤਰਦੇ ਨੇ, ਉੱਥੋਂ ਤੇਲ ਲੈਂਦੇ ਨੇ, ਉਦੋਂ ਬਾਅਦ ਉਹ ਪਹੁੰਚਦੇ ਨੇ ਵੈਨਕੂਵਰ, ਪਹੁੰਚਦੇ ਨੇ ਟੋਰਾਂਟੋ, ਪਹੁੰਚਦੇ ਨੇ। ਆਏ ਨੇ ਉੱਥੇ ਵੀ ਮਤਲਬ ਕਿ 200 ਬੰਦੇ 200-250 ਬੰਦਾ ਆ ਰਿਹਾ ਇੱਕ ਪਲੇਨ ਦੇ ਵਿੱਚ, ਬਹੁਤੇ ਨਹੀਂ ਆ ਰਹੇ। ਉੱਥੇ ਵੀ ਚੈਕਿੰਗ ਹੋ ਰਹੀ ਆ। ਉੱਥੇ ਲੋਕਡਾਊਨ ਦੇ ਵਿੱਚ ਵੀ ਜਿਹੜੇ ਫਸੇ ਹੋਏ ਆ ਉਹ ਇੰਨੀ ਤਰ੍ਹਾਂ ਬੁਰੀ ਤਰ੍ਹਾਂ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਆ ਵੀ ਅਸੀਂ ਇਹਦੇ ਨਾਲ ਤਾਂ ਆਉਂਦੇ ਨਹੀਂ। ਹੁਣ ਜਿਹੜੇ ਬੱਚੇ ਬੋਰਨ ਨੇ ਕੈਨੇਡਾ ਦੇ, ਉਹ ਬੱਚੇ ਇੱਧਰ ਆ ਕੇ ਫਸ ਗਏ ਆ, ਉਹ ਕਦੇ ਵੀ ਇੱਧਰ ਨਹੀਂ ਆਉਣਗੇ ਅੱਗੇ ਵਾਸਤੇ। ਉਹਨਾਂ ਦੇ ਮਨ ਤੇ ਬਹੁਤ ਬੁਰਾ ਪ੍ਰਭਾਵ ਪਿਆ। ਮੇਰਾ ਬਹੁਤ ਪਰਿਵਾਰਾਂ ਨਾਲ ਇੱਥੇ ਬੈਠਿਆਂ ਦਾ ਵੀ ਸੰਪਰਕ ਹੋਇਆ। ਕਈਆਂ ਨੇ ਮੈਨੂੰ ਫੋਨ ਕੀਤੇ ਆ, ਮੈਨੂੰ ਪਤਾ ਲੱਗਿਆ, ਮੈਂ ਉਹਨਾਂ ਨੂੰ ਫੋਨ ਕੀਤੇ ਆ। ਉਹ ਕਹਿੰਦੇ ਸਾਡੇ ਤਾਂ ਬੱਚੇ ਆਉਣ ਨੂੰ ਤਿਆਰ ਨਹੀਂ, ਸਾਡੀਆਂ ਜੜ੍ਹਾਂ ਪੰਜਾਬ ਦੇ ਵਿੱਚ ਨੇ, ਸਾਡੀ ਜ਼ਮੀਨ ਜਾਇਦਾਦ ਮਿੱਟੀ ਸਾਡੀ ਪੰਜਾਬ ਦੇ ਵਿੱਚ ਆ, ਸਾਡੇ ਬੱਚਿਆਂ ਨੂੰ ਅਸੀਂ ਲਿਆਉਣਾ ਚਾਹੁੰਦੇ ਆ ਤੇ ਉਹ ਬੱਚੇ ਸਾਡੇ ਗਾਂਹ ਨੂੰ ਆਉਣੇ ਹੀ ਨਹੀਂ ਗਏ। ਸਾਡੀ ਦੂਜੀ ਪੀੜ੍ਹੀ ਤਾਂ ਉਹ ਵੀ ਘੱਟ ਹੀ ਆਊਗੀ, ਤੀਜੀ ਪੀੜ੍ਹੀ ਤਾਂ ਜਮਾਂ ਹੀ ਨਹੀਂ ਆਉਣਾ। ਸੈਂਕੜੇ ਪਰਿਵਾਰ ਇੱਥੇ ਫਸੇ ਬੈਠੇ ਆ ਜਿਹੜੇ ਬੋਰਨ ਨੇ ਬੱਚੇ ਉੱਥੋਂ ਦੇ। ਕਿੰਨੀ ਬਰਾੜ ਸਾਹਿਬ ਕਿੰਨੀ ਗਿਣਤੀ ਹੋਊ? ਕਿਉਂਕਿ ਗਲੋਬਲ ਅਫੇਅਰਸ ਪਹਿਲਾਂ 27,000 ਕਹਿ ਰਿਹਾ ਸੀ, ਫਿਰ 6,000 ਕਹਿ ਰਿਹਾ। ਕਿਤੇ ਕਿਤੇ ਰਾਜਨੀਤਿਕ ਬੰਦੇ ਕਹਿੰਦੇ ਉਹ ਤਾਂ ਆਉਣ ਨੂੰ ਵੀ ਉੱਥੋਂ ਤਿਆਰ ਨਹੀਂ। ਇਹ ਕੋਈ ਇਹੋ ਜਿਹੀ ਵੀ ਗਿਣਤੀ ਹੈ ਜਿਹੜਾ ਕੋਈ ਆਉਣ ਨੂੰ ਤਿਆਰ ਨਹੀਂ? ਇਹ ਉਹ ਲੋਕ ਆਉਣ ਨੂੰ ਤਿਆਰ ਨਹੀਂ ਹੈਗੇ ਜੀ ਜਿਹੜੇ ਮਤਲਬ ਕਿ ਇਕੱਲੇ ਆਏ ਹੋਏ ਨੇ। ਉਹ ਕਹਿੰਦੇ ਵੀ ਅਸੀਂ ਤਾਂ ਚਲੋ ਇੱਥੇ ਬੈਠੇ ਆ, ਵੀ ਸਾਨੂੰ ਕਿਹੜਾ ਅਸੀਂ ਕੈਨੇਡਾ ਦੇ ਵਿੱਚ ਜਾ ਕੇ ਕੰਮ ਕਰਨਾ। ਉਹ ਕੁਝ ਕੁ ਲੋਕ ਜ਼ਰੂਰ ਹੈਗੇ ਆ, ਪਰ ਕੋਈ ਇਹ ਕੀ ਕਹਿੰਦਾ 2-4% ਹੋਣ। ਜਿਵੇਂ ਹੁਣ ਕਹਿ ਰਿਹਾ ਵੀ 70, ਇਹ ਆਵਾਜ਼ ਵੀ ਆਈ ਸੀ ਵੀ 70% ਜਾਂ 80% ਲੋਕ ਕਹਿੰਦੇ ਵੀ ਅਸੀਂ ਜਾਣਾ ਚਾਹੁੰਦੇ ਨਹੀਂ ਅਜੇ, ਵੀ ਇਸ ਕਰਕੇ ਅਸੀਂ ਜਹਾਜ਼ ਨਹੀਂ ਤਿਆਰ ਕਰ ਸਕਦੇ। ਵੀ 80% ਤਾਂ ਲੋਕ ਕਹਿੰਦੇ ਅਸੀਂ ਜਾਣਾ ਹੀ ਨਹੀਂ। ਤੇ ਮੈਂ 10 ਪਰਿਵਾਰਾਂ ਨਾਲ ਗੱਲ ਕਰ ਚੁੱਕਿਆ। 10 ਪਰਿਵਾਰਾਂ ਚੋਂ ਇੱਕ ਪਰਿਵਾਰ ਨੇ ਕਿਹਾ, ਉਹ ਵੀ ਬਜ਼ੁਰਗ ਜੋੜਾ, ਉਹ ਕਹਿੰਦੇ ਵੀ ਅਸੀਂ ਤਾਂ ਇੱਥੇ ਠੀਕ ਆ ਉੱਥੋਂ ਨਾਲੋਂ। ਬਾਕੀ ਦੇ 9 ਪਰਿਵਾਰ ਇਹ ਕਹਿ ਰਹੇ ਇਸ ਜਾਣ ਨੂੰ ਤਿਆਰ ਆ, ਤਾਂ 90% ਤਾਂ ਆਉਣ ਨੂੰ ਤਿਆਰ ਆ। ਜਿਹੜੇ ਲੋਕ ਕਹਿ ਰਹੇ ਆ ਵੀ ਉੱਥੇ ਲੋਕ ਆਉਣ ਨੂੰ ਤਿਆਰ ਨਹੀਂ, ਉਹਨਾਂ ਦੀ ਇਹ ਗੁੰਮਰਾਹ ਹੋ ਰਹੇ ਆ। ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਇਹ ਸਾਡੇ ਲੋਕ ਜਿਹੜੇ ਇਹ ਹਾਲਤਾਂ ਦੇ ਵਿੱਚ ਬਾਈ ਜੀ, ਇਹ ਹਾਲਤਾਂ ਦੇ ਵਿੱਚ ਨਿੱਜੀ ਲਾਭ ਲੈਣ ਦਾ, ਸਿਆਸਤ ਕਰਨ ਦਾ ਜਾਂ ਵਪਾਰ ਕਰਨ ਦਾ ਸਮਾਂ ਨਹੀਂ ਹੈ। ਇਹ ਲੋਕ ਕਰੋਪੀ ਦਾ ਫਾਇਦਾ ਉਠਾ ਰਹੇ ਨੇ, ਆਪਣੇ ਵਪਾਰਾਂ ਨੂੰ ਪਹਿਲ ਦੇ ਰਹੇ ਆ, ਆਪਦੀ ਸਿਆਸਤ ਨੂੰ ਪਹਿਲ ਦੇ ਰਹੇ ਆ, ਮਨੁੱਖਤਾ ਲਈ ਸਮਾਂ ਨਹੀਂ ਕੱਢਦੇ ਗੇ। ਸਿਆਸੀ ਲੋਕ ਅਜਿਹੇ ਸਮੇਂ ਵਿੱਚ ਸਿਆਸਤ ਕਰ ਰਹੇ ਨੇ। ਅੱਛਾ ਬਰਾੜ ਸਾਹਿਬ, ਤੁਸੀਂ ਲਿਖਦੇ ਆ ਜਿਹੜੇ ਹੋ ਬਹੁਤ ਕਰੜਾ ਲਿਖਦੇ ਆ ਬਿਨਾਂ ਕਿਸੇ ਲਾਗ ਡਾਟ ਤੋਂ। ਜੇ ਹੁਣ ਤੁਸੀਂ ਆਪਣੇ ਤੌਰ ਤੇ ਇੱਕ ਕੈਨੇਡੀਅਨ ਨੂੰ, ਸਾਡੇ ਮਨ ਦੇ ਵਿੱਚ ਬੜਾ ਮਲਾਲ ਹੈ ਇਹ ਵੀ ਅਸੀਂ ਕੈਨੇਡੀਅਨ ਆ, ਅਸੀਂ ਕਿਤੇ ਦੁਨੀਆ 'ਚ ਬੈਠੇ ਹਾਂ, ਅਸੀਂ ਸੁਰੱਖਿਆ ਤਾਂ ਅਸੀਂ ਰਜਿਸਟਰ ਕਰਕੇ ਚਲੇ ਗਏ, ਕੁਛ ਵੀ ਹੋਇਆ ਸਾਡੀਆਂ ਸਰਕਾਰਾਂ ਲੈ ਕੇ ਆਉਣਗੀਆਂ। ਹੁਣ ਕਾਰਨ ਇੱਕ ਹੈ, ਦੇਖਦਿਆਂ ਕੱਲ ਨਿਊਜ਼ੀਲੈਂਡ ਏਅਰ ਨਿਊਜ਼ੀਲੈਂਡ ਆਪਣੇ ਬੰਦੇ ਲੈ ਕੇ ਗਈ ਹੈ, ਅਮਰੀਕਾ ਵਾਲੇ ਆਪਣੇ ਲੈ ਕੇ ਆਏ ਨੇ। ਉਹ ਕਹਿੰਦੇ ਪੈਸੇ ਧੇਲੇ ਦੀ ਗੱਲ ਨਹੀਂ, ਜਹਾਜ਼ ਚੜਿਆ। ਆਸਟ੍ਰੇਲੀਆ ਦੇ ਵਿੱਚ ਮੈਂ ਅੱਗੇ ਵੀ ਦੱਸਿਆ, ਡਾਕਟਰ ਵਿਰਕ ਨੇ ਸਿਡਨੀ ਤੋਂ ਉਹ 7-8 ਫਲਾਈਟਾਂ ਆਰਗੇਨਾਈਜ਼ ਕਰਕੇ ਲੈ ਗਏ। 450-400 ਬੰਦਾ ਇੱਕ ਜਹਾਜ਼ 'ਚ ਚੜ੍ਹਦਾ।
ਫਿਰ ਉੱਥੇ ਹੋਟਲਾਂ ਦੇ ਵਿੱਚ ਉਹਨਾਂ ਨੂੰ ਰੱਖਿਆ ਹੋਇਆ 14 ਦਿਨ, ਜਿਹਨੂੰ ਸਰਕਾਰ ਪੇ ਕਰਦੀ ਹੈ। ਹੁਣ ਇਹਦੇ 'ਚ ਇਹ ਸੀਟਾਂ ਜਿਹੜੀਆਂ 24-2500 2900 ਤੋਂ ਸ਼ੁਰੂ ਹੋ ਕੇ 34-35 ਜਿਹੜੀਆਂ ਮੌਂਟਰੀਅਲ ਵਾਲੀਆਂ ਫਲਾਈਟਾਂ ਸੀ, ਉਹ ਮੌਂਟਰੀਅਲ ਤੋਂ ਵੈਨਕੂਵਰ ਪਹੁੰਚਦਾ ਕੋਈ 4000 4500 4200 ਚ ਪੈਂਦਾ। ਮੈਂ ਮੰਨਦਾ ਵੀ ਵਨ ਵੇ ਟਿਕਟ ਮਹਿੰਗੀ ਪੈਂਦੀ ਤੇ ਗਵਰਨਮੈਂਟ ਚਾਰਟਰਡ ਕਰ ਰਹੀ ਹੈ ਜਹਾਜ਼, ਪਰ ਜਦ ਤੁਸੀਂ ਚਾਰਟਰਡ ਕਰਨਾ ਹੈ, ਤੁਸੀਂ ਖਰਚਾ ਇਹਨਾਂ ਲੈਣਾ, ਉਹਨੂੰ ਬਹੁਤਾਤ ਦੇ ਵਿੱਚ ਕੀਤਾ ਜਾ ਸਕਦਾ ਹੈ। ਕੈਨੇਡੀਅਨ ਦੇ ਤੌਰ ਤੇ ਤੁਸੀਂ ਕੀ ਸੋਚਦੇ, ਕੀ ਇਹ ਗੱਲ ਹੋ ਰਹੀ ਹੈ ਕਿ ਤੁਹਾਨੂੰ ਜਿਹੜਾ ਜਿਸ ਤਰ੍ਹਾਂ ਸਤਿਕਾਰ ਮਿਲਣਾ ਚਾਹੀਦਾ ਹੈ ਦੇਸ਼ ਦੇ ਨਾਗਰਿਕ ਦੇ ਤੌਰ ਤੇ ਉਹ ਮਿਲ ਨਹੀਂ ਰਿਹਾ? ਮੈਂ ਵੀ ਕੈਨੇਡੀਅਨ ਸਿਟੀਜ਼ਨ ਆ ਜੀ, ਮੈਂ ਵੀ ਬਹੁਤ ਤਰ੍ਹਾਂ ਬੁਰੀ ਮਹਿਸੂਸ ਕਰ ਰਿਹਾ ਇਸ ਗੱਲ ਨੂੰ ਵੀ ਜਦੋਂ ਉੱਥੇ ਪੈਕੇਜ ਦਿੱਤੇ ਜਾ ਰਿਹਾ $2,000 ਇੱਥੇ ਬੈਠਿਆਂ ਨੂੰ ਦਿੱਤੇ ਜਾ ਰਿਹਾ, ਨਾ ਤੇ ਉਹ $2,000 ਅਸੀਂ ਕੀ ਕਰਨਾ, $2,000 ਇੱਥੇ ਆ ਕੇ ਅਸੀਂ ਜਿੰਨਾ ਕੰਮ ਹੋਇਆ ਕਮਾ ਲਾਂਗੇ। ਪਰ ਗੱਲ ਤਾਂ ਇਹ ਹੈ ਨਾ ਵੀ ਜਿਹੜਾ ਵਨ ਵੇ ਦਾ ਕਿਰਾਇਆ $3,000 ਹੈ, ਉਹ ਇੰਨਾ ਜ਼ਿਆਦਾ ਆ, ਮਹਿਸੂਸ ਕਰ ਰਿਹਾ ਵੀ ਅਸੀਂ 3,000 ਦੇਵਾਂਗੇ ਕਿਵੇਂ। ਇਹ $3,000 ਦੇਣ ਨਾਲੋਂ, ਉੱਥੇ ਪੈਕੇਜ ਦੇਣ ਨਾਲੋਂ, ਵੱਡੇ ਪੈਕੇਜ ਦੇਣ ਨਾਲੋਂ ਸਭ ਤੋਂ ਪਹਿਲਾਂ ਫਰਜ਼ ਬਣਦਾ ਸੀ ਸਾਡੇ ਨੁਮਾਇੰਦਿਆਂ ਦਾ ਵੀ ਸਰਕਾਰ ਦੇ ਕੰਨ ਤੇ ਜਾ ਕੇ ਗੋਡਾ ਰੱਖਦੇ ਵੀ ਜਿਹੜੇ ਆਪਣੇ ਸਾਡੇ ਮੇਰੇ ਇਲਾਕੇ ਦੇ ਬੰਦੇ ਇੰਨੇ ਬੈਠੇ ਨੇ ਵੀ ਤੁਸੀਂ ਉਹਨਾਂ ਨੂੰ ਪੈਕੇਜ ਇੱਥੇ ਘੱਟ ਦੇ ਦਿਓ, ਉਹਨਾਂ ਨੂੰ ਤਾਂ ਲਿਆਓ ਨਾ ਕੱਢ ਕੇ, ਕਿਉਂਕਿ ਐਡਵਾਂਸ ਕਿਰਾਇਆ ਤਾਂ ਦੇ ਹੀ ਬੈਠੇ ਹਾਂ ਅਸੀਂ। ਹੁਣ ਵਨ ਸਾਈਡਡ ਦਾ ਜਿਹੜਾ ਕਿਰਾਇਆ ਹੋਰ ਭਰਨਾ ਪੈ ਰਿਹਾ, ਉਹ ਇੱਥੋਂ ਦੇ ਪੈਕੇਜ ਦੇਣ ਨਾਲੋਂ ਰੌਲਾ ਕਿਉਂ ਨਹੀਂ ਪਾ ਰਹੇ? ਉੱਥੇ ਕਿਸੇ ਨੇ ਰੌਲਾ ਨਹੀਂ ਪਾਇਆ ਵੀ ਤੁਸੀਂ ਇਹ ਪੈਕੇਜ ਦੀ ਥਾਂ ਤੇ ਉਹਨਾਂ ਨੂੰ ਵੀ ਲਿਆਓ ਕੱਢ ਕੇ। ਬਿਲਕੁਲ, ਜੇ ਇੱਥੇ ਹੁੰਦੇ ਤਾਂ ਉਹਨਾਂ ਨੂੰ $2,000 ਮਿਲਣਾ ਹੀ ਸੀ। ਇੱਥੇ ਕਿਸੇ ਦੀ ਖਾਤਰ ਕੋਈ, ਸਾਡੇ ਤੱਕ ਇੱਥੇ ਜਿਹੜੇ ਬੰਦੇ, ਬਹੁਤ ਬੰਦੇ ਹੈਗੇ ਨੇ ਜਿਹੜੇ ਮੇਰੇ ਕੋਲ ਜਿਹਨਾਂ ਦੇ ਨੰਬਰ ਵੀ ਨੋਟ ਨੇ, ਉਹ ਕਹਿ ਰਹੇ ਆ ਅਸੀਂ ਆਪਦੇ ਹਲਕੇ ਦੇ MP ਨੂੰ, ਆਪਦੇ ਹਲਕੇ ਦੇ MLA ਨੂੰ, ਆਪਦੇ ਮੋਹਤਬਰ ਬੰਦਿਆਂ ਨੂੰ ਅਸੀਂ ਫੋਨ ਕਰਦੇ ਹਾਂ, ਅਸੀਂ ਤੁਸੀਂ ਤਾਂ ਸਾਡੀ ਤਾਂ ਪਹੁੰਚ ਹੈ ਨਹੀਂ ਸਰਕਾਰ ਤੱਕ, ਜਿਹਦਾ ਹੱਥ ਸਰਕਾਰ ਤੱਕ ਪਹੁੰਚਦਾ ਉਹ ਸਾਨੂੰ ਦੱਸਣ ਵੀ ਅਸੀਂ ਕੀ ਕੀਤਾ, ਉਹ ਸਾਨੂੰ ਦੱਸਣ ਵੀ ਸਾਡਾ ਹੱਥ ਹੈਗਾ ਸਰਕਾਰ ਤੱਕ, ਅਸੀਂ ਚੁਣੇ ਹੋਏ ਆ, ਅਸੀਂ MLA ਆ, ਅਸੀਂ MP, ਅਸੀਂ ਚੁਣੇ ਹੋਏ ਆ ਵੀ ਅਸੀਂ ਤੁਹਾਡੀ ਖਾਤਰ ਆਹ ਕੀਤਾ। ਜਵਾਨੀ ਕਲਾਮੀ ਦੱਸੀ ਰਹੇ ਆ, ਡਾਕੂਮੈਂਟਰੀ ਪ੍ਰੂਫ ਤਾਂ ਕੋਈ ਇਹਨਾਂ ਕੋਲ ਹੈ ਨਹੀਂ, ਸਾਨੂੰ ਦੱਸਣ ਉਹ ਵੀ ਅਸੀਂ ਆਹ ਕੁਛ ਕੀਤਾ ਸਰਕਾਰ ਲਈ। ਸਰਕਾਰ ਜੇ ਨਹੀਂ ਕਰਦੀ, ਸਰਕਾਰ ਤੁਹਾਡੀ ਮਿਨਿਸਟਰਾਂ ਦੀ ਜਾਂ MLA ਦੀ, MPਆਂ ਦੀ ਨਹੀਂ ਮੰਨਦੀ ਤਾਂ ਅਸਤੀਫੇ ਦੇਣ, ਇਹ ਵੀ ਤਾਂ ਅਸਤੀਫੇ ਦਿੰਦੇ ਆ, ਕਿਉਂ ਨਹੀਂ ਦਿੰਦੇ? ਸੋ ਇਹ ਗੁੱਡਵਿਲ ਬਣਾਉਣ ਇਹ ਜੀ ਬਰਾੜ ਸਾਹਿਬ, ਮਤਲਬ ਇੱਥੋਂ ਛੱਡ ਕੇ ਆਏ ਸਾਰਾ ਕੁਛ ਬਈ ਚੱਲੀਏ ਇੱਥੇ ਨੂੰ, ਆਹ ਦੇਸ਼ ਵਧੀਆ ਨੇ। ਮੈਨੂੰ ਲੱਗਦਾ ਕੈਨੇਡੀਅਨ ਹਿਸਟਰੀ ਦੇ ਵਿੱਚ ਪਹਿਲੀ ਵਾਰ, ਜਦ ਤੋਂ 92-93 ਤੋਂ ਆਪਣੇ ਬੰਦੇ ਚੁਣੇ ਜਾਂਦੇ ਆ, ਪਹਿਲੀ ਵਾਰ ਜਿਹੜਾ ਮੈਨੂੰ ਲੱਗਦਾ ਕਮਿਊਨਿਟੀ ਨੂੰ ਕਦੇ ਜ਼ਰੂਰਤ ਪਈ ਆ ਜਿੱਥੇ ਕਲੈਕਟਿਵਲੀ ਕਮਿਊਨਿਟੀ ਨੂੰ ਚਾਹੀਦੀ ਬਈ ਸਾਡੀ ਮਦਦ ਕਰੋ। ਕੱਲੇ ਨੂੰ ਕਿਸੇ ਦੀ ਚਿੱਠੀ ਲਿਖਤੀ, ਕਿਸੇ ਦੇ ਭੋਗ ਵਿਆਹ ਤੇ ਜਾਇਆ ਹੈ, ਉਹ ਤਾਂ ਗੱਲ ਮੈਂ ਮੰਨਦਾ। ਤੇ ਕੁਝ ਕੁ ਲੋਕ ਇਸ ਤਰ੍ਹਾਂ ਸੋਚ ਰਹੇ ਨੇ ਕਿ ਸਾਨੂੰ ਪਹਿਲੀ ਵਾਰ ਜ਼ਰੂਰਤ ਪਈ ਤੇ ਪਹਿਲੀ ਵਾਰ ਸਾਡੇ ਨਾਲ ਸਰਕਾਰ ਨਹੀਂ ਖੜੀ। ਤੁਸੀਂ ਇਸ ਬਾਰੇ ਕੀ ਸੋਚਦੇ? ਸਰਕਾਰ ਜਿਹੜੀ ਆ ਖੜਨੀ ਨਾ ਖੜਨੀ ਤਾਂ ਸਰਕਾਰ ਦੀ ਮਰਜ਼ੀ ਹੋਈ ਆ ਜੀ, ਉਹ ਕਿਉਂ ਨਹੀਂ ਖੜੀ? ਸਰਕਾਰ ਤੱਕ ਪਹੁੰਚਣ ਲਈ ਸਾਡੇ ਨੁਮਾਇੰਦੇ ਨੇ ਬੈਠੇ, ਸਾਡੇ ਨੁਮਾਇੰਦਿਆਂ ਨੇ ਗੱਲ ਕਰਨੀ ਚਾਹੀਦੀ ਸੀ ਸਰਕਾਰ ਤੱਕ ਪਹੁੰਚਣ ਲਈ। ਉਹਨਾਂ ਨੇ ਕੋਈ ਗੱਲ ਨਹੀਂ ਕੀਤੀ, ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜੀ ਆ ਤੇ ਇਹ ਮਿੱਟੀ ਝਾੜਦੇ ਰਹਿਣਗੇ। ਜਿਹੜੀ ਸਿਆਸਤ ਇੰਡੀਆ ਦੇ ਵਿੱਚ ਹੋ ਰਹੀ ਹੈਗੀ, ਪੰਜਾਬ ਦੇ ਵਿੱਚ ਹੋ ਰਹੀ ਆ, ਉਹੀ ਸਿਆਸਤ ਕੈਨੇਡਾ ਦੇ ਵਿੱਚ ਹੋ ਰਹੀ ਆ। ਅੱਜ ਕੱਲ ਦਾ ਪਤਾ ਨਹੀਂਗਾ, ਉਹੀ ਸਿਆਸਤ ਹੋ ਰਹੀ ਹੈ ਕੈਨੇਡਾ ਦੇ ਵਿੱਚ ਅੱਜ। ਉਹਦੇ ਡਾਕੂਮੈਂਟਰੀ ਪ੍ਰੂਫ ਵੀ ਨੇ ਲੋਕਾਂ ਕੋਲੇ। ਹੁਣ ਸਾਹਮਣੇ ਆਈ ਹੋਈ ਆ ਗੱਲ ਵੀ ਸਾਡੀ ਬਾਂਹ ਕਿਉਂ ਨਹੀਂ ਫੜਦੇ। ਰੌਲਾ ਜ਼ਰੂਰ ਪਾਈ ਜਾਂਦੇ ਆ ਵੀ ਅਸੀਂ ਉਹ ਮਿਨਿਸਟਰ ਨੂੰ ਮਿਲੇ ਆ, ਅਸੀਂ ਉਹਦਾ ਕਦੀ। ਤੁਸੀਂ ਇਹ ਦੇਖੋ ਵੀ ਜਿੰਨਿਆਂ ਨੇ ਕਿਸੇ ਨੇ ਕਿਹਾ ਵੀ ਅਸੀਂ ਪ੍ਰਾਈਮ ਮਿਨਿਸਟਰ ਨੂੰ ਮਿਲੇ ਆ, ਮਿਨਿਸਟਰਾਂ ਨੂੰ ਮਿਲਿਆ, ਮਿਨਿਸਟਰਾਂ ਨੇ ਤਾਂ ਆਪ ਨਹੀਂ ਸੁਣੀ ਜਾ ਰਹੀ ਇੱਥੇ। ਕਿਸੇ ਨੇ ਨਹੀਂ ਕਿਹਾ ਵੀ ਪ੍ਰਾਈਮ ਮਿਨਿਸਟਰ ਨੂੰ ਮਿਲੇ, ਅਸੀਂ ਤੁਹਾਡੀ ਖਾਤਰ ਉਹ ਕੀਤਾ ਜੋ ਕੀਤਾ, ਕਿਸੇ ਨੇ ਨਹੀਂ ਕੀਤਾ। ਕੋਈ ਪ੍ਰਬੰਧ ਨਹੀਂ ਹੋ ਰਿਹਾ ਜੀ। ਇਹ ਵੀ ਜਿਹੜੀਆਂ ਕਤਰ ਏਅਰਲਾਈਨ ਆ ਰਹੀ ਹੈਗੀ,
ਉਹਦਾ 4000 ਕਿਰਾਇਆ ਫਸੇ ਬੈਠੇ ਨੇ ਲੋਕ, ਬਹੁਤ ਬੁਰੀ ਤਰ੍ਹਾਂ ਮਹਿਸੂਸ ਕਰ ਰਹੇ ਨੇ। ਤੇ ਇੱਥੋਂ ਦੇ ਅੱਛਾ ਇਹ ਆ ਤੇ ਬਾਕੀ ਦੇ ਵਪਾਰ ਕਰਨ ਦੇ ਵਿੱਚ ਬਿਜੀ ਨੇ ਲੋਕ। ਕੈਨੇਡਾ 'ਚ ਹੀ ਲੈ ਲਓ, ਸਾਰੇ ਕਾਰੋਬਾਰ ਠੱਪ ਪਏ ਨੇ। ਇੱਥੋਂ ਤੱਕ ਕਿ ਘਰਾਂ ਦੀਆਂ ਲਾਟਾਂ ਤੇ ਕੀਮਤਾਂ 'ਚ ਵੱਡੀ ਕਮੀ ਆਈ ਕਰਕੇ ਕਈ ਰੀਅਲ ਸਟੇਟ ਲੋਕਾਂ ਨੂੰ ਘਰ ਖਰੀਦਣ ਲਈ, ਲਾਟ ਖਰੀਦਣ ਲਈ ਘਰ ਘਰ ਜਾ ਕੇ ਭਰਮਾ ਰਹੇ ਆ, ਕੋਸ਼ਿਸ਼ਾਂ ਕਰ ਰਹੇ ਆ ਵੀ ਕੀ ਇਹ ਸਮਾਂ ਵਪਾਰ ਕਰਨ ਦਾ, ਕੀ ਇਹ ਰੀਅਲ ਸਟੇਟੀ ਕਰਨ ਦਾ ਸਮਾਂ। ਜਿਨ੍ਹਾਂ ਲੋਕਾਂ ਨੇ ਆਪਣੇ ਪਰਿਵਾਰ ਵਿੱਚ ਕਰੋਨਾ ਤੋਂ ਪਹਿਲੇ ਸਾਲ ਦੇ ਸਾਲ ਲੱਖਾਂ ਡਾਲਰ ਕਮਾਏ ਆ, ਉਹ ਲੋਕ ਉਹਨਾਂ ਨੇ ਭੁੱਖ ਨਾਲ ਮਾਰ ਰਹੇ ਲੋਕਾਂ ਲਈ ਕਿਸੇ ਸੰਸਥਾ ਨੂੰ ਕੁਝ ਦਾਨ ਵੀ ਨਹੀਂ ਦਿੱਤਾ। ਸਭ ਤੋਂ ਵੱਧ ਪੈਸੇ ਕਮਾਉਣ ਵਾਲੇ ਲੋਕ, ਸਭ ਤੋਂ ਵੱਧ ਪੈਸੇ ਕਮਾਉਣ ਵਾਲੇ ਰੀਅਲ ਸਟੇਟ ਸਭ ਤੋਂ ਮੂਹਰੇ ਹਨ। ਕਿਹੜੇ ਰੀਅਲ ਸਟੇਟ? ਉਹਨਾਂ ਨੇ ਕਿਸੇ ਨੇ ਕੋਈ ਦਾਨ ਵੀ ਨਹੀਂ ਦਿੱਤਾ। ਅੱਜ ਉਹ ਪੈਸੇ ਕਮਾਉਣ ਤੇ ਉਹ ਵੀ ਕਰੋਨਾ ਦਾ ਫਾਇਦਾ ਉਠਾ ਰਹੇ ਨੇ। ਇਹ ਵਪਾਰ ਕਰਨ ਦਾ ਜਾਂ ਸਿਆਸਤ ਕਰਨ ਦਾ ਸਮਾਂ ਨਹੀਂ ਹੈ ਜੀ। ਇਹ ਲੋਕਾਂ ਨੂੰ ਇੱਕ ਦੂਜੇ ਦਾ ਸਾਥ ਦੇ ਕੇ ਉਹਨਾਂ ਦੀ ਮਦਦ ਕਰਨ ਦਾ ਸਮਾਂ ਹੈਗਾ। ਬਰਾੜ ਸਾਹਿਬ 1 ਮਿੰਟ ਹੋਲਡ ਕਰੋ, ਇੱਕ ਕਾਲਰ ਗੱਲਬਾਤ ਕਰਨੀ ਚਾਹੁੰਦੇ ਆ, ਫਿਰ ਤੁਹਾਨੂੰ ਛੁੱਟੀ ਦਿੰਦੇ ਆ। ਗੁਰਦੀਪ ਸਿੰਘ ਜੀ, ਲਾਈਨ ਨੰਬਰ 4। ਹੈਲੋ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਭਾਜੀ ਦੇਖੋ, ਸਾਨੂੰ ਆਪਣੇ ਅਧਿਕਾਰਾਂ ਦਾ ਤਾਂ ਪਤਾ ਲੱਗ ਜਾਂਦਾ, ਸਾਡੇ ਫਰਜ਼ ਵੀ ਕੁਝ ਹੁੰਦੇ ਨੇ। ਜਦੋਂ ਤੁਸੀਂ ਪਹਿਲੋਂ ਹਜੇ ਗਏ ਨਾ ਲੋਕੀ, ਤੁਸੀਂ ਕਿੰਨਾ ਰੌਲਾ ਪਾਇਆ, ਉਹ ਜਾਇਓ ਨਾ, ਕੁਛ ਨਹੀਂ ਹੁੰਦਾ 2000 ਦੀ ਟਿਕਟ ਨਾਲ, ਵੀ ਉੱਥੇ ਆ ਕੇ ਰਸ਼ ਨਾ ਕਰਿਓ। ਹੁਣ ਉਹ ਵੀ ਤਾਂ ਸਾਨੂੰ ਧਿਆਨ 'ਚ ਰੱਖਣਾ ਚਾਹੀਦਾ। ਹੁਣ ਗੌਰਮੈਂਟ ਕਿੱਦਾਂ ਇੱਕ ਵਾਰੀ 10 ਜਹਾਜ਼ ਭੇਜ ਦੇਵੇ ਵੀ ਚੱਕ ਲਿਆਵੇ ਇਹਨਾਂ ਨੂੰ, ਉਹ ਜਿੰਨਾ ਕੁ ਹੋ ਸਕਦਾ ਕਰ ਰਹੇ ਨੇ ਬਾਰੋ ਬਾਰੀ। ਹੁਣ ਇੱਕ ਮੁੰਡਾ ਤੁਹਾਡੇ ਨਾਲ ਗੱਲ ਕਰਦਾ ਹੁੰਦਾ ਸੀ, ਜਦੋਂ ਆ ਕੇ ਪਤਾ ਲੱਗਾ ਉਹ ਇੱਥੇ ਪਹੁੰਚਿਆ ਹੋਇਆ ਸੀ, ਕਹਿੰਦਾ ਜੀ ਮੈਂ ਤਾਂ ਪਹੁੰਚ ਵੀ ਗਿਆ। ਫਿਰ ਕੋਈ ਬੰਦਾ ਆਪਣਾ ਰਜਿਸਟਰ ਨਹੀਂ ਕਰਾ ਕੇ ਜਾਂਦਾ ਕਿ ਜੀ ਅਸੀਂ ਜਾ ਰਹੇ ਹਾਂ ਆਊਟ ਆਫ ਕੰਟਰੀ, ਕਿ ਸਾਨੂੰ ਹੁਣ ਰਜਿਸਟਰ ਕੀਤੇ ਨੇ। ਹੁਣ ਦੇਖੋ, ਦੇਸ਼ਾਂ ਦੇ ਕੰਮ ਆ, ਘਰ 'ਚ ਕੋਈ ਪ੍ਰੋਬਲਮ ਪੈ ਜਾਵੇ ਸਾਡੇ ਕੋਲ ਉਹ ਮਸਲਾ ਹੱਲ ਨਹੀਂ ਹੁੰਦਾ। ਹੁਣ ਇਹ ਦੇਸ਼ਾਂ ਦੇ ਕੰਮ ਆ, ਗੌਰਮੈਂਟ ਕਰ ਰਹੀ ਹੈ ਜਿੰਨਾ ਕਰ ਰਹੀ ਹੈ, ਇੱਕਦਮ ਅਸੀਂ ਇੱਕ ਬਲੇਮ ਗੇਮ ਕਰਨੀ ਸ਼ੁਰੂ ਕਰ ਦਿੰਦੇ ਵੀ ਨਹੀਂ ਵੀ ਸਾਨੂੰ ਕੱਢ ਨਹੀਂ ਰਹੇ। ਜਦੋਂ ਪਹਿਲਾਂ ਆਪਣਾ ਵੀ ਫਰਜ਼ ਪਛਾਣਨਾ ਚਾਹੀਦਾ ਸਾਨੂੰ ਕੁਛ ਨਾ ਕੁਛ, ਵੀ ਅਸੀਂ ਕੀ ਕਰਨ ਲੱਗੇ। ਕਿੰਨੀ ਵਾਰ ਤੁਸੀਂ ਕਿਹਾ ਇਸ ਰੇਡੀਓ ਤੋਂ ਬਈ ਨਾ ਜਾਇਓ, 2000 ਨਾਲ ਕੁਛ ਨਹੀਂ ਫਰਕ ਪੈਂਦਾ, ਬਿਮਾਰੀ ਭਿਆਨਕ ਆ, ਪਰ ਕਿਸੇ ਨੇ ਸੁਣੀ। ਹੁਣ ਸੁਣਦੇ 35-40 ਹਜ਼ਾਰ ਬੰਦਾ ਬੈਠਾ ਇੰਡੀਆ ਜਾ ਕੇ। ਇਹੀ ਕਹਿਣਾ ਚਾਹੁੰਦਾ। ਥੈਂਕ ਯੂ ਗੁਰਦੀਪ। ਅਖੀਰ 'ਚ ਬਰਾੜ ਸਾਹਿਬ ਕੀ ਕਹਿੰਦੇ ਹੋ? ਅਖੀਰ ਦੇ ਵਿੱਚ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਜਿਵੇਂ ਵੀ ਕੋਸ਼ਿਸ਼ ਹੁੰਦੀ ਆ, ਜਿਹੜੇ ਆਉਣਾ ਚਾਹੁੰਦੇ ਨੇ ਕੈਨੇਡਾ, ਜਿਵੇਂ ਵੀ ਹੈਗੀ ਆ ਵੀ ਉਹ ਪਹੁੰਚਣ ਉਸੇ ਤਰੀਕੇ ਨਾਲ, ਮਤਲਬ ਕਿ ਕਿਸੇ ਤੇ ਡਿਪੈਂਡ ਹੋ ਕੇ ਨਾ ਰਹਿਣ। ਜਿਵੇਂ ਕਿ ਹੁਣ ਈਮੇਲਾਂ ਦੱਸ ਰਹੇ ਨੇ ਵੀ ਤੁਸੀਂ ਰਜਿਸਟਰਡ ਹੋਵੋ, ਪਹਿਲਾਂ ਬਹੁਤ ਇਹਦਾ ਰਜਿਸਟਰਡ ਹੀ ਨਹੀਂ ਹੈਗੇ, ਹੋ ਹੀ ਨਹੀਂ ਰਹੇ, ਹੋ ਹੀ ਨਹੀਂ ਗਏ। ਕਿਉਂਕਿ ਕਈ ਤਾਂ ਹੁਣ ਬਜ਼ੁਰਗ ਜੋੜੇ ਆਏ ਹੋਏ ਨੇ, ਉਹ ਤਾਂ ਅਨਪੜ੍ਹ ਆ, ਉਹ ਰਜਿਸਟਰਡ ਕਿਵੇਂ ਹੋਣ? ਉਹਨਾਂ ਨੂੰ ਪ੍ਰੋਬਲਮ ਬਹੁਤ ਵੱਡੀ ਆ ਰਹੀ ਆ। ਇਹ ਵੀ ਮੈਂ ਤਾਂ ਇਹੀ ਕਹਿਣਾ ਵੀ ਜਿਹੜੇ ਸਾਡੇ ਨੁਮਾਇੰਦੇ ਆ ਉਹ ਇਸ ਗੱਲ ਨੂੰ ਧਿਆਨ 'ਚ ਰੱਖ ਕੇ ਕੋਸ਼ਿਸ਼ ਕਰਨ। ਠੀਕ ਆ, ਜਿਵੇਂ ਇਹਨਾਂ ਨੇ ਕਾਲਰ ਨੇ ਗੱਲ ਕੀਤੀ ਆ ਵੀ ਇੱਕਦਮ ਤਾਂ ਜਹਾਜ਼ ਨਹੀਂ ਆਉਂਦੇ, ਕਿਉਂਕਿ ਏਅਰ ਕੈਨੇਡਾ ਨੇ ਆਪਦੇ ਜਿਹੜੇ ਉਹਨਾਂ ਦੇ ਅਮਲਾ ਫੈਲਾ ਸੀ ਉਹਨੂੰ ਸਾਰਿਆਂ ਨੂੰ ਬੰਦ ਕਰਤਾ। ਆਉਣਾ ਬੰਦ ਕੀ ਕਰਨਾ, ਉਹਨਾਂ ਨੂੰ ਵਾਪਸ ਕੀਤਾ ਹੋਇਆ ਵੀ ਤੁਸੀਂ ਹਜੇ ਰਹੋ। ਉਹਨਾਂ ਕੋਲੇ ਮੁਲਾਜ਼ਮ ਹੈ ਨਹੀਂ, ਇਸ ਕਰਕੇ ਯਾਰ ਕੈਨੇਡਾ ਦੀਆਂ ਫਲਾਈਟਾਂ ਚੱਲ ਨਹੀਂ ਰਹੀਆਂ। ਇਹਨਾਂ ਨੇ ਕਤਰ ਤੋਂ ਜਹਾਜ਼ ਲਏ ਹੋਏ ਨੇ, ਉਹ ਚੱਲ ਰਹੇ ਨੇ। ਇਹ ਹੁਣ ਬੈਨੀਫਿਟ ਕੌਣ ਰਿਹਾ ਹੈ? ਇਹ ਤੁਸੀਂ ਸੁੜਗੂ ਨੂੰ ਗੱਲ ਸਾਹਮਣੇ ਆ ਜਾਣੀ ਆ ਬਾਅਦ ਦੇ ਵਿੱਚ ਵੀ ਅਸੀਂ ਲੈ ਕੇ ਆਂਦੇ ਆ, ਉਹ ਲੈ ਕੇ ਆਂਦੇ ਆ, ਲਿਆਂਦੇ ਨੂੰ ਤੇ ਕਿਸੇ ਨੇ। ਇਹ ਤਾਂ ਯਾਰ ਕੈਨੇਡਾ ਨੇ ਪ੍ਰਬੰਧ ਕਰਕੇ ਕਤਰ ਲੈਣ ਨਾਲ ਤੇ ਫਿਰ ਇਹ ਬੰਦੇ ਨਿਕਲ ਰਹੇ ਨੇ। ਇਹ ਠੀਕ ਆ ਵੀ ਇੰਨੇ ਬੰਦੇ ਆਏ ਹੋਏ ਆ, ਕੋਈ 27 ਕਹਿ ਰਹੇ ਆ, ਪਹਿਲਾਂ 27 ਦੀ ਆ ਰਹੀ ਸੀਗੀ। ਐਕੂਰੇਟ ਗਿਣਤੀ ਤਾਂ ਹੈ ਵੀ ਨਹੀਂ ਵੀ ਕਿੰਨੇ ਕੁ ਬੰਦੇ ਇੱਥੇ ਬੈਠੇ ਨੇਗੇ, ਪਰ ਬੈਠੇ ਪਰਿਵਾਰ ਬਹੁਤ ਬੈਠੇ ਨੇ, ਜਿਨ੍ਹਾਂ ਦੇ ਵਿੱਚ 50% ਬੱਚੇ ਵੀ ਬੈਠੇ ਨੇਗੇ ਜਿਹੜੇ ਬੋਰਨ ਆ ਇੱਥੋਂ ਦੇ। ਉਹਨਾਂ ਨੂੰ ਪ੍ਰੋਬਲਮ ਬਹੁਤ ਵੱਡੀ ਆ ਰਹੀ ਆ। ਨਹੀਂ ਆ ਰਹੇ ਇੱਕਦਮ, ਹੌਲੀ ਹੌਲੀ ਸਟਾਰਟ ਤਾਂ ਕਰਨ। ਜਿਵੇਂ ਇਹੀ ਜਿਹੜੇ ਹੁਣ ਸਟਾਰਟ ਕੀਤੇ ਆ ਜਹਾਜ਼ ਅੰਮ੍ਰਿਤਸਰ ਤੋਂ ਚੱਲਣ ਵਾਲੇ ਆ, ਇਹੀ ਕਿਤੇ ਪਹਿਲਾਂ ਚੱਲ ਪੈਂਦੇ ਤੇ ਹੁਣ ਨੂੰ ਤਾਂ ਨੇੜੇ ਗਿਣਤੀ ਹੋ ਜਾਂਦੀ। ਮੈਂ ਤਾਂ ਇਹੀ ਕਹਿਣਾ ਵੀ ਕੋਸ਼ਿਸ਼ ਸਾਰੇ ਆਪਣੇ ਆਪ ਵੀ ਕੋਸ਼ਿਸ਼ ਕਰੋ ਵੀ ਅਸੀਂ ਕਿਹੜੇ ਤਰੀਕੇ ਨਾਲ ਵਾਪਸ ਆਉਣਾ। ਪੈਸੇ ਦੀ ਗੱਲ ਨਹੀਂ ਹੁੰਦੀ, ਗੱਲ ਹੁੰਦੀ ਆ ਆਪਦੇ ਪਰਿਵਾਰਾਂ 'ਚ ਆਉਣ ਦੀ।
ਪਰਿਵਾਰ ਇੱਥੇ ਜਿਹੜੇ ਇਕੱਲੇ ਬੰਦੇ ਬੈਠੇ ਬਹੁਤ ਤਕਲੀਫ ਮਹਿਸੂਸ ਕਰ ਰਹੇ ਆ ਵੀ ਜੇ ਕੋਈ ਰੱਬ ਨਾ ਕਰੇ ਕੋਈ ਇਹੋ ਜਿਹੀ ਘਟਨਾ ਵਾਪਰ ਜਾਂਦੀ ਆ ਤੇ ਵੀ ਸਾਨੂੰ ਇਕੱਲਿਆਂ ਨੂੰ ਅਸੀਂ ਆਪਦੇ ਪਰਿਵਾਰ ਤੋਂ ਵਿਛੜ ਚੁੱਕੇ ਮਹਿਸੂਸ ਕਰ ਰਹੇ ਨੇ ਵੀ ਅਸੀਂ ਆਪਦੇ ਪਰਿਵਾਰ 'ਚ ਰਹੀਏ, ਜੇ ਮਰੀਏ ਪਰਿਵਾਰ 'ਚ ਮਰੀਏ, ਜਿਉਈਏ ਪਰਿਵਾਰ 'ਚ। ਬਿਲਕੁਲ ਠੀਕ। ਹਾਂਜੀ, ਇੱਥੋਂ ਜਾ ਨਹੀਂ ਹੋਣਾ ਜੀ, ਉੱਥੋਂ ਆ ਨਹੀਂ ਹੋਣਾ। ਬਰਾੜ ਸਾਹਿਬ ਆਪਣਾ ਖਿਆਲ ਰੱਖਿਓ ਜੀ, ਜਦ ਪਹੁੰਚ ਕੇ ਤੇ ਫਿਰ ਗੱਲਬਾਤ ਕਰਾਂਗੇ ਤੁਹਾਡੇ ਨਾਲ। ਤੁਹਾਨੂੰ ਇਹਦੇ ਬਾਰੇ ਜਾਣਕਾਰੀ ਰੱਖੋ ਵੱਧ ਤੋਂ ਵੱਧ ਕਿ ਐਗਜ਼ੈਕਟਲੀ ਕੀ ਹੋ ਰਿਹਾ ਤੁਹਾਡਾ ਇਹ ਕੰਮ ਹੈ, ਤੇ ਆਪਣਾ ਖਿਆਲ ਰੱਖੋ। ਮਿਹਰਬਾਨੀ ਜੀ। ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਗਤਾ ਭਾਈ ਕਾ ਗੱਲਬਾਤ ਕਰ ਰਹੇ ਸੀ, ਭਗਤਾ ਪਿੰਡ ਆ ਉਹਨਾਂ ਦਾ, ਤੇ ਇਹਦੇ ਵਿੱਚ ਬਿਲਕੁਲ ਠੀਕ ਹੈ ਗੁਰਦੀਪ ਸਿੰਘ ਦੀ ਗੱਲ ਜਿਹੜੀ ਮੈਂ ਬਹੁਤ ਇਸ ਰੌਲਾ ਪਾਇਆ ਜਨਵਰੀ 'ਚ ਜਾਇਓ ਨਾ, ਪਰ ਹੁਣ ਮਨ ਦੇ ਵਿੱਚ ਹੈ। ਮਾਰਚ ਦੇ ਪਹਿਲੇ ਹਫ਼ਤੇ ਵੀ ਲੋਕ ਗਏ ਆ। ਜਿਹੜੀ ਗੱਲ ਸਹੀ ਹੈ ਤਾਂ ਉਹ ਸਹੀ, ਮੈਂ ਆਪਣੀ ਕਹੀ ਨੂੰ ਗਲਤ ਨਹੀਂ ਕਰ ਸਕਦਾ। ਮੈਨੂੰ ਪਤਾ ਸੀ ਕਿ ਉੱਥੇ ਬੈਠਿਆਂ ਤੇ ਕੀ ਹੋਣਾ, ਉਹਨਾਂ ਨੇ ਕੀ ਕਰਨਾ। ਲਾਕਡਾਊਨ ਹਲੇ ਮਈ ਦੇ ਪਹਿਲੇ ਹਫ਼ਤੇ ਖੁੱਲ ਜੂ, ਜਿਵੇਂ ਉੱਥੇ ਗਿਣਤੀ ਵੱਧ ਰਹੀ ਹੈ 30 ਹਜ਼ਾਰ ਦਿਹਾੜੀ ਦੀ, ਮੈਨੂੰ ਨਹੀਂ ਲੱਗਦਾ 2 ਮਈ ਨੂੰ ਉਹ ਖੁੱਲੂਗਾ। ਤੇ ਇੱਕ ਜਿਹੜੀ ਵੱਡਾ ਇਸ਼ੂ ਆ ਉਹ ਇਹ ਆ ਵੀ ਟਿਕਟ ਮਹਿੰਗੀ ਆ ਜਿਹੜੀ, ਉਹ ਚਾਹੇ 3000 ਦੀ ਚਾਹੇ 4000 ਦੀ ਹੈ, ਉਹਦੇ 'ਚ ਆਉਣਾ ਜਿਹੜਾ ਬੜਾ ਔਖਾ। 2700-2800 ਦੀ ਜਿਹੜੀ ਚਾਰਟਰਡ 에ਅਰਲਾਈਨ ਅਸੀਂ ਸੈੱਟ ਕੀਤੀ ਸੀ ਉਹ ਵੀ 2700-2800 ਦੀ ਬਣਦੀ, 2350 ਪਲੱਸ ਟੈਕਸਿਸ, ਪਰ 2900 ਪਲੱਸ ਟੈਕਸਿਸ 3600 ਤੇ ਕਿਸੇ ਨੇ ਮੈਨੂੰ ਰਸੀਦਾਂ ਭੇਜੀਆਂ ਸੀ ਐਲਡਰ ਗਰੋਵ ਦੇ ਮਿਸਿਸ ਗਿੱਲ ਨੇ, ਆਪਣੇ ਰੀਲਟਰ। 2 ਟਿਕਟਾਂ ਉਹਨਾਂ ਦੀਆਂ ਉਹ $6200 ਦੇ ਵਿੱਚ ਇੱਥੇ ਪਹੁੰਚੇ ਸੀ। 6200 ਪਲੱਸ $800 ਖਾਨੀ ਸ਼ਾਇਦ ਹੋਰ ਮਨੀ ਐਕਸਚੇਂਜ ਵਗੈਰਾ ਦਾ ਪਾਇਆ। ਉਹ ਪਤਾ ਨਹੀਂ ਇਹ, ਕਿਉਂਕਿ ਜਦ ਇਸ ਤੇ ਜ਼ੋਰ ਦਿੰਦੇ ਆ ਫਿਰ ਲੋਕਾਂ ਨੂੰ ਲੱਗਦਾ ਰਾਜਨੀਤੀ, ਫਿਰ ਨੀਂਦ ਬਹੁਤ ਖਰਾਬ ਹੁੰਦੀ। ਔਰ ਜਿਹੜਾ ਰੌਲਾ ਅਸੀਂ ਪਾ ਰਹੇ ਹਾਂ ਨਾ ਇੱਥੇ ਬੈਠੇ, ਉਹ ਪਾ ਰਹੇ ਜਿਨ੍ਹਾਂ ਦਾ ਕੋਈ ਨਹੀਂ ਗਿਆ ਹੋਇਆ ਉੱਥੇ, ਉਹੀ ਵਿਰੋਧਤਾ ਕਰਦੇ ਆ ਜਿਨ੍ਹਾਂ ਦਾ ਕੋਈ ਨਹੀਂ ਗਿਆ ਹੋਇਆ। ਜਿਨ੍ਹਾਂ ਦੇ ਗਏ ਹੋਏ ਆ ਉਹਨਾਂ ਨੇ ਨਹੀਂ ਵਿਰੋਧਤਾ ਕੀਤੀ, ਉਹ ਕਹਿੰਦੇ ਸਾਨੂੰ ਤਾਂ ਤਿਣਕੇ ਦਾ ਸਹਾਰਾ, ਇਹ ਕੋਈ ਤਾਂ ਸਾਡੀ ਬਾਂਹ ਫੜੇ। ਖਬਰਾਂ ਜਿਹੜੀਆਂ ਕੁਝ ਤੁਹਾਡੇ ਸਨਮੁਖ ਕਰਨਾ ਚਾਹੁੰਦਾ ਅਗਲੇ ਹਿੱਸੇ ਦੇ ਵਿੱਚ, ਫਿਰ ਆਪਾਂ ਮੇਰਾ ਪਿੰਡ ਮੇਰੇ ਖੇਤ ਵੱਲ ਨੂੰ ਚੱਲਾਂਗੇ। RCMP ਨੇ ਨਵਾ ਸਕੋਸ਼ੀਆ ਦੇ ਵਿੱਚ ਜਿਹੜਾ ਕਤਲ ਹੋਇਆ 13 ਦੇ ਕਰੀਬ, ਜਿਹੜੇ ਪਹਿਲਾਂ ਜਿਹੜੇ ਪੋਰਟਾਪਿਕ ਏਰੀਏ 'ਚ ਜਿੱਥੋਂ ਸ਼ੁਰੂ ਕੀਤਾ ਉਸਨੇ ਗੋਲੀਆਂ ਚਲਾਉਣੀਆਂ, 7 ਅਲੱਗ-ਅਲੱਗ ਲੋਕੇਸ਼ਨਾਂ ਤੇ 13 ਬੰਦੇ ਇਸਨੇ ਮਾਰੇ ਨੇ। ਤੇ ਅੱਜ ਪਹਿਲੀ ਵਾਰ RCMP ਨੇ ਡੀਟੇਲਡ ਇਨਫੋਰਮੇਸ਼ਨ ਉੱਤੇ ਦਿੱਤੀ ਹੈ। ਸੁਪਰਡੈਂਟ ਗੈਰਨ ਕੈਂਪਬਲ ਨੇ ਨਿਊਜ਼ ਕਾਨਫਰੰਸ ਦੇ ਵਿੱਚ ਦੱਸਿਆ ਕਿ ਅਸੀਂ ਕਦੇ ਵੀ ਇਸ ਤਰ੍ਹਾਂ ਨਹੀਂ ਸੀ ਸੋਚ ਸਕਦੇ ਕਿ ਰੂਰਲ ਇਸ ਏਰੀਏ 'ਚ, ਪਿੰਡਾਂ ਦੇ ਇਸ ਏਰੀਏ ਦੇ ਵਿੱਚ ਇਸ ਤਰ੍ਹਾਂ ਹੋ ਸਕਦਾ। ਉਸਦੀ ਜਿਹੜੀ 51 ਸਾਲ ਦਾ ਗੈਬਰੀਅਲ ਵੋਟਮੈਨ, ਉਸਦੀ ਪ੍ਰੇਮਿਕਾ ਜਿਹੜੀ ਸੀ, ਉਸ ਤੇ ਵੀ ਹਮਲਾ ਹੋਇਆ। ਉਹ ਬਚ ਗਈ ਤੇ ਭੱਜ ਕੇ ਉਹ ਸ਼ਨੀਚਰਵਾਰ ਦੀ ਰਾਤ ਨੂੰ ਆਪਣੇ ਜੰਗਲ 'ਚ ਜਾ ਵੜੀ। ਤੇ ਉਸਨੇ ਫਿਰ 6:30 ਵਜੇ ਐਤਵਾਰ ਨੂੰ ਸਵੇਰੇ ਫੋਨ ਪੁਲਿਸ ਦੇ ਨਾਲ ਉਹਨੇ ਗੱਲ ਕੀਤੀ ਕਿ ਆਹ ਬੰਦਾ, ਜਦ ਤੱਕ ਉਹ 22 ਜਣਿਆਂ ਨੂੰ ਮਾਰ ਚੁੱਕਿਆ ਸੀ ਤੇ ਉਹਦੇ ਕੋਲ ਪੁਲਿਸ ਦੇ ਜਿਹੜੇ ਬਣਾਏ ਹੋਏ ਵਹੀਕਲ ਸੀ ਉਹਦੇ ਕੋਲ ਸੀ, ਜਿਹੜੇ ਉਸਨੇ ਹੈਂਡਗਨ ਤੇ ਲੌਂਗ ਗਨ ਉਸਨੇ ਵਰਤੀ, ਤੇ ਕੁਛ ਕੁ ਉਸਨੇ ਹਥਿਆਰ ਜਿਹੜੇ ਕੈਨੇਡਾ ਚੋਂ ਲਏ ਤੇ ਦੂਸਰੇ ਹਥਿਆਰ ਉਹਨੇ ਜਿਹੜੇ ਨੇ ਅਮਰੀਕਾ ਤੋਂ ਵੀ ਲਏ ਨੇ। ਤੇ ਉਹਦੇ ਕੋਲ ਕਈ ਹਥਿਆਰ ਸਨ, ਯੂਨੀਫਾਰਮ ਤੇ ਜਿਹੜੀ ਉਹਨੇ ਲਈ, ਤੇ ਗੱਡੀਆਂ ਉਹਨੇ ਬਣਾਈਆਂ ਹੋਈਆਂ ਸੀ। ਪੁਲਿਸ ਦੇ ਵਿੱਚੋਂ ਕਿਸੇ ਸਮੇਂ ਭਰਤੀ ਹੋਣਾ ਚਾਹੁੰਦਾ ਸੀ। 10:30 ਵਜੇ ਉਹਨੇ ਸ਼ਨੀਚਰਵਾਰ ਦੀ ਰਾਤ ਨੂੰ ਆਪਣੇ 7:30 ਵਜੇ ਇੱਥੇ ਦੇ ਸ਼ੁਰੂ ਹੋਇਆ ਉਹ। ਤੇ ਆਫੀਸਰ ਕੁਦਰਤੀ ਉਸ ਗੈਸ ਸਟੇਸ਼ਨ ਤੇ, ਉਹ ਛੇਤੀ ਨਹੀਂ ਸੀ ਮਾਰਿਆ ਜਾਣਾ, ਉਹ ਗੈਸ ਸਟੇਸ਼ਨ ਤੇ
ਗੈਸ ਪਵਾ ਰਹੇ ਸੀ, ਜਿਹੜੀ ਐਨਫੀਲਡ ਦੇ ਵਿੱਚ ਗੈਸ ਸਟੇਸ਼ਨ ਤੇ ਜਦ ਉਹਨੇ ਮਾਜ਼ਦਾ 3 ਦੇ ਵਿੱਚੋਂ ਆਇਆ ਤਾਂ ਜਦ ਉਸਨੇ ਬਿਗ ਸਟਾਪ ਗੈਸ ਸਟੇਸ਼ਨ ਤੇ ਉਸ ਸਮੇਂ ਟੈਕਟੀਕਲ ਟੀਮ ਕੁਦਰਤੀ ਰਿਫਿਊਲ ਕਰਦੀ ਸੀ ਤੇ ਉਹਨੇ ਜਦ ਆ ਕੇ ਬਾਹਰ ਨਿਕਲੇ ਤੇ ਜਦ ਨੂੰ ਗੋਲੀਆਂ ਚੱਲ ਗਈਆਂ ਤੇ 11:26 ਹੋਏ ਸੀ। ਨਹੀਂ, ਜੇ ਤੁਸੀਂ ਉਹ ਲੱਭਿਆ ਨਹੀਂ ਗਿਆ, ਉਹ ਕੁਦਰਤੀ ਉੱਥੇ ਆ ਗਿਆ। ਤੇ ਜਿਹੜੀ ਕਾਂਸਟੇਬਲ ਮਾਰੀ ਗਈ ਸਟੀਵਨਸਨ, ਉਸ ਦਾ ਲੋਕਾਂ ਨੂੰ ਬੜਾ ਦੁੱਖ ਹੈ ਤੇ ਉਸਨੇ ਪਹਿਲਾਂ ਗੱਡੀ ਵਿੱਚ ਮਾਰੀ ਤੇ ਫਿਰ ਉਸਨੇ ਨਿਕਲ ਕੇ ਬਾਹਰ ਗੋਲੀ ਚਲਾਈ। ਕਿਚਨ ਦੇ ਵਿੱਚੋਂ ਕਿਸੇ ਨੇ ਵੇਖਿਆ ਸੀ। ਤੇ ਸੋ ਇਹ ਜਿਹੜੀ ਅਸਲ ਉਦੋਂ ਪਹਿਲਾਂ ਇੱਕ ਪੁਲਿਸ ਅਧਿਕਾਰੀ ਜਿਹੜਾ ਉਹ ਜ਼ਖਮੀ ਹੋ ਗਿਆ ਤੇ ਉਸ ਪੁਲਿਸ ਜਿਹੜਾ ਅਫੀਸਰ ਦੀ ਚੈਡ ਮੋਰਿਸਨ, ਉਸ ਨੂੰ ਉਹ ਮਿਲਣ ਜਾ ਰਹੀ ਸੀ ਤੇ ਉਸ ਸਮੇਂ ਜਦ ਉਹ ਰਸਤੇ ਦੇ ਵਿੱਚ ਇਸ ਨੂੰ ਮਿਲ ਗਿਆ। ਬਸ ਸਮਾਂ ਜਿਹੜਾ ਜਿਸ ਤਰ੍ਹਾਂ ਲਿਖਿਆ ਉਸ ਤਰ੍ਹਾਂ ਹੀ ਹੈ। 1 ਨੰਬਰ ਤੇ ਪਹਿਲਾਂ ਛੋਟਾ ਜਿਹਾ ਪਾਣੀ ਦੇ ਕੰਢੇ ਇਹ ਪਿੰਡ ਹੈ, ਬਹੁਤ ਆਰਾਮ ਦਾ ਕੋਟਾਪਿਕ। ਉੱਥੋਂ ਫਿਰ ਉਹ ਦੂਸਰੀ ਜਗ੍ਹਾ ਗਿਆ ਬੈਨਵਰਥ, ਫਿਰ ਡੀਬਰਟ ਗਿਆ, ਉਸ ਤੋਂ ਬਾਅਦ ਮਿਲਫਰਡ ਹੈ, ਐਨਫੀਲਡ ਤੇ ਜਾ ਕੇ ਫਿਰ ਉਹ ਹੈਲੀਫੈਕਸ ਵਾਲੇ ਪਾਸੇ ਨੂੰ ਆਉਂਦਾ। ਗੈਸ ਸਟੇਸ਼ਨ ਤੇ ਗੈਸ ਭਰਨੇ ਰੁਕਿਆ ਤਾਂ ਉੱਥੇ ਉਹ ਟੀਮ ਖੜੀ ਸੀ ਜਿਹੜੀ ਗੈਸ ਭਰ ਰਹੀ ਸੀ, ਉਸ ਨੂੰ ਹੀ ਲੱਭਣ ਲਈ। ਤੇ ਉਸਨੇ ਪੁਲਿਸ ਤੋਂ ਵੀ ਆਪਣੀ ਗੱਡੀ ਜਿਹੜੀ ਹੈ ਨਹੀਂ ਲੁਕੋਈ, ਪੁਲਿਸ ਵਰਗੀ ਉਹ ਗੱਡੀ ਲੈ ਕੇ ਉਹ ਫਿਰਦਾ ਰਿਹਾ। ਇਹਦੇ ਕਰਕੇ ਲੋਕ ਬਹੁਤ ਔਖੇ ਨੇ ਕਿ ਇਹ ਕਿਵੇਂ ਉਸਨੇ ਬਣਾ ਦਿੱਤਾ। ਪੁਲਿਸ ਨੂੰ ਪਤਾ ਸੀ, ਪੁਲਿਸ ਕਹਿੰਦੇ ਵੀ ਤੂੰ ਇਹਨੂੰ ਜਿਹੜੀ ਕਾਰ ਸ਼ੋਅ ਨੇ ਉਹ 'ਚ ਲੈ ਕੇ ਜਾ ਸਕਦਾ, ਪਰ ਇਹਦਾ ਲਾਇਸੈਂਸ ਨਹੀਂ ਮਿਲਣਾ, ਤੈਨੂੰ ਇਹ ਟ੍ਰੇਲਰ 'ਤੇ ਚੜਾ ਕੇ ਲੈ ਕੇ ਜਾਣੀ। ਉਧਰ ਸਰਪੰਚ ਸਾਹਿਬ ਨੇ ਕੱਲ ਕਹਿੰਦੇ ਪ੍ਰੈਸ ਕਾਨਫਰੰਸ ਦੇ ਵਿੱਚ ਸ਼ਰਤੀ ਕਹਿੰਦਾ ਵੀ ਜਿਹੜੀ ਇਹ ਡਿਸਇਨਫੈਕਟ ਕਰਨ ਵਾਲੀਆਂ ਚੀਜ਼ਾਂ ਨੇ, ਡਿਸਇਨਫੈਕਟੈਂਟ ਨੇ, ਲਾਈਸੋਲ ਤੇ ਡੀਟੋਲ ਵਗੈਰਾ, ਕਹਿੰਦਾ ਇਹਨੂੰ ਇੰਜੈਕਟ ਕਰਕੇ ਦੇਖ ਲਓ ਸਰੀਰ 'ਚ, ਕੀ ਪਤਾ ਇਹ ਸਾਫ਼ ਕਰ ਦੇਵੇ ਅੰਦਰੋਂ, ਬਾਹਰੋਂ ਵੀ ਇਹ ਵਾਇਰਸ ਸਾਫ਼ ਕਰਦਾ ਹੀ ਹੈ। ਉਸ ਗੱਲ ਤੇ ਜਿਹੜੇ ਬਣਾਉਣ ਵਾਲੇ ਨੇ ਉਹਨਾਂ ਨੇ ਰੌਲਾ ਪਾ ਲਿਆ ਤੇ ਇਹ ਨਹੀਂ ਹੋ ਸਕਦਾ, ਇਸ ਨੂੰ ਕਿਤੇ ਪੀ ਨਾ ਲਿਓ ਡੀਟੋਲ ਨੂੰ। ਲਾਈਸੋਲ ਬਣਾਉਣ ਵਾਲੇ, ਡੀਟੋਲ ਦੇ ਬਣਾਉਣ ਵਾਲਿਆਂ ਨੇ ਰੌਲਾ ਪਾਤਾ ਵੀ ਇਹ ਨਾਲ। ਉਹ ਕਹਿੰਦਾ ਵੀ ਕੋਈ ਇਹ 'ਚ ਪ੍ਰੋਬਲਮ ਨਹੀਂ, ਇਹ ਤਾਂ ਮੇਰਾ ਓਪੀਨੀਅਨ ਆ। ਜਦ CNN ਵਾਲਿਆਂ ਨੇ ਪੁੱਛਿਆ ਉਹਨੂੰ, ਕਹਿੰਦਾ ਤੇਰੀ ਫੇਕ ਨਿਊਜ਼ ਆ, ਤੂੰ ਨਹੀਂ ਗੱਲ ਕਰ ਸਕਦਾ, ਯੂ ਆਰ ਫੇਕਰ। ਤੇ ਜਦੋਂ ਕਮੈਂਟ ਕਰ ਰਿਹਾ ਸੀ ਤੇ ਡਾਕਟਰ ਡੈਬਰਾ ਬ੍ਰਿਕਸ ਉੱਥੇ ਬੈਠੀ ਸੀ, ਉਹ ਹੱਸ ਰਹੀ ਸੀ ਵੀ ਇਹ ਕੀ ਕਹਿ ਰਿਹਾ। ਜਿਹੜੀ ਵਾਈਟ ਹਾਊਸ ਦੀ ਕਰੋਨਾ ਵਾਇਰਸ ਟਾਸਕ ਫੋਰਸ ਦੀ ਇੱਕ ਕੋਆਰਡੀਨੇਟਰ ਹੈ, ਇਹ ਉਹ ਬੜੀ ਅਨਕੰਫਰਟੇਬਲ ਹੋ ਰਹੀ ਸੀ ਜਦ ਉਸਨੂੰ ਉਹਦੀਆਂ ਪਿਕਚਰਾਂ ਵੇਖੀਆਂ, ਬਾਡੀ ਲੈਂਗੁਏਜ ਦੱਸ ਰਹੀ ਸੀ ਤੇ ਛੱਡ ਦਿੱਤੀ ਗੱਲ। ਬਸ ਕਹਿੰਦਾ ਵੀ ਜਿਹੜਾ ਇਹ ਲਾਈਸੋਲ ਤੇ ਡਿਟੋਲ ਹੈ, ਇਹ ਇੰਜੈਕਟ ਕਰਕੇ ਦੇਖ ਲਓ ਬਾਡੀ 'ਚ, ਕੀ ਪਤਾ ਅੰਦਰੋਂ ਵੀ ਸਾਫ਼ ਕਰ ਦੋ। ਬਸ ਮਰਜ਼ੀ ਹੈ, ਜਿਹੜੀ ਮਰਜ਼ੀ ਕਹਿ ਦੇਣੀ ਹੈ ਗੱਲ। ਕਿਹੜਾ ਕੋਈ ਪੁੱਛਣ ਵਾਲਾ, ਕੋਈ ਕਹਿਣ ਵਾਲਾ ਨਹੀਂ ਉੱਥੇ। ਕਿਸੇ ਜਿੰਨੇ ਮੂਹਰੇ ਬੈਠੇ ਹੁੰਦੇ ਪੱਤਰਕਾਰ, ਉਹਨਾਂ ਨੂੰ ਉਹ ਗੱਲ ਨਹੀਂ ਕਰਨ ਦਿੰਦਾ, ਮਾਈਕ ਉਹਦੇ ਕੋਲ ਹੈ। ਵੇਖਣ ਵਾਲਾ ਉਹ ਕਲਿੱਪ ਬਈ ਜਿਹਦੇ 'ਚੋਂ ਕਹਿੰਦਾ ਵੀ ਚੱਕ ਦਿਓ ਮਾੜਾ ਜਿਹਾ ਲਾਈਸੋਲ ਤੇ ਡੀਟੋਲ, ਇੰਜੈਕਟ ਕਰ ਦਿਓ। ਤੇ ਉਹ ਕਹਿੰਦਾ ਵੀ ਇਹੋ ਜਿਹਾ ਕੁਛ ਹੋ ਸਕਦਾ ਕਿ ਇੰਜੈਕਸ਼ਨ ਇਹਦੇ ਨਾਲ ਦੱਸ ਦਈਏ ਇਨਸਾਈਡ ਆਲਮੋਸਟ ਕਲੀਨਿੰਗ ਕਰਦੇ। ਕਹਿੰਦਾ ਇਟ ਵੁੱਡ ਬੀ ਵੈਰੀ ਇੰਟਰਸਟਿੰਗ ਟੂ ਚੈੱਕ ਦੈਟ। ਬਾਕੀ ਅਮਰੀਕਾ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਹੈ ਉਹ 50,000 ਟੱਪ ਗਈ ਹੈ। ਮੁਸ਼ਕਿਲ ਇੱਥੇ ਆ ਕੇ ਖੜੀ ਹੈ ਕਿ ਨਾਲ ਹੀ FDA ਨੇ, ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਹੈ ਜਿਹੜੀ, ਉਹਨਾਂ ਨੇ ਕਲੋਰੋਕੁਈਨ ਦੀ ਵਾਰਨਿੰਗ ਵੀ ਦਿੱਤੀ ਹੈ। ਉਹ ਕਹਿੰਦੇ ਇਹਦਾ ਕੋਈ ਫਾਇਦਾ ਨਹੀਂ, ਐਵੇਂ ਨਾ ਖਾ ਲਓ, ਮਲੇਰੀਆ ਵਾਲੀ ਦਵਾਈ ਹੈ। ਬਾਕੀ ਭਾਰਤ ਤੋਂ ਜਿਹੜੀਆਂ ਕੇਜਰੀਵਾਲ ਉਹਨਾਂ ਨੇ ਪਲਾਜ਼ਮਾ ਥੈਰੇਪੀ ਦੀ ਜਿਹੜੀ ਗੱਲ ਕੀਤੀ ਹੈ, ਉਹ ਕਹਿੰਦੇ ਇਹਦਾ ਫਾਇਦਾ ਹੋ ਰਿਹਾ ਹੈ।
ਦਿੱਲੀ ਤੋਂ ਇਹ ਖਬਰ ਹੈ ਕਿ ਉਸ ਦੇ ਨਤੀਜੇ ਵਧੀਆ ਆ ਰਹੇ ਨੇ। 50,000 ਦੇ ਕਰੀਬ ਮੌਤਾਂ ਹੋਈਆਂ ਨੇ ਤੇ ਉਸ ਤੋਂ ਬਾਅਦ ਮਈ 15 ਤੱਕ ਮਿਸ਼ੀਗਨ ਦੇ ਗਵਰਨਰ ਨੇ ਆਪਣੀ ਜਿਹੜੀ ਸੂਬਾ ਉਹ ਲੌਕ ਰੱਖਣ ਦੀ ਗੱਲ ਕਰ ਦਿੱਤੀ ਹੈ। ਰਮਜ਼ਾਨ ਜਿਹੜਾ ਸ਼ੁਰੂ ਹੋ ਚੁੱਕਿਆ ਹੈ, ਪਾਕਿਸਤਾਨ ਦੇ ਇੱਕ ਡਾਕਟਰ ਨੇ ਕਿਹਾ ਕਿ ਇਹਦੇ ਵਿੱਚ ਵੱਡੀ ਮੁਸ਼ਕਲ ਆ ਸਕਦੀ ਹੈ, ਲੋਕਾਂ ਨੇ ਹਟਣਾ ਨਹੀਂ। ਤੇ ਚੀਨ ਨੂੰ ਸੂ ਕਰਨ ਦੀਆਂ ਗੱਲਾਂ ਬੜੀਆਂ ਚੱਲ ਰਹੀਆਂ ਨੇ ਤੇ ਕੁਝ ਸਟੇਟਸ ਨੇ ਜਿਹੜੇ ਰਿਪਬਲਿਕਨ ਸਟੇਟਸ ਨੇ ਉਹ ਕੋਸ਼ਿਸ਼ ਕਰ ਰਹੇ ਨੇ। ਜਾਰਜੀਆ ਉਹਦੇ 'ਚ ਪਹਿਲਾ ਬ੍ਰਾਇਨ ਕੈਂਪ ਨੇ ਬਿਜ਼ਨਸ ਸ਼ੁਰੂ ਕਰਨ ਦੀ ਗੱਲ ਕਹਿ ਦਿੱਤੀ ਹੈ। ਮਿਸ਼ੀਗਨ ਗਵਰਨਰ ਨੇ ਕਹੀ ਨਹੀਂ। ਟੈਨਸੀ ਦੇ ਗਵਰਨਰ ਨੇ ਉਹ ਵੀ ਰਿਪਬਲਿਕਨ ਸਟੇਟ ਹੈ। ਰੈਸਟੋਰੈਂਟ ਉਹ ਕਹਿੰਦਾ ਵੀ ਮੰਡੇ ਸ਼ੁਰੂ ਕਰ ਲਿਓ, ਰਿਟੇਲਰ ਵੈਡਨਸਡੇ ਸ਼ੁਰੂ ਹੋ ਸਕਦੇ ਨੇ 50% ਕਪੈਸਿਟੀ ਤੇ। ਸਾਊਥ ਕੈਰੋਲਾਈਨਾ ਦੇ ਗਵਰਨਰ ਹੈਨਰੀ ਮੈਕਮੈਸਟਰ ਉਹ ਵੀ ਰਿਪਬਲਿਕਨ ਨੇ, ਉਹਨਾਂ ਨੇ ਰਿਟੇਲ ਸਟੋਰ, ਬੀਚਜ਼ ਉਹ ਵੀ ਖੋਲ ਦਿੱਤੇ ਨੇ ਇਸ ਵੀਕਐਂਡ ਤੇ। ਕੋਲੋਰਾਡੋ ਦੇ ਗਵਰਨਰ ਜੇਰਡ ਪੋਲਿਸ ਅਗਲੇ ਵੀਕ ਉਹ ਕਹਿੰਦਾ ਮੈਂ ਵੀ ਖੋਲ ਲੈਣੀ ਹੈ। ਫਰਾਈਡੇ ਆਇਓਵਾ ਅੱਜ ਗਵਰਨਰ ਕਿਮ ਰੇਨੋਲਡਸ ਜਿਹੜੇ ਨੇ ਰਿਪਬਲਿਕਨ ਫਾਰਮਰ ਮਾਰਕੀਟਸ ਜਿਹੜੀਆਂ ਨੇ ਉਹ ਖੋਲਣ ਦੀਆਂ ਗੱਲਾਂ ਚੱਲ ਰਹੀਆਂ ਨੇ। ਨਿਊਯਾਰਕ, ਕੈਲੀਫੋਰਨੀਆ, ਓਹਾਇਓ, ਆਇਓਵਾ, ਆਰਕਾਂਸਾ, ਓਰੇਗਨ ਤੇ ਯੂਟਾ ਤੇ ਥੋੜਾ ਥੋੜਾ ਉਹ ਕਹਿੰਦੇ ਅਸੀਂ ਵੀ ਇਸ ਨੂੰ ਖੋਲਣ ਲੱਗਾਂਗੇ। ਇਹਦੇ ਅੱਗੇ ਇਹ ਠੀਕ ਰਹੇਗਾ ਜਾਂ ਨਹੀਂ ਇਹ ਤਾਂ ਹੁਣ ਚੈੱਕ ਕਰਕੇ ਹੀ। ਇੱਧਰ ਮਿਲੀਅਨ ਦੇ ਕਰੀਬ ਚੀਨ ਤੋਂ ਲਿਆਂਦੇ ਹੋਏ ਜਿਹੜੇ ਮਾਸਕ ਸੀ M95 ਦੇ ਬਦਲ ਦੇ ਵਿੱਚ ਉਹ ਜਿਹੜੇ ਨੇ ਉਹ ਪਏ ਨੇ, ਉਹਨਾਂ ਨੇ ਵਰਤਣ ਦੇ ਕਾਬਲ ਨਹੀਂ। ਚੀਨ ਤੋਂ ਜਹਾਜ਼ ਲੈ ਆਂਦੇ ਭਰ ਕੇ ਕੈਨੇਡਾ ਨੇ, ਪਰ ਉਸ ਨੂੰ ਜਿਹੜਾ ਉਹ ਯੂਜ਼ ਨਹੀਂ ਕਰ ਸਕਦੇ, ਉਹ ਵਰਤਣ ਦੇ ਕਾਬਲ ਨਹੀਂ ਹੈ, ਉਸ ਦੇ ਨਾਲ ਸੇਫਟੀ ਨਹੀਂ ਹੈ। ਚੀਨ ਇਸ ਸਮੇਂ ਆਪਣਾ ਸੌਦਾ ਜਿਹੜਾ ਹੈ ਉਹ ਵੇਚ ਰਿਹਾ ਹੈ। ਬਾਕੀ ਗਵਰਨਮੈਂਟ ਕਿਵੇਂ ਕਰ ਰਹੀ ਹੈ, ਜਿਹੜੇ ਭੱਤੇ ਦੇ ਰਹੀ ਹੈ। ਜਿਹੜੀ ਮੈਂ ਕੱਲ ਤੁਹਾਨੂੰ ਖਬਰ ਦੱਸੀ ਸੀ, ਜਿਹੜਾ ਐਡਵਾਂਸ ਸਿਸਟਮ ਸੀ ਉਹ ਐਡਵਾਂਸ ਸਿਸਟਮ ਜਿਹੜਾ ਫੇਲ ਹੋ ਗਿਆ ਟੋਟਲੀ। ਜਿਹੜਾ ਗਲੋਬਲ ਅਰਲੀ ਡਿਟੈਕਸ਼ਨ ਦਾ ਪ੍ਰੋਗਰਾਮ ਸੀ ਉਹ ਪੂਰਾ ਫੇਲ ਹੋ ਗਿਆ। ਸਿਓਲ ਦੇ ਵਿੱਚ ਜਿਹੜੀ ਜਾ ਕੇ ਗਲੋਬਲ ਪਬਲਿਕ ਹੈਲਥ ਜਿਹੜਾ ਨੈਟਵਰਕ ਸੀ, ਇੰਟੈਲੀਜੈਂਟ ਨੈਟਵਰਕ ਸੀ, ਉਹਦੇ ਦਸਤਾਵੇਜ਼ ਦੱਸਦੇ ਨੇ ਕਿ ਅਪਗ੍ਰੇਡ ਹੋ ਰਿਹਾ ਤੇ ਉਹਦਾ ਐਲਗੋਰਿਦਮ 7000 ਦੇ ਕਰੀਬ ਜਿਹੜੇ ਡਾਕੂਮੈਂਟ ਹੁੰਦੇ, ਕਿਹੜੇ ਡਾਕੂਮੈਂਟ ਕਿਵੇਂ ਆਉਣੇ ਨੇ। ਡਾਕਟਰ ਫਲੋਰੈਂਸ ਟੈਂਗੋਆਏ ਉਹ ਕਹਿ ਕੇ ਆਏ ਨੇ ਨਵੰਬਰ ਦੇ ਵਿੱਚ ਸਿਓਲ ਦੇ ਵਿੱਚ ਵੀ ਸਾਡਾ ਜਿਹੜਾ ਸਿਸਟਮ ਆ ਉਹ ਅਪਗ੍ਰੇਡਡ ਨਹੀਂ ਹੈ। ਜੇ ਅਪਗ੍ਰੇਡਡ ਨਹੀਂ ਸੀ ਪਰ ਜਨਵਰੀ ਦੇ ਵਿੱਚ ਵੁਹਾਨ ਦੇ ਵਿੱਚ ਸਭ ਕੁਝ ਹੋਣ ਲੱਗ ਗਿਆ ਸੀ। ਅਸੀਂ ਲਾਸਟ ਮਿੰਟ ਤੱਕ 31 ਜਨਵਰੀ ਨੂੰ ਪ੍ਰਧਾਨ ਮੰਤਰੀ ਟਰੂਡੋ ਕਹਿੰਦਾ ਸਾਨੂੰ ਨਹੀਂ ਹੋ ਰਿਹਾ ਇੱਥੇ ਕੁਝ, ਵੀ ਆਰ ਗੁੱਡ, ਨਾ ਇੱਥੇ ਸਾਰਸ ਹੋਇਆ ਨਾ ਇੱਥੇ ਮਰਸ ਹੋਇਆ, ਸਾਨੂੰ ਕੋਈ ਮੁਸ਼ਕਲ। ਹੁਣ ਇਹ ਜਿਹੜਾ ਪੱਤੇ ਤਾਂ ਠੀਕ ਨੇ, ਪੱਤਿਆਂ ਦੇ ਨਾਲ ਪਲਾਨ ਕੋਈ ਹੈ ਜਿਹਦੇ ਨਾਲ ਕੰਟਰੀ ਜਿਹੜੀ ਦੀਵਾਰੀ ਪੈਰਾਂ ਜਿਹੜਾ ਇਹ ਦੇਣਾ ਹੈ ਬਿਲੀਅਨਸ ਆਫ ਡਾਲਰ ਉਹ ਵਾਪਸ ਕਿੱਥੋਂ ਆਉਣੇ ਨੇ, ਕਿਹਨੇ ਦੇਣੇ ਨੇ, ਉਹ ਕਿੱਥੋਂ ਆਉਣੇ ਆ? ਇਵੈਂਚੁਅਲੀ ਕੈਨੇਡੀਅਨਸ ਨੇ ਪੇ ਕਰਨੇ। ਬਿੱਲ ਉੱਪਰ ਜੀ ਲਾਈਨ ਨੰਬਰ 4। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਉਹ ਮੈਂ ਜਿਹੜਾ ਪਹਿਲਾਂ ਆਪਣੇ ਇੰਡੀਆ 'ਚ ਫਸੇ ਆ ਜਾਂ ਇਸ ਮੁੱਦੇ ਤੇ ਮੈਂ ਇੱਕ ਦੋ ਗੱਲਾਂ ਕਰਨੀਆਂ ਕਰ ਸਕਦਾ? ਕਰੋ ਜੀ, ਕਰੋ ਕਰੋ ਕਰੋ। ਹਾਂਜੀ, ਇਹ ਮੇਰਾ ਮਤਲਬ ਓਪੀਨੀਅਨ ਹੈ। ਮੈਂ ਕਾਫੀ ਦੇਰ ਹੋ ਗਿਆ ਇਹਨੂੰ ਸੁਣਦੇ ਨੂੰ, ਮੈਂ ਇਹਦੇ ਬਾਰੇ ਕੋਈ ਗੱਲ ਕੀਤੀ ਨਹੀਂ ਸੀਗੀ, ਬਸ ਸੋਚ ਵਿਚਾਰ ਕੇ। ਮਤਲਬ ਇਹ ਮੇਰਾ ਓਪੀਨੀਅਨ ਹੈ, ਮੈਂ ਗਲਤ ਵੀ ਹੋ ਸਕਦਾ ਜੋ ਮੈਂ ਕਹਿਣ ਲੱਗਾ। ਕਰੋ ਜੀ, ਕਰੋ ਕਰੋ ਕਰੋ। ਇਹ ਤੁਹਾਡੀ ਜਿਹੜੀ ਕੋਈ ਵੀ ਗੌਰਮੈਂਟ ਕਿਸੇ ਦੇਸ਼ ਦੇ ਵਿੱਚੋਂ ਆਪਦੇ ਸਿਟੀਜ਼ਨ ਕੱਢ ਕੇ ਲਿਆਉਂਦੀ ਹੁੰਦੀ ਹੈ ਨਾ, ਉਹ ਐਮਰਜੈਂਸੀ ਉਦੋਂ ਹੁੰਦੀ ਆ ਜਦੋਂ ਉਹਨਾਂ ਨੂੰ ਉਸ ਕਿਸੇ ਦੇਸ਼ ਦੇ ਵਿੱਚ ਪ੍ਰੋਸੀਕਿਊਟ ਕੀਤਾ ਜਾ ਰਿਹਾ ਹੋਵੇ ਜਾਂ ਕੋਈ ਰੈਵੋਲੂਸ਼ਨ ਆ ਜਾਵੇ। ਜੇ ਇਹ ਗਵਰਨਮੈਂਟਾਂ ਬਦਲ ਜਾਣ, ਤੁਸੀਂ ਜਿਹੜੀ ਪਹਿਲੀ ਗਵਰਨਮੈਂਟ ਸੀ ਉਹਦੇ ਨਾਲ ਦੇ ਸੀ, ਹੋਰ ਗਵਰਨਮੈਂਟ ਆ ਗਈ, ਉਹਨਾਂ ਨੇ ਤੁਹਾਨੂੰ ਚੱਕ ਕੇ ਜੇਲ੍ਹ 'ਚ ਪਾ ਦੇਣਾ ਤੇ ਉਹਨਾਂ ਨੇ ਜਾਂ ਤੁਹਾਨੂੰ ਮਾਰ ਦੇਣਾ ਜਾਂ ਕੋਈ ਇਸ ਤਰ੍ਹਾਂ ਦਾ ਕਈ ਕੰਮ ਹੋ ਸਕਦੇ ਆ। ਉਦੋਂ ਹੁੰਦਾ
ਏਜੰਸੀ ਵੀ ਆਪਦੇ ਸਿਟੀਜ਼ਨਾਂ ਨੂੰ ਲੋਕ ਦਵਾ-ਦਵ ਕੱਢਦੇ ਆ। ਹੁਣ ਜਿਹੜੇ ਆਪਣੇ ਸਿਟੀਜ਼ਨ ਜਾਂਦੇ ਆ ਬਾਈ ਜੀ, ਤੁਹਾਨੂੰ ਵੀ ਪਤਾ ਵੀ ਸਾਲ ਦੇ ਵਿੱਚ 2-2 3-3 ਵਾਰੀ ਜਾਂਦੇ ਆ, ਜਾਂ ਤਾਂ ਕੋਈ ਮਾਮਲਾ ਕਰਾਉਣ ਜਾਂਦਾ ਜਾਂ ਕੋਈ ਆਪਦੀਆਂ ਪੈਨਸ਼ਨਾਂ। ਬਹੁਤ ਥੋੜੇ ਆ ਜਿਹੜੇ ਕਹਿੰਦੇ ਵੀ ਚੱਲ ਮੈਂ ਘੁੰਮ ਫਿਰ ਆਉਣਾ, ਵੀ ਮੈਂ ਇੱਥੇ ਬੈਠਾ ਬੋਰ ਹੋ ਗਿਆ। ਸੋ ਇਹ ਥੋੜੀ ਜਿਹੀ ਪੇਸ਼ੈਂਸ ਦੀ ਲੋੜ ਆ। ਦੇਖੋ ਹੁਣ ਅਸੀਂ ਤਾਂ ਇਹ ਕਹਿਣ ਲੱਗ ਪੈਂਦੇ ਆ ਵੀ ਸੱਜਣ ਆਪਣਾ ਡਿਫੈਂਸ ਮਿਨਿਸਟਰ ਆਪਣੇ ਜਿਹੜੇ ਆਨਰੇਬਲ ਮਿਸਟਰ ਸੱਜਣ ਵੀ ਉਹ ਆਪਦੇ ਜੀ ਮਿਲਟਰੀ ਪਲੇਨ ਕਿਉਂ ਨਹੀਂ ਭੇਜ ਦਿੰਦਾ ਗਾ। ਮਤਲਬ ਇਹ ਜਿਹੜੀਆਂ ਨਾ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਦੇ ਆਪਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ ਗਾ। ਇਹਦੇ ਵਿੱਚ ਕੀ ਹੈ ਵੀ ਜਾਂ ਤਾਂ ਉੱਥੇ ਆਪਾਂ ਘਰੇ ਬੈਠੇ ਆ ਜਾਂ ਆਪਾਂ ਰਿਸ਼ਤੇਦਾਰਾਂ ਕੋਲ ਬੈਠੇ ਆ, ਆਪਾਂ ਨੂੰ 3 ਵਾਰੀ ਦਾ ਮੀਲ ਮਿਲ ਰਿਹਾ। ਹੁਣ ਜੇ ਮੈਂ ਉੱਥੇ ਫਸਿਆ ਹੁੰਦਾ ਸ਼ਾਇਦ ਮੈਂ ਕਹਿੰਦਾ ਵੀ ਛੇਤੀ ਨਿਕਲਣੇ ਚਾਹੀਦੇ ਆ, ਪਰ ਗੱਲ ਇਹ ਆ ਵੀ ਹੁਣ ਜਦੋਂ ਕਰ ਕੁਛ ਨਹੀਂ ਸਕਦੇਗੇ। ਹੁਣ ਅਸੀਂ ਜਿੰਨਾ ਕੁ ਜ਼ੋਰ ਗੌਰਮੈਂਟਾਂ ਲਾਉਂਦੀਆਂ ਹੁੰਦੀਆਂ ਵੀ ਤੁਸੀਂ ਭਾਈ ਅਸੀਂ ਤੋਂ ਪਲੇਨ ਕਰਕੇ ਭੇਜਦੇ ਆਪਦਾ ਕਿਰਾਇਆ ਲਾ ਕੇ ਆ ਜਾਓ, ਤੁਸੀਂ ਕਿਹੜਾ ਸਾਡੇ ਤੋਂ ਪੁੱਛ ਕੇ ਗਏ ਸੀਗੇ ਜਾਂ ਕੋਈ ਜਿਹੜੇ ਨਿਊਜ਼ੀਲੈਂਡ ਜਾਂ ਆਪਣੇ USA ਦੇ ਕੱਢੇ ਆ ਉਹ ਬੰਦੇ ਉਹ ਆ, ਜਾਂ ਜਿਹੜੇ ਕੋਈ ਟੂਰਿਸਟ ਗਏ ਸੀ 20 ਸਾਲਾਂ 'ਚ ਇੱਕ ਅੱਧੀ ਵਾਰੀ, ਜਾਂ ਕੋਈ ਡਿਪਲੋਮੈਟ ਸੀਗੇ, ਜਾਂ ਉਹ ਸਾਰੇ ਉਹਨਾਂ ਨੇ ਲੈ ਆਉਂਦੇ ਜਿੱਥੇ ਜ਼ਿਆਦਾ ਸੀਗਾ ਕਰੋਨਾ ਵਾਇਰਸ। ਹੁਣ ਇੰਡੀਆ ਦੇ ਵਿੱਚ ਇੰਨਾ ਵੀ ਆਮ ਕੰਟਰੀਆਂ ਨਾਲੋਂ ਘੱਟ ਗਿਆ, ਕਿਉਂਕਿ ਉਹਨਾਂ ਨੇ ਸਿੱਧਾ ਕਰਫਿਊ ਲਾਤਾ ਵੀ ਤੁਸੀਂ ਬਾਹਰ ਹੀ ਨਿਕਲ ਸਕਦੇਗੇ। ਇਸ ਕਰਕੇ ਉੱਥੇ ਥੋੜਾ ਜਿਹਾ ਘੱਟ ਹੋਇਆ, ਨਹੀਂ ਤਾਂ ਉੱਥੇ ਬਹੁਤ ਜ਼ਿਆਦਾ ਹੋਣਾ ਚਾਹੀਦਾ ਸੀ ਜਿਸ ਤਰ੍ਹਾਂ ਨਾਲ ਉੱਥੇ ਪਾਪੂਲੇਸ਼ਨ ਹੈ। ਸੋ ਅਸੀਂ ਥੋੜਾ ਜਿਹਾ, ਮੈਂ ਤਾਂ ਹੁਣ ਇਹ ਸੋਚਦਾ ਹੁੰਦਾ ਵੀ ਇਸ ਦੇਸ਼ ਨੇ ਸਾਨੂੰ ਇੰਨਾ ਕੁਛ ਦੇਤਾ, ਹੁਣ ਸਾਡੀ ਵਾਰੀ ਆ ਵੀ ਵਾਟ ਕੈਨ ਵੀ ਡੂ ਫॉर द ਕੰਟਰੀ, ਰਾਈਟ। ਜੇ ਅਸੀਂ ਪੇਸ਼ੈਂਸ ਰੱਖ ਕੇ ਇੱਕ ਅੱਧਾ ਮਹੀਨਾ, ਮੇਰੇ 2 ਫਰੈਂਡ, ਇੱਕ ਤਾਂ ਢੁੱਡੀ ਕੇ ਬੈਠਾ, ਇੱਕ ਹੁਸ਼ਿਆਰਪੁਰ ਬੈਠਾ, ਉਹਨਾਂ ਨਾਲ ਮੇਰੀ ਰੋਜ਼ ਗੱਲਬਾਤ ਹੁੰਦੀ ਰਹਿੰਦੀ ਆ। ਉਹਨਾਂ ਦਾ ਦੋਨਾਂ ਦਾ ਇਹਨੇ ਕਹਿਣਾ ਫਿਰ ਕੀ ਹੋ ਗਿਆ, $6 ਲੈ ਕੇ ਆਏ ਸੀ, ਬੈਕ ਦਾ ਬਿਜ਼ਨਸ ਆ। ਮੈਂ ਕਿਹਾ ਵੀ ਤੇਰਾ ਬਿਜ਼ਨਸ ਦਾ ਕੀ ਬਣੂਗਾ? ਉਹਦਾ ਕੋਈ ਗੱਲ ਨਹੀਂ, $6 ਲੈ ਕੇ ਆਏ ਸੀ। ਉਹ ਵੀ ਆਂਦਾ ਬਾਪੂ ਦੀ ਜੇਬ ਸੀਗੇ, ਉਹ ਵੀ ਨਹੀਂ ਸੀ ਮਿਲੇ ਜਾਂਦਾ, ਤੇ ਆਂਦਾ ਕੋਈ ਗੱਲ ਨਹੀਂ ਹੌਲੀ ਹੌਲੀ ਫੇਰ ਲਾ ਲਾਂਗੇ। ਇਹੋ ਜਿਹੇ ਦੇਸ਼ ਦੇ ਵਿੱਚ ਖੜੇ ਹੋਣਾ ਕੀ ਔਖਾ। ਤੇ ਜਿਹੜੇ ਮੈਜੋਰਟੀ ਸਾਡੇ ਪੀਪਲ ਆ ਇਹ ਜਾਂ ਤਾਂ EI ਤੇ ਸੀਗੇ ਜਾਂ ਥੋੜੇ ਹੋਣਗੇ ਜਿਹੜੇ ਘੁੰਮਣ ਫਿਰਨ ਵਾਲੇ ਗਏ ਹੋਣਗੇ, ਮੇਰਾ ਕਹਿਣ ਦਾ ਮਤਲਬ ਆ। ਸੋ ਇਸ ਲਈ ਸਾਡੀ ਥੋੜੀ ਜਿਹੀ ਰਹਿਣ ਰੱਖਣ ਦੀ ਲੋੜ ਆ। ਇਹ ਗੱਲਾਂ ਮਤਲਬ ਐ ਨਹੀਂ ਗਾ ਵੀ ਉੱਥੇ ਬਾਜ਼ੀ ਦੇ ਬੁੱਥੇ ਦੇ ਤੇ ਵੀ ਉਹਨਾਂ ਨੂੰ ਸਾਡੇ ਸਿਟੀਜ਼ਨ ਮਰ ਰਹੇ ਆ, ਉਹਨਾਂ ਨੂੰ ਕਿਉਂ ਨਹੀਂ ਦੇਸ਼ ਕੱਢ ਕੇ ਲਿਆਉਂਦਾ। ਜੇ ਕੋਈ ਏਦਾਂ ਦੀ ਸਿਚੁਏਸ਼ਨ ਨਹੀਂ ਤਾਂ ਅਫਕੋਰਸ ਉਹਨਾਂ ਨੇ ਕਰਨਾ। ਬਾਕੀ ਜਿਹੜਾ ਜੋ ਕੁਛ ਮੈਂ ਦੇਖਿਆ ਦੁਨੀਆ ਦੇ ਵਿੱਚ ਜਾਂ ਮੈਂ ਪੜ੍ਹ ਰਿਹਾ, ਜੋ ਕੁਛ ਅੱਜ ਕੱਲ੍ਹ ਕੈਨੇਡਾ ਦੀ ਗਵਰਨਮੈਂਟ ਨੇ ਆਪਦੇ ਬਟੂਏ ਖੋਲ੍ਹਤੇ, ਖਜ਼ਾਨੇ ਖੋਲ੍ਹਤੇ ਆ। ਇਹ ਪੈਸੇ ਕਿਵੇਂ ਆਉਣੇ ਆ ਸਾਰੇ ਦੇਸ਼ਾਂ ਨੂੰ ਫਿਕਰ ਆ, ਇਕੱਲੇ ਕੈਨੇਡਾ ਨੂੰ ਨਹੀਂ ਹੈ। ਹੁਣ ਦੇਖੋ ਜੇ 2-2 ਹਜ਼ਾਰ ਦਾ ਪੈਕੇਜ ਨਾ ਦਿੰਦੇ ਤਾਂ ਫਿਰ ਅਸੀਂ ਕਹਿਣਾ ਸੀਗਾ ਵੀ ਇਹਨਾਂ ਨੇ ਆਪਦੇ ਸਿਟੀਜ਼ਨ ਦੀ ਲੋਕ ਨਹੀਂ ਪੁੱਛੀ। ਇੱਕ ਮੈਂ ਹੋਰ ਗੱਲ, ਇੱਥੇ ਲੋਕ 37 ਮਿਲੀਅਨ ਲੋਕ ਰਹਿੰਦੇ ਕੈਨੇਡਾ ਦੇ ਵਿੱਚ, ਸਾਡੇ ਉੱਥੇ 40,000 ਫਸੇ। ਸਾਡੀ ਆਬਾਦੀ ਮੇਰਾ ਖਿਆਲ 5 ਲੱਖ ਬਣਦੀ ਆ, ਮੈਨੂੰ ਲੱਗਦਾ ਅਰਾਊਂਡ ਦੇ ਸਾਡੀ ਆਬਾਦੀ ਹੋਣੀ ਆ। ਹੁਣ 5 ਲੱਖ ਦੇ ਅਸੀਂ ਜਾਂ 2 MP ਹੈ ਜਾਂ 4 MP ਹੈ ਜਾਂ 6 MP 2 MLA ਅਸੀਂ ਬਣਾ ਸਕਦੇ ਹਾਂ। ਬਾਕੀ ਜਿਹੜੇ 37 ਮਿਲੀਅਨ ਲੋਕ ਆ ਉਹਨਾਂ ਦੀ ਜਿਹੜੀ ਵਿਚਾਰਧਾਰਾ ਗੌਰਮੈਂਟ ਨੂੰ ਉਹਦੇ ਨਾਲ ਚੱਲਣਾ ਪੈਣਾ, ਨਾ ਕਿ ਮਾਈਨੋਰਿਟੀ ਦੀ ਵਿਚਾਰਧਾਰਾ ਇਹਦੇ ਨਾਲ ਚੱਲਣਾ ਪੈਣਾ, ਜਿੱਥੋਂ ਉਹਨਾਂ ਨੂੰ ਜ਼ਿਆਦਾ ਆਪਦੀਆਂ ਵੋਟਾਂ ਮਿਲਦੀਆਂ, ਜਿੱਥੋਂ ਉਹਦੇ ਦੇ ਜ਼ਿਆਦਾ ਨੁਮਾਇੰਦੇ ਖੜੇ ਹੁੰਦੇ ਆ। ਸੋ ਇਸ ਲਈ ਇਹ ਵੀ ਮਤਲਬ ਥੋੜਾ ਜਿਹੀ ਜਰਾਨ ਰੱਖਣੀ ਚਾਹੀਦੀ ਹੈ। ਐਡੀ ਵੱਡੀ ਜ਼ਿੰਦਗੀ ਦੇ ਵਿੱਚ ਸਾਡੇ ਪਹਿਲੀ ਵਾਰ ਹੋਇਆ। World War II ਵੇਲੇ ਤਾਂ ਅਸੀਂ ਹੈ ਨਹੀਂ ਸੀਗੇ। ਉਹ World War II ਵੇਲੇ ਇੰਗਲੈਂਡ ਸਾਰੇ ਨੇ ਮੇਰਾ ਖਿਆਲ ਸਾਲ ਦੇ ਕਰੀਬ ਬੰਕਰਾਂ ਦੇ ਵਿੱਚ ਰਹੇ ਆ, ਜਵਾਕਾਂ ਤੋਂ ਲੈ ਕੇ ਬੁਢਾਪਿਆਂ ਤੱਕ। ਜਦੋਂ ਹਾਰਨ ਵੱਜਦਾ ਤੇ ਬੰਬਾਂ ਦੀ ਉੱਥੇ ਉਹਨੇ ਛਾਂ ਕਰਤੀ ਸੀ ਜਰਮਨੀ ਨੇ, ਮਤਲਬ ਕੋਈ ਬਿਲਡਿੰਗ ਨਹੀਂ ਚੱਡੀ ਲੰਡਨ ਦੀ, ਉਹ ਫੇਰ ਖੜੇ ਹੋ ਗਏ, ਰਾਈਟ। ਇਸ ਤਰ੍ਹਾਂ ਦੀਆਂ ਕੋਈ ਪਲਾਨਾਂ ਬਣਨਗੀਆਂ ਤਾਂ ਸਾਰੇ ਖੜੇ ਹੋਣਗੇ। ਥੋੜੀ ਜਿਹੀ ਜਰਾਇਦ ਰੱਖਣ ਦੀ ਲੋੜ ਆ, ਪੇਸ਼ੈਂਸ ਰੱਖਣ ਦੀ ਲੋੜ ਆ ਸਾਨੂੰ। ਥੈਂਕ ਯੂ ਬਾਈ ਜੀ। ਥੈਂਕ ਯੂ ਜੀ। ਇੰਦਰਪ੍ਰੀਤ ਸਿੰਘ ਟਵਾਣਾ ਜੀ, ਲਾਈਨ ਨੰਬਰ 2, ਪੇਸ਼ੈਂਸ ਰੱਖਣੀ ਚਾਹੀਦੀ ਹੈ ਪੰਜਾਬ ਗਿਆ ਨੂੰ। ਬਿਲਕੁਲ ਜੀ, ਕਹਿੰਦੇ ਜਰਾਇਦ ਰੱਖਣੀ ਚਾਹੀਦੀ ਹੈ। ਹੁਣ ਸਮਾਂ ਲੱਗੂ, ਇਹ ਆਪਣੀ ਲਾਈਫ ਟਾਈਮ ਦੀ ਪਹਿਲੀ ਵਾਰ ਹੋਇਆ। ਬਾਕੀ ਦੇਸ਼ ਜਿਹੜੇ ਲੈ ਕੇ ਆਏ ਨੇ, ਖੈਰ ਮੈਂ ਕਰੈਕਟ ਕਰਦਾ ਉੱਪਰ ਸਭ ਤੁਹਾਨੂੰ, ਉਹ ਵੀ ਘੁੰਮਣੇ ਗਏ ਹੋਏ ਸੀ, ਉਹ ਉੱਥੇ ਕੋਈ ਨਹਿਰ ਨਹੀਂ ਸੀ ਪੂਰਨ ਗਏ ਹੋਏ। ਬਾਕੀ ਦੇਸ਼ ਆਪਣੇ ਲੈ ਆਏ। ਹੋ ਸਕਦਾ ਹੈ ਉਹ ਗਿਣਤੀ ਉਹਨਾਂ ਦੀ ਘੱਟ ਹੋਵੇ, ਇਹ ਮੈਂ ਗੱਲ ਮੰਨਦਾ। ਇੱਕ ਦੂਸਰਾ ਵੀ ਇੱਥੇ ਬੈਨੀਫਿਟ ਆਫ ਡਾਊਟ ਨਾਲ ਦੇਣਾ ਚਾਹੀਦਾ ਕਿ ਪੰਜਾਬ 'ਚ ਗਏ ਲੋਕਾਂ ਬਾਰੇ ਕੈਨੇਡੀਅਨ ਗਵਰਨਮੈਂਟ ਨੂੰ ਇਹ ਪਤਾ ਕਿ ਇਹਨਾਂ ਦੇ ਘਰ-ਬਾਰ ਉੱਥੇ ਨੇ। ਦੂਜੇ ਜਿਹੜੇ ਟੂਰਿਸਟ ਪੰਜਾਬ ਤੋਂ ਬਾਹਰ ਗਏ ਹੋਏ ਸੀ ਉਹਨਾਂ ਨੂੰ ਉਹਨਾਂ ਨੇ ਪ੍ਰਾਇਓਰਟੀ ਦੇਤੀ। ਇਹ ਵੀ ਗੱਲ ਮੈਂ ਮੰਨਦਾ ਵੀ ਇੱਕ ਦੇ ਸਿਰ ਤੇ ਛੱਤ ਹੈ, ਇੱਕ ਦੇ ਸਿਰ ਤੇ ਛੱਤ ਹੈ ਨਹੀਂ। ਦੇਖੋ ਜਿਹੜੀ ਗੱਲ ਸਹੀ ਉਹ ਸਹੀ ਵੀ ਕਰਨੀ ਚਾਹੀਦੀ ਹੈ, ਪਰ ਹੁਣ ਸਮਾਂ ਜਿਹੜਾ ਮਾਰਚ ਦੇ 20 ਤਰੀਕ ਦੀਆਂ ਇਹ ਗੱਲਾਂ ਤੁਰੀਆਂ ਹੋਈਆਂ, ਅਪ੍ਰੈਲ ਮੁੱਕ ਚੱਲਿਆ ਤੇ ਅੱਗੇ ਹੁਣ 1.5
ਜਿਹੜੀ ਬਰਾੜ ਸਾਹਿਬ ਉਹਨੇ ਕਹਿ ਕੇ ਗਏ ਵੀ 에ਅਰ ਕੈਨੇਡਾ ਦੇ ਬੰਦੇ ਉਹਨਾਂ ਨੇ ਲੇ ਆਫ ਕੀਤੇ, ਲੇ ਆਫ ਨਹੀਂ 16,500 ਉਹਨਾਂ ਨੇ ਵਾਪਸ ਬੁਲਾ ਲਿਆ, ਉਹਨਾਂ ਨੂੰ ਪੇ ਕਰ ਰਹੇ। ਟਵਾਣਾ ਜੀ ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਗਿੱਲ ਸਾਹਿਬ, ਆਪਾਂ ਦੇਖਦੇ ਆ ਨਾ ਹੁਣ ਪ੍ਰੋਬਲਮ ਜਿਹੜੇ ਲੋਕ ਉੱਥੇ ਵੀ ਸਟੱਕ ਨੇ, ਜੇ ਤਾਂ ਕੋਈ ਕੰਮ ਕਮਾਊ ਆ ਜਿਹਨਾਂ ਚੋਂ ਪਰਿਵਾਰ ਚੋਂ ਨਾ, ਉਹਦੀ ਤਾਂ ਇਹ ਪ੍ਰੋਬਲਮ ਆ। ਹੁਣ ਦੇਖੋ ਮਈ ਚੜ੍ਹਨ ਵਾਲਾ, ਮਈ ਜੂਨ ਜੁਲਾਈ ਅਗਸਤ 4 ਮਹੀਨੇ ਹੁੰਦੇ ਨੇ ਆਪਣੇ ਉਰੇ ਕੰਮ ਵਾਲੇ, ਹਨਾ। ਸਤੰਬਰ 'ਚ ਫੇਰ ਠੰਡ ਸ਼ੁਰੂ ਹੋ ਜਾਂਦੀ ਹੈ, ਅਕਤੂਬਰ 'ਚ ਵੀ ਬਾਹਰਲਾ ਕੰਮ ਘਟਣ ਲੱਗ ਜਾਂਦਾ ਹੈ। ਸੋ ਮੈਨੂੰ ਲੱਗਦਾ ਇਹ ਸਾਲ ਤਾਂ ਸ਼ਾਇਦ ਆਪਣਾ ਮਤਲਬ ਲੱਗਦਾ ਵੀ ਇਹ ਸਾਲ ਤਾਂ ਖਰਾਬ ਹੋਊਗਾ ਹੀ ਹੋਊਗਾ ਜਿਹੜੇ ਲੋਕਾਂ ਨੇ ਅੱਗੇ। ਪਰ ਜਿਵੇਂ ਹੁਣ ਸਰਕਾਰ ਨੇ 3-4 ਮਹੀਨਿਆਂ ਦਾ ਬਾਈ ਜੀ ਇਹ ਸਾਰਾ ਕੀਤਾ, ਤੇ ਉਹ ਹੁਣ ਅਗਲਾ ਪਲਾਨ ਪਤਾ ਨਹੀਂ ਸਰਕਾਰ ਨੇ ਡਿਸਕਸ ਕੀਤਾ, ਕਿਉਂਕਿ ਜਿਹੜੇ ਵੀਰਾਂ ਨੂੰ ਮੈਂ ਇੱਕ ਹੋਰ ਵੀ ਸਲਾਹ ਦੇਣੀ ਚਾਹੁੰਦਾ ਕਿ ਜਿਹੜਾ 2-2 ਹਜ਼ਾਰ ਆ ਰਿਹਾ ਨਾ ਕਿਤੇ, ਉਹਦੇ ਚੋਂ ਵੀ ਜੇ ਆਪਾਂ 1000 ਸੇਵ ਕਰ ਸਕੀਏ ਸਾਈਡ ਤੇ, ਕਿਉਂਕਿ ਅਗਲਾ ਟਾਈਮ ਇਹ 3-4 ਮਹੀਨਿਆਂ ਤੋਂ ਬਾਅਦ ਹੋਰ ਵੀ ਮਾੜਾ ਆਊਗਾ ਫਾਈਨੈਂਸ਼ੀਅਲੀ। ਤੇ ਦੂਜੀ ਬਾਈ ਜੀ ਜਿਹੜੀ ਗੱਲ ਆ ਨਾ, ਜਿਹੜੀ ਆਪਾਂ ਪੰਜਾਬ 'ਚ ਗਏ ਆ, ਕਿਉਂਕਿ ਹੁਣ ਜਿਹੜੇ ਵੀਰਾਂ ਦੀ ਪਹਿਲਾਂ ਗੱਲ ਸੁਣੀ ਆ ਨਾ, ਦੇਖੋ ਪ੍ਰੋਬਲਮ ਬਹੁਤ ਆ ਉੱਥੇ, ਕਿਉਂਕਿ ਹਲੇ ਇੰਡੀਆ ਦੇ ਵਿੱਚ ਵੀ ਸਾਡੇ ਇੱਥੇ ਪਟਿਆਲੇ ਰਾਜਪੁਰੇ ਹੁਣ ਕੇਸ ਹੋਏ ਨੇ, ਇੱਕੋ ਬੰਦੇ ਨੇ ਜਾ ਕੇ ਪਤਾ ਨਹੀਂ 100 ਬੰਦੇ ਨੂੰ ਕਰਤਾ, ਹਨਾ, ਜਿਹੜਾ ਪਟਿਆਲੇ ਤੋਂ ਕਿਤਾਬਾਂ ਵਾਲਾ ਸੀਗਾ। ਸੋ ਜੇ ਉੱਥੇ ਬਦਲਦਾ ਮਈ ਦੇ ਵਿੱਚ ਖੁੱਲੂਗਾ, ਮੈਨੂੰ ਲੱਗਦਾ ਜੂਨ ਤੱਕ ਜਿਹੜੇ ਵਿਚਾਰੇ ਆਸ ਲਾਈ ਬੈਠੇ ਨੇ, ਜੇ ਆਪਾਂ ਸਹੀ ਦੇਖੀਏ ਤਾਂ ਜੂਨ ਤੋਂ ਪਹਿਲਾਂ ਆ ਨਹੀਂ ਸਕਦੇ, ਜਿਹੜੀ ਚੀਜ਼ ਹੁੰਦੀ ਦਿਖਦੀ ਆ। ਸੋ ਹੁਣ ਆਪਾਂ ਨੂੰ ਇੱਥੋਂ ਆਪਣੇ ਘਰੋਂ ਹਫ਼ਤਾ ਕੋਈ ਕਹਿ ਦੇਵੇ ਵੀ ਫਲਾਣੀ ਜਗ੍ਹਾ ਜਾ ਕੇ ਰਹੋ, ਬਹੁਤ ਔਖਾ ਲੱਗਦਾ ਜੀ। ਪਿੱਛੇ ਜਦੋਂ ਘਰ ਦੇ ਵਿੱਚੋਂ ਸਮੈਲ ਵੀ ਆਉਣ ਲੱਗ ਜਾਂਦੀ, ਆਪਾਂ ਦੇਖਿਆ। ਹੁਣ ਜਿਹੜੇ ਲੋਕ ਸਾਰੇ ਗਏ ਹੋਏ ਨੇ ਘਰ ਦੇ ਜਾਂ ਕਿਤੇ ਸਟੱਕ ਨੇ, ਕਿਉਂਕਿ ਸਾਰੇ ਬੰਦਿਆਂ ਨੇ ਕੋਈ ਕਿਸੇ ਦੇ ਘਰੇ ਜਾ ਕੇ, ਬੰਦੇ ਨੂੰ ਫਿਕਰ ਤਾਂ ਹੁੰਦਾ ਹੀ ਹੈ ਜੀ ਸੁਣਨੇ ਘਰ ਦਾ। ਸੋ ਇਹਦੇ ਤੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਉੱਥੇ, ਹਾਂ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਜੇ ਉਹਨਾਂ ਦਾ ਸਰਦਾ ਪੁੱਜਦਾ ਵੀ ਜਿਹੜੇ ਸਿਹਤ ਪੱਖੋਂ ਠੀਕ ਨੇ, ਝੱਲ ਸਕਦੇ ਨੇ। ਪਰ ਉੱਥੇ ਸਥਿਤੀ ਹਲੇ ਵੀ ਜੀ, ਖਾਸ ਕਰਕੇ ਜਿਹੜੇ NRI ਬੰਦੇ ਨੇ ਆਪਣੇ, ਉਹਨਾਂ ਨੂੰ ਹੁਣ ਲੋਕਾਂ ਦਾ ਨਜ਼ਰੀਆ ਬਦਲਿਆ ਹੋਇਆ, ਹਰੇਕ ਬੰਦਾ ਲੁੱਟਣ ਨੂੰ ਫਿਰਦਾ ਬਾਈ ਜੀ। ਧੰਨਵਾਦ। ਚਰਨ ਸਿੱਧੂ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ ਜੀ, ਮੈਂ ਗੱਲ ਕਰਦਾ ਸੀ ਵੀ ਜਿਹਦਾ ਮੈਨੂੰ ਲੱਗਦਾ ਕੋਈ ਹੈ ਨਹੀਂ ਉੱਥੇ, ਉਹਨਾਂ ਨੂੰ ਹੀ ਲੱਗਦਾ ਹੋਊ ਵੀ ਉੱਥੇ ਕਾਹਤੇ ਬੈਠੇ, ਕਿਉਂ ਚਲੇ ਗਏ। ਕਿਉਂ ਹਰੇਕ ਦੀ ਪਲਾਨ ਆਪਦੀ ਹੁੰਦੀ ਹੈ, ਕੋਈ ਮਹੀਨੇ ਲਈ ਗਿਆ ਹੁੰਦਾ, 2 ਮਹੀਨੇ 6 ਮਹੀਨੇ ਲਾਉਣੇ ਹੋਣ, ਉਹ ਤੁਹਾਡਾ ਮਨ ਉਦਾਂ ਹੀ ਘਬਰਾਉਣ ਲੱਗ ਜਾਂਦਾ ਵੀ ਯਾਰ ਇਹ ਕੀ ਬੈਠੇ ਕਰਦੇ ਆ। ਉਹਨਾਂ ਦਾ ਮੈਨੂੰ ਲੱਗਦਾ ਜਿਵੇਂ ਐਲੀਵੇਟਰ 'ਚ ਬੰਦਾ ਫਸ ਜਾਵੇ, ਪਤਾ ਹੁੰਦਾ ਮੈਨੂੰ ਅੰਦਰ ਕੁਛ ਹੁੰਦਾ ਨਹੀਂ। ਹੁਣ ਉੱਥੋਂ ਵਾਲਿਆਂ ਦਾ ਦਮ ਐਂ ਘੁੱਟ ਹੁੰਦਾ ਜਿਵੇਂ ਉਹ ਉੱਥੇ ਫਸੇ ਹੁੰਦੇ ਆ, ਜਿੰਨੇ ਵੀ ਆਪਾਂ ਨੂੰ ਜਾਣਨ ਵਾਲੇ ਗਏ ਹੋਏ ਨਾ ਉੱਥੇ। ਉਹ ਪੈਨਿਕ ਨਹੀਂ ਗਏ, ਪਰ ਉਹ ਗਏ ਮਹੀਨੇ ਲਈ ਸੀ, ਹੁਣ 6 ਮਹੀਨੇ ਲਾਉਣ ਦੀ, ਉਹ ਜੇ ਆਪਾਂ ਕਹਿ ਦਈਏ ਉੱਥੇ ਬੈਠੇ ਰਹੋ, ਉਹ ਨਹੀਂ ਗੱਲ ਬਣਦੀ। ਬਿਲਕੁਲ। ਦੂਜਾ ਮੈਂ ਤੁਹਾਨੂੰ ਪੁੱਛਣਾ ਸੀ ਵੀ ਸ਼ਾਇਦ ਤੁਹਾਨੂੰ ਪਤਾ ਹੋਵੇ ਜਾਂ ਕੋਈ ਤੁਹਾਡੇ ਸੁਣਨ ਵਾਲੇ ਨੂੰ ਪਤਾ ਹੋਵੇ, ਮੈਂ ਹੁਣ ਫੋਨ ਕੀਤਾ ਸੀ, ਜਿਹੜੇ ਟਰੈਵਲ ਏਜੰਟ ਆ ਇਹ ਤਾਂ ਕਹਿੰਦੇ ਆਪਾਂ ਅਪ੍ਰੈਲ ਤੇ ਮਈ ਦੀਆਂ ਫਲਾਈਟਾਂ ਸਾਰੀਆਂ ਕੈਂਸਲ ਆ, ਤੇ ਜਿਹੜੀਆਂ ਇਹਨਾਂ ਨੇ ਗੌਰਮੈਂਟ ਨੇ ਹੁਣ ਲਿਆਉਣੀਆਂ ਨੇਤਾ ਜੀ ਉਹਨਾਂ ਨੇ, ਵੀ ਉਹ ਆਉਣਗੀਆਂ ਜਾਂ ਉਹ ਵੀ ਕੈਂਸਲ ਹੋਣਗੀਆਂ, ਇਹ ਪਤਾ ਲੈਣਾ। ਨਹੀਂ ਜੀ, ਉਹ ਤਾਂ ਚਾਰਟਰਡ 에ਅਰਲਾਈਨ। ਸਿੱਧੂ ਸਾਹਿਬ ਥੈਂਕ ਯੂ, ਸੁਣ ਲਓ। ਥੈਂਕ ਯੂ। ਹਾਂਜੀ, ਥੈਂਕ ਯੂ। ਦੱਸਦਾ। ਜਗਦੇਵ ਸਿੰਘ ਜੀ ਲਾਈਨ ਨੰਬਰ 4। ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਮੈਂ ਹਾਂਜੀ ਸਿਆਟਲ ਤੋਂ ਬੋਲਦਾ ਜੀ। ਆਪਣੇ ਮੈਂ ਵੀ ਆਹੀ ਗੱਲ ਕਰਨੀ ਸੀ। ਮੇਰਾ ਵੀ ਇੱਕ ਫਰੈਂਡ ਗਿਆ ਆ, ਉਹਦੀ ਵਾਈਫ ਆ, ਜਨਵਰੀ ਦੇ ਐਂਡ ਤੇ ਗਏ ਆ, ਤੇ ਹਾਲਾਤ ਇਹ ਆ ਵੀ ਹੁਣ ਪਹਿਲਾਂ ਤਾਂ ਠੀਕ ਸੀ, ਕਾਲ ਕਰੀ ਦੀ ਆ ਰੋਜ਼, ਦੂਜੇ ਤੀਜੇ ਦਿਨ ਰਾਤੀ। ਹੁਣ ਉਹ ਬੰਦੇ ਦੀ ਹਾਲਾਤ ਇਹ ਸੀ ਵੀ ਕਹਿੰਦਾ ਯਾਰ ਫਸ ਗਏ ਇੱਥੇ ਆ ਕੇ, ਵੀ ਵਾਪਸ ਕਿਸੇ ਨਾ ਕਿਸੇ ਤਰ੍ਹਾਂ ਹੋਣਾ। ਇਹ ਹੁਣ ਅਮਰੀਕਾ ਵਾਲਿਆਂ ਨੇ ਕੀਤਾ ਆ ਵੀ ਤੁਹਾਨੂੰ ਐਵਰੀ ਡੇ ਉਹ ਕਹਿੰਦੇ ਰਜਿਸਟਰ ਕਰੋ। ਇਹ ਨਹੀਂ ਵੀ ਜਿੱਦਾਂ ਐਮਬੈਸੀ ਚ ਅੱਜ ਰਜਿਸਟਰ ਕਰਤਾ ਤੇ ਨੰਬਰ ਆ ਜੂ ਨਾ, ਉਹ ਹੁਣ ਪਹਿਲਾਂ ਉਹਨਾਂ ਨੇ ਕੀਤਾ ਸੀ, ਵੇਟ ਕਰਦੇ ਰਹੇ 15 ਦਿਨ। ਹੁਣ ਕਹਿੰਦਾ ਸਵੇਰੇ ਉੱਠ ਕੇ ਰੋਜ਼ ਹੀ ਪਹਿਲਾਂ ਰਜਿਸਟਰ ਕਰਨਾ ਪੈਂਦਾ। ਹੁਣ ਪਿੰਡਾਂ ਦੇ ਵਿੱਚੋਂ ਤੁਹਾਨੂੰ ਪਤਾ ਹੀ ਆ ਉੱਥੇ ਕਿੱਦਾਂ ਆਪਾਂ ਕਰਦੇ ਆ ਜੀ, ਡਾਲਰ ਨਹੀਂ ਤੋੜਦੇ ਜੀ। ਉੱਥੇ ਨਕੋਦਰ ਦੇ ਕੋਲ ਪਿੰਡ ਆ ਉਹਨਾਂ ਦਾ, ਕਹਿੰਦਾ ਮੈਂ ਉੱਥੇ ਮੁੰਡੇ ਨੂੰ ਕਾਲ ਕੀਤੀ ਵੀ ਯਾਰ ਡਾਲਰ ਤੋਂ ਕੈਸ਼ ਕਰਾ ਦਿਓ। ਉਹ ਕਹਿੰਦੇ ਪੈਸੇ ਉਦਾਂ ਲਿਜਾਣੇ ਤੇ ਲੈ ਜਾਓ, ਪਰ ਡਾਲਰਾਂ ਦੀ ਨਹੀਂ ਸਾਨੂੰ ਲੋੜ। ਆਹ ਹਾਲਾਤ ਆ। ਤੇ ਨਿਆਣੇ ਉਹਨਾਂ ਦੇ ਇੱਥੇ ਆ। ਹੁਣ ਗਏ ਸੀਗੇ ਉਹ ਮਹੀਨੇ ਲਈ, ਉਹ ਪਾਕਿਸਤਾਨ ਜਾਣਾ ਸੀਗਾ, ਕਰਤਾਰਪੁਰ ਸਾਹਿਬ ਜਾਣ ਦੇ ਨਾਲ ਹੀ ਤਾਂ ਪਲੈਨ ਨਾਲ ਗਏ, ਫਸ ਗਏ। ਹੁਣ ਮੁੰਡੇ ਮੇਰੇ ਦੋ, ਮੇਰਾ ਟਰੱਕਿੰਗ ਦਾ ਕੰਮ ਆ, ਓਨਰ ਆਪਰੇਟਰ ਸੀਗੇ, ਉਹਨਾਂ ਦੀਆਂ ਕਾਲਾਂ ਆਉਂਦੀਆਂ ਵੀ ਪੇਮੈਂਟਾਂ ਸਾਡੀਆਂ ਬੰਦ ਹੋਈਆਂ, ਸਾਡੇ ਟਰੱਕ ਤਾਂ ਚੁੱਕ ਕੇ ਲੈ ਜਾਣਗੇ। ਅੱਛਾ ਬਾਈ ਜੀ, ਜਿਹੜੀਆਂ ਤੁਹਾਡੇ ਅਮਰੀਕਾ ਦੀਆਂ ਫਲਾਈਟਾਂ ਆ ਰਹੀਆਂ ਨੇ, ਲੈ ਕੇ ਆ ਰਹੇ ਨੇ ਅਮਰੀਕਨ? ਆ ਰਹੇ ਆ ਜੀ, ਪਰ ਉਹ ਉੱਥੋਂ ਹੁਣ ਇੱਕ ਫਲਾਈਟ ਆਈ ਅੱਗੇ, ਹੁਣ ਮੈਨੂੰ ਪਤਾ ਲੱਗਾ ਸੀ ਮੁੰਡਾ ਇੱਥੋਂ ਸਾਡੇ ਸਿਆਟਲ ਦਾ, ਉਹ ਸਨ ਫਰਾਂਸਿਸਕੋ ਆ ਕੇ ਲਾਉਂਦੇ ਆ।
ਉੱਥੋਂ ਫਿਰ ਉਹ ਕਾਰ ਰੈਂਟ ਤੇ ਕਰਕੇ ਇੱਥੇ ਆਏ। ਪਰ ਚਲੋ ਫਿਰ ਵੀ ਕੋਈ ਨਹੀਂ, 5-7 ਘੰਟੇ ਦੀ ਡਰਾਈਵ ਆ। ਹਾਂ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਆ ਤਾਂ ਜਾਣ। ਹਾਂਜੀ ਉਹੋ ਹੀ ਕਹਿੰਦੇ ਅਸੀਂ ਅਮਰੀਕਾ 'ਚ ਕਿਤੇ ਲਾ ਦਿਓ, ਭਾਵੇਂ ਨਿਊਯਾਰਕ ਲਾ ਦਿਓ, ਉੱਤਰੀਏ ਤਾਂ ਸਹੀ ਕਿਤੇ ਆ ਕੇ। ਬਿਲਕੁਲ ਬੰਦਾ ਘਰ ਆ ਜਾਵੇ, ਨਹੀਂ ਤੇ ਹੈ ਤੇ ਬਹੁਤ ਜ਼ਿਆਦਾ ਮੁਸ਼ਕਿਲ ਆ। ਹੁਣ ਕਹਿਣ ਵਾਲੇ ਤਾਂ ਕਹੀ ਜਾਂਦੇ ਜੀ ਜਿਨ੍ਹਾਂ ਦਾ ਕੋਈ ਨਹੀਂ ਗਿਆ, ਤੇ ਉਹ ਤਾਂ ਕਹੀ ਜਾਂਦੇ ਵੀ ਤੁਸੀਂ ਕੋਈ ਗੱਲ ਨਹੀਂ ਬੈਠੇ। ਹੁਣ ਰਾਤੀ ਲੱਗਾ ਸੀ ਕਹਿੰਦਾ ਹੁਣ AC ਚੱਲਦੇ 'ਚ ਵੀ ਰਾਤ ਨੂੰ ਨੀਂਦ ਨਹੀਂ ਆਉਂਦੀ। ਥੈਂਕ ਯੂ ਜਗਦੇਵ ਸਿੰਘ ਜੀ। ਇਹ ਫੀਲਿੰਗ ਹੈ, ਦੇਖੋ ਇਨਸਾਨੀ ਮਨ ਹੈ। ਥੈਂਕ ਯੂ ਤੁਹਾਡਾ, ਧੰਨਵਾਦ। ਇਹ ਇਨਸਾਨੀ ਮਨ ਹੈ। ਸੰਸਕਾਰ ਤੇ ਜਾਂਦੇ ਆ ਨਾ ਆਪਾਂ, ਜਵਾਨ ਕਿਸੇ ਦਾ ਧੀ ਪੁੱਤ ਮਰ ਜਾਂਦਾ ਹੈ, ਰੱਬ ਨਾ ਕਰੇ, ਜਾਂਦੇ ਆ ਨਾ, ਉਈਓ ਕੋਲ ਬੈਠੇ ਸਿਰ ਜਿਹਾ ਘੁਮਾਈ ਜਾਂਦੇ ਹੁੰਦੇ, ਪਤਾ ਹੁੰਦਾ ਆਪਾਂ ਨੂੰ ਵੀ ਮੈਂ ਤਾਂ 10 ਮਿੰਟਾਂ 'ਚ ਉੱਠ ਜਾਵਾਂ। ਤੇ ਜਿੱਦਣ ਘਰੇ ਕੋਈ ਗੱਲ ਹੁੰਦੀ ਹੈ ਨਾ, ਫਿਰ ਉਹ ਪੇਰੈਂਟਸ ਨੂੰ ਪਤਾ ਹੁੰਦਾ, ਜਾਂ ਉੱਥੇ ਜਿੱਥੇ ਜਾਂਦੇ ਆ ਉਹ ਪੇਰੈਂਟਸ ਨੂੰ। ਉੱਥੇ ਚਾਹ ਪੀਤੀ ਨਹੀਂ ਤੇ ਇੰਡੀਆ ਦੀ ਸਿਆਸਤ ਸ਼ੁਰੂ ਨਹੀਂ ਕੀਤੀ, ਪਰ ਜਿਹਦਾ ਮਰਿਆ ਹੁੰਦਾ ਉਹਨੂੰ ਪਤਾ ਹੁੰਦਾ। ਦੇਖੋ ਅਸੀਂ ਨਹੀਂ ਮਹਿਸੂਸ ਕਰ ਸਕਦੇ, ਇੱਥੇ ਬੈਠੇ ਨਹੀਂ ਮਹਿਸੂਸ ਕਰ ਸਕਦੇ, ਅਸੀਂ ਉਹਨਾਂ ਦਾ ਦੁੱਖ ਨਹੀਂ ਮਹਿਸੂਸ ਕਰ ਸਕਦੇ। ਇਹ ਮੰਨਣਾ ਪਊ। ਗੱਲਾਂ ਜਿੰਨੀਆਂ ਮੈਂ ਮਰਜ਼ੀ ਕਰ ਲਵਾਂ, ਤੁਸੀਂ ਕਰ ਲਓ, ਜਿਹੜਾ ਕੜਿੱਕੀ ਚੜਿਆ ਹੋਇਆ ਨਾ, ਇਹ ਸਭ ਜਿਹੜੇ ਨੇ ਐਕਸਕਿਊਜ਼ਸ ਨੇ। $10 ਲੈ ਕੇ ਆਏ ਸੀ, $15, $20 ਲੈ ਕੇ ਆਏ ਸੀ, ਇਹ ਤਾਂ ਮਨ ਦੀਆਂ ਗੱਲਾਂ ਨੇ। ਜੇ ਫਿਰ 20 ਲੈ ਕੇ ਆਏ ਸੀ, ਫਿਰ ਅਸੀਂ ਇੱਥੇ ਛੱਡ ਦਈਏ ਕੰਮ ਕਰਨਾ, ਬਹਿ ਜਾਈਏ ਵੈਲਫੇਅਰ ਤੇ 20 ਤਾਂ ਹੈਗੀ ਨੇ ਜੇਬ 'ਚ ਮੇਰੇ। ਫਿਰ ਇਹ ਨਹੀਂ ਹੁੰਦੀ। ਠੀਕ ਹੈ, ਸਰਕਾਰਾਂ ਲਈ ਵੀ ਮੈਂ ਦੇਖੋ, ਮੈਂ ਇਹ ਨਹੀਂ ਕਹਿੰਦਾ, ਮੈਂ ਬੈਨੀਫਿਟ ਆਫ ਡਾਊਟ ਤੇ ਦੇ ਕੇ, ਮੈਂ ਸਰਕਾਰਾਂ ਵੀ ਨਹੀਂ ਇਸ ਲਈ ਤਿਆਰ ਸੀ। ਮੈਂ ਇਹ ਗੱਲ ਮੰਨਦਾ ਸਾਡੀ ਲਾਈਫ ਟਾਈਮ 'ਚ ਹੋਇਆ। ਜਦੋਂ ਵਰਸਟ ਕੇਸ ਸਿਨੈਰੀਓ ਜਿਹੜਾ ਅਸੀਂ ਵਰਲਡ ਵਾਰ 2 'ਚ ਦੇਖਿਆ, ਜਿਵੇਂ ਦੱਸ ਕੇ ਗਏ ਨੇ ਬਿੱਲ ਉੱਪਰੋਂ ਨਹੀਂ, ਕਿ ਜਾਨਾਂ ਬਚਾਉਣ ਦੀ ਗੱਲ ਸੀ, ਪਰ ਹੁਣ ਵੀ ਜਾਨਾਂ ਬਚਾਉਣ ਦੀ ਗੱਲ ਹੈ। ਜੇ ਕਿਤੇ ਭਾਰਤ 'ਚ ਆਊਟਬ੍ਰੇਕ ਹੋ ਗਿਆ, ਉਸ ਦਿਨ ਪਤਾ ਲੱਗਣਾ। ਹਲੇ ਤਾਂ ਆਪਾਂ ਗੱਲਾਂ ਕਰਦੇ ਹਾਂ। ਫਿਰ ਜਿਨ੍ਹਾਂ ਦੇ ਘਰੇ ਚਾਦਰਾਂ ਵਿਛੜੀਆਂ ਨੇ ਚਿੱਟੀਆਂ, ਫਿਰ ਉਹਨਾਂ ਨੂੰ ਪਤਾ ਕਰਿਓ। ਔਰ ਉੱਥੇ ਇਹ ਫੈਲ ਸਕਦਾ ਜਿਵੇਂ 30-30 ਹਜ਼ਾਰ ਦਿਹਾੜੀ ਦੇ ਵੱਧ ਰਹੇ। ਇਹਨੂੰ ਪਲੀਜ਼ ਅੰਡਰਸਟੈਂਡ ਕਰੀਏ। ਆਪਾਂ ਇਸ ਨੂੰ ਜਦ ਅਸੀਂ ਡਬਲ ਗੱਲ ਕਰਨ ਲੱਗ ਜਾਂਦੇ ਨਾ, ਇੱਥੋਂ ਵੀ ਐ ਵੀ ਠੀਕ ਆ, ਉਹ ਵੀ ਠੀਕ ਆ, ਇਹ ਵੀ ਠੀਕ ਆ, ਉਹ ਵੀ ਠੀਕ ਆ, ਗੱਲ ਸਾਨੂੰ ਇੱਕ ਸਟੇਟਸ ਤੇ ਖੜ ਕੇ ਕਰਨੀ ਚਾਹੀਦੀ ਹੈ ਵੀ ਸਰਕਾਰਾਂ ਕੋਲ ਕੀ ਨਹੀਂ। ਸਾਡੇ ਕੋਲ ਤਾਂ ਸਾਈਕਲ ਵੀ ਨਹੀਂ, ਸਰਕਾਰਾਂ ਕੋਲ ਨੈਸ਼ਨਲ ਕੈਰੀਅਰ ਦੇ 180 ਜਹਾਜ਼ ਖੜੇ ਆ। ਇੰਡੀਅਨ ਗਵਰਨਮੈਂਟ ਨਹੀਂ ਲੌਜਿਸਟਿਕਸ ਦੇ ਰਹੀ, ਮੁਸ਼ਕਲ ਦੇ ਰਹੀ ਹੈ, ਤਾਂ ਉਹ ਦੱਸਣ। ਦੂਸਰੀਆਂ 에ਅਰਲਾਈਨ, ਦੂਸਰੇ ਲੋਕ, ਮੈਂ ਤੁਹਾਨੂੰ ਫੇਰ ਕਹਿ ਰਿਹਾ, ਉਹਨਾਂ ਦਾ ਮੁੜ ਮੁੜ ਕੇ ਡਾਕਟਰ ਸਾਹਿਬ ਦਾ ਨਾਂ ਆਉਂਦਾ, 8 ਫਲਾਈਟਾਂ 10-12 ਦਿਨਾਂ ਦੇ ਵਿੱਚ ਆਸਟ੍ਰੇਲੀਆ ਦੇ ਲੋਕ ਲੈ ਗਏ। 3 ਬੰਦੇ ਨੇ ਉਹ ਸਿਰਫ। ਉਹ ਕਿਵੇਂ ਲੈ ਗਏ ਬਈ? ਫਿਰ ਜੇ ਤੁਸੀਂ ਵੀ ਇੱਥੋਂ ਪ੍ਰਾਈਵੇਟ ਕੋਈ ਹੋਰ ਕਰ ਲਵੇ ਤਿਆਰੀ, ਅਸੀਂ ਤਾਂ ਚੱਲ, ਸਾਡਾ ਤਾਂ ਰਾਜਨੀਤੀ ਗੱਲ ਪੈ ਗਈ, ਕੋਈ ਹੋਰ ABC ਸ਼ੁਰੂ ਕਰ ਲਓ। ਬਹੁਤ ਹੁੰਦੇ ਆ ਜੀ, ਐ ਕਿਵੇਂ ਚੱਲ ਜਾਊ, ਪ੍ਰੋਪਰ ਚੈਨਲ ਆ ਜੀ, ਪਹੀਆਂ ਤੋਂ ਜਗ੍ਹਾ ਸੜਕਾਂ ਤੋਂ ਇੱਧਰ ਨੂੰ ਲਾ ਲੀਆਂ, ਆਹ ਕਰਤਾ ਉਹ ਕਰਤਾ। ਸਭ ਉਹ ਨੇ ਜਿਹੜੇ ਘਰੇ ਬੈਠੇ ਵੇਖਦੇ ਆ ਨਾ, ਸੰਨੀ ਤੇ ਪਾਣੀ ਪੀਂਦਾ ਬੈਠੇ ਬੈਠੇ ਬੀਬੀ ਨੂੰ ਕਹੀ ਜਾਣਗੇ, ਇੱਕ ਦਿਨ ਜੇ ਪਾਣੀ ਦਿਖਾ ਲਿਆਉਣਗੇ ਨਾ, ਦੁੱਧ ਬਹੁਤ ਮੈਂ ਵੱਧ ਗਈ, ਦੇਖ ਲਾ ਮੈਂ ਅੱਜ ਪਾਣੀ ਲੈ ਕੇ ਆਇਆ ਖਾ ਕੇ ਡੰਗਰਾਂ। ਬੜਾ ਔਖਾ ਸਾਂਝੇ ਕੰਮ ਕਰਨੇ, ਇਹਨੂੰ ਸਮਝਣ ਦੀ ਲੋੜ ਆ। ਹਾਂ, ਨਿੱਜੀ ਵਿਰੋਧਤਾ 'ਚ ਕੋਈ ਕੁਛ ਕਹੀ ਚੱਲੇ, ਉਹਨਾਂ ਨੇ ਤਾਂ ਸਦਾ ਹੀ ਕਹਿਣਾ, ਉਹਨਾਂ ਨੂੰ ਨਹੀਂ ਮੈਂ ਰੋਕ ਸਕਦਾ। ਪਰ ਹਲੇ ਵੀ ਰੱਬ ਨਾ ਕਰੇ ਉੱਥੇ ਆਊਟਬ੍ਰੇਕ ਹੋ ਗਈ ਤੇ ਉਹਦੇ ਬਾਅਦ ਬਣਨਾ ਉੱਥੇ ਕੀ ਹੈ, ਦੇਖ ਲਓ। ਸਰ ਤਰਲੋਚਨ ਸਿੰਘ ਜੀ, ਤੁਸੀਂ 에ਅਰ ਤੇ 5। ਸਤਿ ਸ਼੍ਰੀ ਅਕਾਲ ਜੀ ਵੀਰ ਜੀ। ਗੱਲ ਇਹ ਹੈ ਜੀ, ਬਹੁਤ ਗੱਲਾਂ ਵੈਸੇ ਆਪਾਂ ਕਾਫੀ ਦਿਨਾਂ ਤੋਂ ਕਰ ਰਹੇ ਹਾਂ। ਇਹ ਚਲੋ ਆਹ ਗੱਲ ਤਾਂ ਠੀਕ ਹੈ ਜੀ ਕਿ ਜਿਸ ਤਰ੍ਹਾਂ ਇੰਡੀਆ ਦੇ ਵਿੱਚ ਉਹਨਾਂ ਨੇ ਲਾਕਡਾਊਨ ਕੀਤਾ ਨਾ, ਬੜੇ ਡਰਾਮੈਟਿਕ ਤਰੀਕੇ ਦੇ ਨਾਲ, ਕਿ ਟਾਈਮ ਨਹੀਂ ਦਿੱਤਾ ਲੋਕਾਂ ਨੂੰ, ਉਹ ਵੀ ਇੱਕ ਫੈਕਟਰ ਹੈਗਾ। ਪਰ ਜਿੱਦਾਂ ਆਪਾਂ ਕਹਿ ਰਹੇ ਹਾਂ ਜੀ, ਕੋਈ ਬੰਦੇ ਏਦਾਂ ਘੁੰਮਣ ਗਏ ਸੀ ਜਾਂ ਉੱਦਾਂ ਗਏ ਸੀ, ਉਹ ਹਰ ਇੱਕ ਉਸਦੇ ਪੇਜ ਬਣੇ ਹੋਏ ਨੇ ਉੱਥੇ। ਹੁਣ ਜਿੰਨੇ ਆਪਣੇ ਬੰਦੇ ਬੈਠੇ ਨੇ, ਜਿਨ੍ਹਾਂ ਨੂੰ ਇੱਥੇ ਕਿਹੜੇ ਕੰਮ ਲਈ ਗਏ ਸੀ ਜਾਂ ਉੱਥੇ ਕੀ ਪ੍ਰੋਬਲਮਾਂ ਆ ਰਹੀਆਂ ਨੇ, ਰੇਡੀਓ ਤੇ ਆ ਕੇ ਵੀ ਲੋਕਾਂ ਨੇ ਬਹੁਤ ਆਪਦੇ ਦੁੱਖੜੇ ਰੋਏ ਨੇ ਉੱਥੋਂ ਜਿਹੜੇ ਬੈਠੇ ਨੇ, ਜਿਹੜੇ ਆਉਣ ਲਈ ਜਿਨ੍ਹਾਂ ਨੂੰ ਬਹੁਤ ਜ਼ਰੂਰੀ ਹੈ, ਜਿਨ੍ਹਾਂ ਦੇ ਜ਼ਰੂਰੀ ਕੰਮ ਨੇ ਇੱਥੇ। ਉਹਦੇ ਪੇਜਾਂ ਤੇ ਜਾ ਕੇ ਦੇਖਣਾ ਚਾਹੀਦਾ ਵੀ ਉਹ ਕੀ ਕਮੈਂਟ ਕਰ ਰਹੇ ਨੇ ਲੋਕ, ਕਿੱਦਾਂ ਤਕਲੀਫਾਂ ਦੇ ਵਿੱਚ ਨੇ। ਚਲੋ ਠੀਕ ਹੈ ਕਿ ਇਨੀਸ਼ੀਅਲੀ ਇੱਕਦਮ ਹੀ ਸਡਨਲੀ ਹੋ ਗਈ ਇਹ ਗੱਲ, ਸਰਕਾਰਾਂ ਪ੍ਰੀਪੇਅਰ ਨਹੀਂ ਸੀ। ਪਰ ਜੇ ਕੋਈ ਸਿਟੀਜ਼ਨ ਜਿਹੜਾ ਟੈਕਸ ਪੇ ਕਰ ਰਿਹਾ ਐਜ਼ ਏ ਟੈਕਸ ਪੇਅਰ, ਇਹ ਨਹੀਂ ਹੈਗਾ ਕਿ ਹਾਂ ਜੀ ਉੱਥੇ ਤੁਸੀਂ ਬੈਠੇ ਰਹੋ। ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਸਰਕਾਰਾਂ, ਹੁਣ ਬਹੁਤ ਟਾਈਮ ਹੋ ਗਿਆ, ਸਰਕਾਰਾਂ ਉਹਨਾਂ ਨੂੰ ਕਿਸੇ ਤਰੀਕੇ ਪਲਾਨ ਕਰਕੇ ਪ੍ਰੋਪਰ ਤਰੀਕੇ ਨਾਲ ਫਲਾਈਟਾਂ ਜਲਦੀ ਤੋਂ ਜਲਦੀ ਉਹਨਾਂ ਨੂੰ ਕੱਢਣ, ਉਹ ਉਹਨਾਂ ਦੀ ਡਿਊਟੀ ਬਣਦੀ ਹੈ। ਜੇ ਉਹ ਟੈਕਸ ਪੇ ਕਰ ਰਹੇ ਨੇ, ਇਹਦਾ ਕੋਈ ਐਕਸਕਿਊਜ਼ ਹੀ ਨਹੀਂ ਹੈਗਾ ਗਵਰਨਮੈਂਟ ਕੋਲੇ ਜੀ, ਉੱਥੇ ਬੈਠੇ ਨੇ ਜੀ, ਉੱਥੇ ਉਹਨਾਂ ਦੇ ਘਰ ਨੇ, ਇਹ ਕੋਈ ਗੱਲ ਥੋੜੀ ਹੈਗੀ ਆ।
ਬਲਦ ਦੇ ਵਿੱਚ ਲੋਕਾਂ ਦੇ ਘਰ ਨੇ। ਇਹ ਕਿ ਤੁਸੀਂ ਜੀ ਉੱਥੇ ਚੱਲ ਤੁਹਾਡੇ ਆਪਣਾ ਘਰ ਹੈ ਉੱਥੇ ਬੈਠੇ ਰਹੋ, ਚਲੋ ਠੀਕ ਹੈ। ਜਿਹੜੇ ਬਜ਼ੁਰਗ ਨੇ ਜਿਹੜੇ ਨਹੀਂ ਆਉਣਾ ਚਾਹੁੰਦੇ ਉਹ ਤਾਂ ਰਜਿਸਟਰਡ ਵੀ ਨਹੀਂ ਕਰ ਰਹੇ। ਰਜਿਸਟਰਡ ਉਹ ਲੋਕ ਕਰ ਰਹੇ ਨੇ ਜਿਹੜੇ ਲੋਕਾਂ ਨੇ ਇੱਥੇ ਆਉਣਾ ਆ ਕੇ ਕੰਮ ਕਰਨੇ ਨੇ। ਇਸ ਕਰਕੇ ਐਵੇਂ ਕੋਈ ਚੀਜ਼ ਦੇ ਐਕਸਕਿਊਜ਼ ਦੇਣ ਵਾਸਤੇ ਜਾਂ ਸਰਕਾਰਾਂ ਨੂੰ ਸਹੀ ਠਹਿਰਾਉਣ ਵਾਸਤੇ ਏਦਾਂ ਦੀ ਸਟੇਟਮੈਂਟ ਦੇਣੀਆਂ ਬਗੈਰ ਮਤਲਬ ਤੋਂ ਮਿਸਗਾਈਡ ਕਰਨ ਵਾਲੀ ਗੱਲ ਹੈ। ਦੂਸਰੀ ਗੱਲ ਇਹ ਹੈ ਕਿ ਅੱਜ ਜਿਹੜੀ ਸਰਪੰਚ ਸਾਹਿਬ ਨੇ ਸਟੇਟਮੈਂਟ ਦਿੱਤੀ ਹੈ ਟਰੰਪ ਸਾਹਿਬ ਨੇ, ਉਹਦਾ 'ਚ ਇਹ ਹੈ ਬਾਈ ਜੀ, ਇਹ ਜਿੱਡਾ ਵੱਡੀ ਪੈਰਾਡੈਮਿਕ ਦੇ ਵਿੱਚ ਲਾਸ ਹੋ ਰਿਹਾ ਵਰਲਡ ਦਾ, ਉਹਦੇ 'ਚ ਤੁਸੀਂ ਜਿਹੜੀ ਹਿਸਟਰੀ ਦੇ ਵਿੱਚ ਇਹ ਲਿਖਿਆ ਜਾਊਗਾ ਕਿ ਅਮਰੀਕਨ ਲੋਕਾਂ ਦਾ ਬਹੁਤ ਵੱਡਾ ਹੱਥ ਹੈ। ਜਿਹੜੇ ਲੋਕਾਂ ਨੇ ਟਰੰਪ ਵਰਗਾ ਲੀਡਰ ਚੁਣਿਆ, ਵਰਲਡ ਲੀਡਰ, ਜਿਹੜਾ ਬੰਦਾ ਇਸ ਨੂੰ ਰਹਿੰਦੇ ਟਾਈਮ ਤੇ ਕੰਟਰੋਲ ਨਹੀਂ ਕਰ ਪਾਇਆ, ਉਹਨੇ ਆਪਦੀ ਲੀਡਰਸ਼ਿਪ ਨਹੀਂ ਦਿਖਾਈ। ਸਾਰੇ ਵਰਲਡ ਦੇ ਵਿੱਚ ਇਹ ਹਾਹਾਕਾਰ ਮੱਚੀ, ਸਭ ਕੁਝ ਹੋਇਆ, ਪਰ ਉਸਨੇ ਕੋਈ ਸੀਰੀਅਸਲੀ ਨਹੀਂ ਲਿਆ ਇਸ ਨੂੰ। ਜਿਹੜੀਆਂ ਹੁਣ ਉਹਨੇ ਏਦਾਂ ਦੀਆਂ ਸਟੇਟਮੈਂਟ ਦੇ ਕੇ ਇੱਕ ਤਰ੍ਹਾਂ ਪ੍ਰੂਵ ਕਰਤਾ ਕਿ ਉਹਦੇ ਕੋਈ ਉਹਦੇ 'ਚ ਲੀਡਰਸ਼ਿਪ ਕੁਆਲਿਟੀ ਨਹੀਂ ਹੈ। ਇੱਕ ਉਹ ਬਿਜ਼ਨਸਮੈਨ ਹੈ, ਹੁਣ ਉਹ ਇਹੋ ਜਿਹੀ ਪੋਜੀਸ਼ਨ ਦੇ ਵਿੱਚ ਆਇਆ ਹੋਇਆ, ਉਹ ਡਿਪਰੈਸ਼ਨ 'ਚ ਹੈ ਜਾਂ ਉਹ ਪੈਨਿਕ ਦੇ ਵਿੱਚ ਹੈ, ਏਦਾਂ ਦੀਆਂ ਸਟੇਟਮੈਂਟਾਂ ਦੇ ਰਿਹਾ। ਇਹ ਮਤਲਬ ਹੋਰ ਕਿਸੇ ਦੀ ਗਲਤੀ ਨਹੀਂ, ਉਹ ਲੋਕਾਂ ਦੀ ਗਲਤੀ ਹੈ ਜਿਹੜੇ ਲੋਕਾਂ ਨੇ ਉਹਨੂੰ ਚੂਜ਼ ਕੀਤਾ, ਜਿਨ੍ਹਾਂ ਨੇ ਉਹਨੂੰ ਲੀਡਰ ਬਣਾਇਆ। ਉਹਦੇ ਨਾਲ ਅਮਰੀਕਾ ਵੀ ਸਫਰ ਕਰੂਗਾ, ਸਾਰੀ ਦੁਨੀਆ ਸਫਰ ਕਰ ਰਹੀ ਹੈ। ਇਸ ਕਰਕੇ ਸਾਨੂੰ ਫਿਊਚਰ ਦੇ ਵਿੱਚ ਇਸ ਤੋਂ ਇਹ ਗੱਲ ਵੀ ਸਿੱਖਣ ਦੀ ਲੋੜ ਹੈ ਕਿ ਅਸੀਂ ਲੀਡਰ ਕਿਹਨਾਂ ਨੂੰ ਬਣਾ ਰਹੇ ਹਾਂ। ਜਿਹੜੇ ਲੋਕ ਲੀਡਰ ਪ੍ਰੋਬਲਮਾਂ ਨੂੰ ਸਮਝਦੇ ਨੇ ਜਾਂ ਜਿਨ੍ਹਾਂ ਨੂੰ ਸਿਆਸੀ ਸੂਝ-ਬੂਝ ਹੈਗੀ ਹੈ, ਕਿੱਦਾਂ ਡਿਪਲੋਮੈਟਿਕ ਜਿਹੜੀਆਂ ਰਿਲੇਸ਼ਨਸ਼ਿਪ ਹੁੰਦੇ ਨੇ, ਕਿੱਦਾਂ ਟਾਈਮ ਸਿਰ ਉਹਨਾਂ ਨੇ ਰਿਐਕਟ ਕਰਨਾ ਹੁੰਦਾ ਕਿਸੇ ਪ੍ਰੋਬਲਮ ਦੇ ਉੱਤੇ, ਇਹ ਸਾਡੇ ਲੋਕਾਂ ਨੂੰ ਸਮਝਣ ਦੀ ਲੋੜ ਹੈ। ਇਹਦੇ 'ਚੋਂ ਬਹੁਤ ਵੱਡਾ ਇੱਕ ਲੈਸਨ ਹੈ ਸਾਡੇ ਵਾਸਤੇ। ਥੈਂਕ ਯੂ ਜੀ। ਜੀ ਧੰਨਵਾਦ ਜੀ। 23,500 ਟੋਟਲ ਕੇਸ ਜਿਹੜਾ ਹੋਇਆ ਤੇ ਪਿਛਲੇ 4 ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਵਧਿਆ। ਤੇ ਅਮਰੀਕਨ ਜਿਹੜੀ ਇੱਕ ਆਰਗੇਨਾਈਜੇਸ਼ਨ ਹੈ, ਸੈਂਟਰ ਫਾਰ ਡਿਜ਼ੀਜ਼ ਡਾਇਨਾਮਿਕਸ ਤੇ ਇਕਨੋਮਿਕਸ ਪਾਲਿਸੀ, ਉਹਨਾਂ ਨੇ ਕਿਹਾ ਕਿ ਸਤੰਬਰ ਤੱਕ ਭਾਰਤ 'ਚ ਕਰੋਨਾ ਦੇ ਮਾਮਲੇ 111 ਕਰੋੜ ਤੱਕ ਜਾ ਸਕਦੇ ਨੇ। ਦੇਸ਼ ਦੀ 85% ਆਬਾਦੀ ਹੈ। ਦੇਖੋ, ਮੈਂ ਇਹ ਖਬਰ ਹੁਣੇ ਹੀ ਮੈਨੂੰ ਭੇਜੀ ਹੈ, 23 ਅਪ੍ਰੈਲ ਦੀ ਖਬਰ ਹੈ। ਭਾਰਤ 'ਚ ਸਤੰਬਰ ਤੱਕ ਹੋ ਸਕਦੇ ਨੇ COVID-19 ਦੇ 111 ਕਰੋੜ ਕੇਸ। ਪੰਜਾਬੀ ਦੀ ਖਬਰ ਹੈ ਤੇ ਇਹ ਦੇਖ ਲਓ, ਮਤਲਬ ਵੀ ਇਹ ਕਿੱਧਰ ਨੂੰ ਕਹਾਣੀ ਜਾਊ। 85% ਆਬਾਦੀ ਭਾਰਤ ਦੀ ਕਹਿ ਰਿਹਾ ਉਹ। ਇਹ ਅਮਰੀਕਨ ਜਿਹੜਾ ਸੈਂਟਰ ਫਾਰ ਡਿਜ਼ੀਜ਼ ਡਾਇਨਾਮਿਕਸ ਐਂਡ ਇਕਨੋਮਿਕਸ ਪਾਲਿਸੀ, ਉਹਨੇ ਕਿਹਾ ਸੱਚ ਹੈ ਜਾਂ ਝੂਠ, ਇਹ ਤੁਸੀਂ ਦੇਖ ਲਓ। ਸਰ ਜਸਵੀਰ ਸਿੰਘ, ਲਾਈਨ ਨੰਬਰ 2। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਹਾਂਜੀ ਸਰ, ਉਹ ਗੱਲ ਇੱਦਾਂ ਵੀ ਚਲੋ ਜਿੱਦਾਂ ਤੁਸੀਂ ਪਹਿਲਾਂ ਜਨ ਵਿੱਚ ਕਿਹਾ ਸੀਗਾ ਵੀ ਨਾ ਜਾਓ, ਉਹ ਇੱਕ ਗੱਲ ਹੈਗੀ। ਚਲੋ ਠੀਕ ਆ, ਜੇ ਹੁਣ ਇੱਕ ਬੰਦੇ ਤੋਂ ਗਲਤੀ ਹੋ ਗਈ, ਉਹ ਚਲੇ ਗਿਆ ਨਾ, ਇਹਦਾ ਮਤਲਬ ਇਹ ਥੋੜ੍ਹਾ ਵੀ ਹੁਣ ਵਾਪਸ ਲਿਆਉਣ ਵੇਲੇ ਵੀ ਆਪਾਂ ਕਿਸੇ ਲੈ ਕੇ ਆਉਣਾ, ਇੱਦਾਂ ਥੋੜ੍ਹਾ ਹੁੰਦੀ ਹੈ ਗੱਲ। ਜੇ ਥੋੜ੍ਹਾ ਹੈ ਕੋਈ ਕਿਸੇ ਤੋਂ ਗਲਤੀ ਹੋ ਗਈ, ਬਸ ਠੀਕ ਆ, ਉਹਨੂੰ ਆਪਾਂ ਰਿਕਵਰ ਕਰਨ ਦੀ ਕੋਸ਼ਿਸ਼ ਕਰੀਏ ਵੀ ਉਹ ਬੰਦੇ ਲਿਆਂਦੇ ਜਾਣ ਛੇਤੀ ਤੋਂ ਛੇਤੀ। ਇੱਕ ਤਾਂ ਇਹ ਹੋ ਗਈ ਗੱਲ। ਦੂਜੀ ਗੱਲ ਇਹ ਆ ਗੱਲ ਸਾਹਿਬ ਨਾ, ਜਿਹੜਾ ਡਰ ਹੁੰਦਾ ਬੰਦੇ ਨੂੰ, ਮੈਂ ਤੁਹਾਡੀ ਹਰੇਕ ਮੈਂ ਤੁਹਾਡੀ ਇਲੈਕਸ਼ਨ ਦੇ ਨਾਲ ਜੋੜ ਕੇ ਦੇਖਦਾ ਹੁੰਦਾ, ਜਾ ਰਿਹਾ ਉਹਨਾਂ ਲੋਕਾਂ ਤੁਹਾਡੇ ਪਿੱਛੇ ਪੈਣਾ ਹੈ ਨਾ, ਸਾਰਾ ਉਹਨਾਂ ਦੇ ਅੰਦਰੋਂ ਡਰ ਝਲਕਦਾ। ਇੱਕ ਇੱਥੇ ਸਾਡੇ ਰੇਡੀਓ ਤੇ ਬੋਲਦੇ ਸੀਗੇ, ਮਨ ਉਹੀ ਡਰ ਏਦਾਂ ਲੱਗਾ ਆ ਵੀ ਹਾਏ ਹਾਏ ਗਿੱਲ ਸਾਹਿਬ ਇੰਨੀਆਂ ਵੋਟਾਂ ਪੈ ਗਈਆਂ, ਜੇ ਦੂਜੀ ਤੀਜੀ ਇਲੈਕਸ਼ਨ 'ਚ ਖੜ ਜਾ ਸਾਡਾ ਬਣੂਗਾ ਕੀ? ਕਿਉਂਕਿ ਚੇਂਜ ਤਾਂ ਆਉਣੀ ਆ, ਕਦੀ ਵੀ ਹੁਣ ਆਊਗੀ, 5 7 10 ਸਾਲਾਂ ਨੂੰ ਆ ਜਾਊਗੀ ਚੇਂਜ। ਕਦੀ ਵੀ ਥੋੜ੍ਹਾ ਇਹ ਕੁਛ ਜਿੱਦਾਂ ਜੱਫਾ ਪਾ ਕੇ ਬੈਠੇ ਆਪਾਂ। ਨਾਲੇ ਗੱਲ ਤਾਂ ਮੈਂ ਤਾਂ ਇਹ ਕਹਿੰਦਾ ਹੁੰਦਾ, ਜੇ ਕੋਈ ਬੰਦਾ ਕੋਈ ਕਰਨਾ ਚਾਹੁੰਦਾ ਆ ਕੰਮ, ਮੈਂ ਚਲੋ ਮੈਂ ਆਪਣੀ ਕੰਮ ਕਰਨਾ, ਮੈਂ ਨਹੀਂ ਕਰਨਾ ਚਾਹੁੰਦਾ, ਤੁਸੀਂ ਕਰਨਾ ਚਾਹੁੰਦੇ ਆ, ਕਿਹੜੀ ਐਡੀ ਵੱਡੀ ਗੱਲ ਹੋ ਜਾਣੀ ਸੀ 4 ਸਾਲ ਦੇ ਵਿੱਚ। ਨਾਲੇ ਪਤਾ ਲੱਗ ਜਾਂਦਾ ਹੁਣ ਗਿੱਲ ਸਾਹਿਬ ਕਰਦੇ ਕੀ ਹੈ ਨਾ। ਬਹੁਤ ਵਧੀਆ ਮੌਕਾ ਸੀ ਲੋਕਾਂ ਦੇ ਕੋਲ, ਵਧੀਆ ਜੇ ਤੁਹਾਨੂੰ ਚੁਣਿਆ ਹੁੰਦਾ ਤੇ ਅੱਜ ਗਿੱਲ ਸਾਹਿਬ ਦਾ ਪੂਰਾ ਪਤਾ ਲੱਗ ਜਾਣਾ ਸੀਗਾ ਵੀ ਗਿੱਲ ਸਾਹਿਬ ਕਿੱਥੇ ਖੜੇ ਆ ਨਾ। ਨਾਲ 2-4 ਟਰਮਾਂ ਆ, ਫਿਰ ਕਿਸੇ ਹੋਰ ਕੋਈ ਬੰਦਾ ਤੁਹਾਡੇ ਵਾਂਗੂ ਉੱਠ ਕੱਢਦਾ, ਉਹ ਹੋ ਜਾਂਦਾ। ਐਡੇ ਵਧੀਆ ਲੋਕ ਚੋਣ ਹੋਣੇ, ਜੇ ਮਤਲਬ ਰਿਪੀਟ ਕਰੀ ਜਾਵਾਂਗੇ ਤੇ ਵਧੀਆ ਮੋਹਰੇ ਆਉਣੇ ਨਹੀਂਗੇ। ਤੇ ਬਸ ਆਹ ਜਿੱਦਾਂ ਹੁਣ ਰੋ ਰਹੇ ਆ ਨਾ, ਤੇ ਬੰਦੇ
ਸਾਡੇ ਜਿਹੜੇ ਜਿੱਦਾਂ ਤੁਸੀਂ ਕੋਸ਼ਿਸ਼ ਕਰ ਰਹੇ ਸੀ ਆਪਾਂ ਰੇਡੀਓ ਸੁਣਦੇ ਆ ਨਾ, ਉਹਦੇ ਵਿੱਚ ਤੁਸੀਂ ਇੱਕ ਗੱਲ ਦੇਖੋ, ਜਿਹੜੇ ਬੰਦੇ ਹੋਰ ਕੰਮ ਕਰਨ ਵਾਲੇ ਨਾਲ ਉਹਨਾਂ ਕਹਿ ਰਿਹਾ ਆਏ ਰੱਬਾ ਹਰਜੀਤ ਗਿੱਲ ਨੇ ਇਹ ਕਰਤਾ, ਆਏ ਰੱਬਾ ਹਰਜੀਤ ਗਿੱਲ ਨੂੰ ਕਾਹਦੇ ਨਹੀਂ ਕਹਿੰਦੇ ਤੁਸੀਂ, ਉਹਨੂੰ ਫੜੋ ਜਾ ਕੇ, ਉਹਨੂੰ ਪਿੱਛੇ ਕਰੋ। ਪਰ ਕਹਿ ਕੇ ਘੱਟੋ ਘੱਟ ਥੋੜਾ ਜਿਹਾ ਆਪਾਂ ਮਤਲਬ ਸੋਚ ਕੇ ਜਦੋਂ ਬੋਲਦੇ ਆ ਬੋਲੀਏ ਨਾ, ਵੀ ਕੁਛ ਨਹੀਂ ਹੁੰਦਾ। ਗਿੱਲ ਸਾਹਿਬ 4 ਸਾਲ ਬਣ ਜਾਣਗੇ, ਇੰਨੀ ਦੁਨੀਆ ਇੱਥੇ ਬਣੀ ਆ, ਪਿੱਛੋਂ ਪਤਾ ਲੱਗ ਜਾਊਗਾ ਗਿੱਲ ਸਾਹਿਬ ਦਾ ਵੀ ਹਨਾ ਕਿੱਥੇ ਸਟੈਂਡ ਲੈਂਦੇ ਆ ਉਹ। ਜੇ ਵਧੀਆ ਸਟੈਂਡ ਲੈਣਗੇ ਦੁਬਾਰਾ ਫੇਰ ਪਾ ਦਿਓ, ਨਾ ਲੈਣਗੇ ਲਾ ਦਿਓ। ਕਿਹੜਾ ਕਿੱਡਾ ਧੋਖਾ ਕੋਈ ਨਾ ਬਾਈ, ਕੋਈ ਨਾ ਬਾਈ ਜੀ, ਥੈਂਕ ਯੂ। ਆਪਾਂ ਜੀ ਮੈਂ ਵੋਟਾਂ ਦੀ ਗੱਲ ਨਹੀਂ ਕਰਨੀ ਚਾਹੁੰਦਾ, ਉਹ ਮੈਨੂੰ ਤਾਂ ਮੁੜ ਕੇ ਉਹਦੇ ਚ ਨੂੰ ਲਿਜਾਂਦੇ ਆ। ਅਕਤੂਬਰ ਤੋਂ ਲੈ ਕੇ ਆਪਾਂ ਇਹ ਗੱਲ ਨਹੀਂ ਕੀਤੀ। ਲੋਕਾਂ ਦਾ ਫਤਵਾ ਸਿਰ ਮੱਥੇ, ਹਾਰ ਗਏ, ਜਿੱਤ ਗਏ। ਮੈਂ ਤਾਂ ਦੂਜੇ ਭਾਈਚਾਰੇ 'ਚ ਵੀ ਕਹਿਣਾ, ਤੁਹਾਨੂੰ ਬਹੁਤ ਤੁਹਾਡਾ ਤਜਰਬਾ 20 ਸਾਲ ਦੇ ਤੁਸੀਂ ਲੱਗੇ ਹੋਏ ਹੋ ਭਾਈਚਾਰੇ 'ਚ, ਤੁਹਾਡੀ ਚੜ੍ਹਤ ਹੈ, ਲੋਕ ਤੁਹਾਨੂੰ ਸੁਣਦੇ ਨੇ। ਤੁਸੀਂ ਐਡਵਾਂਸ ਹੋਵੋ, ਕੋਈ ਖਰਚ ਵੀ ਮੇਰੇ ਤੋਂ, ਮੇਰੇ ਸੀਨੀਅਰ ਜਿੰਨੇ ਬ੍ਰੌਡਕਾਸਟਰ ਨੇ, ਜੇ ਨਾ ਮੋਢੇ ਨਾਲ ਮੋਢਾ ਲਾ ਕੇ ਸਾਰੇ ਸਰੀ 'ਚ ਫੇਰਾਂ ਤਾਂ ਕਹਿ ਦਿਓ, ਖੜੋ ਤਾਂ ਸਹੀ, ਬਾਹਰ ਤਾਂ ਨਿਕਲੋ। ਜਗਮੇਲ ਸਿੰਘ ਜੀ, ਲਾਈਨ ਨੰਬਰ 3। ਵਾਹਿਗੁਰੂ ਜੀ ਕੀ ਫਤਿਹ। ਗੁਰਫਤਿਹ ਜੀ। ਅਰਜ਼ ਇਹ ਹੈ ਬਈ, ਜਿੰਨੀਆਂ ਗੱਲਾਂ ਹੁਣ ਤੱਕ ਕਾਲੇ ਸਾਹਿਬਾਨ ਨੇ ਜਾਂ ਤੁਸੀਂ ਜੋ ਕੀਤੀਆਂ, ਬੜੀਆਂ ਕੰਮ ਦੀਆਂ ਗੱਲਾਂ ਕੀਤੀਆਂ, ਔਰ ਜਿਹੜੇ ਲੋਕ ਇੰਡੀਆ ਗਏ ਹੈ ਉਹ ਚਲੋ ਕੁਛ ਔਖੇ ਵੀ ਹੋਣਗੇ, ਕੁਛ ਸੌਖੇ ਵੀ ਹੋਣਗੇ। ਔਖੇ ਹੋਣਗੇ ਜਿਨ੍ਹਾਂ ਨੂੰ ਅੱਜ ਲੋੜ ਹੈ ਇੱਥੇ ਪਹੁੰਚਣ ਦੀ, ਤੇ ਸਰਕਾਰ ਕੈਨੇਡਾ ਦੀ ਆਪਣੇ ਫਰਜ਼ ਤੋਂ ਪਿਛਾਂਹ ਹੋ ਗਈ। ਵੁਹਾਨ ਤੋਂ ਜਦੋਂ ਇਹ ਸ਼ੁਰੂ ਹੋਇਆ ਕਰੋਨਾ, ਤਾਂ ਚਾਈਨਾ ਨੇ ਸਾਰੇ ਮੁਲਕਾਂ ਨੂੰ ਦੱਸ ਦਿੱਤਾ ਸੀ ਕਿ ਇਹ ਚੀਜ਼ ਜਿਹੜੀ ਆਊਟਬ੍ਰੇਕ ਹੋ ਗਈ ਹੈ, ਔਰ ਕੁਝ ਲੋਕਾਂ ਨੇ ਉਹ ਤੇ ਅਮਲ ਕਰ ਲਿਆ, ਆਪਣੀ ਇਹਤਿਆਤ ਕਰ ਲਈ, ਆਪਣੀ ਰਾਖੀ ਕਰ ਲਈ, ਆਪਣਾ ਬੰਦੋਬਸਤ ਕਰ ਲਿਆ। ਲੇਕਿਨ ਜਿਹੜਾ ਮੋਦੀ ਤੇ ਟਰੰਪ ਇਹ ਦੋਨੋਂ ਝੂਠ ਬੋਲ ਰਹੇ ਆ। ਮੋਦੀ ਕਹਿ ਰਿਹਾ ਕਿ ਅਸੀਂ ਜਨਵਰੀ ਵਿੱਚ ਬੰਦੋਬਸਤ ਕਰ ਲਿਆ ਸੀ, ਜਦ ਕਿ ਫਰਵਰੀ ਦੇ ਵਿੱਚ ਟਰੰਪ ਉੱਥੇ ਗਿਆ ਔਰ ਮੋਦੀ ਨੇ 7 ਵਾਰੀ ਜੱਫੀਆਂ ਪਾਈਆਂ ਤੇ ਉੱਥੇ ਲੱਖਾਂ ਦਾ ਇਕੱਠ ਸੀ। ਉਦੋਂ ਉਹ ਜਿਹੜਾ ਸੋਸ਼ਲ ਡਿਸਟੈਂਸ ਸੀ ਜਾਂ ਸਰੀਰਕ ਡਿਸਟੈਂਸ ਸੀ, ਉਹ ਕਿੱਥੇ ਨੂੰ ਗਿਆ ਸੀ। ਅੱਜ ਇਹ ਝੂਠ ਬੋਲ ਰਹੇ ਨੇ। ਮੈਂ ਤੁਹਾਡਾ ਧਿਆਨ ਇੱਧਰ ਨੂੰ ਦਿਵਾਉਣਾ ਚਾਹੁੰਦਾ ਕਿ ਲੋਕ ਭਾਵੇਂ ਲੇਟਰ ਔਰ ਸੂਨਰ ਆਪਣੇ ਘਰੋਂ ਘਰੀ ਪਹੁੰਚ ਜਾਣਗੇ, ਪਰ ਜਿਹੜੇ ਫੌਜੀ ਇਸ ਮੁਲਕ ਦੀ ਰਾਖੀ ਕਰਦੇ ਹੋਏ ਸਨ 65 ਔਰ 71 'ਚ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਬੰਦ ਨੇ, ਇੰਡੀਅਨ ਗਵਰਨਮੈਂਟ ਨੇ ਕਦੇ ਇਹ ਕੋਸ਼ਿਸ਼ ਨਹੀਂ ਕੀਤੀ ਕਿ ਉਹਨਾਂ ਬਾਰੇ ਪੜਤਾਲ ਕਰਾ ਕੇ ਉਹਨਾਂ ਜੇਲ੍ਹਾਂ 'ਚ ਕਢਾ ਲਿਆ ਜਾਵੇ, ਜਦ ਕਿ ਪ੍ਰਿਜ਼ਨਰ ਵਾਰ ਨੂੰ ਅਕਾਰਡਿੰਗ ਟੂ ਲਾ ਜੰਗ ਤੋਂ ਬਾਅਦ ਛੱਡਣਾ ਬਹੁਤ ਜ਼ਰੂਰੀ ਹੈ। ਤੇ ਉਹਨਾਂ ਦਾ ਕੀ ਬਣੂਗਾ ਜਿਨ੍ਹਾਂ ਦੇ ਘਰ ਦੇ ਬੜੇ ਆਸ ਲਾਈ ਬੈਠੇ। ਸਾਲ 55 ਹੋ ਗਏ ਸਨ 65 ਨੂੰ, ਤੇ ਹੁਣ ਤੁਸੀਂ ਦੇਖ ਲਓ ਵੀ ਗੱਲ ਕਿੱਧਰ ਨੂੰ ਜਾਂਦੀ ਹੈ। ਆਸ ਰੱਖੋ, ਤੁਹਾਡੀ ਕੋਸ਼ਿਸ਼ ਬੜੀ ਹੈ। ਤੁਹਾਡਾ ਬਹੁਤ ਧੰਨਵਾਦ। ਥੈਂਕ ਯੂ। ਧੰਨਵਾਦ ਜੀ। ਰੁਪਿੰਦਰ ਸਿੰਘ ਆਖਰੀ ਕਾਲਰ ਜੀ। ਹਾਂਜੀ ਵੀਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵੀ ਇੱਕ ਗੱਲ ਇਹ ਹੈ ਵੀ ਲੋਕਾਂ ਨੂੰ ਵੀ ਦੂਜੇ ਦੇ ਸ਼ੂ 'ਚ ਪੈਰ ਰੱਖ ਕੇ ਸੋਚਣਾ ਚਾਹੀਦਾ। ਜਦੋਂ ਮੈਂ ਟਰੱਕ ਚਲਾਉਣਾ 4 ਦਿਨ ਲੱਗਦੇ ਜਾਣ ਨੂੰ, ਠੀਕ ਹੈ, ਕਈ ਵਾਰੀ 1-2 ਦਿਨ ਬੈਠਣਾ ਪੈ ਜਾਂਦਾ, 11 ਜੇ 12 ਦਿਨ ਲੱਗੇ, 12ਵੇਂ ਤੋਂ 13ਵਾਂ ਦਿਨ ਹੋ ਜਾਵੇ ਫਿਕਰ ਹੋ ਜਾਂਦਾ ਯਾਰ ਇੰਨਾ ਦਿਨ ਹੋ ਗਿਆ ਇੱਥੇ ਬੈਠਿਆਂ ਨੂੰ, ਹਨਾ। ਤੇ ਵੀਰ ਜੀ, ਇਹ ਜਿਹੜੇ ਘੱਟੋ ਘੱਟ ਤੁਸੀਂ ਨਹੀਂ ਬੋਲ ਸਕਦੇ, ਜਿਹੜਾ ਕੁਐਸਚਨ ਲੋਕੀ ਕਰ ਰਹੇ ਨੇ ਅਥਾਰਟੀਆਂ ਨੂੰ, MLA ਨੂੰ, MPਆਂ ਨੂੰ, ਜੇ ਤੁਸੀਂ ਘਰੇ ਬੈਠਾ ਮੇਰਾ ਕੋਈ ਜੀ ਹੈ ਨਹੀਂ ਤਾਂ ਮੇਰਾ ਕੀ ਢਿੱਡ ਦੁਖਦਾ ਵੀ ਉਹਨਾਂ ਨੂੰ ਕਾਹਤੇ ਕੁਐਸਚਨ ਕੀਤਾ ਜਾ ਰਿਹਾ। ਘੱਟੋ ਘੱਟ ਉਹਨਾਂ ਨੂੰ ਕੁਛ ਨਾ ਕੁਛ ਤਾਂ ਕਰਨਾ ਚਾਹੀਦਾ ਨਾ, ਤੇ ਘੱਟੋ ਉਹਨਾਂ ਕੋਲ ਆਵਾਜ਼ ਉਠਾਈ ਜਾ ਰਹੀ ਹੈ ਤਾਂ ਕਿ ਉਹਨਾਂ ਕੋਲ ਪਹੁੰਚ ਜਾਵੇ, ਠੀਕ ਹੈ। ਜੇ ਉਹ ਆਵਾਜ਼ ਤੁਸੀਂ ਸ਼ਾਮਲ ਨਹੀਂ ਹੋ ਸਕਦੇ, ਘੱਟੋ ਘੱਟ ਉਹਨਾਂ ਤੇ ਛਿੜਕਾ ਨਾ ਕਰੋ ਵੀ ਇੱਥੇ ਭੱਜ ਜਾਣ ਇਹ। ਧੰਨਵਾਦ। ਧੰਨਵਾਦ ਜੀ, ਥੈਂਕ ਯੂ। ਇੱਕ ਗੱਲ ਜ਼ਰੂਰ ਹੈ ਕਿ ਹੁਣ ਕਿਹਨੂੰ ਕਹਿਣਾ ਤੁਸੀਂ, ਜੇ ਪ੍ਰੋਵਿੰਸ਼ੀਅਲ ਕੰਮ ਹੈ MLA ਨੂੰ ਕਹਿਣਾ, ਫੈਡਰਲ ਕੰਮ ਹੈ MP ਨੂੰ ਕਹਿਣਾ, ਉਹਨਾਂ ਦੀ ਧਿਰਕਾ ਤੇ ਨਿਬੜਦੇ ਆ ਕਿਉਂਕਿ ਗਰੁੱਪ ਪਈ ਹੈ ਨਾ ਜੀ। ਸਾਡੇ MP ਨੂੰ ਕਿਉਂ ਕਹਿੰਦੇ ਹੋ ਤੁਸੀਂ? ਤਨਖਾਹ ਪਤਾ ਕਿੰਨੀ ਹੈ? $2.25 ਲੱਖ ਹੈ। 3000 ਹੁਣ ਵਧਵਾ ਕੇ ਹਟੇ। ਉਹ ਅਸੀਂ ਇੱਧਰ ਦੇਤੇ ਜੀ, ਉੱਧਰ ਦੇਤੇ, ਦਿਖਾਏ ਉਹ ਕਿਸੇ ਨੂੰ ਕਿੱਥੇ ਕਿਹਨੇ ਦਿੱਤੇ ਨੇ। ਇੱਕ ਪਹਿਲਾਂ MLA ਵੀ ਕਹਿਣਾ ਹੁੰਦਾ ਸੀ ਜਦ MLA ਦੀਆਂ ਵਧੀਆ ਸੀ ਨਾ ਸੂਬੇ 'ਚ, ਅਖੇ ਮੈਂ ਦਿਆ ਕਰੂੰ ਜਿਹੜੀ ਮੇਰੀ ਵਧੀ ਹੋਈ ਆ, ਸਾਰੇ ਜਿੰਨੇ ਵੀ
ਜ਼ਰੂਰਤਮੰਦ ਨੇ। ਤੇ ਮਹੀਨਾ ਜਾ ਕੇ ਝੁੱਗੀਆਂ ਵਾਲਿਆਂ ਦੇ ਸੌਂ ਕੇ ਦੇਖੋ ਜੀ ਮੈਂ ਕੱਟ ਕੇ ਆਇਆ, ਗੱਲਾਂ ਦਾ ਨਹੀਂ ਕੋਈ ਫਾਇਦਾ। ਰਾਜਨੀਤੀ ਤੁਸੀਂ ਇੱਕ ਦੇਖਿਓ, ਹੋਰ ਇੱਕ ਬਹੁਤ ਸਵਾਦ ਦੀ ਗੱਲ ਹੈ, ਇੱਕੋ ਤਰੀਕੇ ਦੀ ਰਾਜਨੀਤੀ ਹੈ ਪ੍ਰੋਵਿੰਸ਼ਲ ਤੇ ਫੈਡਰਲ। ਜਿਵੇਂ ਰਾਤ ਨੂੰ ਇਕੱਠੇ ਬਹਿ ਕੇ ਮੀਟਿੰਗ ਜਾਂ ਪ੍ਰੈਸ ਆਪਣੇ ਕਾਨਫਰੰਸ ਕਾਲ ਕਰਕੇ ਵੀ ਤੈਂ ਕੀ ਕਰਨਾ, ਤੈਂ ਕੀ ਕਰਨਾ, ਤੈਂ ਕੀ ਕਰਨਾ। ਲੋਕਲ MLA ਕੋਈ ਨਹੀਂ ਬੋਲਿਆ ਇਸ ਤੇ ਕੇਸ ਤੇ, ਪਿਛਲੇ 2 ਮਹੀਨੇ ਹੋ ਗਏ ਆਪਾਂ ਨੂੰ ਬੋਲਦੇ ਨੂੰ, ਉਹ ਕਹਿੰਦੇ ਨਾ ਇਹਦੇ ਤੇ ਨਹੀਂ ਬੋਲਣਾ। ਜਿੱਦਣ ਅੰਮ੍ਰਿਤਸਰ ਤੋਂ ਸਿੱਧੀਆਂ ਕਤਰ ਏਅਰਵੇਜ਼ ਦੀਆਂ ਫਲਾਈਟਾਂ ਦੀ ਪਈ ਨਾ ਪੋਸਟ, ਪਹਿਲੀ ਇੱਕ ਫਰੈਂਚ ਬੀਬੀ ਨੇ ਪਾਈ, ਸਾਡੀ MLA ਸਾਹਿਬਾ ਜਦੇ ਹੀ ਲਿਖੀ, ਕਹਿੰਦੀ ਵਾਹ ਦੇਖੋ ਕਿੱਡਾ ਵਧੀਆ ਮੂਵ ਹੈ। ਮੈਂ ਕਿਹਾ ਵੀ ਜਿਹੜਾ 1.5 ਮਹੀਨਾ ਪਹਿਲਾਂ ਬਿਲਕਦੇ ਆ ਇੱਥੇ, ਉਸ ਸਮੇਂ ਮੂਵ ਨਹੀਂ ਸੀ। ਵੀ ਹੁਣ ਤੁਹਾਡੇ ਕੰਮ ਦੀਆਂ ਗੱਲਾਂ ਹੋ ਗਈਆਂ, ਵੀ ਤੁਹਾਡੇ MP ਦੀਆਂ ਗੱਲਾਂ ਹੋ ਗਈਆਂ ਤਾਂ ਤੁਹਾਨੂੰ ਵਧੀਆ ਲੱਗਦਾ। ਹੁਣ ਬਿੱਲੀ ਨਹੀਂ, ਬਾਗੜ ਬਿੱਲੇ ਥੈਲਿਓਂ ਬਾਹਰ ਆਏ ਹੋਏ। ਲੋਕਾਂ ਨੂੰ ਪਤਾ ਲੱਗ ਗਿਆ ਕਿ ਕੌਣ ਕਿਹਦੇ ਨਾਲ ਕਿੱਥੇ ਖੜਾ, ਕਿਹਨੇ ਕਿਹਦੇ ਨਾਲ ਜਾ ਕੇ ਬੱਖੀ ਦੇ ਵਿੱਚ ਠੋਕਿਆ, ਕੀ ਹੋਇਆ, ਇਹ ਸਾਹਮਣੇ ਆ। ਹੁਣ ਅੱਗੇ ਮੰਨਦਾ ਨਹੀਂ ਸੀ ਮੈਂ, ਪਰ ਮੈਨੂੰ ਪਤਾ ਲੱਗ ਗਿਆ ਵੀ ਕਿਵੇਂ ਕਹਾਣੀ ਕਿਵੇਂ ਘੁੰਮਦੀ ਹੈ। ਬਿਆਨ ਦੇਖਿਓ ਤੁਸੀਂ, ਗੱਲਬਾਤ ਦੇਖਿਓ, ਢੰਗ ਵੇਖਿਓ। ਜਿਸ ਤਰ੍ਹਾਂ ਪਾਰਟੀ ਪੂਰਟੀ ਨਹੀਂ ਹੈ, ਉਹ ਇਕੱਠੀ ਗੱਲ ਹੁੰਦੀ ਹੈ, ਤੈਂ ਆਹ ਕਰਨਾ, ਤੈਂ ਆਹ ਕਰਨਾ, ਤੈਂ ਆਹ ਕਰਨਾ, ਤੂੰ ਇਸ ਤਰ੍ਹਾਂ ਕਰਨਾ, ਤੂੰ ਇਸ ਤਰ੍ਹਾਂ ਕਰਨਾ। ਵਾਰੀ ਆਪੋ ਆਪਣੀ ਆ ਜਾਣੀ ਹੈ। ਆਪਾਂ ਵੀ ਇੱਥੇ ਆ, ਤੁਸੀਂ ਵੀ ਇੱਥੇ ਆ। 1:30 ਵੱਜ ਗਿਆ ਜੀ। ਕਰੋਨਾ ਤੋਂ ਬਾਅਦ ਪੰਜਾਬ 'ਚ ਬੈਠਾ ਜਿੰਨੇ ਮਿੱਤਰ ਪਿਆਰੇ 30 ਦੇ ਕਰੀਬ, ਉਹਨਾਂ 'ਚੋਂ ਹਾਊਸ ਹੋਲਡ ਜਿਹੜੇ ਨੇ ਉਹ 12 ਕੁ ਨੇ। ਅਲੱਗ-ਅਲੱਗ ਉਹਨਾਂ ਦਾ ਇਹ 'ਚ ਸੋਚਣਾ ਹੈ। ਕੁਛ ਤਾਂ ਇਹ ਸੋਚਣ ਲੱਗ ਗਏ ਵੀ ਨਵੇੜੇ ਦਈਏ ਕੰਮ, ਹੁਣ ਨਹੀਂ ਮੁੜ ਕੇ ਆਉਣਾ। 30% ਇਹ ਕਹਿੰਦੇ, 70% 8 ਨੇ ਉਹਨਾਂ 'ਚੋਂ ਇਹ ਕਿਹਾ ਵੀ ਨਹੀਂ ਹੁਣ ਘਰ-ਬਾਰ ਅੱਗੇ ਨਾਲੋਂ ਵਧੀਆ ਬਣਾਉਣਾ ਤੇ ਸਹੂਲਤਾਂ ਇਹਦੇ 'ਚ ਆਉਣੀਆਂ ਨੇ। ਡਾਲਰ 50,000 ਇੱਥੋਂ ਭੇਜਣਾ ਪੈਣਾ, ਰੁਪਈਆ 25 ਲੱਖ। ਕੁਛ ਵੀ ਔਖੇ ਹੋਵੇ ਸੌਖੇ ਹੋਈਏ, 4 ਕਮਰੇ ਬਣਾਉਣੇ ਪੈਣੇ ਨੇ। ਤੇ ਇਹ ਸਾਡੀ ਜਨਮ ਭੂਮੀ ਹੈ, ਇਹਨੂੰ ਛੱਡਣਾ ਨਹੀਂ, ਇਹਨੂੰ ਹੁਣ ਵਧੀਆ ਬਣਾਉਣਾ। ਹਾਲਾਤ ਦੁਨੀਆ ਦੇ ਕੀ ਹੋ ਜਾਣ, ਕਿੱਧਰੋਂ ਕਿੱਧਰ ਨੂੰ ਜਾਣਾ ਰੱਬ ਜਾਣਦਾ। ਤੇ ਅਖੀਰ ਜਨਮ ਵਾਲੀ ਭੂਮੀ ਜਨਮ ਵਾਲੀ ਹੈ। ਬੜੀ ਓਪਰੀ ਗੱਲ ਲੱਗਣੀ ਹੈ। 40-45 ਸਾਲ 50 ਸਾਲ ਜਿਹੜੇ ਬੈਠੇ ਜਿਨ੍ਹਾਂ ਤੇ ਕੈਨੇਡੀਅਨ ਰੰਗ ਚੜਿਆ ਹੋਇਆ ਪੂਰਾ, ਉਹਨਾਂ ਨੂੰ ਲੱਗਦਾ ਕਿ ਨਾ ਇਹ ਦੇਸ਼ ਹੈ। ਕੈਨੇਡਾ 'ਚੋਂ ਗਏ ਹੋਈ ਇੱਕ ਦਿਨ ਸੋਮਵਾਰ ਨੂੰ ਗੱਲ, ਮੰਗਲਵਾਰ ਨੂੰ ਪਰਸੋਂ ਕਰਦੇ ਸੀ। ਇਹ ਮੈਨੂੰ 50 ਸਾਲ ਹੋ ਗਏ, ਮੈਂ 10 ਸਾਲਾਂ ਦਾ ਸੀ। ਹੋਰ ਬਹੁਤ ਪਰਿਵਾਰ ਨੇ ਜਿਨ੍ਹਾਂ ਦੇ ਛੋਟੀਆਂ ਬੱਚਿਆਂ ਦੇ ਤੌਰ ਤੇ ਇੱਥੇ ਆਏ ਹੋਏ ਸੀ ਤੇ ਹੁਣ ਉੱਥੇ ਉਹ ਰਹਿ ਰਹੇ ਨੇ। ਉਹਨਾਂ ਨੂੰ ਇਸ ਕਰੋਨਾ ਨੇ ਬਹੁਤ ਕੁਝ ਸੋਚਣ ਲਈ ਮਜਬੂਰ ਕੀਤਾ। ਵਾਕਈ ਅਸੀਂ ਕੈਨੇਡੀਅਨ ਸਿਟੀਜ਼ਨ ਆ, 1 ਨੰਬਰ। 2 ਨੰਬਰ ਜਿਹੜਾ ਪਿੱਛੇ ਸੋਚਦੇ ਵੀ ਸਾਡਾ ਉੱਥੇ ਕੀ ਆ ਭਾਜੀ, ਸਾਰੇ ਆ ਗਏ, ਅਸੀਂ ਤਾਂ ਮੈਂ ਤਾਂ 20 ਸਾਲ ਹੋ ਗਏ ਗਿਆ ਹੀ ਨਹੀਂ, ਮੈਂ 25 ਸਾਲ ਹੋ ਗਏ ਗਿਆ ਹੀ ਨਹੀਂ। ਇੱਕ ਤਾਂ ਬਿਲਕੁਲ ਚੁੱਲ੍ਹਾ ਟੈਕਸ ਮਾਫ ਕਰ ਦੇਣਗੇ ਝਟਕੇ ਤੋਂ ਬਾਅਦ, ਪਹਿਲਾਂ ਵੀ ਮਾਫ ਕਰਨਾ ਚਾਹੁੰਦੇ ਨੇ। ਹੁਣ ਤਾਂ ਰਜਾਈ ਉਹ ਨਹੀਂ ਛੱਡਦੀ, ਛੱਡਣ ਨੂੰ ਫਿਰਦੇ ਆ। ਨਾ ਕੋਈ ਉੱਥੇ ਵਿਕਦਾ, ਨਾ ਕੋਈ ਵਿਕਣਾ ਆਉਣ ਵਾਲੇ 10 ਸਾਲ। ਇਹ ਵੀ ਤੁਸੀਂ ਲਿਖ ਲਿਓ। ਹਾਂ, ਜਿਹਨੇ 20 ਲੱਖ ਵਾਲੀ ਚੀਜ਼ 10 ਲੱਖ ਦੀ ਵੇਚ ਕੇ ਆਉਣੀ ਆ, ਉਹਦੇ ਗਾਹਕ ਵੀ ਮਿਲ ਜਾਣਗੇ। ਉਹ ਕਰੋਨਾ ਤੋਂ ਬਾਅਦ ਉਹ ਮਿਲਣਗੇ, ਇਹ ਰੱਬ ਜਾਣਦਾ। ਮਿਲ ਵੀ ਸਕਦੇ ਨੇ, ਪਿੰਡਾਂ 'ਚ 2-3 ਲਾਣੇ ਹੁੰਦੇ ਆ ਜਿਹੜੇ ਖਰੀਦ ਲੈਂਦੇ ਆ ਕੁਛ ਨਾ ਕੁਛ। ਉਹਨਾਂ ਨੇ ਜ਼ਮੀਨ ਲੈਣੀ, ਉਹ ਲੈਣੀ। ਕੁਛ ਇਸ ਤਰ੍ਹਾਂ ਹੋਣਗੇ, ਕੁਛ ਵਧੀਆ ਬਣਾਉਣਗੇ ਉੱਥੇ। 1-844 247 1550। ਤੁਸੀਂ ਆਪਣਾ ਘਰ-ਬਾਰ, ਕਿਸੇ ਨੇ ਅੱਜ ਫੋਟੋਆਂ ਭੇਜੀਆਂ ਜੀ ਸੇਖੋਂ ਹੋਰਾਂ ਨੇ, ਕਹਿੰਦੇ ਹੁਣ 1.5 ਕਰੋੜ ਲਾ ਕੇ ਆਇਆ, ਜਮਾਂ ਹੀ ਇੱਥੇ ਵਰਗਾ ਘਰ ਬਣਾਇਆ। ਬਿਲਕੁਲ ਇੱਥੇ ਦਾ ਹੀ ਡਿਜ਼ਾਇਨ, ਉਸ ਤਰ੍ਹਾਂ ਹੀ ਗਰਾਜ, ਉਹਦੇ ਉੱਪਰ ਉੱਠਣ ਬੈਠਣ ਵਾਲਿਆਂ ਲਈ, ਤੇ ਦੂਸਰੇ ਬੰਨੇ ਵਧੀਆ ਇੱਥੇ ਆਉ। ਚਲੋ ਇਹ $3 ਲੱਖ ਹਰ ਇੱਕ ਨਹੀਂ ਲਾ ਸਕਦਾ। ਜੇ ਕਿਸੇ ਨੇ ਉੱਥੋਂ ਲੈ ਕੇ ਲਾਤਾ, ਇੱਥੋਂ 3 ਲੱਖ ਲਿਜਾਣਾ ਬੜਾ ਔਖਾ ਹੈ। ਪਰ ਕੀ ਸੋਚਦੇ ਹੋ? ਪੰਜਾਬ ਘਰ ਜਿਹੜਾ ਜੱਦੀ ਪੁਸ਼ਤੀ ਆ, ਉਹਨੂੰ ਰੱਖਣਾ, ਵੇਚਣਾ, ਕੀ ਕਰਨਾ? ਸਰ ਠਾਕਰ ਸਿੰਘ ਜੀ, ਲਾਈਨ ਨੰਬਰ 4। ਹੈਲੋ ਜੀ, ਸਤਿ ਸ੍ਰੀ ਅਕਾਲ। ਹਰਜੀਤ ਸਿੰਘ ਗੱਲ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਧਾਲੀਵਾਲ ਸਾਹਿਬ। ਦੇਖੋ ਜੀ, ਆ ਜਿਹੜੀ ਤੁਸੀਂ ਗੱਲ ਕੀਤੀ ਆ ਬਹੁਤ ਵਧੀਆ ਗੱਲ ਆ ਬਈ, ਆਪਦਾ ਪਿੱਛਾ ਰੱਖਣਾ ਚਾਹੀਦਾ। ਭਾਵੇਂ ਇੱਥੇ ਕਿੱਡਾ ਕਾਰੋਬਾਰ ਕੁਛ ਵੀ ਬਣ ਗਿਆ। ਜਦੋਂ ਤੁਸੀਂ ਇਹ ਗੱਲ ਸ਼ੁਰੂ ਕੀਤੀ ਕਿ ਨਾ, ਮੇਰੇ ਮਨ 'ਚ ਉਦੋਂ ਗੱਲ ਆ ਗਈ 47 ਵਾਲੀ, ਸੰਨ 47 ਵਾਲੀ। ਉਦੋਂ ਦੇਖ ਲਓ ਆਪਣਾ ਰਾਜ ਵੀ ਸੀਗਾ ਉੱਥੇ, ਰਣਜੀਤ ਸਿੰਘ ਨਾਲ ਲਾਹੌਰ, ਤੇ ਇੱਥੋਂ ਮਰੱਬੇ ਵਾਲੇ ਤਾਂ ਮਗਰੋਂ ਗਏ ਆ। ਪਹਿਲਾਂ ਵੀ ਲੋਕ ਰਹਿੰਦੇ ਸੀ ਉੱਥੇ, ਪੰਜਾਬੀ ਸਿੱਖ। ਕਿਸੇ ਨੂੰ ਚੇਤਾ ਹੀ ਨਹੀਂ ਸੀ ਬਈ ਆਹ ਕੁਛ ਵੀ ਹੋ ਜੂ। ਲੋਕ ਤਾਂ ਉੱਠਣ ਨੂੰ ਤਿਆਰ ਨਹੀਂ ਸੀਗੇ।
ਫਿਰ ਜਿਨ੍ਹਾਂ ਦੇ ਇੱਥੇ ਹੁਣ ਸਾਡੇ ਬਾਬਾ ਜੀ ਦੇ 2 ਭਰਾ ਇੱਥੇ ਸੀ, ਇੱਕ ਉੱਧਰ ਸੀ, ਉਹਨਾਂ ਨੇ ਆ ਕੇ ਉਹਨਾਂ ਕੋਲੇ ਰਹੇ, ਉਹਨਾਂ ਨੇ ਸਾਂਭਿਆ। ਬਹੁਤ ਮੁਸ਼ਕਲ ਆ ਜਿਨ੍ਹਾਂ ਨੇ ਗੱਲਾਂ ਸੁਣੀਆਂ ਦੇਖੀਆਂ, ਤੇ ਇਹ ਪਿੱਛਾ ਰੱਖਣਾ ਚਾਹੀਦਾ ਜੀ ਮੇਰੇ ਤਾਂ ਹਿਸਾਬ ਨਾਲ। ਚਾਹੇ ਥੋੜਾ ਜਿਹਾ ਬਹੁਤਾ ਜਿੰਨਾ ਵੀ ਹੈਗਾ, ਪਤਾ ਨਹੀਂ ਹੁੰਦਾ ਕਦੋਂ ਨਾ ਵੀ ਕੁਛ ਹੋਵੇ, ਚੱਲ ਬੰਦਾ ਜਾ ਤਾਂ ਸਕਦਾ ਉੱਥੇ 2-4 ਮਹੀਨੇ ਰਹਿਣਾ, ਰਹੂ ਵਧੀਆ ਉਹਦੇ ਘਰੇ। ਤੇ ਬਾਕੀ ਜਿਹੜੀ ਆ ਸਮੱਸਿਆ ਆਈ ਆ ਜੀ, ਇਹ ਹੁਣ ਸਾਡੇ ਨਾਲ ਘਰ ਆ, ਉਹ 6 ਜਣੇ ਗਏ ਆ, ਉਹਨਾਂ ਦੀਆਂ ਟਿਕਟਾਂ ਕੈਂਸਲ ਹੋ ਗਈਆਂ। ਹੋਰ 6 ਦਾ ਲਾ ਲਓ ਤੁਸੀਂ, 3-3 ਹਜ਼ਾਰ ਵੀ ਲਾਓ, ਕਿੱਥੇ ਜਾਂਦਾ ਕੰਮ। ਘਰੇ ਜਮਾ ਹੀ ਨਹੀਂ ਕੁਝ, ਗੱਲ ਵਰਤੀਆਂ ਸਾਰਾ ਉਹਨਾਂ ਨੇ ਹਿਸਾਬ ਕਿਤਾਬ ਆ ਕੇ ਕਰਨਾ। ਤੇ ਮਿਹਰਬਾਨੀ ਜੀ ਗਿੱਲ ਸਾਹਿਬ, ਸਤਿ ਸ੍ਰੀ ਅਕਾਲ, ਚੜ੍ਹਦੀ ਕਲਾ 'ਚ ਰਿਹਾ ਕਰੋ, ਖੁਸ਼ ਰਿਹਾ ਕਰੋ ਜੀ। ਧੰਨਵਾਦ ਜੀ, ਧੰਨਵਾਦ। ਰਾਜਿੰਦਰ ਜੀ, ਲਾਈਨ ਨੰਬਰ 2। ਹਾਂਜੀ ਵੀਰ ਜੀ, ਕੜਵਾ ਸੱਚ ਤਾਂ ਇੱਕ ਮਿੰਟ, ਕੜਵਾ ਸੱਚ ਤੇ ਇਹ ਹੈ ਵੀ ਜਿੱਦਾਂ ਮਰਜ਼ੀ ਭਾਵੇਂ ਨਾ ਕੰਡੇ ਰਹਿੰਦੇ ਵੀ ਨਾ ਵੇਚ ਤੋਂ ਵੀ, ਤਾਂ ਵੀ ਰੂਹ ਅੱਧੀ ਕਿ ਉੱਥੇ ਘੁੰਮਦੀ ਆ। ਮੇਰਾ ਟੰਟ ਦਾ ਭੀਜਾ ਗਿਆ, ਪਹਿਲਾਂ ਮੈਂ 35 ਗੇੜੇ ਮਾਰੇ ਤੇ ਮੈਂ ਉੱਥੇ ਪਤਾ ਹੁੰਦਾ ਵੀ ਲੰਘ ਗਿਆ ਜਿੱਥੋਂ ਲੰਘ ਗਿਆ। ਮੈਨੂੰ ਵੀ ਦੇਸੀ ਗੁਣੇ ਇੰਜੋਏ ਕਰਦੇ 80 ਕਿੱਲੇ ਜ਼ਮੀਨ ਉੱਥੋਂ ਬੱਸ ਤੇ ਚੱਕ ਕੇ ਇੱਧਰ ਨੂੰ ਭੱਜ ਗਏ। ਲੋਕਾਂ ਨੇ ਜ਼ਮੀਨਾਂ ਮਿਲ ਸਕਦੀਆਂ ਵੀ ਤੁਸੀਂ ਸਾਂਭੋ, ਉਹ ਇੱਥੋਂ ਚਾਣਾ ਗਿਆ। ਇੱਥੇ ਮਗਰ ਉਹਦੀ ਵਰਕਸ਼ਾਪ ਹੈ ਕਾਰ ਮਕੈਨਿਕ ਦੀ, ਪਲੱਸ 7 ਗੱਡੀਆਂ ਉਹ ਜਿਹੜੀਆਂ ਉਹ ਰੈਂਟ ਤੇ ਕਾਰ ਰਿਲੀਜ਼ ਕਰਦਾ, ਪਲੱਸ ਟੈਕਸੀਆਂ। ਹੁਣ ਉਹ ਵੀ ਪਛਤਾਉਂਦਾ ਵੀ ਉੱਥੇ ਦੇ ਪਤਾ ਨਹੀਂ ਕੁਛ ਪੱਲੇ ਪੈਣ ਕਿ ਨਹੀਂ ਪੈਣਾ, ਘੱਟੋ ਘੱਟ ਇੱਥੇ ਤੇ ਸ਼ਾਇਦ ਕੁਛ ਪੱਲੇ ਪੈ ਜਾਵੇ। ਆਹ ਹਾਲਾਤ ਹੈ ਸਰਦਾਰਾ, ਸਰਦਾਰੀਆਂ ਗਈਆਂ। ਥੈਂਕ ਯੂ। ਧੰਨਵਾਦ ਜੀ ਰਾਜਿੰਦਰਜੀਤ ਸਿੰਘ ਜੀ। ਦੇਖੋ ਇਹ ਗਾਹਾਂ ਕਲਾਸੀਫਿਕੇਸ਼ਨ ਹੋ ਜਾਣੀ ਹੈ, ਬਹੁਤਾਂ ਤੇ ਕੈਨੇਡੀਅਨ ਰੰਗ ਚੜ ਗਿਆ। ਜਿਹੜੀ ਪੀੜ੍ਹੀ ਇੱਥੇ ਜੰਮ ਪਲ ਗਈ, 40 ਸਾਲ 50 ਸਾਲ ਦੇ ਹੋ ਗਏ, ਉਹ ਜਾਣੋਂ ਹਟ ਗਏ, ਉਹਨਾਂ ਦੇ ਬਾਬੇ ਜਾਂਦੇ ਆ। ਕੋਈ ਵਕਤ ਦਾ ਮਾਰਾ 70 ਤੋਂ ਲੈ ਕੇ ਰਾਦਰ 84 ਤੋਂ 92 ਦੇ ਸਮੇਂ ਦਾ, ਉਸ ਯੁੱਗ ਦਾ ਜਿਸ ਨੂੰ ਕੋਈ ਕਾਲਾ ਯੁੱਗ ਕਹਿੰਦਾ, ਪਰ ਸੁਨਹਿਰੀ ਯੁੱਗ ਦੇ ਸਮੇਂ ਕਈਆਂ ਨੇ ਆਪਣੇ ਆਪ ਨੂੰ ਵਾਰਿਆ, ਉਹ ਇੱਥੇ ਆ ਗਏ ਰਾਜਸੀ ਸ਼ਰਨ, ਤੇ ਉਹ ਪੰਜਾਬ ਨੂੰ ਜਾਣ ਜੋਗੇ ਹੈ ਨਹੀਂ, ਉਹਨਾਂ ਦੀ ਮਜਬੂਰੀ ਹੈ। ਪਰ ਕਰੋਨਾ ਨੇ ਇੱਕ ਜ਼ਰੂਰ ਦੱਸ ਦਿੱਤਾ ਗਿਆ ਹੋਇਆਂ ਨੂੰ, ਉੱਥੇ ਜਿਹੜੇ 5 ਸਾਲਾਂ ਬਾਅਦ ਕਵਾੜ ਖੋਲਦੇ ਸੀ, ਜਾਲੇ ਲਾਉਂਦੇ ਸੀ, 1 ਮਹੀਨਾ ਰਹਿ ਕੇ ਭੱਜੇ ਆਉਂਦੇ ਸੀ, ਉਹਨਾਂ ਦੇ ਜ਼ਰੂਰ ਮਨ ਦੇ ਵਿੱਚ ਇਹ ਗੱਲ ਆ ਗਈ ਕਿ ਨਹੀਂ ਯਾਰ ਇੱਥੇ ਕੁਛ ਨਾ ਕੁਛ ਬਣਨਾ ਚਾਹੀਦਾ। ਕਈ ਇੰਨੇ ਦੁਖੀ ਹੋ ਗਏ, ਉਹ ਕਹਿੰਦੇ ਨਾ ਹੁਣ ਨਹੀਂ ਮੁੜਦੇ। ਜਵਾਕ ਵੀ ਇਹੀ ਕਹਿੰਦੇ ਨੇ ਵੀ ਹੁਣ ਨਹੀਂ ਮੁੜਨਾ। ਸਰ ਦਲਜੀਤ ਸਿੰਘ, ਲਾਈਨ ਨੰਬਰ 4। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਮੇਰਾ ਇਹੀ ਮੰਨਣਾ ਜੀ ਕਿ ਆਪਣਾ ਪਿੱਛਾ ਨਹੀਂ ਕਦੇ ਗਵਾਉਣਾ ਚਾਹੀਦਾ, ਹਮੇਸ਼ਾ ਉੱਥੇ ਰੱਖਣਾ ਚਾਹੀਦਾ ਜੀ। ਸਾਡਾ ਘਰ ਉੱਥੇ ਜੱਦੀ ਪੁਸ਼ਤੀ ਆ। ਸਾਡੀ ਤੀਜੀ ਪੀੜ੍ਹੀ ਜਿਹੜੀ ਹੁਣ ਅਸੀਂ ਇੱਥੇ ਰਹਿ ਰਹੇ ਹਾਂ, ਸਾਡੀ ਤੀਜੀ ਪੀੜ੍ਹੀ ਦਾ ਜਾ ਕੇ ਘਰ ਇੱਥੇ ਦਾ ਬਣਨਾ। ਪਰ ਸਾਡੀ ਜਿਹੜੀ ਮੇਰੇ ਬੱਚੇ ਆ, ਉਹਨਾਂ ਲਈ ਵੀ ਉਹ ਹਜੇ ਘਰ ਹੈਗਾ। ਔਰ ਇੱਦਾਂ ਨਹੀਂ ਹੈ ਕਿ ਪੰਜਾਬ ਦੇ ਵਿੱਚ ਪਿਆਰ ਮੁੱਕ ਗਿਆ। ਜੇ ਤੁਸੀਂ ਸਾਡੇ ਬੱਚੇ ਵੀ ਭਾਵੇਂ 10 ਸਾਲ ਬਾਅਦ ਜਾਣ, 20 ਸਾਲ ਬਾਅਦ ਜਾਣ, ਉੱਥੇ ਲੋਕੀ ਜਾਣਦੇ ਆ ਕੇ ਵੀ ਫਲਾਨਾ ਸਿੰਘ ਦੇ ਬੱਚੇ ਆਏ ਆ ਤੇ ਅਸੀਂ ਇਹਨਾਂ ਨੂੰ ਪਿਆਰ ਦੇਣਾ। ਉੱਥੇ ਪਿਆਰ ਮਿਲਦਾ ਆ, ਭਾਵੇਂ ਤੁਸੀਂ 20 ਸਾਲ ਬਾਅਦ ਜਾਓ, ਭਾਵੇਂ 30 ਸਾਲ ਬਾਅਦ ਜਾਓ। ਇਹ ਤਾਂ ਇਹ ਬਾਹਰਲੇ ਮੁਲਕ ਆ ਜਿੱਥੇ ਮਤਲਬ ਗੁਆਂਢੀ ਨੂੰ ਨਹੀਂ ਪਛਾਣਦਾ ਕਿ ਤੁਸੀਂ ਅੱਜ ਗੁਆਂਢ ਛੱਡ ਕੇ ਦੂਜੇ ਗੁਆਂਢ ਚਲੇ, ਉੱਥੇ ਤੁਹਾਡਾ ਕੋਈ ਪੁੱਛ-ਗਿੱਛ ਨਹੀਂ। ਪਰ ਪਿੰਡਾਂ 'ਚ ਪਿਆਰ ਹਜੇ ਵੀ ਹੈਗਾ ਆ, ਤੇ ਉੱਥੇ ਤੁਹਾਨੂੰ ਰੱਖਣਾ ਹੀ ਚਾਹੀਦਾ ਆ। ਮੈਂ ਤਾਂ ਜੀ 2 ਥਾਂ ਤੇ ਜਾ ਕੇ ਐਕਚੁਅਲੀ ਮੈਂ ਇਟਲੀ ਗਿਆ ਸੀਗਾ ਪਹਿਲਾਂ, ਤੇ ਇਟਲੀ ਵੀ ਮੇਰਾ ਘਰ ਹੈਗਾ ਜੀ, ਉੱਥੇ ਹਜੇ ਵੀ ਹੈ। ਤੇ ਹੁਣ ਇੱਥੇ ਆ ਕੇ ਬਣਾਇਆ ਜੀ, ਇੱਥੇ ਵੀ ਹੈ ਤੇ ਇੰਡੀਆ ਵੀ ਹੈ, ਸਾਰੇ ਪਾਸੇ ਰੱਖੇ ਹੋਏ ਜੀ। ਘਰ ਜ਼ਰੂਰ ਰੱਖਣੇ ਚਾਹੀਦੇ ਆ ਤੇ ਬੱਚਿਆਂ ਨੂੰ ਦਿਖਾਣੇ ਵੀ ਚਾਹੀਦੇ ਆ ਜੀ। ਧੰਨਵਾਦ ਵੀਰ ਜੀ, ਧੰਨਵਾਦ। ਸੁਮਜੀਤ ਸਿੰਘ ਜੀ, ਲਾਈਨ ਨੰਬਰ 5। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਮੇਰਾ ਇੱਕ ਸਵਾਲ ਹੈ ਤੁਹਾਨੂੰ ਵੀ ਤੁਸੀਂ ਜਿੱਦਾਂ ਨਾ ਮੈਂ ਤੁਹਾਡਾ ਮੈਂ ਪ੍ਰੋਗਰਾਮ ਵੀ ਸੁਣਿਆ, ਹੋਰ ਵੀ ਪਹਿਲਾਂ ਤਾਂ ਮੈਨੂੰ ਸੁਣਦਾ ਨਹੀਂ ਸੀ ਹੁੰਦਾ, ਪਰ ਪਰਮਾਤਮਾ ਜੀ ਦਾ ਹੁਕਮ ਹੈਗਾ। ਮੈਂ ਕਦੀ ਕਦੀ ਪਰਮਾਤਮਾ ਦੀਆਂ ਗੱਲਾਂ ਕਰਨ ਲੱਗ ਪੈਣਾ, ਦੁਨਿਆਵੀ ਮੈਨੂੰ ਆਉਂਦੀਆਂ ਨਹੀਂ ਹੈਗੀਆਂ। ਵੀ ਤੁਸੀਂ ਪਰਮਾਤਮਾ ਦੀਆਂ ਗੱਲਾਂ ਸੁਣ ਸਕਦੇ ਹੋ? ਤੁਹਾਡੇ ਕੋਲ ਟਾਈਮ ਹੈਗਾ? ਨਹੀਂ ਜੀ, ਮੈਂ ਹੁਣ ਤਾਂ ਆਪਾਂ ਗੱਲ ਹੋਰ ਕਰ ਰਹੇ ਹਾਂ ਸੂਰਜੀਤ ਸਿੰਘ ਜੀ। ਮੈਂ ਕੱਲਾ ਸੁਣ ਲੂ, ਹੈਗੀ ਵਿੱਚ ਹੀ ਆ, ਛੱਡ ਦਿਓ। ਹੈਗੀ ਇਹੀ ਆ। ਨਹੀਂ ਜੀ ਬਸ ਹੁਣ ਤੁਸੀਂ ਛੱਡੋ, ਫਿਰ ਕੀ ਫਾਇਦਾ ਜੀ। ਜਾਂ ਤੁਸੀਂ ਜਾਂ ਤਾਂ ਗੱਲ ਕਰ ਲਓ, ਜਾਂ ਇੰਨਾ ਸਮਾਂ ਨਹੀਂ ਜੀ ਹੈ ਜਿਹੜੀ ਤੁਸੀਂ ਗੱਲ ਕਰਨੀ ਚਾਹੁੰਦੇ ਹੋ। ਹੋਰ ਵੀ ਲੋਕਾਂ ਨੇ ਗੱਲ ਕਰਨੀ, ਵਿਸ਼ੇ ਤੇ ਗੱਲ ਕਰੋ। ਘਰ ਪੰਜਾਬ ਆਪਣਾ ਹੈਗਾ, ਫਿਰ ਕਰ ਲਵਾਂਗੇ, ਨੈਕਸਟ ਵੀ ਕਰ ਲਵਾਂਗੇ, ਕੋਈ ਕਾਹਲੀ ਨਹੀਂ। ਚੰਗਾ ਚੰਗਾ, ਧੰਨਵਾਦ। ਸਰ ਭਗਤ ਸਿੰਘ ਜੀ, ਲਾਈਨ ਨੰਬਰ 2।
ਹਾਂਜੀ ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਤੇ ਤੁਹਾਡੇ ਸਾਰੇ। ਸਤਿ ਸ਼੍ਰੀ ਅਕਾਲ ਵੀਰ ਜੀ। ਗਿੱਲ ਸਾਹਿਬ ਜੀ ਮੈਂ ਵੀ 5 ਦਿਨ ਹੋ ਗਏ ਆਏ ਆ ਤੇ ਮੈਂ ਤੁਹਾਨੂੰ ਆਪਦੀ ਹੱਡਬੀਤੀ ਦੱਸਦਾ ਕਿਉਂਕਿ ਲੋਕ ਉੱਥੇ ਬਾਈਪਾਸ ਕਰਕੇ ਆਉਂਦੇ ਆ। ਮੈਂ ਆਪਦੀ ਖੁਦ ਗੱਲ ਦੱਸ ਦਿੰਦਾ ਕਿਉਂਕਿ ਮੇਰੀ ਬੇਟੀ ਹਸਪੀਟਲ 'ਚ ਕੰਮ ਕਰਦੀ ਹੈ ਤੇ ਮੈਂ ਉਹਨਾਂ ਦੇ ਥਰੂ ਆਇਆ ਹਸਪੀਟਲ ਦੇ ਥਰੂ। ਤੇ ਉਹ ਮੈਂ ਤਾਂ ਬੇਟੀ ਨੂੰ ਕਿਹਾ ਸੀ ਵੀ ਮੈਨੂੰ ਆਉਣ ਨੂੰ ਰਹਿਣ ਦਿਓ, ਕੋਈ ਨਹੀਂ ਮੰਮੀ ਨਾ ਇਹ ਵੇਟ ਕਰ ਲੈ। ਕਹਿੰਦੇ ਨਹੀਂ ਡੈਡ ਤੈਨੂੰ ਆਉਣਾ ਪੈਣਾ। ਤੇ ਮੈਂ ਕਿਹਾ ਵੀ ਹੁਣ ਟਿਕਟ ਨਹੀਂ ਮਿਲਣੀ। ਉਹ ਕਹਿੰਦਾ ਵੀ ਹਸਪੀਟਲ ਦੇ ਬੋਰਡ ਵਾਲੇ ਕਹਿੰਦੇ ਵੀ ਅਸੀਂ ਮੰਗਾ ਦੇਣੇ ਕਿਉਂਕਿ ਮੇਰੀ ਬੇਟੀ ਕੰਮ ਕਰਦੀ ਆ, ਸਿੰਗਲ ਮਾਮ ਹੈ ਤੇ ਉਹਨੂੰ ਬੇਬੀ ਸੈੱਟ ਹੈ ਨੀਗਾ, ਉਹ ਤੇ ਵਾਈਫ ਬੜੀ ਠੀਕ ਨਹੀਂ ਰਹਿੰਦੀ। ਤੇ ਉਹਨਾਂ ਨੇ ਕੀ ਕੀਤਾ, ਹਸਪੀਟਲ ਵਾਲੇ ਨੇ ਚਿੱਠੀ ਲਿਖੀ ਤੇ ਫਿਰ ਉਹਨਾਂ ਨੇ ਐਡਫਾਸਟ ਤੋਂ ਚਿੱਠੀ ਲਈ ਤੇ ਉਹਨਾਂ ਨੇ ਉਹ ਜਿਹੜਾ ਮਿਨਿਸਟਰ ਹੈਗਾ ਆਪਣਾ ਫੋਰਨ ਮਿਨਿਸਟਰ ਹੈਗਾ ਉਹਨਾਂ ਨੂੰ ਭੇਜੀ। ਤੇ ਬਾਅਦ ਚ ਮੇਰੀ ਬੇਟੀ ਨੂੰ ਫੋਨ ਆ ਗਿਆ ਵੀ ਤੇਰੇ ਡੈਡੀ ਦੀ ਲਾਈਨ ਅਪ ਲੱਗ ਗਈ ਆ, ਵੀ ਪਹਿਲੀ ਜਾਂ ਸੈਕੰਡ ਫਲਾਈਟ ਦੇ ਵਿੱਚ ਉਹਨਾਂ ਦੀ ਵਾਰੀ ਆ ਜਾਣੀ ਜ਼ਰੂਰ। ਹੋਇਆ ਕਿ 5 ਵਾਲੀ ਵੀ ਫਲਾਈਟ ਚਲੀ ਗਈ, 7 ਵਾਲੀ ਵੀ ਚਲੀ ਗਈ ਤੇ ਮੈਂ ਕਿਹਾ ਸ਼ਾਇਦ ਚੱਲ 9 ਵਾਲੀ ਚ ਆ ਜਾਊ ਵਾਰੀ। ਤੇ 9 ਵਾਲੀ ਵੀ ਫਲਾਈਟ ਚੱਲ ਗਈ ਤੇ ਫਿਰ ਮੈਂ ਬੇਟੀ ਨੂੰ ਫੋਨ ਕੀਤਾ, ਪੁੱਤ ਮੈਨੂੰ ਫੋਨ ਨਹੀਂ ਆਇਆ ਤੇ ਦੁਬਾਰਾ ਤੁਸੀਂ ਈਮੇਲ ਕਰੋ ਉਹਨਾਂ ਨੂੰ, ਦਿੱਲੀ ਐਮਬੈਸੀ ਵਾਲੇ ਨੂੰ ਕੀ ਹੋ ਰਿਹਾ। ਫਿਰ ਮੇਰੀ ਬੇਟੀ ਨੇ ਫਿਰ ਉੱਥੇ ਦਿੱਲੀ ਐਮਬੈਸੀ ਵਾਲੇ ਨੂੰ ਫੋਨ ਕੀਤਾ ਵੀ ਮੇਰਾ ਡੈਡ ਤਾਂ ਆਲਰੇਡੀ ਪ੍ਰਾਇੋਰਟੀ ਲਾਈਨ 'ਚ ਲੱਗਾ ਹੋਇਆ ਸੀ ਤੇ ਹਜੇ ਉਹਨੂੰ ਕੋਈ ਫੋਨ ਨਹੀਂ ਆਇਆ, ਕੀ ਗੱਲ। ਤੇ ਉਹ ਕਹਿੰਦੇ ਅਸੀਂ ਗੱਲ ਕਰਦੇ ਹਾਂ। ਉਸੇ ਦੂਸਰੇ ਦਿਨ ਮੈਨੂੰ 10 ਵਜੇ 10 ਤਰੀਕ ਨੂੰ ਕੈਨੇਡਾ ਐਮਬੈਸੀ 'ਚੋਂ ਫੋਨ ਆਇਆ ਕੁੜੀ ਦਾ ਤੇ ਕਹਿੰਦੀ ਜੀ ਮੈਂ ਭਜਨ ਸਿੰਘ ਤੂਰ ਨਾਲ ਗੱਲ ਕਰਨੀ ਹੈ। ਤੇ ਮੈਂ ਕਿਹਾ ਮੈਂ ਬੋਲ ਰਿਹਾ। ਤੇ ਕਹਿੰਦੀ ਵੀ ਤੁਸੀਂ ਜਾਣਾ ਚਾਹੁੰਦੇ। ਮੈਂ ਕਿਹਾ ਹਾਂ। ਮੈਂ ਕਿਹਾ ਮੈਂ ਤਾਂ ਕਦੇ ਦਾ ਜਾਣਾ ਚਾਹੁੰਦਾ ਸੀ 7 ਤਰੀਕ ਨੂੰ। ਤੇ ਉਹਨੇ ਆਪਦੇ ਜਵਾਨੀ ਮੈਨੂੰ ਦੱਸਿਆ, ਕਹਿੰਦੀ ਭਜਨ ਸਿੰਘ ਜੀ ਕਈ ਦਫਾ ਸਾਨੂੰ ਸਾਈਡ ਤੋਂ ਪਾਸ ਕਰਨੇ ਪੈਂਦੇ ਹੈਗੇ, ਇਸ ਕਰਕੇ ਵੀ ਤੂੰ ਡਿਲੇ ਹੋ ਗਿਆ, ਪਰ ਹੁਣ ਤੇਰੀ ਵਾਰੀ ਜ਼ਰੂਰ ਆਊਗੀ ਤੇ ਮੈਂ ਹੁਣੇ ਤੁਹਾਨੂੰ ਕਹਿੰਦੀ ਦੱਸਦੀ ਹਾਂ ਤੇ ਤੁਹਾਨੂੰ ਏਜੰਟ ਦਾ ਫੋਨ ਆਊਗਾ। ਇਹ ਮੇਰੇ ਨਾਲ ਖੁਦ ਵਾਪਰੀ ਹੈਗੀ ਹੈ। ਉਹਨੇ ਫੋਨ ਰੱਖਿਆ ਤੇ ਹੁੰਦਾ ਹੀ ਇਹ ਹੈ ਜੀ, ਇਸ ਤਰ੍ਹਾਂ ਹੀ ਹੁੰਦਾ। ਹਾਂਜੀ ਇਸ ਤਰ੍ਹਾਂ ਹੀ ਹੁੰਦਾ। ਜਿਹੜੀ ਤੁਸੀਂ ਦੱਸੀ ਆ ਮੈਂ ਨਹੀਂ ਸੀ ਕਹਿਣੀ ਚਾਹੁੰਦਾ, ਜੇ ਮੈਂ ਕਹਿਣਾ ਸੀ ਉਹਨਾਂ ਕਹਿੰਦਾ ਰਾਜਨੀਤੀ ਕਰਦਾ ਹੁੰਦਾ ਹੀ ਇਸ ਤਰ੍ਹਾਂ। ਜਿਹਨਾਂ ਨੂੰ ਲਿਆਉਣਾ ਉਹਨਾਂ ਨੂੰ ਹੀ ਫੋਨ ਜਾਂਦੇ ਆ, ਬਾਕੀ ਜਬਕ ਤੇ ਆ। ਇਹ ਬਸ ਬਿਲਕੁਲ ਠੀਕ ਹੈ। ਉਸੇ ਟਾਈਮ ਤੇ ਮੈਨੂੰ ਥਾਮਸ ਕੁੱਕ ਟਰੈਵਲ ਏਜੰਟ ਦਾ ਫੋਨ ਆਇਆ ਤੇ ਸਮਹਾਉ ਉਹ ਫਿਰ 12 ਵਾਲੀ ਫਲਾਈਟ ਆਉਣੀ ਸੀ ਮੇਰੀ, ਉਹ ਵੀ ਮਿਸ ਹੋ ਗਈ। ਸਮਹਾਉ ਮੇਰਾ ਵੀਜ਼ਾ ਨਹੀਂ ਥਰੂ ਹੋਇਆ ਕਿਉਂਕਿ ਉਹਨਾਂ ਦੀ ਪਾਲਿਸੀ ਹੈਗੀ ਆ ਪਹਿਲਾਂ ਉਹ ਪੇਮੈਂਟ ਥਰੂ ਮੰਗਦੇ ਹੈਗੇ ਆ ਜੀ। ਬਾਕੀ ਪੇਪਰ ਬਾਅਦ ਚ ਕਰਦੇ ਆ। ਉਹ 1,82,000 ਰੁਪਏ ਦੇ ਕੇ ਆਇਆ ਤੇ ਉਹ ਪੇਮੈਂਟ ਵੀ ਥਰੂ ਹੋ ਰਹੀ। ਸਮਹਾਉ ਮੇਰੇ ਵੀਜ਼ੇ ਦੀ ਪ੍ਰੋਬਲਮ ਸੀਗੀ ਤੇ ਉਦੋਂ ਨੂੰ ਏਜੰਟ ਦਾ ਫੋਨ ਆ ਗਿਆ, ਭਜਨ ਸਿੰਘ ਫਲਾਈਟ ਤਾਂ ਫੁੱਲ ਹੋ ਗਈ ਤੇ ਹੁਣ ਸੌਰੀ ਆ ਮੈਂ। ਤੇ ਮੈਂ ਕਿਹਾ ਯਾਰ ਫੇਰ ਕੀ ਹੋਊਗਾ। ਫਿਰ ਉਹਨੇ ਕੀ ਕੀਤਾ, ਫਿਰ ਦੂਸਰੇ ਦਿਨ ਮੈਨੂੰ ਫੋਨ ਕੀਤਾ ਏਜੰਟ ਨੇ, ਕਹਿੰਦਾ ਵੀ ਫਲਾਈਟ ਦਾ ਤਾਂ ਹੁਣ ਪਤਾ ਨਹੀਂ ਵੀ ਕਦੋਂ ਆਉਣੀ ਹੈਗੀ ਆ, 14 ਨੂੰ ਆਉਣੀ ਕਿ 16 ਨੂੰ ਆਉਣੀ ਹੈਗੀ ਆ, ਪਰ ਕਹਿੰਦਾ ਵੀ ਆਪਾਂ ਏਦਾਂ ਕਰਦੇ ਹਾਂ ਤੁਸੀਂ ਮੈਨੂੰ ਨਾ ਪ੍ਰੀ ਅਪਰੂਵਡ ਪੇਮੈਂਟ ਥਰੂ ਕਰੀਏ ਆਪਾਂ ਪਹਿਲਾਂ। ਉਹ ਕਹਿੰਦਾ ਵੀ ਆਪਦੀ ਬੇਟੀ ਨੂੰ ਕਹਾ ਵੀ ਮੈਨੂੰ ਉਹ ਜਿਹੜਾ ਫਾਰਮ ਭੇਜਿਆ ਹੈ ਵੀ ਪੇਮੈਂਟ ਥਰੂ ਕਰ ਦਿਓ ਤੇ ਜਦੋਂ ਵੀ ਫਲਾਈਟ ਜਿਹੜੀ ਆਈ ਅਗਲੀ ਉਹਦੇ 'ਚ ਤੈਨੂੰ ਬੁਕਿੰਗ ਹੋ ਜਾਣੀ ਮੇਰੀ। ਮੈਂ ਇਸ ਤਰੀਕੇ ਨਾਲ ਆਇਆ ਹੈਗਾ, ਮੇਰੀ ਆਲਰੇਡੀ ਉਹਨੇ ਪੇਮੈਂਟ ਅਪਰੂਵਡ ਕਰ ਲਈ ਸੀ ਪਹਿਲਾਂ ਤੇ ਫਲਾਈਟ ਕਹਿੰਦਾ ਸੀ ਜਾਂ 14 ਨੂੰ ਲੱਗਣੀ ਆ ਤੇ ਜਾਂ 16 ਨੂੰ। ਹਜੇ ਉਹਦੇ ਕੋਲ ਇਨਫੋਰਮੇਸ਼ਨ ਨਹੀਂ ਸੀ, ਕਹਿੰਦਾ ਵੀ ਦੋਨਾਂ ਦਿਨਾਂ 'ਚ ਇੱਕ ਦਿਨ ਫਲਾਈਟ ਲੱਗਣੀ ਆ। ਤੇ ਮੈਂ ਮਤਲਬ ਜਿਹੜਾ ਮਾਤੜ ਜਿਹੜਾ ਤੂਰ ਸਾਹਿਬ ਮਾਤੜ ਲਾਣਾ ਬੈਠਾ ਜਿਹਦਾ ਇੱਥੇ ਕੋਈ ਹੈ ਨਹੀਂ ਸਾਂਭਣ ਵਾਲਾ ਜਾਂ ਜਿਹਨਾਂ ਦਾ ਕੋਈ ਨਰਸ ਜਾਂ ਡਾਕਟਰ ਧੀ ਪੁੱਤ ਨਹੀਂ, ਉਹਨਾਂ ਦਾ ਕੋਈ ਹੀਲਾ ਨਹੀਂ ਬਣਨਾ। ਬਹੁਤ ਮੁਸ਼ਕਲ ਹੈ ਜੀ। ਤੁਸੀਂ ਦੇਖ ਲਓ ਥੈਂਕ ਯੂ ਤੂਰ ਸਾਹਿਬ। ਸਿਸਟਮ ਦੇ ਥਰੂ ਆਇਆ ਕਿਉਂਕਿ ਮੈਂ ਪ੍ਰਾਇੋਰਟੀ 'ਚ ਲੱਗਾ ਹੋਇਆ ਸੀ ਇਹਦੇ ਹਸਪੀਟਲ ਦੇ ਥਰੂ। ਥੈਂਕ ਯੂ ਬਾਈ ਜੀ, ਸੱਚ ਬੋਲਣ ਲਈ ਧੰਨਵਾਦ, ਬਹੁਤ ਬਹੁਤ ਸੱਚ ਬੋਲਣ ਲਈ ਥੈਂਕ ਯੂ। ਸੁਣ ਲਿਆ ਹੁਣ ਲੋਕਾਂ ਨੇ ਜਿਹੜੀਆਂ ਫਲਾਈਟਾਂ ਆਉਂਦੀਆਂ ਉਹਦੇ 'ਚ ਫਿਰ ਬੰਦੇ ਇਸ ਤਰ੍ਹਾਂ ਆਉਂਦੇ ਆ। ਆਹੀ ਤਾਂ ਹੈ ਨਾ ਵੀ ਕੌਣ ਕਿਹਨੂੰ ਕੋਡ ਕਿਹਨੂੰ ਜਾਣਾ, ਕਿਹਨੂੰ ਫੋਨ ਐਮਬੈਸੀ ਨੇ ਕੀ ਤੋਂ ਕਰਾਉਣਾ, ਹੁਣ ਆਪ ਤੂਰ ਸਾਹਿਬ ਦੱਸ ਗਏ। ਸੋ ਇਹ ਮੈਨੂੰ ਹੋਰ ਵੀ ਮੈਸੇਜ ਆਏ ਨੇ ਵੀ ਕੋਈ ਮਾਰਚ ਦੇ ਫਸਟ ਵੀਕ ਗਿਆ ਤੇ ਉਹ 25 ਦਿਨਾਂ ਦੇ ਵਿੱਚ ਵਾਪਸ ਆ ਗਿਆ। ਉਹ ਠੀਕ ਹੈ, ਉਹ ਸਿਸਟਮ ਜਿਹੜਾ ਆਪਰੇਟ ਹੋ ਰਿਹਾ ਉੱਥੇ ਉਹ ਸਭ ਨੂੰ ਪਤਾ ਕਿਹਦੇ ਕੰਟਰੋਲ 'ਚ ਆ, ਕੌਣ ਉਹਨੂੰ ਕਰਦਾ ਹੈ।
ਆਮ ਐਪਲੀਕੇਸ਼ਨਾਂ ਕਿੱਥੇ ਜਾਣੀਆਂ ਨੇ, ਖਾਸ ਕਿੱਥੇ ਜਾਣੀਆਂ ਨੇ, ਕਿਉਂਕਿ ਹੁਣ ਉਹਨੇ ਨਵਾਂ ਕਰ ਦਿੱਤਾ ਵੀ ਕੋਡ ਅਸੀਂ ਭੇਜਾਂਗੇ, ਬਸ ਉਹ ਕੋਡ ਤੇ ਤੁਸੀਂ ਕਰੋਗੇ। ਕੋਡ ਕਿਹਨੇ ਭੇਜਣਾ? ਜਿਹੜੇ ਏਜੰਟ ਨੇ। ਏਜੰਟ ਕਿਹਦੇ ਲਈ, ਕਿਹਦੇ ਕੰਟਰੋਲ 'ਚ ਨੇ? ਹਾਈ ਕਮਿਸ਼ਨ ਦੇ। ਉਹ ਫਿਰ ਅੱਗੇ ਜਿਨ੍ਹਾਂ ਦੇ ਫੋਨ ਕਰਨੇ ਆ, ਜੀ ਜਿਹੜਾ ਕੁਝ ਹੋਣਾ, ਮਤਲਬ ਇਹ ਵੀ ਇੱਕ ਨਵੀਂ ਕਿਸਮ ਸ਼ੁਰੂ ਹੋਈ ਹੈ। ਤੂਰ ਸਾਹਿਬ ਨੇ ਦੱਸਤਾ ਵੀ ਹੁਣ ਉਹਨਾਂ ਨੂੰ ਇਹ ਗੱਲ ਦਾ ਪਤਾ ਹੈ, ਸੱਚ ਜੇ ਬੋਲਣ ਵਾਲੇ ਬੰਦੇ ਨੇ, ਪਹਿਲਾਂ ਵੀ ਉਹ ਸਪੋਰਟ ਦੇ ਵਿੱਚ ਉਹਨਾਂ ਦੇ ਜਦ ਗੱਲਬਾਤ ਹੁੰਦੀ ਹੈ ਇਸ ਤਰ੍ਹਾਂ ਹੀ ਆ ਕੇ ਦੱਸਦੇ ਹੁੰਦੇ ਆ ਉਹ, ਤੇ ਉਹਨਾਂ ਨੇ ਦੱਸਤਾ ਵੀ ਕਿਵੇਂ ਬੰਦਿਆਂ ਨੇ ਉੱਥੇ ਰਹਿ ਜਾਣਾ, ਕਿਹਨਾਂ ਨੇ ਆ ਜਾਣਾ। ਹੁਣ ਜੇ 8 ਫਲਾਈਟਾਂ ਨੇ, ਉਹ 2500 ਬੰਦਾ, ਗਿਣਤੀ ਬਹੁਤ ਆ ਉੱਥੇ। PR ਦਾ ਤਾਂ ਹਾਲੇ ਨਾਂ ਵੀ ਨਹੀਂ ਲੈ ਰਹੇ ਉਹ। ਪਰ ਆਪਾਂ ਇਹਦੇ ਤੇ ਬਹੁਤ ਗੱਲ ਕਰ ਦਿੱਤੀ। ਮੈਂ ਇੱਕ ਗੱਲ ਤੁਹਾਨੂੰ ਕਹਿਣੀ ਚਾਹੁੰਦਾ, ਸੌਰੀ, ਬਹੁਤ ਇਹਦੇ ਤੇ ਆਪਾਂ એનર્ਜੀ ਲਾ ਦਿੱਤੀ। ਪਿਛਲੇ 20-22 ਦਿਨ ਹੋ ਗਏ ਆਪਾਂ ਇਹਦੇ ਤੇ ਗੱਲ ਨਹੀਂ ਕਰਨੀ। ਅਗਲੇ ਵੀਕ ਕੋਈ ਆ ਜਾਵੇ, ਰਹਿ ਜਾਏ, ਜਿਹੜੀ ਕੋਈ ਖਬਰ ਹੋਇਆ ਕਰੂ ਮੈਂ ਦੇ ਦਿਆ ਕਰੂੰ, ਪਰ ਇਹ ਤੇ ਓਪਨ ਲਾਈਨਸ ਨਹੀਂ ਆਪਾਂ ਕਰਨੀ, ਕਿਉਂਕਿ ਇਸ ਨੂੰ ਕਿਸੇ ਹੋਰ ਪਾਸੇ ਨੂੰ ਫਿਰ ਬੰਦੇ ਲੈ ਜਾਂਦੇ ਆ। ਜਿਨ੍ਹਾਂ ਦਾ ਢਿੱਡ ਦੁਖਦਾ, ਜਿਨ੍ਹਾਂ ਦੀਆਂ ਅੱਖਾਂ ਦੁਖਦੀਆਂ, ਉਹ ਸੁਰਮਾ ਵੀ ਪਾਉਣਗੇ, ਫੱਕੀ ਵੀ ਲੈਣਗੇ ਆਪੇ ਆ ਕੇ। ਜਿਨ੍ਹਾਂ ਦੀਆਂ ਡਿਊਟੀਆਂ ਨੇ ਉਹ ਸਰਵ ਕਰਨ, ਆਪਣੀ ਡਿਊਟੀ ਨਹੀਂ ਹੈ। ਹਾਂ, ਜਿਹੜੀ ਖਬਰ ਜ਼ਰੂਰ ਹੈ, ਖਬਰ ਮੈਂ ਭੇਜਿਆ ਕਰੂੰ, ਖਬਰ ਮੈਂ ਕਰਿਆ ਕਰੂੰ, ਕਿਉਂਕਿ ਬਹੁਤ ਇਹ ਤੇ એનર્ਜੀ ਵੇਸਟ ਹੁੰਦੀ ਹੈ। ਸੁਣਨ ਵਾਲੇ ਉਹ ਕਹਿੰਦੇ ਅਸੀਂ ਯਾਰ ਇਹਦਾ ਫਾਇਦਾ ਨਹੀਂ ਹੈ। ਜਿਹੜਾ ਕੁਝ ਹੋ ਰਿਹਾ ਆਬਜ਼ਰਵ ਲੋਕ ਕਰ ਰਹੇ, ਬਸ ਇਹੀ ਜ਼ਰੂਰ ਤੁਸੀਂ ਇੱਕ ਨਵੀਂ ਗੱਲ ਜਿਹੜੀ ਤੁਰੀ ਹੈ ਉਹ 'ਚ ਤੁਸੀਂ ਅੰਡਰਸਟੈਂਡ ਕਰ ਗਏ ਕਿ ਹੋਇਆ ਕੀ ਹੈ। VIP ਕਲਚਰ ਕਿਵੇਂ ਆਪਰੇਟ ਕਰਦਾ ਹੈ। ਬਿਜ਼ਨਸ ਕਿਸੇ ਵੀ ਮਹਾਮਾਰੀ ਦੇ ਵਿੱਚ ਵੀ ਹੁੰਦਾ। ਫੋਨ ਫਾਨ 1000-1100 ਦੇ ਮਿਲ ਜਾਂਦੇ ਨੇ। ਅੱਗੇ ਵਧੀਆ ਮੇਅਰ ਦੀ ਇਲੈਕਸ਼ਨ ਵੇਲੇ ਮਿਲ ਗਏ ਸੀ ਤੇ 2 ਮਹੀਨੇ ਵਧੀਆ ਲੰਘ ਜਾਂਦੇ ਨੇ। ਹੁਣ ਕਿਹੜਾ ਪੈਕੇਜ ਹੈ ਇਹਦਾ ਨਹੀਂ ਮੈਨੂੰ ਪਤਾ ਲੱਗਿਆ। ਪਹਿਲੇ ਦਾ ਤਾਂ ਮੈਨੂੰ ਪਤਾ, ਉਹ ਤਾਂ ਮੈਨੂੰ ਦੱਸ ਕੇ ਦਿੱਤਾ ਸੀ ਜਿਹਨੇ ਦਿੱਤਾ ਸੀ। ਮੈਸੇਜ 5 ਫੇਸਬੁੱਕ ਤੇ 1 ਸੈਕਿੰਡ 'ਚ ਆ ਗਏ। ਜਦ ਮੈਂ ਕਿਹਾ ਆਪਾਂ ਗੱਲ ਨਹੀਂ ਕਰਨੀ, ਉਹ ਕਹਿੰਦੇ ਗੱਲ ਕਿਉਂ ਨਹੀਂ ਕਰਨੀ, ਗੱਲ ਕਰਨੀ ਹੈ। ਭਾਈ ਬੰਦ ਜਿਹੜੇ ਨੇ, ਨਹੀਂ ਮੈਂ ਕਿਹਾ ਵੀ ਖਬਰ ਜਿਹੜੀ ਵੀ ਹੋਇਆ ਕਰੂ ਅਪਡੇਟ ਕਰਿਆ ਕਰੂੰਗਾ, ਪਰ ਇਸ ਵਿਸ਼ੇ ਤੇ ਗੱਲ ਬਹੁਤ ਹੋ ਗਈ। ਮੇਰੇ ਖਿਆਲ ਮੇਰਾ ਗੱਲ ਕਰਨ ਦਾ ਤਾਂ ਇਹੀ ਸੀ ਵੀ ਤੁਹਾਨੂੰ ਅਵੇਅਰ ਕਰਤਾ, ਅਵੇਅਰ ਤੁਸੀਂ ਹੋ ਗਏ, ਤੇ ਬਸ ਇਹੀ ਹੈ। ਗਾਹ ਨੂੰ ਜਦ ਤੁਸੀਂ ਆ ਜਾਣਾ ਇਕੱਠ ਕਰਕੇ, ਸਾਰੇ ਆਪਣੀਆਂ ਗੱਲਾਂ ਸੁਣਾ ਦਿਓ, ਫਿਰ ਕੀ ਹੋਇਆ, ਕੀ ਨਹੀਂ ਹੋਇਆ। ਤੇ ਜਿਵੇਂ ਮੈਂ ਪਹਿਲਾਂ ਕਿਹਾ ਸੀ, ਸਾਨੂੰ ਵੀ ਸੱਦ ਲਿਓ ਇੱਕ ਹਫ਼ਤਾ ਲੀਡਰਾਂ ਨੂੰ ਸੱਦ ਲਿਓ ਵੀ ਭਾਈ ਤੁਸੀਂ ਕੀ ਕੀਤਾ। ਸਾਡੀਆਂ ਰਿਕਾਰਡਿੰਗਾਂ ਸਾਰਿਆਂ ਦੇ ਸਾਂਭੀਆਂ ਪਈਆਂ, ਲੀਡਰਾਂ ਦੀਆਂ ਰਿਕਾਰਡਿੰਗਾਂ ਤੇ ਵੀਡੀਓ ਸਾਰਿਆਂ ਨੇ ਸਾਂਭੀਆਂ ਪਈਆਂ। ਕਿਹੜੇ ਟਾਈਮ ਕੀ ਕਿਹਾ, ਕਿਹੜੇ ਟਾਈਮ ਪ੍ਰੋਜੈਕਟਰ ਤੇ ਚਲਾ ਦਿਓ, ਸਾਡੀਆਂ ਰਿਕਾਰਡਿੰਗਾਂ ਚਲਾ ਦਿਓ, ਸਾਨੂੰ ਬਿਠਾ ਲਿਓ ਅੱਗੇ, ਫਿਰ ਸਾਨੂੰ ਸੇਧ ਦੇ ਦਿਓ ਵੀ ਭਾਈ ਤੈਂ ਕੀ ਕੀਤਾ, ਗਾਹਾਂ ਨੂੰ ਖਿਆਲ ਰੱਖ। ਬੰਦੇ ਨੂੰ ਪਤਾ ਹੋਣਾ ਚਾਹੀਦਾ ਕਿ ਕੌਣ ਗਲਤ ਕਰ ਰਿਹਾ, ਕੌਣ ਸਹੀ ਕਰ ਰਿਹਾ। ਤੁਸੀਂ ਤਾਕਤ ਹੋ ਬਹੁਤ ਬੜੀ। ਅੱਗੇ ਵੀ ਮੈਂ ਕਿਹਾ ਸੀ, ਤੁਸੀਂ ਸਹੀ ਕਰ ਸਕਦੇ ਹੋ ਸਿਸਟਮ। ਕੀ ਅਸੀਂ ਡਿਊਟੀ ਕਰ ਰਹੇ ਹਾਂ ਜਾਂ ਅਸੀਂ ਕੋਈ ਸਿਸਟਮ ਦਾ ਹਿੱਸਾ ਬਣ ਗਏ, ਇਹਦਾ ਖਾਸ ਖਿਆਲ ਰੱਖਣਾ। ਉਹ ਕਹਿੰਦਾ ਇੱਕ ਭਾਈ ਬੰਦ ਮੈਨੂੰ ਕਹਿੰਦਾ ਜਦ ਤੁਹਾਡੀ ਟੀਮ ਦਾ ਨਾਂ ਤਾਂ ਲੈ ਦਿੰਦੇ ਨੇ ਸਾਰੇ, ਜਦ ਗਰਮ ਸੀ 10 ਦਿਨ ਪਹਿਲਾਂ, ਉਹ ਜੀ ਸੁੱਖੀ ਸੰਧੂ ਕਰਦਾ, ਜੀਨਾ ਤੱਖਰ ਜੀ ਕਹਿੰਦਾ, ਨਿਊਟਨ ਸਿੱਧੂ ਜੀ ਕਰੇਗਾ, ਤੇਰਾ ਨਾਂ ਉਹਦੇ ਨਾ ਮੂੰਹ 'ਚ ਜਿਵੇਂ ਗੁੱਲ ਲੜ ਜਾਂਦਾ। ਮੈਂ ਕਿਹਾ ਵੀ ਇਹ ਹੁਣ ਮੈਨੂੰ ਤਾਂ ਪੁੱਛੋ, ਜਿਨ੍ਹਾਂ ਦੇ ਅੜਦਾ, ਮੈਂ ਤਾਂ ਨਹੀਂ ਕਦੇ ਕਿਸੇ ਨੂੰ ਕਹਿੰਦਾ ਕੁਛ, ਅੜਦਾ ਕਿਉਂ ਉਹਨਾਂ ਨੂੰ ਪੁੱਛੋ। 1:56 ਹੋਇਆ ਜੀ, ਸ਼ੁੱਕਰਵਾਰ ਦਾ ਦਿਨ ਹੈ। ਗੀਤ ਤਾਂ ਕਈ ਸੁਣਾਉਣੇ ਸੀ ਪਰ ਗੱਲਾਂ ਨਹੀਂ ਮੁੱਕਦੀਆਂ। ਤੁਹਾਡੇ ਇਸ਼ੂਜ਼ ਆਪਾਂ ਕਰਦੇ ਡਿਸਕਸ ਰਹਿੰਦੇ, ਸਮਾਂ ਲੰਘ ਜਾਂਦਾ। ਤੇ ਧੰਨਵਾਦ ਸਾਰਿਆਂ ਦਾ, ਤੁਸੀਂ ਇਨਪੁਟ ਪਾਉਂਦੇ ਹੋ। ਤੁਹਾਡੀ ਨਿਗਾਹ ਰਹਿੰਦੀ ਹੈ ਕਿ ਕੌਣ ਕੀ ਕਰ ਰਿਹਾ, ਕਿੱਥੇ ਕੀ ਹੋ ਰਿਹਾ। ਬਸ ਇਹੀ ਹੁੰਦਾ ਕੋਈ ਵਧੀਆ ਸਮਾਜ ਸਿਰਜਣ ਦਾ, ਇਹੀ ਹੈ ਕਿ ਕਰੈਕਸ਼ਨ ਹੋਵੇ ਹਰ ਇੱਕ ਦੀ। ਮੈਂ ਗਲਤ ਕਰਦਾ, ਮੈਨੂੰ ਕਰੈਕਟ ਕਰੋ, ਕੋਈ ਗਲਤ ਕਰਦਾ ਕਰੋ। ਪਰ ਇੱਕ ਗੱਲ ਇਸ ਕਰੋਨਾ ਨੇ ਦੱਸ ਦਿੱਤੀ ਕਿ ਲੀਡਰਸ਼ਿਪ ਕੀ ਹੈ, ਲੀਡਰਸ਼ਿਪ ਕੌਣ ਕਰ ਸਕਦਾ। ਉਹ ਡਿਟੋਲ ਘੋਲ ਕੇ ਪਿਲਾਈ ਜਾਂਦਾ। ਵਿਕਟੋਰੀਆ ਵਾਸ਼ਿੰਗਟਨ DC 'ਚ ਬੈਠਾ ਸਰਪੰਚ, ਤੇ ਇੱਧਰ ਜਿਹੜੇ ਨੇ ਪੱਤਿਆਂ ਦੀ ਝੜੀ ਲਾਈ ਹੋਈ ਹੈ। ਪਰ ਜਦ ਜਨਵਰੀ ਦੇ ਵਿੱਚ ਵੁਹਾਨ 'ਚ ਸ਼ੁਰੂ ਹੋਇਆ, ਉਸ ਸਮੇਂ ਤਾਂ ਹਲੇ ਫਰਵਰੀ 'ਚ ਅਫਰੀਕਾ ਟਰੂਡੋ ਤੁਰਿਆ ਫਿਰਦਾ ਸੀ ਸਾਡਾ, ਤੇ ਸਰਪੰਚ ਹੋਣੀ ਹੈਦਰਾਬਾਦ ਦੇ ਵਿੱਚ ਚਾਏ ਵਾਲਾ ਕਹਿ ਰਿਹਾ ਸੀ। ਪਰ ਅਸਲ ਸਮਝ ਹੁਣ ਲੋਕਾਂ ਨੂੰ ਲੱਗ ਜੂ ਕਿ ਆਪਣੇ ਦੇਸ਼ ਨੂੰ ਕਿਵੇਂ ਸਾਂਭਣਾ। ਅਖੀਰ 'ਚ ਮੁਹੰਮਦ ਸਦੀਕ ਤੁਹਾਡੇ ਲਈ, ਤੇ 11 ਵਜੇ ਸੋਮਵਾਰ ਨੂੰ ਰੱਬ ਰੱਖਾ।